सबसे पहले मोदी जी की स्पीच कैसे लगी प्लीज बताएं, जिन जिन लोगों ने भी ज्वाइन कर लिया है। मैं बहुत बढ़िया, आयुष पाजी बहुत बढ़िया, एवरेल पाजी, आज सुखी पाजी हैं म्यूजिकल डॉक्टर्स मेरे साथ। सुखी आने वाला पाजी, 2 मिनट दो। पहला दसो तो सही कितना लगी मोदी भाई की स्पीच। यार पता नहीं, सिर्फ मुझे लगता है कि 8 बजे का टाइम देते हैं वो और मुद्दे की बात पे आते हैं 8:20 पे, तो पहले समा बांधते हैं हमारे प्राइम मिनिस्टर साहब। बट ही इज अ वेरी गुड ओरेटर आई थिंक। बढ़िया गाल करते हैं। लो जी, आज हम लाइव हुए हैं आफ्टर अ लॉट ऑफ डेज। ये जो सेशन है हमारा, इसमें इज दिस टेलर मेड? हाँ जी पारस भाई, दिस इज टेलर मेड। सुखी भाजी आ गए हैं। आई थिंक लेट्स गो स्ट्रेट टू सुखी भाजी एंड आस्क हिम टू जॉइन अस इन दिस चार्ट। सुखी भाजी अच्छा आओ जी, गो लाइव विद सुखी। की हाल आ बहुत बढ़िया ब्रो। भाजी हाउ आर यू? टॉर किथे कड्डी हुई है भाजी, सारे घर दे अंदर टॉर कट रहे। की हाल है ਤੁਹਾਡੇ? सही है ब्रो, ऑल गुड। ਤੁਸੀਂ ਦੱਸੋ? ਤੁਸੀਂ ਵੀ ਸਪੀਚ ਸੁਣੀ ਹੈ ਮੋਦੀ ਬਾਜੀ ਦੀ ਕਿ ਨਹੀਂ? ਨਾ ਨਾ ਭਰਾ, ਮੈਂ ਤਾਂ ਨੈਪ ਲੈ ਰਿਹਾ ਸੀਗਾ। ਮੈਂ ਲਾਉਣ ਲੱਗ ਸੁਣਦਾ ਪਿਆ ਸੀ ਕਿ 9 ਵਜੇ ਲਾਈ ਜਾਣਾ। ਚਲੋ ਮੈਂ ਤੁਹਾਨੂੰ ਅਪਡੇਟ ਦੇ ਦਿੰਦਾ, ਤੁਸੀਂ ਬਹੁਤ ਕੁਝ ਮਿਸ ਨਹੀਂ ਕੀਤਾ, ਕੁਝ ਨਹੀਂ ਕਿਹਾ ਉਹਨਾਂ ਨੇ। 18 ਤਰੀਕ ਨੂੰ ਆਣਾ, ਸਾਡੀ ਪੋਸਟ ਪੜ ਕੇ ਹਟਿਆ ਨਾ, ਮੈਂ ਦੇਖਦਾ ਬਈ ਲਾਈਵ ਹੋਈ ਜਾਂ ਨਹੀਂ। ਬਸ 18 ਦੇਖਣ ਦੀ ਲੋੜ ਨਹੀਂ ਪੈਂਦੀ, ਉਹ ਆਲਰੇਡੀ ਇੰਨਾ ਇੰਟਰਨੈਟ ਤੇ ਹਰ ਮਾਰਾ ਟਰੰਪ ਵੀ ਬੈਠਾ ਹੁੰਦਾ ਪੂਰੇ ਟਾਈਮ ਦੇ ਉੱਤੇ ਕਿ ਮੋਦੀ ਸਾਹਿਬ ਨੇ ਲਾਈਵ ਆਣਾ ਵਾ, ਤੇ ਆਪਾਂ ਪੂਰਾ ਚੈੱਕ ਕਰੀਏ ਕੀ ਗੱਲ ਕਹਿਣੀ ਹੈ ਕਿਆ ਹੈ। ਸੋ ਭਾਜੀ ਕੈਮ ਹੋ ਤੁਸੀਂ? ਆਪਣੇ ਘਰੋਂ ਗੜਸ਼ੰਕਰ ਹੋ ਕਿ ਦਿੱਲੀ ਹੋ, ਕਿੱਥੇ ਹੋ? ਮੈਂ ਬ్రో ਦਿੱਲੀ ਆ, ਤੁਹਾਡੇ ਕੋਲੇ ਹੀ ਆ। ਅਰੇ 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 ਕੈਸੀ ਨਜ਼ਦੀਕੀ ਆਏ ਕਿ ਸਿੱਧੇ ਹੀ ਲਾਕਡਾਊਨ ਹੋ ਜਾਣਾ, ਤਾਂ ਅਸੀਂ ਸੋਚਿਆ ਸੀ ਕਰਫਿਊ ਤੋਂ ਬਾਅਦ ਜਾਵਾਂਗੇ ਘਰੇ, ਬਟ ਉਹਨੇ ਨਾਲ ਹੀ ਲਾਕਡਾਊਨ ਕਰਤਾ। ਤੇ ਬਟ ਠੀਕ ਆ, ਇੱਥੇ ਸਟੂਡੀਓ ਹੈਗਾ ਆ ਤੇ ਅਸੀਂ 3-4 ਦੋਸਤਾਂ ਇਕੱਠੇ ਆ। ਉੱਥੇ ਵੀ ਫਿਰ ਏਦਾਂ ਰਹਿੰਦਾ, ਬੰਦਾ ਟਿਕਦਾ ਨਹੀਂ ਹੈਗਾ ਘਰੇ। ਇੱਥੇ ਆਪਾਂ ਕੋਲ ਕੰਪਨੀ ਹੈਗੀ ਆ ਤੇ ਇਟਸ ਫਾਈਨ। ਭਾਈ ਗਾਣੇ ਗੁਣੇ ਬਣ ਰਹੇ, ਮਾਹੌਲ ਹੈਗਾ, ਮੂਡ ਹੈਗਾ ਗਾਣੇ ਬਣਾਉਣ ਦਾ ਕਿ ਅਜੀਬ ਜਿਹਾ ਮੂਡ ਨਹੀਂ ਹੈਗਾ? ਸਾਨੂੰ ਤਾਂ ਆਰਟਿਸਟਾਂ ਨੂੰ ਕੀ ਹੈ, ਪੀਸ ਚਾਹੀਦਾ ਹੁੰਦਾ, ਕੋਈ ਆਵੇ ਨਾ ਕੋਈ ਜਾਵੇ ਨਾ, ਸਾਡੇ ਕੋਲ ਟਾਈਮ ਹੋਵੇ ਸਟੂਡੀਓ 'ਚ ਬਹਿਣ ਦਾ ਨਾ, ਤੇ ਆਪਾਂ ਕਰੀ ਜਾਂਦੇ ਆ, ਕੁਝ ਨਾ ਕੁਝ ਬਣਾਈ ਜਾਂਦੇ ਆ। ਕਾਫੀ ਆਈਡੀਆਜ਼ ਬਣ ਰਹੇ ਆ ਤੇ ਮੈਂ ਇੱਕ ਹੋਰ ਵੀ ਇੱਕ ਨਵਾਂ ਕਰਨਾ ਸ਼ੁਰੂ ਕੀਤਾ ਆ YouTube ਚੈਨਲ। ਸਭ ਤੋਂ ਪਹਿਲਾਂ ਸਾਰੇ ਆਰਟਿਸਟ ਆਪਣੇ YouTube ਚੈਨਲ ਵੱਲ ਹੋਏ ਆ, ਤੇ ਆਈ ਥਿੰਕ ਇਹ ਰਾਈਟ ਟਾਈਮ ਹੈ ਕਿ ਆਪਣੇ YouTube ਚੈਨਲ ਤੇ ਵਰਕ ਕਰਨ ਦਾ ਨਾ। ਤੇ ਸੋ ਆਈ ਐਮ ਵਰਕਿੰਗ ਔਨ ਇੱਕ ਪ੍ਰੋਜੈਕਟ ਜਿਹਦੇ ਵਿੱਚ ਨਾ ਜਿਹੜੇ ਵੀ ਆਰਟਿਸਟ ਮੈਨੂੰ ਲੱਗਦਾ ਕਿ ਲੈਜੈਂਡਸ ਆ ਨਾ ਮੇਰੇ ਲਈ, ਮਤਲਬ ਜਿਹੜੇ ਲੈਜੈਂਡਸ ਆ ਉਹਨਾਂ ਸਾਰਿਆਂ ਦੇ ਇੱਕ ਇੱਕ ਕਰਕੇ ਮੈਂ ਆਡੀਓਜ਼ ਆ ਨਾ, ਲਿਰਿਕਲ ਵੀਡੀਓਜ਼ ਉਹਦੇ ਉੱਪਰ ਰਿਲੀਜ਼ ਕਰੂੰਗਾ ਆਪਣੇ YouTube ਤੇ ਉਹਦੇ ਉੱਪਰ ਵਰਕ ਚੱਲਦਾ ਪਿਆ ਕਾਫੀ। ਤੇ ਅਰੇ ਵਾਹ, ਪਰ ਭਾਈ ਮੈਂ ਕਿਉਂ ਪੁੱਛ ਰਿਹਾ ਸੀ? ਮੈਂ ਕਹਿ ਰਿਹਾ ਸੀ ਕਿਉਂਕਿ ਅੱਜ ਕੱਲ ਨਾ ਮੂਡ ਦਾ ਪਤਾ ਨਹੀਂ ਹੈਗਾ। ਵੈਸੇ ਵੀ ਸੌਣ ਖਾਣ ਪੀਣ ਦੀ ਆਦਤ ਨਹੀਂ ਹੈਗੀ। ਬੰਦਾ ਲੰਚ ਦੇ ਟਾਈਮ ਤੇ ਬ੍ਰੇਕਫਾਸਟ ਕਰ ਰਿਹਾ ਹੈ, ਡਿਨਰ ਦੇ ਟਾਈਮ ਤੇ ਲੰਚ ਕਰ ਰਿਹਾ ਹੈ। ਤੁਹਾਡੇ ਨਾਲ ਵੀ ਇਦਾਂ ਹੈਗਾ ਕਿ ਸਹੀ ਚੱਲ ਰਿਹਾ ਤੁਹਾਡਾ? ਮੇਰਾ ਹਮੇਸ਼ਾ ਤੋਂ ਜਦੋਂ ਜਿਹੜੇ ਮਿਊਜ਼ਿਕ ਡਾਇਰੈਕਟਰ ਸਿੰਗਰ ਲੋਕ ਹੁੰਦੇ ਨਾ, ਆਰਟਿਸਟ ਲੋਕ ਹੁੰਦੇ ਆ, ਉਹ ਰਾਤ ਨੂੰ ਜਾਗਦੇ ਆ ਤੇ ਹਮੇਸ਼ਾ ਮੋਸਟਲੀ ਏਦਾਂ ਹੁੰਦਾ ਕਿ ਬ੍ਰੇਕਫਾਸਟ ਉਹ ਕਰਦੇ ਨਹੀਂ ਆ, ਉਹਨਾਂ ਦਾ ਲੰਚ ਹੀ ਹੁੰਦਾ ਹੈ, ਡਿਨਰ ਹੀ ਹੁੰਦਾ ਹੈ ਨਾ। ਤੇ ਮੇਰਾ ਕੀ ਹੋ ਗਿਆ ਕਿ ਆਹ ਟਾਈਮ ਦੇ ਵਿੱਚ ਮੇਰਾ ਹੁਣ ਉਲਟਾ ਹੋ ਗਿਆ। ਜਿੱਦਾਂ ਤੁਸੀਂ ਦੱਸ ਰਹੇ ਨਾਰਮਲ ਬੰਦੇ ਦਾ ਆਹ ਸੀਨ ਹੋ ਗਿਆ, ਤੇ ਜਿਹਦਾ ਪਹਿਲਾਂ ਹੀ ਇਹ ਸੀਨ ਸੀਗਾ ਹੁਣ ਮੇਰਾ ਹੋ ਗਿਆ ਚੇਂਜ। ਮੈਂ ਸੌਣਾ ਰਾਤ ਨੂੰ 11-12 ਵਜੇ ਤੇ ਮੈਂ ਸਵੇਰੇ ਉੱਠ ਜਾਣਾ 8 ਵਜੇ। ਇੱਕੋ ਹੀ ਬੰਦਾ ਜਿਹੜਾ ਲਾਕਡਾਊਨ ਦਾ ਫਾਇਦਾ ਚੱਕ ਰਿਹਾ। ਸੋਣਾ ਵੀ ਹੁਣ ਬੋਰਿੰਗ ਹੋ ਗਿਆ, ਮਤਲਬ ਸੋਣਾ ਵੀ ਬੋਰਿੰਗ ਹੈ ਇਸ ਵੇਲੇ ਕਿ ਮਤਲਬ ਕਿੰਨਾ ਸੋ ਰਹੇ ਹੁੰਦਾ ਨਾ, ਕੀ ਗੱਲ ਉਹ ਵੀ ਬੋਰਿੰਗ ਲੱਗਦਾ ਪਿਆ। ਪਰ ਭਾਜੀ ਪਿਛਲੇ 40-45 ਦਿਨਾਂ 'ਚ ਜਦ ਤੋਂ ਲਾਕਡਾਊਨ ਹੋਇਆ, ਕੁਝ ਨਵਾਂ ਟਰਾਈ ਕੀਤਾ ਜੋ ਅੱਜ ਤੱਕ ਤੁਸੀਂ ਜ਼ਿੰਦਗੀ 'ਚ ਨਹੀਂ ਕੀਤਾ ਸੀ ਇੰਨੇ ਸਾਲਾਂ ਤੋਂ? ਨਵਾਂ ਟਰਾਈ ਕੀਤਾ, ਕਿਚਨ ਦੇ ਵਿੱਚ ਐਂਟਰੀ ਮਾਰੀ ਹੈ? ਮੈਂ ਤੁਹਾਨੂੰ ਦੱਸਾਂ, ਨੋਟ ਰੀਅਲੀ ਕੁਝ ਇੰਨਾ ਕੁਝ ਖਾਸ ਨਹੀਂ ਕੁਝ ਟਰਾਈ ਕੀਤਾ। ਮੈਂ ਆਈ ਡੋਨਟ ਨੋ, ਮਤਲਬ ਲੋਕੀ ਬਹੁਤ ਕੁਝ ਕਰ ਰਹੇ ਆ, ਮੈਂ ਵੀ ਕਰ ਰਿਹਾ ਬਹੁਤ ਕੁਝ, ਬਟ ਮੇਰਾ ਆਲਰੇਡੀ ਉਹ ਡੇਲੀ ਲਾਈਫ ਦਾ ਰੂਟੀਨ ਆ। ਬਿਕੋਜ਼ ਅਸੀਂ ਜਦ ਮੋਸਟਲੀ ਸ਼ੋਜ਼ ਕਰਦੇ ਆ, ਠੀਕ ਹੈ, ਤੇ ਅਸੀਂ ਟਰੈਵਲ ਕਰਦੇ ਆ, ਇੰਨਾ ਟਰੈਵਲ ਕਰਦੇ, ਬਟ ਸਮਟਾਈਮਸ ਉਹਦੇ ਵਿੱਚ ਕੀ ਆਉਂਦਾ, ਜਦੋਂ ਸਾਨੂੰ ਟਾਈਮ ਚਾਹੀਦਾ ਹੁੰਦਾ ਗਾਣੇ ਬਣਾਉਣ ਨੂੰ, ਜਾਂ ਫਿਰ ਆਪਾਂ ਕਹਿੰਦੇ ਹੁੰਦੇ ਨਾ ਆਫ ਸੀਜ਼ਨ ਹੁੰਦਾ ਆ, ਤਾਂ ਆਲਰੇਡੀ ਮੈਂ ਨਾ ਉਹ ਟਾਈਮ ਦੇ ਵਿੱਚ ਕੁਆਰੰਟਾਈਨ ਵਾਲੀ ਲਾਈਫ ਦੇ ਵਿੱਚ, ਲਾਕਡਾਊਨ ਵਾਲੀ ਲਾਈਫ 'ਚ ਗਿਆ ਹੋਇਆ ਵਾ। ਮੈਂ ਆਲਰੇਡੀ ਏਦਾਂ ਹੈਗਾ ਕਿ 30-40 ਦਿਨ ਮੈਂ ਘਰੇ ਹੀ ਬੈਠਾ ਰਹਿੰਦਾ ਆ ਨਾ, ਸਟੂਡੀਓ ਬੈਠਾ ਰਹਿੰਦਾ, ਨਿਕਲਦਾ ਨਹੀਂ ਹੈਗਾ। ਤੇ ਮੇਰੇ ਨਾਲ ਸਮਵਟ ਉਹੀ ਸੇਮ ਹੀ ਸੀਨ ਆ। ਤੇ ਅਜੇ ਕੁਝ ਨਹੀਂ ਟਰਾਈ ਕੀਤਾ। ਖਾਣਾ ਖੁਣਾ ਕਿੱਦਾਂ ਕਰ ਰਹੇ ਹੋ? ਕੋਈ ਰਸੋਈ ਰਸੋਈ ਜਾ ਕੇ ਕੁਝ ਟਰਾਈ ਨਹੀਂ ਕੀਤਾ? ਦੇਖੋ ਜਰਾ। ਨਹੀਂ ਭਾਜੀ ਬਹੁਤ ਸਹੀ ਲੱਗ ਰਹੇ ਹੋ ਯਾਰ, ਤਾਂ ਤੁਸੀਂ ਐਂਗਲ ਬਹੁਤ ਸਹੀ ਲਾਇਆ ਹੈ ਕੈਮਰੇ ਦਾ। 15 ਮਿੰਟ ਮੈਨੂੰ ਉਹੀ ਲੱਗਿਆ ਕਿ ਐਂਗਲ ਕਿੱਥੇ ਮੈਂ ਸਹੀ ਲੱਗ ਰਿਹਾ ਥੋੜਾ ਨਾ। ਬਰੋ ਖਾਣ ਨੂੰ ਸੀ ਆਪਾਂ ਆਲਰੇਡੀ
ਇੱਥੇ ਸਾਡੇ ਕੋਲ ਪਹਿਲੇ ਇੱਕ ਮੁੰਡਾ ਹੈਗਾ ਆਲਰੇਡੀ ਹੈ ਨਾ ਕੰਮ ਕਰਦਾ, ਤੇ ਉਹ ਇੱਥੇ ਸਾਡੇ ਕੋਲ ਹੀ ਸਟੇ ਕਰਦਾ ਡਾਊਨਸਟੇਅਰ ਦਾ ਹਨਾ, ਇੱਥੇ ਹੈਗਾ that is gold ਬਾਜੀ, that is gold for you। ਤੇ ਬਟ ਯਾਰ ਆਪਾਂ ਕੁਝ ਨਵੀਆਂ ਚੀਜ਼ਾਂ ਟਰਾਈ, ਇੱਥੋਂ ਮੈਨੂੰ ਯਾਦ ਆ ਆਪਾਂ ਕੁਝ ਨਵੀਆਂ ਚੀਜ਼ਾਂ ਟਰਾਈ ਕਰ ਰਹੇ ਹਾਂ, ਜਿੱਦਾਂ ਕਈ ਚੀਜ਼ਾਂ ਜਿਹੜੀਆਂ ਉਹਨੂੰ ਨਹੀਂ ਬਣਾਉਣੀਆਂ ਆਉਂਦੀਆਂ, ਜਿੱਦਾਂ ਮੰਮੀ ਬਣਾਉਂਦੇ ਆ ਹਨਾ, ਮਮ ਬਣਾਉਂਦੇ, ਤਾਂ ਅਸੀਂ ਵੀਡੀਓ ਕਾਲ ਕਰਕੇ ਤੇ ਉਹ ਨਾਲ ਦੱਸਦੇ ਆ। ਅਸੀਂ ਬਣਾਈ ਕੜੀ। ਕੜੀ ਕਿੱਦਾਂ ਬਣੀ ਸੀ? ਇਹ ਕੜੀ ਨਹੀਂ ਬਣਾਉਂਦਾ, ਇਹ ਕੜੀ ਕਸਟਰਡ ਵਾਲੀ ਕੜੀ ਬਣਾਉਂਦਾ ਸੀਗਾ, ਸਵਾਦ ਨਹੀਂ ਬਣਾਉਂਦਾ ਸੀਗਾ। ਫਿਰ ਮੰਮੀ ਨੂੰ ਫੋਨ ਕਰਕੇ ਬਣਾਈ ਇੱਕ ਦਿਨ। ਹੁਣ ਇੱਥੇ 2 ਜਣੇ ਆ ਮੇਰੇ ਨਾਲ, ਕਜ਼ਨ ਆ, ਹੈਰੀ ਆ, ਜੈਸ਼ ਰੇ ਆ, ਤੇ ਕੜਾਹ ਕਹਿੰਦੇ ਕੜਾਹ ਖਾਣਾ ਆ। ਮੈਂ ਕਿਹਾ ਤੁਸੀਂ ਕਾਲ ਕਰ ਲਓ ਘਰੇ ਹਨਾ, ਮੰਮੀ ਨੂੰ ਕਾਲ ਕਰ ਲਓ ਤੇ ਪੁੱਛ ਲਓ ਨਾ ਨਾਲ ਦੀ ਨਾਲ, ਕਿਉਂਕਿ ਉਹ ਹੈਗੀ ਇੱਕ ਸਾਨੂੰ ਹੁਣ ਕਰੇਵਿੰਗ ਹੋ ਰਹੀ ਆ ਕੜਾਹ ਦੀ। ਸਾਡੇ ਤਾਂ ਸੰਗਰਾਂਦ, ਹਰ ਸੰਗਰਾਂਦ ਤੇ ਬਣਦਾ ਘਰੇ ਹਨਾ, ਤੇ ਬਟ ਉਹ ਇਹਨਾਂ ਨੇ 2 ਹੀ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਇੰਨਾ ਕਾਲਾ ਬਰਾਊਨੀ ਤੋਂ ਵੀ ਜ਼ਿਆਦਾ ਕਾਲਾ ਬਣਾਤਾ ਇਹਨਾਂ ਨੇ। ਸੋ ਸਾਡਾ ਨੈਕਸਟ ਮੋਟਿਵ ਇਹ ਹੈਗਾ ਭਾਈ ਟਰਾਈ ਕਰਨਾ ਕਿ ਹੁਣ ਕੜਾਹ ਬਣਾਉਣਾ। ਭਾਜੀ ਕੁਝ ਫੈਂਸੀ ਸਟਫ ਬਣਾਓ ਤੁਸੀਂ, ਮੈਨੂੰ ਪਤਾ ਤੁਸੀਂ ਦਿੱਲੀ ਕਿੱਥੇ ਰਹਿੰਦੇ ਹੋ, ਤਾਂ ਹੀ ਮੈਂ ਕਹਿ ਰਿਹਾ ਕੁਝ ਉਹਦਾ ਦਾ ਸਟਫ ਬਣਾਓ, ਲਾਈਕ ਅ ਚਾਕਲੇਟ ਬਰਬਰੀ ਕੇਕ ਜਾਂ ਕੁਝ ਟਰਾਈ ਕਰੋ। ਮੈਂ ਜ਼ਿੰਦਗੀ ਚ ਨਹੀਂ ਕਦੀ ਖਾਦੇ, ਮੈਂ ਉਦਾਂ ਦੇਖਣ ਨੂੰ ਲੱਗਦਾ ਕਿ ਬਾਲ ਖੜੇ ਆ, ਫੰਕੀ ਹੈ ਨਾ, ਪਤਾ ਨਹੀਂ ਇਹ ਖਾਂਦੇ ਵੀ ਏਦਾਂ ਦੀਆਂ ਚੀਜ਼ਾਂ ਹੋਣੇ ਆ। ਬਟ ਮੈਂ ਟੂ ਬੀ ਓਨੈਸਟ, ਮੈਂ ਸੱਚੀ ਦੱਸਾਂ, ਮੇਰਾ ਮੈਂ ਇਦਾਂ ਦਾ ਬੰਦਾ ਜਿਹਨੂੰ ਇੰਨਾ ਹੈ ਹੀ ਨਹੀਂ ਆ ਖਾਣੇ ਨਾਲ ਪਿਆਰ। ਘਰ ਦੀ ਰੋਟੀ ਹੋਵੇ ਨਾ, ਸਿੰਪਲ ਚੀਜ਼ਾਂ ਹੋਵੇ, ਆਈ ਐਮ ਮੋਰ ਲਾਈਕ, ਚਾਹੇ ਉਹ ਮੈਂ 5 6 ਖਾ ਜਾਵਾਂ ਰੋਟੀਆਂ, ਤੇ ਪਰ ਮੈਂ ਬਾਹਰੋਂ ਇੰਨਾ ਆਈ ਡੋਂਟ, ਮਤਲਬ ਇੰਨਾ ਹੈ ਨੀਗਾ ਕਿ ਮੈਨੂੰ ਸ਼ੱਕਰ ਵਧੀਆ ਲੱਗਦੀ ਘਰੇ ਖਾਣਾ ਨਾ, ਪੂਰੀ ਬਣਾ ਲਈ ਉਹ ਵਧੀਆ ਲੱਗਦੀ, ਬਟ ਆਹ ਚੀਜ਼ਾਂ ਇਹ ਥੋੜੀਆਂ ਬਾਹਰ ਆ ਮੇਰੇ ਬ੍ਰੇਨ ਤੋਂ, ਮੇਰੇ ਟੇਸਟ। ਪਿਆਜ਼ ਤੁਸੀਂ ਖਾਂਦੇ ਨਹੀਂ ਭਾਜੀ, ਕਿੰਨਾ ਔਖਾ ਤੁਹਾਡੇ ਲਈ ਖਾਣਾ ਬਣਾਉਣਾ, ਪਿਆਜ਼ ਤੁਸੀਂ ਖਾਂਦੇ ਨਹੀਂ ਹੋ। ਤੁਹਾਨੂੰ ਪਤਾ ਗ੍ਰਾਈਂਡ ਹੋ ਕੇ ਬਣਦਾ ਸੀ, ਦੇਖੋ। ਮਤਲਬ ਤੁਸੀਂ ਉਹ ਛੋਟੇ ਹੁੰਦੇ ਉਹ ਬੱਚਾ ਜਿਹੜਾ ਮੈਕਡੋਨਲਡਸ ਜਾਂਦਾ ਸੀਗਾ, ਥੱਲੋਂ ਪਹਿਲਾਂ 버ਗਰ ਤੋਂ ਪਿਆਜ਼ ਦਾ ਲਾ ਕੇ ਫਿਰ ਖਾਂਦਾ ਸੀਗਾ। ਸੀਰੀਅਸਲੀ, ਅੱਛਾ ਮੈਂ 버ਗਰ ਖਾਣਾ ਹੀ ਏਦਾਂ ਸ਼ੁਰੂ ਕੀਤਾ, ਮੈਨੂੰ ਪਿਆਜ਼ ਇਹਨਾਂ ਚੀਜ਼ਾਂ ਦਾ ਪ੍ਰੋਬਲਮ ਸੀ, ਮੈਂ ਖਾਣਾ ਹੀ ਏਦਾਂ ਸ਼ੁਰੂ ਕੀਤੀਆਂ ਸੀਗੀਆਂ ਚੀਜ਼ਾਂ। ਪੀਜ਼ਾ ਵੀ ਮੈਂ ਮਾਰਗਰੀਟਾ ਹੀ ਕਰਨਾ, ਕੋਈ ਹੋਰ ਪੀਜ਼ਾ ਨਹੀਂ ਕਰਨਾ, ਸਿਰਫ ਮਾਰਗਰੀਟਾ। ਸੋ ਅਜੇ ਵੀ ਅਸੀਂ ਆਰਡਰ ਕਰਦੇ ਨਾ, ਜਿੱਦਾਂ ਸਮਟਾਈਮਸ ਆਪਾਂ ਆਰਡਰ ਕਰਦੇ ਨੇ ਕੋਈ 버ਗਰ ਜਾਂ ਕੁਛ ਨਾ, ਵਨਸ ਇਨ ਅ ਬਲੂ, ਉਹ ਵੀ ਆਪਾਂ ਥੱਲੇ ਨਾਲ ਲਿਖ ਕੇ ਭੇਜਦੇ ਆ, ਉਹਦੇ ਥੱਲੇ ਹੁੰਦਾ ਨਾ ਕਿ ਇੰਨੀ ਜਗ੍ਹਾ ਕਿ ਲਿਖ ਸਕਦੇ ਆ, ਉਹਨੂੰ ਲਿਖ ਕੇ ਵਿਦਾਊਟ ਵੈਜੀਜ਼ ਹਨਾ, ਨੋ ਅਨੀਅਨਸ, ਕੁਛ ਨਹੀਂ, ਪ੍ਰੋਪਰ ਲਿਖ ਕੇ ਭੇਜੀ ਰਿਹਾ। ਮੇਰੇ ਕਜ਼ਨ ਡਰ ਜਾਂਦੇ ਆਰਡਰ ਕਰਨ ਨੂੰ ਮੇਰਾ, ਉਹਨਾਂ ਨੂੰ ਹੁੰਦਾ ਜੇ ਕਿਤੇ ਬਾਈ ਚਾਂਸ ਆ ਗਿਆ ਬਸ ਇਹਨੇ ਕਹਿਣਾ ਮੈਂ ਵੇਟ ਵੀ ਕੀਤੀ ਆ ਤੇ ਵਿੱਚ ਪਿਆਜ਼ ਵੀ ਹੈਗਾ, ਹੁਣ ਮੈਂ ਖਾਣਾ ਨਹੀਂ। ਨਹੀਂ ਅੱਛਾ, ਪਿਆਜ਼ ਦੇ ਨਾਲ ਪੰਗਾ ਕੀ ਹੈ, ਮਤਲਬ ਬਚਪਨ ਤੋਂ ਕਿਉਂ ਨਹੀਂ ਪਸੰਦ, ਮਤਲਬ ਸ਼ੁਰੂਆਤ ਤੋਂ ਹੀ ਸੀਗਾ ਕੋਈ ਰੀਜ਼ਨ? ਆਈ ਡੋਨਟ ਨੋ ਯਾਰ, ਮੈਨੂੰ ਪਤਾ ਨਹੀਂ, ਉਦਾਂ ਠੀਕ ਆ, ਇਹਨੂੰ ਖਾਣਾ ਪੀਣਾ ਨਹੀਂ ਵਧੀਆ ਬਣਦਾ ਵਿਦਾਊਟ ਇਹਨਾਂ ਚੀਜ਼ਾਂ ਦੇ ਨਾ, ਇਹ ਟੇਸਟ ਦਿੰਦੀਆਂ ਫੂਡ, ਬਟ ਜਦ ਤੱਕ ਗ੍ਰਾਈਂਡ ਕਰਕੇ ਪਾਇਆ ਹੋਵੇ ਮੈਨੂੰ ਦਿਖੇ ਨਾ, ਇਟਸ ਫਾਈਨ। ਜਦ ਮੈਨੂੰ ਦਿਖ ਜਾਂਦਾ ਹੈ ਫਿਰ ਨਹੀਂ ਮੇਰੀ ਰੋਟੀ ਨਹੀਂ ਲੰਘਦੀ ਹੈਗੀ ਫਿਰ। ਸਹੀ ਭਾਈ, ਮੱਛਰ ਹੈਗਾ ਤੁਹਾਡੇ ਅੰਦਰ? ਮੈਨੂੰ ਲੱਗਦਾ ਕਰੋਨਾ ਦੇ ਨਾਲ ਮੱਛਰ ਬਹੁਤ ਹੈ ਦਿੱਲੀ ਹੁਣ। ਬਰੋ ਹੈਗਾ ਯਾਰ, ਮੱਛਰ ਤਾਂ ਹੈ, ਮੱਛਰ ਹੈਗਾ। ਥੋੜਾ ਜਿਹਾ ਅਸੀਂ ਬਾਹਰ ਜਾਂਦੇ ਜਿੱਦਾਂ ਖੜਦੇ ਆ ਤੇ ਬੈਲਕਨੀ ਵਿੱਚ ਜਾ ਕੇ ਕੁਛ, ਤੇ ਉਹ ਸਿਰਫ ਉਹੀ ਆ 5-10 ਮਿੰਟ ਖੜ ਹੁੰਦਾ ਵਾ, ਉਹ ਤੋਂ ਬਾਅਦ ਹੁੰਦਾ ਕਿ ਬਈ ਅੰਦਰ ਹੀ ਚੱਲੀਏ, ਹੁਣ ਆ ਕਰੋਨਾ ਦੀ ਜਗ੍ਹਾ ਕੁਝ ਹੋਰ ਨਾ ਕਰਾ ਲਈਏ। ਸੁਪਰ। ਅੱਛਾ ਭਾਜੀ, ਤੁਹਾਡੇ ਵਾਲਾਂ ਤੋਂ ਯਾਦ ਆਇਆ ਮੈਨੂੰ, 2 ਮਹੀਨੇ ਦਾ ਤੁਸੀਂ ਹੇਅਰ ਕੱਟ ਹੋ ਕੇ ਨਹੀਂ ਕਰਾਇਆ ਹੋਣਾ? ਹੇਅਰ ਕੱਟ ਆ ਨਵੀਂ ਚੀਜ਼ ਪਤਾ ਲੱਗੀ ਨਾ, ਮੇਰੇ ਇੱਥੇ ਕਜ਼ਨ ਆ, ਉਹਨੇ ਪਹਿਲੀ ਵਾਰ, ਮੈਂ ਕਿਹਾ ਯਾਰ ਹੁਣ ਬਾਲ ਕੱਟਣੇ ਕੀ ਕਰੀਏ, ਕਹਿੰਦਾ ਮਸ਼ੀਨ ਹੈਗੀ ਆ ਮੈਂ ਟਰਾਈ ਕਰਾਂ। ਮੈਂ ਕਿਹਾ ਚੱਲ ਤੂੰ ਹੁਣ ਟਰਾਈ ਕਰ ਲੈ। ਉਹਨੇ ਟਰਾਈ ਕੀਤਾ, ਦੇਖ ਲਓ ਬਸ ਹੁਣ ਆਪਾਂ ਇਹ ਤੋਂ ਬਸ ਸਲੂਨ ਪਾ ਦੇਣਾ ਉਹਨੂੰ। ਚਲੋ ਆ ਤੁਸੀਂ ਬਚ ਗਏ ਹੋ ਭਾਜੀ, ਕਿਉਂਕਿ ਮੈਂ 2 ਮਹੀਨੇ ਤੋਂ ਹੇਅਰ ਕੱਟ ਨਹੀਂ ਕਰਾਇਆ, ਮੇਰੇ ਤੋਂ ਜੈਨੂਇਨਲੀ ਨਹੀਂ ਪਤਾ। ਹਾਂ ਉਹੀ ਪਹਿਲੇ ਸਾਰੀ ਟੋਪੀ ਪਾਈ ਬੜੀ ਮੈਨੂੰ ਪਤਾ ਕਿ ਮੈਂ ਵੀ ਬਹੁਤ ਲੱਭੀ ਕੈਪ, ਮੈਨੂੰ ਕੈਪ ਹੀ ਨਹੀਂ ਲੱਭੀ ਅੱਜ ਬਣਾ, ਲੱਭੀ ਨਹੀਂ ਹੈਗੀ ਮੈਨੂੰ ਬਾਲ ਬਾਣੇ ਹੋਏ। ਪਰ ਭਾਜੀ ਆਹ ਵਾਲ ਤਾਂ ਲੰਬੇ ਆ, ਤੁਹਾਡੇ ਵੀ ਬਹੁਤ ਲੰਬੇ ਆ, ਇਹ ਤਾਂ ਨਹੀਂ ਕੱਟੇ? ਨਹੀਂ ਬਰੋ, ਮੈਂ ਉੱਪਰੋਂ ਨਹੀਂ ਕੱਟਿਆ, ਇੰਨਾ ਨਹੀਂ ਹੈਗਾ, ਅਜੇ ਪ੍ਰੋਫੈਸ਼ਨਲ ਹੋਇਆ, ਬਸ ਸਾਈਡਾਂ ਤੇ ਮਸ਼ੀਨ ਹੀ ਮਾਰ ਹੋਈ ਆ, ਉੱਪਰੋਂ ਨਹੀਂ ਕੱਟਿਆ। ਅੱਛਾ ਹਜੇ ਸਲੂਨ ਦਾ ਅਸੀਂ ਸੋਚਿਆ, ਹਜੇ ਬਣਾਇਆ ਨਹੀਂ ਹੈ ਮਾਹੌਲ ਪੂਰਾ। ਬਿਲਕੁਲ। ਤਾਂ ਮੈਂ ਸਾਰਿਆਂ ਨੂੰ ਦੱਸਦਾ, ਕਿਉਂਕਿ ਆਹ ਕੁਐਸਚਨ ਮੈਂ ਸੁੱਖੀ ਬਾਈ ਤੋਂ ਕਿੰਨੀ ਵਾਰ ਪੁੱਛ ਚੁੱਕਿਆ, ਭਾਜੀ ਵਾਲਾਂ ਤੇ ਕਿੰਨਾ ਟਾਈਮ ਲੱਗਦਾ ਹੈ, ਕਿੰਨਾ ਖਰਚਾ ਲੱਗਦਾ? ਭਾਜੀ ਕਹਿੰਦੇ 10 ਮਿੰਟ ਲੱਗਦੇ ਆ। ਮੈਂ ਏਦਾਂ ਕਰਕੇ ਥੋੜਾ ਬਹੁਤ ਜੈਲ ਜੂਲ ਲਾ ਲਾ, ਉਹ ਵੀ ਜੇ ਲੋੜ ਪਏਗੀ ਉੱਪਰੋਂ ਫਿਰ ਡਰਾਇਰ ਲਾ ਕੇ ਖਤਮ ਕਰ, 10 ਮਿੰਟ ਚ ਵਾਲ ਬਣ ਗਏ। ਕਿਸੇ ਦਿਨ ਲਾਈਵ ਨਾ 5 ਮਿੰਟ ਚ ਬਾਅਦ ਹੀ ਦਿਖਾ ਦੇਣੇ ਤੁਹਾਨੂੰ, ਇਹ ਆਪਾਂ ਨਾ ਖਤਮ ਕਰੀਏ ਕੰਮ। ਮੈਂ ਕੱਲ ਭਾਈ ਤੁਸੀਂ ਪਹਿਲਾਂ ਵੀ ਮੈਨੂੰ ਕਿਹਾ ਸੀ ਕਿ ਕਿਸੇ ਦਿਨ ਮੈਂ ਵੀਡੀਓ ਬਣਾਉਂਗਾ ਕਿ ਮੈਂ ਵਾਲ ਕਿੱਦਾਂ ਬਣਾਉਂਦਾ, A to Z 5 ਮਿੰਟ ਚ ਖਤਮ। ਸਹੀ ਗੱਲ ਹੈ, ਮੈਂ ਕੱਲ ਪਾਣਾ ਹੈ 5 ਮਿੰਟ ਵੀ। ਮੈਂ ਤੁਹਾਨੂੰ ਆਈਡੀਆ ਦੇ ਰਿਹਾ ਭਾਜੀ, ਕਿਸੇ ਕੰਪਨੀ ਨੂੰ ਰਾਈਟਸ ਦੇ ਦਿਓ ਕਿ ਸੁੱਖੀ ਦ ਮੋਸਟ ਪਪੂਲਰ ਗਾਇ ਵਿਦ ਹਿਸ ਹੇਅਰ ਸਟਾਈਲ 5 ਮਿੰਟ ਦੱਸੇਗਾ ਆਪਣੇ ਵਾਲ ਕਿੱਦਾਂ ਬਣਾਉਣੇ ਆ, ਦੇਖਿਓ ਕਿੰਨੀ ਉਹਦੀ ਵਿਊਅਰਸ਼ਿਪ ਹੁੰਦੀ ਹੈ। ਮੈਂ ਹੁਣੀ ਗੱਲ ਕਰਦਾ ਮੈਨੇਜਮੈਂਟ ਵਾਲਾ ਨਾਲ, ਘਰੇ ਬੈਠੇ ਕਿਸੇ ਤੋਂ ਪੈਸੇ ਕਮਾਈਏ, ਕੋਈ ਡੀਲ ਲੈਂਦੇ। ਸੁਪਰ। ਅੱਛਾ ਭਾਜੀ, ਮੈਂ ਨਾ ਹੁਣ ਤੁਹਾਡੇ ਨਾਲ, ਮੈਨੂੰ ਤਾਂ ਪਤਾ ਮੈਂ ਇੰਨੀ ਇੰਟਰਵਿਊ ਕਰ ਲਈ, ਇੰਨੀ ਗੱਲਬਾਤ ਹੋ ਗਈ ਹੈ, ਮੈਂ ਫਿਰ ਵੀ ਜਦ ਆਪਾਂ ਇੱਦਾਂ ਲਾਈਵ ਕਰਦੇ ਹਾਂ ਥੋੜੀ ਬਹੁਤ ਤਿਆਰੀ ਕਰਦੇ ਹਾਂ, ਵਿਕੀਪੀਡੀਆ 2-3 ਸਵਾਲ ਕੁਝ ਲੈ ਕੇ ਆਈਏ।
ਤੁਹਾਡੀ ਵਿਕੀਪੀਡੀਆ ਤੇ ਲਿਖਿਆ 2009 ਤੋਂ ਸ਼ੁਰੂਆਤ ਕੀਤੀ ਸੀ ਸੁੱਖੀ ਨੇ। ਤੇ ਗਾਣਾ ਪਹਿਲਾਂ ਜਿਹੜਾ ਨੋਟੇਬਲ ਗਾਣਾ ਆਇਆ ਸੀ ਆਈਫੋਨ ਵਰਗਾ, ਉਹ ਜਿਹੜਾ ਦੌਰ ਸੀਗਾ ਫਰਸਟ ਸੈਕਿੰਡ Song 2012 ਚ ਸੀਗਾ। 3 ਸਾਲ ਕਿੱਥੇ ਸੀਗੇ ਪਹਿਲਾਂ ਤੁਸੀਂ ਬ్రో? ਉਹ 3 ਸਾਲ ਅੱਜ ਤਾਂ ਮੈਂ ਆਪਣੀ 2009 ਦੇ ਵਿੱਚ ਅਰਾਊਂਡ ਮੈਂ ਮੇਰੇ ਖਿਆਲ ਤੋਂ 10ਵੀਂ ਆਲਮੋਸਟ ਕੀਤੀ ਸੀ। ਉਸ ਤੋਂ ਬਾਅਦ ਮੈਂ ਚੰਡੀਗੜ੍ਹ ਗਿਆ ਸੀਗਾ ਤੇ ਉੱਥੇ ਗਰੁੱਪ ਹੁੰਦੇ ਸੀਗੇ ਇੰਡੀਆ ਦੇ ਵਿੱਚ। ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਹਿਪ ਹੌਪ ਗਰੁੱਪ ਜਾਂ ਫਿਰ ਜਿਹੜੇ ਰੈਪਰ ਸੀਗੇ ਮੁੰਡੇ ਜਾਂ ਕਿਸੇ ਚੰਡੀਗੜ੍ਹ ਦੇ 3 ਗਰੁੱਪ ਹੁੰਦੇ ਸੀਗੇ। ਦੇਸੀ ਬੀਮ ਹੁੰਦਾ ਸੀਗਾ, ਜਿੱਦਾਂ ਤੁਸੀਂ ਪ੍ਰਧਾਨ ਆਪਣਾ ਰੈਪ ਕਰਦਾ, ਪ੍ਰਧਾਨ ਉਹ ਗਰੁੱਪ ਦੇ ਪਾਰਟ ਹੁੰਦਾ ਸੀਗਾ। ਦੇਸੀ ਬੀਮ ਹੁੰਦਾ ਸੀਗਾ, ਇੱਕ 2 ਸ਼ੇਡਸ ਕਰਕੇ ਗਰੁੱਪ ਹੁੰਦਾ ਸੀਗਾ, ਇੱਕ ਕਰੂ 172 ਹੁੰਦਾ ਸੀਗਾ, ਇੱਕ ਸਾਡਾ ਹੁੰਦਾ ਸੀਗਾ ਮਿਊਜ਼ੀਕਲ ਡਾਕਟਰ ਜਿਹੜੇ ਬੀਟਸ ਬਣਾ ਦਿੰਦੇ ਸੀਗੇ। ਸੋ ਉਹ ਟਾਈਮ ਦੇ ਵਿੱਚ ਅਸੀਂ ਕਾਫੀ ਅੰਡਰਗਰਾਉਂਡ ਗਾਣੇ ਕੀਤੇ ਆ, ਕਾਫੀ ਅਜੇ ਵੀ YouTube ਤੇ ਹੈਗੇ ਨੇ ਉਹ ਗਾਣੇ ਜਿਹੜੇ ਤੋਂ ਉਹਨਾਂ ਦੀ ਇੰਨੀ ਕੁਆਲਿਟੀ ਇੰਨੀ ਵਧੀਆ ਨਹੀਂ ਹੈਗੀ ਬਿਕੋਜ਼ ਅਸੀਂ ਲੈਪਟਾਪ ਤੇ ਬਣਾਏ ਆ ਜਾਂ ਫਿਰ ਉਹੀ 100-150 ਵਾਲੇ ਜਿਹੜੇ ਮਾਈਕ ਹੁੰਦੇ ਆ ਨਾ ਹੈਡਫੋਨ ਵਾਲੇ, ਤਾਂ ਉਹਨਾਂ ਦੇ ਨਾਲ ਹੀ ਆਪਾਂ ਰਿਕਾਰਡ ਕੀਤੇ ਆ। ਆਪਾਂ ਉਸ ਟਾਈਮ ਵੀ ਬੜਾ ਪਰਫਾਰਮ ਕੀਤਾ, ਪੈਕ ਵਿੱਚ ਪਰਫਾਰਮ ਕੀਤਾ ਸੀ ਆਪਾਂ ਦੈਟ ਟਾਈਮ ਐਂਡ ਕਾਫੀ ਕੰਮ ਕੀਤਾ। ਬਟ ਉਹੀ ਗੱਲ 2012 1-2 ਸਾਲ ਦੇਖੋ, ਜਿੰਨੇ ਚਿਰ ਸਟਰਗਲ ਨੂੰ ਜ਼ਿਆਦਾ ਟਾਈਮ ਨਾ ਲੱਗੇ ਨਾ, ਸਟਰਗਲ ਉਨੇ ਚਿਰ ਮਜ਼ਾ ਨਹੀਂ ਆਉਂਦਾ ਹੈਗਾ। ਸੋ ਉਹੀ ਟਾਈਮ ਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਸਿੱਖਦੇ ਆ ਤੇ ਉਹੀ ਟਾਈਮ ਨੇ 2009 ਤੋਂ 12 ਦਾ ਜਿਹੜਾ ਪੀਰੀਅਡ ਸੀਗਾ ਉਹਨੇ ਆਪਾਂ ਨੂੰ ਥੋੜਾ ਜਿਹਾ ਤਿਆਰ ਕੀਤਾ। 2012 ਤੋਂ ਲੈ ਕੇ 14 ਤੱਕ ਦਾ ਪੀਰੀਅਡ ਸੀਗਾ ਜਦ ਮੇਰਾ ਅਰਾਊਂਡ 2014 ਦਸੰਬਰ ਜਾਂ ਨਵੰਬਰ 'ਚ ਮੇਰਾ ਗਾਣਾ ਸੀ ਸਨਾਈਪਰ, ਹੈ ਨਾ। ਸੋ ਮਤਲਬ ਮੇਨ ਐਜ਼ ਏ ਮਿਊਜ਼ਿਕ ਡਾਇਰੈਕਟਰ ਮੈਂ ਕੰਮ ਕੀਤਾ ਅਰਾਊਂਡ 2014 ਤੱਕ 15 ਤੱਕ, ਬਿਕੋਜ਼ ਨਵੰਬਰ 'ਚ ਗਾਣਾ ਆਇਆ ਸੀ ਸਨਾਈਪਰ, ਹੈ ਨਾ। ਤੇ ਉਸ ਤੋਂ ਬਾਅਦ ਮੇਰਾ ਸਿੰਗਰ ਦਾ ਕੈਰੀਅਰ ਸ਼ੁਰੂ ਹੋਇਆ ਸੀ, ਬਟ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਸਿੰਗਰ ਬਣਨਾ। ਉਹ ਬਸ ਇਹੀ ਸੀਗਾ ਕਿ ਜਿਹੜਾ 2009 ਤੋਂ 12 ਦਾ ਫੇਸ ਸੀਗਾ, 3 ਸਾਲ ਵਾਲਾ ਫੇਸ ਸੀਗਾ, ਤੁਸੀਂ ਕਿਹਾ ਉਸ ਟਾਈਮ ਉਹ ਮਤਲਬ ਮੈਂ ਗੈਸ ਕਰ ਰਿਹਾ ਸੀ ਉਸ ਟਾਈਮ ਕੀ ਹੁੰਦਾ ਬੰਦੇ ਦਾ ਮਾਈਂਡਸੈਟ ਕਿ ਆਪਾਂ ਗਾਣੇ ਬਣਾ ਕੇ ਥੋੜੇ ਪੈਸੇ ਕਮਾ ਲਈਏ, ਪੈਸੇ ਬਹੁਤ ਜ਼ਰੂਰੀ ਹੈ। ਬਿਲਕੁਲ ਬੰਦਾ ਬਾਕੀ ਲੋਕਾਂ ਲਈ ਬੀਟਾ ਬੂਟਾ ਬਣਾਉਂਦਾ। ਤੁਹਾਨੂੰ ਯਾਦ ਹੈ ਪਹਿਲਾ ਗਾਣਾ ਤੁਸੀਂ ਜਦ ਕਿਸੇ ਨੂੰ ਦਿੱਤਾ ਸੀਗਾ, ਬੀਟਸ ਦਿੱਤੀ ਸੀਗੀ, ਕਿੰਨੇ ਪੈਸੇ ਲਿੱਤੇ ਸੀਗੇ, ਕਿੰਨੀ ਕਮਾਈ ਸੀਗੀ ਪਹਿਲੀ? ਤੇ ਮੈਂ ਸੀਰੀਅਸਲੀ ਇਹ ਸਭ 6-7 ਹਜ਼ਾਰ ਤੋਂ ਸ਼ੁਰੂ ਕੀਤਾ ਸੀਗਾ। ਬਿਕੋਜ਼ ਟੂ ਬੀ ਓਨੈਸਟ ਜਿਨ੍ਹਾਂ ਲਈ ਆਪਾਂ ਕੰਮ ਕਰਦੇ ਹਾਂ ਸਿਰਫ ਔਰ ਅੰਡਰਗਰਾਉਂਡ ਰੈਪਰਾਂ ਲਈ ਕੰਮ ਕਰਦੇ ਆ, ਉਹ ਵੀ ਆਲਰੇਡੀ ਦੇ ਆਰ ਨਾਟ ਫਾਈਨੈਂਸ਼ੀਅਲੀ ਇੰਨੇ ਤਗੜੇ ਕਿ, ਹੈ ਨਾ, ਤੇ ਆਪਾਂ ਉਹਨਾਂ ਤੋਂ ਇੰਨਾ ਜ਼ਿਆਦਾ ਪੈਸਾ ਮੰਗ ਸਕਦੇ ਆ ਕੁਝ। ਐਂਡ ਉਸ ਟਾਈਮ 5-7 ਹਜ਼ਾਰ ਵੀ ਬਹੁਤ ਵੱਡੀ ਗੱਲ ਹੁੰਦੀ ਸੀ ਬਿਕੋਜ਼ ਪੀਜੀ ਵਿੱਚ ਰਹਿੰਦੇ ਸੀ, 5000 ਦਾ ਕਮਰੇ ਦਾ ਰੈਂਟ ਸੀਗਾ, ਹਨਾ, ਤੇ ਇੱਥੇ ਰਹਿਣਾ ਸੀ। ਫਿਰ ਇੰਨਾ ਹੁੰਦਾ ਸੀਗਾ ਕਿ ਥੋੜਾ ਜਿਹਾ ਖਰਚਾ ਪਾਣੀ ਚੱਲ ਪੈਂਦਾ ਸੀਗਾ, ਥੋੜੇ ਆਪਣੇ ਸ਼ੌਂਕ ਪੂਰੇ ਕਰ ਲਈਦੇ ਸੀ, ਘਰਦਿਆਂ ਤੋਂ ਘੱਟ ਪੈਸੇ ਮੰਗੀਦੇ ਸੀ ਬਿਕੋਜ਼ ਵੀ ਬਿਲੋਂਗ ਟੂ ਮਿਡਲ ਕਲਾਸ ਫੈਮਿਲੀ। ਸੋ ਐਂਡ ਵੀ ਹੈਵ ਟੂ ਆਪਾਂ ਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ। ਮੈਂ ਹਮੇਸ਼ਾ ਇਹ ਗੱਲ ਕਹਿਣਾ, ਆਈ ਬਿਲੋਂਗ ਟੂ ਮਿਡਲ ਕਲਾਸ ਫੈਮਿਲੀ ਐਂਡ ਸਟਿਲ ਆਈ ਐਮ ਫਰੋਮ ਅ ਮਿਡਲ ਕਲਾਸ ਫੈਮਿਲੀ। ਮੈਂ ਚਾਹੇ ਜੋ ਮਰਜ਼ੀ ਬਣ ਜਾਵਾਂ ਜ਼ਿੰਦਗੀ ਵਿੱਚ, ਸਟਿਲ ਆਈ ਵਿਲ ਬੀ ਵਨ ਫਰੋਮ ਮਤਲਬ ਇੱਕ ਮਿਡਲ ਕਲਾਸ ਫੈਮਿਲੀ ਦਾ, ਨਾ ਬੰਦਾ। ਬਿਕੋਜ਼ ਆਪਾਂ ਲੋਕਾਂ ਨੂੰ ਪਤਾ ਹੈ ਕਿ ਅਪਸ ਐਂਡ ਡਾਊਨ ਸਾਡੀ ਫੈਮਿਲੀ 'ਚ ਕਿੰਨੇ ਆਉਂਦੇ ਆ, ਤੇ ਉਹੀ ਚੀਜ਼ਾਂ ਸਾਨੂੰ ਸਿਖਾਉਂਦੀਆਂ ਕੁਛ ਬਣਨਾ ਜ਼ਿੰਦਗੀ ਦੇ ਵਿੱਚ। ਤੇ ਬਸ ਇਹੀ ਆ ਕਿ ਆਪਣਾ ਬਸ ਉਹਨਾਂ ਗੁਜ਼ਾਰਾ ਹੁੰਦਾ ਸੀਗਾ ਤੇ ਆਪਾਂ ਕਰਦੇ ਰਹਿੰਦੇ ਸੀਗੇ। ਤੇ ਉਹ ਵੀ ਵਿਚਾਰੇ ਉਹਨੇ ਹੁੰਦੇ ਸੀ ਮਾਤਰ 5-7 ਹਜ਼ਾਰ ਦੇਣ ਜੋਗੇ, 3-4 ਰੈਪਰਾਂ ਦਾ ਗਰੁੱਪ ਹੁੰਦਾ ਸੀ, ਉਹ ਵੀ ਉਹਨੇ ਜੋੜ ਕੇ ਦੇ ਦਿੰਦੇ ਸੀਗੇ। ਤੇ ਚੰਡੀਗੜ੍ਹ ਕਿੱਥੇ ਰਹਿੰਦੇ ਸੀ ਤੁਸੀਂ? ਪੀਜੀ ਮੋਹਾਲੀ ਰਹਿੰਦੇ ਸੀ? ਚੰਡੀਗੜ੍ਹ 15 ਸੈਕਟਰ ਤੇ ਨੇੜੇ? 15 ਸੈਕਟਰ ਰਹਿੰਦਾ ਸੀ ਬ్రో ਚੰਡੀਗੜ੍ਹ। ਅੱਛਾ, ਫਿਰ ਤਾਂ ਉਹੀ ਰੋਡ ਹੈ ਯੂਨੀਵਰਸਿਟੀ ਦੇ ਨਾਲ ਵਾਲੀ ਰੋਡ ਹੈ ਜਿਵੇਂ ਗੋਪਾਲ ਹੋ ਗਿਆ। ਮੈਂ 3-4 ਸਾਲ ਮੇਰਾ ਡਿਨਰ ਹਰ ਮਤਲਬ ਐਵਰੀ ਡੇ ਮੇਰਾ ਜਿਹੜਾ ਡਿਨਰ ਹੁੰਦਾ ਸੀਗਾ ਸ਼ਾਮ ਨੂੰ, ਮੈਂ ਜਾਂਦਾ ਸੀਗਾ ਉੱਥੇ ਆਪਣੇ ਸਟੂਡੈਂਟ ਸੈਂਟਰ ਤੇ ਉੱਥੇ। ਅੱਛਾ, ਬਿਲਕੁਲ ਸਟੂਡੈਂਟ ਸੈਂਟਰ ਤੇ ਰਾਜਮਾ ਚਾਵਲ ਤੇ ਕੜੀ ਚਾਵਲ ਤੇ ਸਭ ਬਸ ਦੋ ਹੀ ਚੀਜ਼ਾਂ ਖਾਣਾ ਮੈਂ। ਸਹੀ ਹੈ ਭਾਜੀ। ਅੱਛਾ, ਜਿਸ ਦੌਰ 'ਚ ਤੁਸੀਂ ਚੰਡੀਗੜ੍ਹ ਆਏ ਸੀ ਨਾ, ਚੰਡੀਗੜ੍ਹ ਦੀ ਬੜੀ ਹਾਈਪ ਹੁੰਦੀ ਸੀ। ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਜਾਓ ਨਾ, ਅਚੀਵਮੈਂਟ ਹੁੰਦੀ ਸੀ, ਸਾਡਾ ਮੁੰਡਾ ਚੰਡੀਗੜ੍ਹ ਗਿਆ ਹੈ। ਤੇ ਕਿ ਆਪਸ ਵਿੱਚ ਹੁੰਦਾ ਸੀ ਕਿ ਯਾਰ ਮੈਂ ਚੰਡੀਗੜ੍ਹ ਜਾਊਂਗਾ ਪੜ੍ਹਾਈ ਲਈ। ਚੰਡੀਗੜ੍ਹ ਕਿੱਦਾਂ ਐਂਟਰੀ ਹੋਈ? ਤੁਹਾਡਾ ਵੀ ਏਦਾਂ ਸੀਗਾ ਯਾਰ ਮੈਂ ਚੰਡੀਗੜ੍ਹ ਜਾਣੀ, ਉੱਥੇ ਕੁੜੀਆਂ, ਉੱਥੇ ਲਾਈਫ ਹੁੰਦੀ ਹੈ, ਫੈਸ਼ਨ ਹੈ, ਫੰਕ ਹੈ, ਏਦਾਂ? ਨਹੀਂ ਏਦਾਂ ਦੀ ਕੋਈ ਗੱਲ ਨਹੀਂ ਸੀਗੀ। ਮੇਰੇ ਪੇਰੈਂਟਸ ਨਾ ਬੜੇ ਓਪਨ ਮਾਈਂਡਡ ਆ। ਪਤਾ ਨਹੀਂ ਮੇਬੀ ਮੈਂ ਵੀ ਕਹਿੰਦਾ ਕਿ ਆਪਾਂ ਕਾਫੀ ਸਮਝਦਾਰ ਹਾਂ, ਕਈਆਂ ਨਾਲੋਂ ਸਮਝਦਾਰ ਹਾਂ। ਇਹ ਰੀਜ਼ਨ ਹੈ ਕਿ ਮੇਰੇ ਪੇਰੈਂਟਸ ਨੇ ਮੈਨੂੰ ਏਦਾਂ ਸਪੋਰਟ ਕੀਤਾ ਹੈ ਜਾਂ ਫਿਰ, ਹੈ ਨਾ, ਸਾਨੂੰ ਏਦਾਂ ਮੈਂਟੋਰ ਕੀਤਾ। ਤੇ ਉਹ ਆਲਰੇਡੀ ਉਹਨਾਂ ਨੂੰ ਪਤਾ ਸੀ ਕਿ ਜਦ ਆਪਾਂ ਇਹਨਾਂ ਨੂੰ ਇੱਥੋਂ ਸ਼ਹਿਰ ਚੁੱਕੋ, ਇੱਕ ਛੋਟਾ ਸ਼ਹਿਰ ਹੀ ਹੁੰਦਾ ਆ, ਜਦ ਆਪਾਂ ਉਹ ਤੋਂ ਬਾਹਰ ਨਿਕਲ ਕੇ ਆਪਣੇ ਪੇਰੈਂਟਸ ਤੋਂ ਦੂਰ ਹੋ ਕੇ ਦੇਖਦੇ ਹਾਂ ਕਿ ਆਪਾਂ ਨੂੰ ਪਤਾ ਲੱਗਦਾ ਹੈ ਕਿ ਨਾ ਆਪਣਾ ਲਾਈਫ ਜੀਣ ਦਾ, ਉਹਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ। ਤਾਂ ਮੇਰੇ ਪੇਰੈਂਟਸ ਨੇ ਆਲਰੇਡੀ ਮੈਨੂੰ ਤੋਂ ਬਾਅਦ ਭੇਜਿਆ ਕਿ ਜਾ ਵੀ ਹੁਣ ਪੜ੍ਹ, ਕੀ ਕਰਨਾ ਕਰ। ਸੋ ਮੈਂ ਗਿਆ ਸੀਗਾ ਟ੍ਰੇਨਿੰਗ ਲਈ ਇੰਜੀਨੀਅਰਿੰਗ, ਤੇ ਉਹਦੀ ਆਪਣੀ ਤਿਆਰੀ ਕਾਹਦੀ ਟ੍ਰੇਨਿੰਗ ਲਈ ਗਏ ਸੀਗੇ ਤੁਸੀਂ? ਐਗਜ਼ਾਮ ਦੀ ਤਿਆਰੀ ਦੇ ਲਈ, ਹੈ ਨਾ। 36 ਸੈਕਟਰ ਦੇ ਵਿੱਚ ਹੁੰਦਾ ਸੀਗਾ ਗੁਰੂਕੁਲ। ਅੱਛਾ, ਹਾਂ ਯਾਦ ਹੈ ਮੈਨੂੰ। ਤੇ ਉੱਥੇ ਮੈਂ 2 ਦਿਨ ਗਿਆ ਤੇ ਮੈਂ ਦੇਖਿਆ ਯਾਰ ਨੋਟਸ ਹੀ ਦਿੰਦੇ ਆ। ਤੇ ਫਿਰ ਮੈਂ ਉੱਥੇ ਨਿਆਣੇ ਨੇ ਮੁੰਡੇ ਨੇ ਇੱਕ ਡੀਲ ਬਣਾ ਲਈ ਮਿੱਤਰ ਨਾਲ, ਮੈਂ ਕਿਹਾ ਤੈਨੂੰ ਅਸੀਂ ਅੱਧੇ ਪੈਸੇ ਦੇ ਦਿੰਦੇ ਤੇ ਤੂੰ ਸਾਨੂੰ ਨੋਟਸ ਦੇ ਦੀ, ਅਸੀਂ ਨਹੀਂ ਆਣਾ ਹੈਗਾ ਕੱਲ ਤੋਂ। ਮੈਂ 2 ਦਿਨ ਗਿਆ, ਮੈਂ ਗਿਆ ਨਹੀਂ ਮੁੜ ਕੇ।
ਤੇ ਮੇਰੀ ਰੈਂਕ ਵੀ ਆ ਗਈ ਸੀ, ਮੇਰੀ ਆਲ ਓਵਰ ਇੰਡੀਆ ਅਰਾਊਂਡ 400 ਸਮਥਿੰਗ ਹਨਾ ਰੈਂਕ ਆਈ ਸੀਗੀ। ਤੇ ਬਟ ਮੈਂ ਫਿਰ ਇੰਜੀਨੀਅਰਿੰਗ ਵਿੱਚ ਐਡਮਿਸ਼ਨ ਲਈ, ਬਟ ਫਿਰ ਮਤਲਬ ਲੈਣ ਵੇਲੇ ਆਈ ਮੀਨ ਟੂ ਸੇ ਮੇਰਾ ਭਰ ਦਿੱਤੇ ਸੀ ਪੇਪਰ, ਮੈਨੂੰ ਸੀਟ ਮਿਲ ਗਈ। ਬਟ ਫਿਰ ਨਾ ਮੈਂ ਐਟ ਦਾ ਐਂਡ ਮੈਂ ਕਿਹਾ ਨਹੀਂ ਯਾਰ, ਇਹ ਨਾ ਮੈਂ ਪੈਸੇ ਵੀ ਲਵਾਣੇ ਆ, ਮੈਂ ਇੰਨਾ ਟਾਈਮ ਵੀ ਲਾਣਾ, ਬਟ ਮੇਰਾ ਇਹ ਦਿਲ ਨਹੀਂ ਹੈਗਾ। ਤੇ ਆਈ ਡੋਨਟ ਨੋ ਕਿ ਹਨਾ ਕਿ ਮੈਂ ਇਸ ਚੀਜ਼ ਦੇ ਵਿੱਚ ਗਰੋ ਕਰੂੰਗਾ ਜਾਂ ਮੈਂ ਟਾਈਮ ਦੇ ਪਾਊਂਗਾ। ਸੋ ਫਿਰ ਮੈਂ ਐਟ ਦਾ ਐਂਡ BSc ਗ੍ਰਾਫਿਕਸ ਚੰਡੀਗੜ੍ਹ ਔਰ ਰਫਤਾਰ ਭਾਜੀ ਆਇਆ ਚੈਟ ਤੇ, ਬੀਬਾ ਬॉयਜ਼ ਆ ਤੁਹਾਡਾ ਕੋਡ ਵਰਡ ਹੈ ਬੀਬਾ ਬॉयਜ਼ ਦਾ ਕੁਝ? ਬੀਬਾ ਬॉय ਨਹੀਂ ਕੋਡ ਵਰਡ ਨਹੀਂ ਹੈ ਭਰਾ, ਪਿਆਰ ਬਹੁਤ ਆ। ਰਫਤਾਰ ਜਾਣਾ, ਰਫਤਾਰ ਨਾਲ ਮੈਂ ਤੁਹਾਨੂੰ ਇਨਸੀਡੈਂਟ ਦੱਸਦਾ। ਰਫਤਾਰ ਮੈਂ ਤਾਂ ਸਨਾਈਪਰ, ਮੈਂ ਰਫਤਾਰ ਨੂੰ ਕਾਫੀ ਟਾਈਮ ਤੋਂ ਜਾਣਦਾ ਹਾਂ, ਸਾਡੀ ਕਾਫੀ ਟਾਈਮ ਗੱਲ ਹੁੰਦੀ ਰਹੀ ਆ, ਪਹਿਲਾਂ ਵੀ ਗੱਲ ਹੁੰਦੀ ਰਹੀ ਹੈ। ਮੈਂ ਮਿਲਿਆ ਵੀ ਰਫਤਾਰ ਨੂੰ ਹਨਾ, ਜਦ ਰਫਤਾਰ ਵੀ ਸਟਰਗਲ ਕਰਦਾ ਸੀਗਾ। ਤੇ ਇਟ ਵਾਸ ਲਾਈਕ 2014 ਮੈਂ ਨਾ ਗਾਣਾ ਬਣਾਇਆ ਸੀ, ਉਹਦੀ ਡਮੀ ਸਨਾਈਪਰ ਜਿੱਦਾਂ ਟਾਈਮ ਪਾਸ ਲਿਖ ਲਿਆ ਬਣਾ ਲਿਆ ਨਾ। ਤੇ ਮੈਂ ਨਾ ਇੱਕ ਸਟੂਡੀਓ ਸੀਗਾ ਪੰਚਕੂਲਾ, ਉੱਥੇ ਆਪਣਾ ਮੁੰਡਾ ਦੋਸਤ ਹੈ ਰਫਤਾਰ ਵੀ ਉਹਦੇ ਕੋਲ ਜਾਂਦਾ ਸੀਗਾ। ਔਰ ਸੀਗਾ ਯਾਰ ਮੈਨੂੰ ਸੈਕਟਰ ਭੁੱਲ ਗਿਆ, ਲੌਂਗ ਟਾਈਮ ਬ్రో, ਪਤਾ ਨਹੀਂ ਕਿਹੜਾ ਯਾਦ ਹੈ ਕਿਉਂਕਿ ਮੈਂ ਪੰਚਕੂਲਾ ਰਹਿਣਾ, ਮੇਰੀ ਰਿਹਾਇਸ਼ ਪੰਚਕੂਲੇ ਦੀ, ਮੈਨੂੰ ਪਤਾ ਕਿਹੜੇ ਸੀਗਾ ਮੁੰਡੇ ਦਾ ਨਾਮ ਨਕੁਲ ਸੀਗਾ, ਆਪਣਾ ਦੋਸਤ ਸੀਗਾ ਨਕੁਲ ਲੌਜਿਕ ਕਰਕੇ, ਉਹਨੇ ਕਾਫੀ ਕੰਮ ਕੀਤਾ ਹਨਾ। ਤੇ ਉੱਥੇ ਰਫਤਾਰ ਵੀ ਸੀਗਾ, ਤੇ ਮੈਂ ਰਫਤਾਰ ਨੂੰ ਸੁਣਾਇਆ, ਮੈਂ ਕਿਹਾ ਬ్రో ਮੈਂ ਆਹ ਆਈਡੀਆ ਬਣਾਇਆ, ਤੇ ਰਫਤਾਰ ਨੂੰ ਵਧੀਆ ਲੱਗਿਆ ਗਾਣਾ ਹਨਾ। ਤੇ ਰਫਤਾਰ ਨੇ ਐਟ ਦੈਟ ਟਾਈਮ ਸੀ, ਜਦ ਕੋਈ ਨਵਾਂ ਬੰਦਾ ਹੁੰਦਾ ਨਾ ਤਾਂ ਤੁਹਾਡੇ ਨਾਲ ਦੇ ਲੋਕ ਤੁਹਾਡੀ ਸਾਰੇ ਦੇਖਦੇ ਆ ਕਿ ਕਿਆ ਆ ਬੰਦਾ, ਉਹਦੇ ਨਾਲ ਕੰਮ ਕਰਨਾ ਚਾਹੀਦਾ ਜਾਂ ਨਹੀਂ। ਬਟ ਰਫਤਾਰ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਹੈ ਨਾ ਬ్రో, ਬਿਲਕੁਲ ਪਰਵਾਹ ਨਹੀਂ ਕੀਤੀ, ਸਾਰਿਆਂ ਤੋਂ ਵੱਖ ਹੋ ਕੇ ਬੰਦੇ ਨੇ ਹਨਾ ਮੇਰਾ ਸਾਥ ਦਿੱਤਾ। ਐਂਡ ਦੈਟ ਟਾਈਮ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਇੰਡਸਟਰੀ ਵਿੱਚ। ਸੋ ਆਈ ਵਾਸ ਆਲ ਅਲੋਨ, ਬਿਕਾਜ਼ ਮੇਰਾ ਉਦੋਂ ਆਪਣਾ ਅਲੱਗ ਹੋਇਆ ਸੀ ਇੱਕ ਮਿਊਜ਼ੀਕਲ ਡਾਕਟਰ ਟੀਮ, ਯੂ نو ਆਪਾਂ ਸਾਰੇ ਅਲੱਗ ਅਲੱਗ ਹੋਏ ਸੀਗੇ। ਤੇ ਉਸ ਟਾਈਮ ਤੇ ਟੂ ਬੀ ਓਨੈਸਟ ਮੈਨੂੰ ਜਦ ਆਪਾਂ ਸਪਲਿਟ ਹੋਏ ਸੀਗੇ, ਮੈਨੂੰ ਇੰਨਾ ਕੰਮ ਨਹੀਂ ਆਉਂਦਾ ਸੀ ਕਰਨਾ। ਆਈ ਵਾਸ ਮੋਰ ਲਾਈਕ ਮੈਂ ਬੈਠਦਾ ਸੀਗਾ ਹਨਾ, ਥੋੜਾ ਬਹੁਤ ਕਰਦਾ ਸੀਗਾ। ਆਈ ਯੂਜ਼ ਟੂ ਬੀ ਅ ਲਰਨਰ ਰਾਈਟ। ਤੇ ਬਟ ਉਹ ਟਾਈਮ ਨੇ ਨਾ ਜਦ ਮੈਂ ਅਲੱਗ ਹੋ ਗਿਆ, ਫਿਰ ਮੈਨੂੰ ਪਤਾ ਲੱਗਿਆ ਕਿ ਯਾਰ ਕਦੀ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਲਾਈਫ ਦੇ ਵਿੱਚ। ਸੋ ਮੈਂ 1 ਸਾਲ ਗੜਸ਼ੰਕਰ ਰਿਹਾ, ਮੈਂ 2013 ਚ ਚੰਡੀਗੜ੍ਹ ਛੱਡ ਕੇ ਮੈਂ ਗੜਸ਼ੰਕਰ ਚਲ ਗਿਆ ਸੀਗਾ ਅਰਾਊਂਡ 2013। ਹਾਂਜੀ ਡਿਸਅਪਾਇੰਟ ਹੋ ਕੇ ਗਏ ਸੀਗੇ ਵਾਪਸ ਗੜਸ਼ੰਕਰ, ਜਾਂ ਡਿਸਅਪਾਇੰਟ ਹੋ ਕੇ ਗਿਆ ਸੀਗਾ, ਜਾਂ ਫਿਰ ਏਦਾਂ ਸਮਝ ਲਓ ਕਿ ਮੈਨੂੰ ਇਹ ਸੀਗਾ ਕਿ ਮੈਂ ਕੁਝ ਬਣ ਕੇ ਰਫਤਾਰ ਕਹਿੰਦਾ ਰਹਿੰਦੇ ਯਾਰ, ਪਿਆਰਾ ਬਹੁਤ ਲਵ ਯੂ ਬ్రో ਯਾਰ। ਇਹ ਯੂ نو ਮੇਰੀ ਕੈਰੀਅਰ ਦੇ ਵਿੱਚ ਇੱਕ ਬੰਦਾ ਮੇਰੇ ਵੱਲੋਂ ਵੀ ਲਵ ਯੂ ਯਾਰ, ਬਹੁਤ ਵੱਡਾ ਹੱਥ ਹੈ ਮੇਰੇ ਕੈਰੀਅਰ ਦੇ ਵਿੱਚ। ਬੁਹੀਮੀਆ ਭਾਈ ਤੋਂ ਪਹਿਲਾਂ ਜਿਹੜਾ ਬੰਦਾ ਮਤਲਬ ਜਿਹੜੇ ਬੰਦੇ ਨੇ ਮੈਨੂੰ ਦਿਲੋਂ ਸਪੋਰਟ ਕੀਤੀ ਵਿਦਆਊਟ ਕੋਈ ਮਤਲਬ, ਵਿਦਆਊਟ ਐਨੀਥਿੰਗ, ਮਤਲਬ ਸਾਰਿਆਂ ਤੋਂ ਵੱਖ ਹੋ ਕੇ ਰਫਤਾਰ ਆ। ਮੈਂ ਹਰ ਜਗ੍ਹਾ ਕਹਿੰਦਾ ਐਂਡ ਮੈਂ ਹਮੇਸ਼ਾ ਹੀ ਕਹੂੰਗਾ ਇਹ। ਤੇ ਥੈਂਕ ਯੂ ਬ్రో, ਥੈਂਕ ਯੂ ਫॉर ਬੀਇੰਗ देयर, ਅਗਰ ਤੂੰ ਅਜੇ ਵੀ ਦੇਖ ਰਿਹਾ ਤੇ ਭਾਜੀ ਰਫਤਾਰ ਭਾਈ ਨਾਲ ਮੇਰੀ ਬਹੁਤ ਅੱਛੀ ਹਿਸਟਰੀ ਹੈ। ਰਫਤਾਰ ਭਾਈ ਨਾਲ ਤੁਹਾਡਾ ਜਦ ਗਾਣਾ ਆਇਆ ਸੀ ਨਾ 2014-15 ਦੇ ਵਿੱਚ, ਮੈਂ ਦਿੱਲੀ ਸ਼ਿਫਟ ਹੋਇਆ ਸੀ, ਮੈਂ ਦਿੱਲੀ ਨੌਕਰੀ ਸ਼ੁਰੂ ਕੀਤੀ ਸੀ। ਤੇ ਉਸ ਵੇਲੇ ਆਪਾਂ ਨਵੇਂ ਆਰਟਿਸਟ ਸਿਲੈਕਟ ਕਰਦੇ ਸੀਗੇ, ਮੈਨੂੰ ਯਾਦ ਹੈ ਮੈਂ ਰਫਤਾਰ ਭਾਜੀ ਨੂੰ ਕੰਟੈਕਟ ਕੀਤਾ, ਮੈਂ ਬਹੁਤ ਸਾਰੇ ਸੈਲਿਬ੍ਰਿਟੀ ਨੂੰ ਕੰਟੈਕਟ ਕੀਤਾ ਸੀ, ਸਾਡਾ ਕੰਮ ਸੀਗਾ ਇੰਟਰਵਿਊ ਲਈ। ਮੈਨੂੰ ਅੱਜ ਤੱਕ ਯਾਦ ਹੈ ਰਫਤਾਰ ਭਾਜੀ ਫर्स्ट कॉल पे फर्स्ट कॉन्वर्सेशन तो उन्होंने कहा मैं आ रहा हूँ, बता कितने बजे आना। एंड आई वाज लाइक यार मैं तो अभी दूसरी तीसरी बार मैसेज नहीं पाया, 4 बार फोन नहीं किया, बंदा पहली बार च मान गया। सो और मैं भाजी ओपनली बोलदा द सोल ही इज, ਉਹ ਬੰਦਾ ਪਹਿਲਾਂ ਵਧੀਆ ਆਰਟਿਸਟ ਤਾਂ ਚਲੋ ਪੂਰੀ ਦੁਨੀਆ ਜਾਣਦੀ ਹੈ। ਬਿਲਕੁਲ ਬ్రో, ਜੀ ਆਰਟਿਸਟ ਬਣਨਾ ਸਟਿਲ ਬਹੁਤ ਸੌਖਾ ਆ, ਚੰਗਾ ਇਨਸਾਨ ਬਣਨਾ ਬਹੁਤ ਔਖਾ ਆ। ਭਾਈ ਹੁਣ ਆਰਟਿਸਟ ਦਾ ਤੁਸੀਂ ਨਾਮ ਲਿੱਤਾ, ਮੈਂ ਰੈਂਡਮਲੀ ਥਰੋ ਕਰ ਰਿਹਾ ਕੁਐਸਚਨ। ਆਰਟਿਸਟ ਲਾਈਫ ਦਾ ਇੱਕ ਬਹੁਤ ਬੁਰਾ ਪਾਰਟ ਪਰਸਨਲੀ ਐਕਸਪੀਰੀਅੰਸ ਦੱਸਿਓ ਕਿ ਇੱਕ ਖਰਾਬ ਗੱਲ ਕਿ ਕਦੇ ਤੁਸੀਂ ਕਿਹਾ ਯਾਰ ਨਹੀਂ ਯਾਰ ਆਰਟਿਸਟ ਲਾਈਫ ਨਹੀਂ ਵਧੀਆ, ਤੇ ਇੱਕ ਬਹੁਤ ਵਧੀਆ ਗੱਲ ਮੈਨੂੰ ਪਤਾ ਜ਼ਿਆਦਾ ਹੋਏਗੀ ਕਿ ਨਾਮ ਸ਼ੋਹਰਤ ਸਭ ਕੁਝ ਮਿਲ ਜਾਂਦਾ ਤੁਹਾਨੂੰ, ਬਟ ਵਾਟ ਇਜ਼ ਦੈਟ ਨੈਗੇਟਿਵ ਥਿੰਗ ਕਿ ਯਾਰ ਆ ਗਲਤ ਗੱਲ ਹੈ। ਜੇ ਨਾਰਮਲ ਲਾਈਫ ਦੇ ਵਿੱਚ ਹੋਵੋਗੇ ਨਾ ਤੁਸੀਂ, ਤੁਹਾਨੂੰ ਕੋਈ ਜੱਜ ਨਹੀਂ ਕਰੂਗਾ ਕਦੀ ਵੀ, ਠੀਕ ਹੈ, ਕੋਈ ਜੱਜ ਨਹੀਂ ਕਰਦਾ ਹੈਗਾ ਤੁਹਾਨੂੰ, ਬਿਕਾਜ਼ ਯੂ ਆਰ ਇੱਕ ਉਹੀ ਆਪਣੀ ਲਾਈਫ ਆ ਤੁਹਾਡੀ ਹੈ ਨਾ। ਤੇ ਨਾਰਮਲ ਬਟ ਜਦ ਤੁਸੀਂ ਇੱਕ ਆਰਟਿਸਟ ਬਣ ਜਾਏ ਨਾ, ਤੁਹਾਡੇ ਨਾ ਸਿਰ ਇੱਥੇ ਕੰਧਿਆਂ ਦੇ ਉੱਤੇ ਸ਼ੋਲਡਰ ਤੇ ਬਹੁਤ ਜ਼ਿੰਮੇਵਾਰੀ ਆ ਜਾਂਦੀ ਹੈ। ਤੁਸੀਂ ਕੁਝ ਵੀ ਬੋਲਣਾ, ਕੁਝ ਵੀ ਕਰਨਾ, ਤੁਸੀਂ ਕਿਤੇ ਵੀ ਜਾਣਾ, ਤੁਹਾਨੂੰ ਨਾ ਹਮੇਸ਼ਾ ਏਦਾਂ ਲੱਗਦਾ ਕਿ ਤੁਹਾਨੂੰ ਕੈਮਰਾ ਫੋਲੋ ਕਰ ਰਿਹਾ ਜਾਂ ਲੋਕਾਂ ਦੀਆਂ ਨਜ਼ਰਾਂ ਫੋਲੋ ਕਰ ਰਹੀਆਂ, ਰਾਈਟ। ਤੁਸੀਂ ਕਦੀ ਵੀ ਇੱਕ ਫ੍ਰੀ ਹੋ ਕੇ ਹਨਾ ਆਪਣੇ ਆਪ ਨੂੰ ਜਿੱਦਾਂ ਤੁਸੀਂ ਜੇ ਮੈਂ ਪਹਿਲਾਂ ਦੀ ਗੱਲ ਕਰ ਲਵਾਂ, ਮੈਂ ਜਿੱਦਾਂ ਦਾ ਸੀਗਾ ਤੁਰਦਾ ਫਿਰਦਾ ਹਨਾ ਜਿਵੇਂ ਵੀ ਹੈਗਾ ਸੀਗਾ, ਆਈ ਕੈਨ ਡੂ ਐਨੀਥਿੰਗ ਰਾਈਟ, ਬਟ ਵੈਨ ਯੂ ਆਰ ਐਨ ਆਰਟਿਸਟ ਯੂ ਹੈਵ ਟੂ ਲੁੱਕ ਅਰਾਊਂਡ ਐਂਡ ਤੁਹਾਨੂੰ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਸੋ ਯਾਰ ਹਰ ਚੀਜ਼ ਦੇ ਵਿੱਚ ਕੁਝ ਡਰਾਬੈਕਸ ਤਾਂ ਆਉਂਦੇ ਹੀ ਆ ਨਾ।
ਤੇ ਬਟ ਮੈਂ ਹੁਣ ਇਹ ਵੀ ਗੱਲ ਦੱਸਾਂ, ਜੇ ਬਾਈ ਚਾਂਸ ਮੈਂ ਕਿਤੇ ਜਾਵਾਂ, ਮੈਨੂੰ ਕੋਈ ਆ ਕੇ ਪੁੱਛਦਾ ਨਹੀਂ ਹੈਗਾ ਸਮਟਾਈਮਸ ਕਿ ਏਦਾਂ ਹੋ ਜਾਵੇ, ਆਊਟ ਆਫ ਇੰਡੀਆ ਜਾਂਦੇ ਆ ਤਾਂ ਉੱਥੇ ਬਹੁਤ ਲੋਕ ਘੱਟ ਮਿਲਦੇ ਆਪਾਂ ਨੂੰ ਹਨਾ, ਜਿਹੜੇ ਆਪਣੇ ਕੋਲ ਆਉਂਦੇ ਆ ਫੋਟੋ, ਫਿਰ ਸਾਨੂੰ ਫੀਲ ਵੀ ਹੁੰਦਾ ਯਾਰ ਹੁਣ ਕੋਈ ਆ ਨਹੀਂ ਰਿਹਾ ਹੈਗਾ, ਉਹ ਫਿਰ ਇੱਕ ਆਦਤ ਹੋ ਜਾਂਦੀ ਹੈ ਨਾ। ਸੋ ਬਿਕੋਜ਼ ਇਹ ਚੀਜ਼ਾਂ ਲਈ ਤਾਂ ਮਿਹਨਤ ਕੀਤੀ ਆ, ਬਟ ਯਾਰ ਕਦੀ ਕਦੀ ਲੱਗਦਾ ਹੈ ਨਾ ਕਿ ਇੱਕ ਸੋਸ਼ਲ ਲਾਈਫ ਆ ਨਾ ਜਿਹੜੀ, ਚਲੋ ਇਸ ਵੇਲੇ ਤਾਂ ਸਾਰਿਆਂ ਦੀ ਸੋਸ਼ਲ ਲਾਈਫ ਫੱਕਡ ਅਪ ਆ, ਸੋ ਥੋੜਾ ਜਿਹਾ ਡ੍ਰੌਪ ਹੈਗਾ, ਹੋਰ ਕੁਝ ਨਹੀਂ। ਗੱਲ ਦੱਸੋ, ਹੁਣ ਤੁਸੀਂ 12 ਸਾਲ ਹੋ ਗਏ ਤੁਹਾਨੂੰ 뮤직 ਬਣਾਉਂਦੇ ਹੋਏ, ਲੈਟਸ ਸੀ ਤੁਸੀਂ 2014-15 ਦੇ ਵਿੱਚ ਫੇਮ ਹਿੱਟ ਕਰ ਲਿਆ, ਨਾਓ ਉਸ ਉਮਰ, ਤੁਹਾਡੀ ਉਮਰ ਕੀ ਮਿਡ 20s ਦੇ ਵਿੱਚ ਹੋਊਗੇ ਤੁਸੀਂ, ਹੈ ਨਾ, ਤੇ ਮਿਡ 20 ਹਾਂ, ਤਾਂ ਬੰਦਾ ਆਪਣਾ ਮਾਈਂਡ ਸਪੀਕ ਕਰਦਾ ਹੈ ਨਾ, 27 ਸਾਲ ਦਾ ਬੰਦਾ ਤਾਂ ਗਲਤੀਆਂ ਕਰੇਗਾ, ਪੋਲੀਟੀਕਲ ਵਿਊਜ਼ ਦੇ ਵਿੱਚ ਕਰੇਗਾ, ਆਪਣਾ ਪੁਆਇੰਟ ਆਫ ਵਿਊ ਰੱਖਣ ਦੇ ਵਿੱਚ ਕਰੇਗਾ, ਤੇ ਜੇ ਤੁਸੀਂ ਨਾਰਮਲ ਹੋ ਕੇ ਕੋਈ ਸਟੇਟਮੈਂਟ ਦੋ, ਯੂ ਜਸਟ ਸਪੀਕ ਯੋਰ ਹੈਡ ਐਂਡ ਹਾਰਟ ਕਿ ਮੇਰੇ ਹਿਸਾਬ ਨਾਲ ਇਹ ਹੈ, ਉਹ ਲੋਕੀ ਆਪਣੇ ਹਿਸਾਬ ਨਾਲ ਲੈ ਕੇ ਫਿਰ ਇਲਜ਼ਾਮ ਲਾ ਦਿੰਦੇ, ਸੁੱਖੀ ਆਹ ਕਹਿਤਾ, ਉਹਨੇ ਆਹ ਕਹਿਤਾ, ਹਾਂ ਲੱਗਦਾ ਨਹੀਂ ਕਈ ਵਾਰੀ ਕਿ ਤੁਸੀਂ ਵਾਪਸ ਆ ਕੇ ਦੁਨੀਆ ਨੂੰ ਦੱਸੋ ਕਿ ਯਾਰ ਮੈਂ ਵੀ ਨਾਰਮਲ ਹੈਗਾ, ਆਹ ਮੇਰਾ ਪੁਆਇੰਟ ਆਫ ਵਿਊ ਹੈ, ਤੁਸੀਂ ਅਗਰੀ ਕਰੋ ਨਾ ਕਰੋ, ਆਹ ਮੇਰਾ ਪੁਆਇੰਟ ਆਫ ਵਿਊ, ਮੈਨੂੰ ਰੱਖਣ ਤਾਂ ਦੋ ਪੁਆਇੰਟ ਆਫ ਵਿਊ ਘੱਟੋ ਘੱਟ, ਫਰਸਟ੍ਰੇਟਡ ਨਹੀਂ ਹੁੰਦਾ ਕਈ ਜ਼ੋਨ। ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇ ਦਿੰਦਾ, ਜਿੱਦਾਂ ਆਪਾਂ ਰੀਸੈਂਟਲੀ ਗਾਣਾ ਆਇਆ ਵਾ ਬਾਵੇ ਭਾਜੀ ਦਾ, ਰਣਜੀਤ ਭਾਜੀ ਨੇ ਗਾਣਾ ਕੱਢਿਆ, ਉਹ ਗਾਣੇ ਕਰਕੇ ਬਹੁਤ ਜ਼ਿਆਦਾ ਇਸ਼ੂਜ਼ ਹੋਏ ਹਨਾ, ਬਹੁਤ ਜ਼ਿਆਦਾ ਇਸ਼ੂਜ਼ ਹੋਏ, ਤੇ ਆਈ ਸਟੈਂਡ ਵਿਦ ਬਾਵਾ, ਮੈਨੂੰ ਨਹੀਂ ਲੱਗਦਾ ਕੁਝ ਗਲਤ ਕਿਹਾ, ਠੀਕ ਹੈ, ਬਿਕੋਜ਼ ਇਟਸ ਨਾਟ ਅਬਾਊਟ ਐਵਰੀਵਨ, ਬਟ ਜਿੱਥੇ ਜਿੱਥੇ ਉਹ ਚੀਜ਼ਾਂ ਕੀਤੀਆਂ ਜਾਂਦੀਆਂ, ਜਿਹੜੇ ਜਿਹੜੇ ਲੋਕ ਹੈਗੇ ਨੇ ਤਾਂ ਹੈਗੇ ਨੇ ਹਨਾ, ਤੇ ਉਹੀ ਗੱਲ ਨਾ ਕਿਸੇ ਨਾਰਮਲ ਬੰਦੇ ਨੇ ਕਹੀ ਹੁੰਦੀ, ਕੋਈ ਚੱਕਰ ਨਹੀਂ ਜਗਾ, ਬਟ ਵੈਨ ਯੂ ਆਰ ਆਰਟਿਸਟ, ਜੇ ਤੁਸੀਂ ਕਹਿੰਦੇ ਹੋ ਉਸ ਚੀਜ਼ ਦਾ ਇੰਪੈਕਟ ਜ਼ਿਆਦਾ ਪੈਂਦਾ ਨਾ, ਤੇ ਆਈ ਥਿੰਕ ਕਿ ਨਾ ਤੁਸੀਂ ਏਦਾਂ ਕੰਮ ਕਰੋ, ਇੰਨੀ ਮਿਹਨਤ ਕਰੋ, ਤੁਹਾਡੇ ਅਗਰ ਚਾਹੇ ਤੁਹਾਨੂੰ ਗਲਤ ਮੰਨਣ ਵਾਲੇ 20 ਲੋਕ ਹੋਣ ਜਾਂ 30 ਲੋਕ ਹੋਣ ਹਨਾ, ਬਟ ਅਗਰ ਤੁਹਾਡੇ ਲੋਕਾਂ ਨੂੰ ਪਤਾ ਨਾ ਤੁਹਾਡੇ ਆਰਟਿਸਟ ਤੁਹਾਡੇ ਨਾਲ ਦਿਲੋਂ ਕਨੈਕਟ ਕਰਦੇ ਆ, ਤੇ ਉਹਨਾਂ ਨੂੰ ਪਤਾ ਕਿ ਬੰਦੇ ਦਾ ਕਹਿਣ ਦਾ ਮਤਲਬ ਕੀ ਹੈ ਨਾ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੈਗੀ ਆ ਕੇ ਕਿ ਮੈਂ ਆਹ ਕਹਿਣਾ ਚਾਹੁੰਦਾ ਸੀ ਜਾਂ ਮੈਂ ਇਹ ਬੋਲਣਾ ਚਾਹੁੰਦਾ ਸੀਗਾ, ਇਹ ਤੁਹਾਡੇ ਟਰੂ ਫੈਨਸ ਆ, ਉਹ ਸਾਰੇ ਆਪ ਤੁਹਾਡੇ ਨਾਲ, ਹੁਣ ਭਾਈ ਨਾਲ ਸਾਰੇ ਖੜੇ ਹੋਏ ਆ, ਸਾਰਾ ਪੰਜਾਬ ਖੜਾ ਹੋਇਆ ਵਾ ਹਨਾ, ਤੇ ਹਰ ਇੱਕ ਆਰਟਿਸਟ ਖੜਾ ਹੋਇਆ ਵਾ ਹਨਾ, ਨੋ ਮੈਟਰ ਵਟ, ਕੋਈ ਨਹੀਂ ਪਰਵਾਹ ਕਰ ਰਿਹਾ ਕਿਸੇ ਨੇ ਕੱਲ ਉਹਨਾਂ ਦੇ ਨਾਲ ਕੀ ਕਰਨਾ, ਜਾਂ ਮੈਨੂੰ ਅੱਗੇ ਕੌਣ ਕੀ ਬੋਲੂਗਾ ਹਨਾ, ਤੇ ਕੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਸੋ ਉਹੀ ਮੈਂ ਗੱਲ ਕਰਦਾ ਕਿ ਇੱਕ ਤੁਹਾਡਾ ਮੈਸੇਜ ਕਿਸੇ ਤੱਕ ਤਾਂ ਹੀ ਪਹੁੰਚ ਸਕਦਾ ਜੇ ਤੁਸੀਂ ਆਪਣੇ ਦਿਲੋਂ ਹਨਾ ਕੋਈ ਗੱਲ ਕਹਿੰਦੇ ਆ, ਤੇ ਤੁਹਾਡੇ ਜਿਹੜੇ ਦਿਲੋਂ ਸਭ ਕੁਝ ਨਿਕਲਿਆ ਹੋਵੇ, ਸੋ ਉਹ ਜ਼ਿਆਦਾ ਜ਼ਰੂਰੀ ਹੈ, ਆਪਣੇ ਫੈਨਸ ਨਾਲ ਕਨੈਕਟ ਕਰਨਾ, ਲੋਕੀ ਤੁਹਾਨੂੰ ਆਪਣੇ ਪਛਾਣ ਲੈਂਦੇ ਕਿਹੋ ਜਿਹਾ ਬੰਦਾ ਹੈਗਾ, ਕਿਹੋ ਜਿਹਾ ਨਹੀਂ ਹੈਗਾ। ਅੱਜ ਮੈਂ ਬੋਲੀ ਜਾਵਾਂ ਸਾਰਿਆਂ ਕੋਲ ਜਾ ਕੇ ਕਿ ਮੈਂ ਬਹੁਤ ਚੰਗਾ ਬੰਦਾ, ਮੈਂ ਬਹੁਤ ਚੰਗਾ ਬੰਦਾ ਹਨਾ, ਬਟ ਅੰਦਰੋਂ ਸਾਰਿਆਂ ਨੂੰ ਪਤਾ ਹੋਵੇ ਬਾਹਰ ਕਿ ਨਹੀਂ ਹੈਗਾ ਹਨਾ, ਕਿ ਉਹਨੂੰ ਫੀਲ ਹੀ ਨਹੀਂ ਹੋਇਆ ਹੈਗਾ ਕਿ ਆਏ ਨਹੀਂ ਏਦਾਂ ਦਾ ਕੀਤਾ ਚੰਗਾ ਕਿ ਸਾਨੂੰ ਪਤਾ ਲੱਗੇ ਚੰਗਾ ਕੀਤਾ ਹੈ। ਸੋ ਇਟਸ ਆਲ ਅਬਾਊਟ ਯੂਰ ਵਰਕ, ਯੂਰ ਵਾਈਬਸ, ਤੇ ਤੁਹਾਡਾ ਕਨੈਕਸ਼ਨ ਕੀ ਹੈ ਲੋਕਾਂ ਦੇ ਨਾਲ। ਪਰ ਭਈਆ ਤੁਸੀਂ ਬਾਬਾ ਭਾਈ ਦੀ ਗੱਲ ਕੀਤੀ, ਮੈਂ ਤੁਹਾਡੇ ਤੋਂ ਪੁੱਛ ਰਿਹਾ, ਤੁਹਾਡੀ ਲਾਈਫ ਦੇ ਵਿੱਚ ਕੋਈ ਪਰਸਨਲ ਇਦਾਂ ਦਾ ਕੋਈ ਸਪੇਸ, ਕੋਈ ਕੰਟਰੋਵਰਸੀ, ਕੋਈ ਗੱਲ ਆਈ ਸੀ ਜੋ ਤੁਹਾਨੂੰ ਲੱਗਿਆ ਸੁਣਦੇ ਹੋਏ ਨਾ, ਬਹੁਤ, ਕਿਉਂਕਿ ਆਰਟਿਸਟ ਬਹੁਤ ਦਿਲ ਤੇ ਲੈ ਲੈਂਦਾ, ਛੋਟੀ ਜੀ ਗੱਲ ਨੂੰ ਵੀ ਕਈ ਵਾਰੀ ਬਹੁਤ ਦਿਲ ਤੇ ਲੈ ਲੈਂਦਾ, ਮਤਲਬ ਛੋਟੀ ਜੀ ਗੱਲ ਨੂੰ ਬਹੁਤ ਵੱਡਾ ਬਣਾ ਦਿੰਦਾ, ਤੁਹਾਡੇ ਨਾਲ ਕੋਈ ਇਦਾਂ ਦਾ ਜ਼ੋਨ ਹੋਇਆ ਤੁਸੀਂ ਮਤਲਬ ਵਿੱਚ ਨੀਂਦ ਦੇ ਵਿੱਚ ਉੱਠ ਕੇ ਬੈਠ ਗਏ, ਯਾਰ ਮੇਰਾ ਉਹ ਮਤਲਬ ਨਹੀਂ ਸੀਗਾ, ਯਾਰ ਆਈ ਮਿਸਅੰਡਰਸਟੂਡ, ਇਹ ਨਹੀਂ ਸੀਗਾ ਮੇਰਾ ਪੁਆਇੰਟ ਆਫ ਵਿਊ, ਕਦੇ ਕੋਈ ਵੀ ਸੀਰੀਅਸਲੀ ਮੇਰਾ ਅਜੇ ਅੱਜ ਤੱਕ ਨਹੀਂ ਏਦਾਂ ਦਾ ਕੋਈ ਏਦਾਂ ਦਾ ਸੀਨ ਨਹੀਂ ਆਇਆ ਹੈਗਾ, ਜਾਂ ਮੇਰੀ ਕੋਈ ਏਦਾਂ ਦੀ ਸਟੇਟਮੈਂਟ ਆਈ ਹੋਊਗੀ ਹਨਾ ਜਿਹਦੇ ਵਿੱਚ ਮੈਂ ਏਦਾਂ ਦਾ ਕੁਝ ਬੋਲਿਆ ਹੋਵੇ ਤੇ ਉਹ ਕੱਲ ਗਲਤ ਲੈ ਲਿਆ ਹੋਵੇ ਜਾਂ ਕਿਸੇ ਨੇ ਹਨਾ ਜਾਂ ਕੁਛ ਹੈ ਨਾ, ਆਈ ਡੋਨਟ ਨੋ, ਤੇ ਬਟ ਅੱਜ ਤੱਕ ਏਦਾਂ ਦਾ ਕੁਝ ਨਹੀਂ ਆਇਆ ਕਿ ਮੈਨੂੰ ਜੇ ਕੁਝ ਮੈਂ ਬੋਲਿਆ ਹੋਵੇ ਤੇ ਮੈਨੂੰ ਮੁੜ ਕੇ ਬੈਠ ਕੇ ਸੋਚਣਾ ਪਵੇ ਮੈਂ ਕੀ ਬੋਲਦਾ। ਸੋ ਕਰੋਨਾ ਫ੍ਰੀ ਖੰਘ ਗਿਆ, ਟੈਨਸ਼ਨ ਨਾ ਲਿਓ। ਮੈਂ ਜਾਣ ਕੇ ਵੀ ਖੰਘਦਾ ਨਾ ਕਈ ਵਾਰ ਇੰਟਰਵਿਊ ਦੇ ਵਿੱਚ, ਅੱਜ ਕੱਲ ਕੀ ਪਤਾ ਹਨਾ ਉਹ ਜ਼ਿਆਦਾ ਟ੍ਰੈਂਡ ਕਰ ਦੇਵੇ ਜੀ। ਸੋ ਮੇਰਾ ਨਹੀਂ ਬ్రో, ਮੇਰੇ ਸੀਰੀਅਸਲੀ ਮੈਂ ਬਹੁਤ ਤੋਲ ਕੇ ਬੋਲਦਾ, ਬਹੁਤ ਸੋਚ ਕੇ ਬੋਲਦਾ, ਤੇ ਅਜੇ ਤੱਕ ਏਦਾਂ ਦਾ ਕੁਝ ਨਹੀਂ ਹੋਇਆ, ਬਟ ਜੇ ਖੁਦਾ ਨਾ ਕਰਤਾ ਨਾ ਗਲਤੀ ਨਾਲ ਕਦੀ ਏਦਾਂ ਦੀ ਕੋਈ ਚੀਜ਼ ਵੀ ਹੋਊਗੀ ਤੇ ਮੈਂ ਅੱਗੇ ਆ ਕੇ ਹਨਾ, ਜੇ ਮੈਨੂੰ ਲੱਗਿਆ ਮੈਂ ਗਲਤ ਆ ਹਨਾ ਉਸ ਚੀਜ਼ ਕਰਕੇ ਮੈਨੂੰ ਨਹੀਂ ਬੋਲਣੀ ਚਾਹੀਦੀ ਸੀ ਉਹ ਚੀਜ਼, ਮੈਂ ਮਾਫੀ ਮੰਗਣ ਦੇ ਵਿੱਚ ਵੀ ਘਬਰਾਊਂਗਾ ਨਹੀਂ, ਜੇ ਮੈਂ ਗਲਤ ਹੋਊਂਗਾ ਤਾਂ ਮੈਂ ਮੰਨੂਗਾ, ਤੇ ਜੇ ਮੈਂ ਗਲਤ ਨਹੀਂ ਹੈਗਾ ਫਿਰ ਕੋਈ ਦੁਨੀਆ ਦੀ ਕੋਈ ਤਾਕਤ ਆ ਕੇ ਮੈਨੂੰ ਕਹਿ ਦੇਵੇ ਕਿ ਤੂੰ ਬੋਲ, ਤੂੰ ਗਲਤ ਹੈ, ਚਾਹੇ ਮੇਰੇ ਕਰੀਅਰ ਦੀ ਗੱਲ ਹੋਵੇ, ਚਾਹੇ ਉਹ ਕਿਸੇ ਚੀਜ਼ ਦੀ ਗੱਲ ਹੋਵੇ, ਮੈਂ ਜਿਹੜੀ ਚੀਜ਼ ਮੇਰੇ ਬਾਲਾਂ ਵਾਂਗੂ ਮੇਰੀ ਜ਼ੁਬਾਨ ਖੜੀ ਮੈਂ ਆਪਣੀ ਜ਼ੁਬਾਨ ਤੋਂ ਬਦਲੂੰਗਾ ਨਹੀਂ, ਮੇਰਾ ਉਹੀ ਆਨਸਰ ਹੋਊਗਾ ਨਾ ਹਮੇਸ਼ਾ। ਭਾਈ ਅੱਛਾ ਗੱਲ ਦੱਸੋ, ਮੈਂ ਜੇ ਪਿਛਲੇ 4 ਸਾਲ ਚੱਕ ਕੇ ਦੇਖਾਂ ਨਾ, ਜਿੰਨੀ ਸੁੱਖੀ ਨੇ ਕੋਲੈਬੋਰੇਸ਼ਨਸ ਕੀਤੀਆਂ, ਸੁੱਖੀ ਨੇ ਜਿੰਨੀ ਕੋਲੈਬੋਰੇਸ਼ਨ ਕੀਤੀ ਹੈ ਉਹ ਕਿਸੇ ਹੋਰ ਐਟਲੀਸਟ ਨਾਰਥ ਇੰਡੀਆ ਦੇ ਆਰਟਿਸਟ ਨੇ ਨਹੀਂ ਕੀਤੀ। ਹੁਣ ਰੀਜ਼ਨ ਕੀ ਹੈ? ਤੁਸੀਂ ਜੈਨੂਇਨਲੀ ਸੁੱਖੀ ਇਸ ਯਾਰਾਂ ਦਾ ਯਾਰ, ਜਾਂ ਫਿਰ ਸੁੱਖੀ ਨੂੰ ਲੱਗਦਾ ਚੱਲ ਯਾਰ ਕਿਤੇ ਦਾ ਭਲਾ ਹੋ ਜਾਏਗਾ, ਗਰੀਬ ਦਾ ਚੱਕ ਲੇਗਾ। ਨਹੀਂ ਯਾਰ ਮੈਂ ਤਾਂ ਕਹਿੰਦਾ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਹ ਇਹ ਸੋਚ ਕੇ ਕਰਨ ਕਿ ਇਹਦਾ ਭਲਾ ਹੋ ਜਾਏਗਾ ਵਿਚਾਰੇ ਦਾ ਨਾ, ਤੇ ਮੈਂ ਆਮ ਥੈਂਕਫੁਲ ਟੂ ਐਵਰੀਵਨ ਜਿਹਨਾਂ ਨੇ ਮੇਰੇ ਨਾਲ ਕੰਮ ਕੀਤਾ, ਚਾਹੇ ਉਹ ਨਿਊ ਕਮਰ ਸੀ, ਚਾਹੇ ਉਹ ਰਫਤਾਰ, ਚਾਹੇ ਬਾਦਸ਼ਾਹ ਭਾਜੀ ਹੈ ਨਾ,
ਚਾਹੇ ਬੋਹੀਮੀਆ ਬਾਜੀ ਆ, ਚਾਹੇ ਨੇਹਾ ਕੱਕਰ ਮੈਮ ਹਨਾ, ਤੇ ਚਾਹੇ ਆਸਤਾ, ਅਸੀਂ ਰੀਸੈਂਟ ਗਾਣਾ ਕੀਤਾ ਦੋਨਾਂ ਨੇ ਹਨਾ, ਵੀਡੀਓ ਬਣਾਈ ਤੇ ਮਤਲਬ ਮੇਰੇ ਵੱਲੋਂ ਇਹ ਆ ਕਿ ਸੀ ਮੈਂ ਇੱਕ ਸਿੰਗਰ ਦੇ ਨਾਲ ਨਾਲ ਆਈ ਐਮ ਏ ਮਿਊਜ਼ਿਕ ਡਾਇਰੈਕਟਰ ਐਜ਼ ਵੈਲ। ਸੋ ਮੈਂ ਸ਼ੁਰੂ ਤੋਂ ਪਹਿਲਾਂ ਮੈਂ ਆਪਣੇ ਗਾਣੇ ਨਹੀਂ ਕੀਤੇ, ਪਹਿਲਾਂ ਅਸੀਂ ਬਾਕੀ ਗਾਣੇ, ਸੋ ਜਿੱਦਾਂ ਆਪਾਂ ਗੱਲ ਕਰੀਏ ਇਹ ਕਿਹਦੇ ਗਾਣੇ ਆਏ ਸੀ ਹਨਾ, ਮੁੰਡਾ ਆਈਫੋਨ ਵਰਗਾ ਜਾਂ ਉਹ ਸਾਰੇ ਗਾਣੇ ਆਏ ਸੀਗੇ। ਤੇ ਉਸ ਤੋਂ ਬਾਅਦ ਇੱਕ ਐਲਬਮ ਕੀਤੀ ਸੀ ਆਪਾਂ ਜਿਹਦੇ ਵਿੱਚ ਬਾਵੇ ਭਾਈ ਦਾ ਗਾਣਾ ਸੀਗਾ ਜੱਟ ਦੀ ਅਕਲ, ਤੇ ਮਨਿੰਦਰ ਦਾ ਗਾਣਾ ਸੀਗਾ ਯਾਰੀ ਬੜੀ ਸੌਖੀ ਤੋੜ ਗਈ, ਤੇ ਫਿਰ ਇੱਕ ਅਸੀਂ ਗਾਣਾ ਕੀਤਾ ਸੀ ਸ਼ਹਿਰੀ ਭਾਜੀ ਦਾ ਹਨਾ, ਸਾਨੂੰ ਗੁਲਾਬ ਅੱਜ ਤਾਈਂ ਮਿਲਿਆ ਨਾ ਕਿਸੇ ਹਨਾ। ਤੇ ਆਪਾਂ ਮੈਂ ਸ਼ੁਰੂ ਤੋਂ ਅਸੀਂ ਏਦਾਂ ਕੰਮ ਕੀਤਾ ਕਿ ਅਸੀਂ ਕੋਲੈਬੋਰੇਸ਼ਨ ਕੀਤੀਆਂ। ਸੋ ਇੱਕ ਉਹ ਤੁਸੀਂ ਇਹ ਕਹਿ ਲਓ ਕਿ ਸਾਨੂੰ ਮਜ਼ਾ ਆਉਂਦਾ ਆ ਟੂ ਵਰਕ ਵਿਦ ਸਮਵਨ ਐਲਸ ਹਨਾ, ਤੁਹਾਨੂੰ ਇਹ ਨਵੀਆਂ ਚੀਜ਼ਾਂ ਪਤਾ ਲੱਗਦੀਆਂ, ਨਵਾਂ ਐਕਸਪੀਰੀਅੰਸ ਹੁੰਦਾ। ਸੋ ਅਜੇ ਤਾਂ ਬਹੁਤ ਕੋਲੈਬੋਰੇਸ਼ਨ ਆਨ ਦਾ ਵੇ ਆ। ਅੱਛਾ ਭਾਜੀ, ਪਰ ਕੋਈ ਜਿੱਦਾਂ ਤੁਸੀਂ ਗਾਣਾ ਬਣਾ ਕੇ ਐਜ਼ ਅ ਮਿਊਜ਼ਿਕ ਪ੍ਰੋਡਿਊਸਰ ਕਿਸੇ ਨੂੰ ਦੇਤਾ ਹੈ ਨਾ, ਤੇ ਹੁਣ ਤੁਸੀਂ ਗਾਣੇ ਵੀ ਕਰ ਰਹੇ ਹੋ, ਕੋਈ ਇਦਾਂ ਦਾ ਗਾਣਾ ਤੁਸੀਂ ਅੱਜ ਲੱਗਦਾ ਤੁਹਾਨੂੰ ਕਿ ਯਾਰ ਮੈਂ ਹੀ ਕਰਨਾ ਸੀ ਯਾਰ, ਉਹ ਹਿੱਟ ਸੀਗਾ, ਮੈਂ ਕਰਨਾ ਚਾਹੀਦਾ ਸੀ, ਮੈਂ ਕਿਸੇ ਨੂੰ ਕਿਉਂ ਦੇਤਾ? 100% ਹੋਣੇ ਇਦਾਂ ਦੇ ਗਾਣੇ, ਮੈਂ ਕਹਿ ਰਿਹਾ 100%। ਦੇਖੋ ਮੈਂ ਤਾਂ ਆਪਣੇ ਗਾਣੇ ਦੀ ਗੱਲ ਨਹੀਂ, ਮੈਂ ਤਾਂ ਬਾਕੀਆਂ ਦੇ ਵੀ ਜਿੱਦਾਂ ਕੋਈ ਆਉਂਦੇ ਮੈਂ ਉਹ ਵੀ ਸੋਚ ਲੈਣਾ ਕਾਸ਼ ਮੈਂ ਕੀਤਾ ਹੁੰਦਾ। ਸੋ ਇੰਨੀ ਕੋਈ ਟੈਨਸ਼ਨ ਨਹੀਂ ਹੈਗੀ, ਬਹੁਤ ਗਾਣੇ ਨੇ ਏਦਾਂ ਦੇ ਜਿਹੜੇ ਮੈਨੂੰ ਲੱਗਦਾ ਸੀਗਾ ਮੈਂ ਵੀ ਕਰ ਸਕਦਾ ਸੀਗਾ। ਬਟ ਆਪਾਂ ਜਦ ਵੀ ਬੈਠਦੇ ਨਾ, ਦੇਖੋ ਮੈਂ ਜਾਨੀ ਅਸੀਂ ਸਟੂਡੀਓ ਬੈਠਦੇ ਨਾ ਸਾਰੇ, ਅਸੀਂ ਜੇ ਜੱਸੀ ਭਾਜੀ ਲਈ ਬੈਠਦੇ ਆ ਨਾ, ਆਪਾਂ ਜੱਸੀ ਭਾਜੀ ਲਈ ਬੈਠਦੇ ਆ ਕਿ ਅੱਜ ਜੋ ਗਾਣਾ ਬਣਨਾ ਜੱਸੀ ਭਾਜੀ ਦਾ। ਸੋ ਮੋਸਟਲੀ ਆਰਟਿਸਟ ਵੀ ਸਾਡੇ ਕੋਲ ਅਵੇਲੇਬਲ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੈ ਇਹ ਬੰਦੇ ਬੜੇ ਖਰਾਬ ਆ, ਜਿਹਨਾਂ ਤੋਂ ਜ਼ਿਆਦਾ ਵਧੀਆ ਬਣਿਆ ਇਹਨਾਂ ਨੇ ਰੱਖ ਲੈਣਾ, ਇਹਨਾਂ ਨੇ ਦੇਣਾ ਨਹੀਂ ਹੈਗਾ, ਤਾਂ ਹਮੇਸ਼ਾ ਆਰਟਿਸਟ ਸਾਡੇ ਕੋਲ ਅਵੇਲੇਬਲ ਹੀ ਹੁੰਦਾ ਹੈ ਨਾ। ਪਰ ਭਾਜੀ ਆਰਟਿਸਟ ਨਾਲ ਸੈਲਫਿਸ਼ ਤਾਂ ਹੁੰਦਾ ਹੈ, ਮਤਲਬ ਅੱਛੇ ਤਰੀਕੇ ਨਾਲ ਸੈਲਫਿਸ਼ ਹੁੰਦਾ ਹੈ, ਪਰ ਕਈ ਵਾਰ ਇਦਾਂ ਗਾਣਾ ਜਿਸ ਤਰ੍ਹਾਂ ਕੋਕਾ ਗਾਣਾ ਹੈ, ਮੈਂ ਕਹਿ ਰਿਹਾ ਇਨਮੈਨ ਲਵ ਜਿੰਨੇ ਉਸ ਤੇ ਟਿਕਟੌਕ ਬਣੀ ਹੈ, ਵੀਡੀਓਜ਼ ਬਣੀਆਂ, ਉਹ ਮੈਨੂੰ ਲੱਗਦਾ ਕਿਸੇ ਹੋਰ ਗਾਣੇ ਤੋਂ ਬਣੀਆਂ ਹੋਣਗੀਆਂ। ਬਿਲਕੁਲ ਜੀ। ਜੇ ਹੁਣ ਤੁਸੀਂ ਕੋਕਾ ਗਾਣਾ ਕਿਸੇ ਨੇ ਬਣਾ ਰਹੇ ਹੁੰਦੇ, ਐਨੀ ABCD ਆਰਟਿਸਟ ਕੋਈ ਵੀ, ਔਰ ਉਹ ਗਾਣਾ ਇੰਨਾ ਵਧੀਆ ਬਣ ਜਾਂਦਾ, ਸਾਰੀ ਮਿਹਨਤ ਤੁਸੀਂ ਕੀਤੀ ਹੈ, ਠੀਕ ਹੈ, ਇੱਕ ਵਾਰੀ ਤਾਂ ਅੰਦਰੋਂ ਜ਼ਰੂਰ ਆਇਆ ਹੋਣਾ ਕੀ ਕਰਤਾ ਯਾਰ ਮੈਂ ਕਰਨਾ ਸੀਗਾ ਯਾਰ। ਬਟ ਆਬਵੀਅਸਲੀ ਦੇਖੋ ਥੋੜਾ ਸੈਲਫਿਸ਼ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਵੱਲ ਦੇਖਣਾ, ਆਪਣੇ ਕਰੀਅਰ ਲਈ ਦੇਖਣਾ। ਐਟ ਦਾ ਐਂਡ ਆਪਾਂ ਸਾਰਿਆਂ ਲਈ ਕੰਮ ਕਰ ਰਹੇ ਹਾਂ, ਬਟ ਸਭ ਤੋਂ ਜ਼ਿਆਦਾ ਬੰਦਾ ਜੇ ਉਹ ਇਨਸਾਨ ਕੰਮ ਕਰਦਾ ਜਾਂ ਮਿਹਨਤ ਕਰਦਾ ਉਹ ਆਪਣੇ ਆਪ ਲਈ ਕਰਦਾ, ਤੇ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਕਹਿਣ ਦੇ ਵਿੱਚ। ਤੇ ਆਬਵੀਅਸਲੀ ਮੈਨੂੰ ਦੁੱਖ ਹੁੰਦਾ, ਬਟ ਦੇਖੋ ਫਿਰ ਐਟ ਦਾ ਐਂਡ ਅਸੀਂ ਜਿੱਦਾਂ ਨਿਕਲੇ ਕਰੰਟ ਦਾ ਐਗਜ਼ਾਮਪਲ ਲੈ ਲੈਣਾ, ਨਿਕਲੇ ਕਰੰਟ ਆਇਆ, ਇੰਨਾ ਹਿੱਟ ਹੋਇਆ, ਤੇ ਮੈਨੂੰ ਜੱਸੀ ਭਾਜੀ ਨੂੰ ਮਤਲਬ ਜਾਨੀ ਤੱਕ ਨੂੰ ਸਾਨੂੰ ਸਾਰਿਆਂ ਨੂੰ ਇੰਨਾ ਨਹੀਂ ਪਤਾ ਸੀ ਕਿ ਇੰਨਾ ਵੱਡਾ ਗਾਣਾ ਆ ਜਾਊਗਾ। ਸੋਚਦੇ ਕਿ ਉਹੀ 40 ਮਿਲੀਅਨ 50 ਮਿਲੀਅਨ ਨਾ, ਆਪਾਂ ਇਹ ਸੋਚਿਆ ਯਾਰ, ਬਟ ਉਹ ਗਾਣਾ ਇੰਨਾ ਵੱਡਾ ਬਣ ਗਿਆ ਨਾ, ਮੁੜ ਕੇ ਅਸੀਂ ਸੋਚਿਆ ਯਾਰ ਕਾਸ਼ ਆ ਨਾ ਮੈਂ ਕਰਨ ਦਾ। ਬਟ ਉਹੀ ਗੱਲ ਦੇਖੋ ਉਹ ਉਹਨਾਂ ਦੇ ਕਰਮਾਂ ਦਾ, ਉਹਨਾਂ ਦਾ ਗਾਣਾ ਸੀਗਾ, ਉਹਨਾਂ ਨੂੰ ਮਿਲਿਆ। ਉਸ ਤੋਂ ਬਾਅਦ ਜਿਹੜਾ ਮੇਰਾ ਗਾਣਾ ਆ ਕੋਕਾ ਬਣ ਗਿਆ, ਉਹ ਮੈਨੂੰ ਮਿਲ ਗਿਆ ਨਾ, ਤੇ ਉਹ ਮੇਰੇ ਵੱਲ ਆ ਗਿਆ। ਸੋ ਜਿਹਦਾ ਜਿੱਥੇ ਲਿਖਿਆ ਹੋਇਆ ਵਾ ਨਾ ਦਾਣਾ ਪਾਣੀ ਜਿਹੜੇ ਗਾਣੇ ਨਾਲ, ਉਹਦੇ ਕੋਲ ਮਿਲ ਜਾਂਦਾ ਜਾ ਕੇ। ਨਿਕਲੇ ਕਰੰਟ ਤੋਂ ਤਾਂ ਮੈਨੂੰ ਲੱਗਦਾ ਸਾਲ ਪਹਿਲਾਂ ਬਣਿਆ ਸੀ, ਆਇਆ ਵੀ ਸਾਲ ਬਾਅਦ ਹੀ ਹੈ ਨਿਕਲੇ ਕਰੰਟ, ਸ਼ੂਟ ਸ਼ਾਟ ਤਾਂ ਇੱਕ ਸਵਾ ਸਾਲ ਪਹਿਲਾਂ। ਕਈ ਗਾਣੇ ਦੇ ਨਾਲ ਬਹੁਤ ਟਰਬਲ ਹੁੰਦੇ ਆ ਜਦਾਂ, ਉਹ ਗਾਣਾ ਕੀਤਾ ਆਪਾਂ, ਉਹ ਭਾਜੀ ਨੂੰ ਸ਼ੂਟ ਕਰਨ ਗਏ ਥਾਈਲੈਂਡ, ਉੱਥੇ ਜਾ ਕੇ ਤੂਫਾਨ ਆ ਗਿਆ, ਉਹ ਸ਼ੂਟ ਨਹੀਂ ਪੂਰਾ ਹੋਇਆ, ਨੁਕਸਾਨ ਹੋ ਗਿਆ, ਵਾਪਸ ਆਉਣਾ ਪਿਆ। ਫਿਰ ਲਟਕੀ ਆ ਗਾਣਾ, ਫਿਰ ਭਾਜੀ ਉਹਨੇ ਆਪਣੇ ਆਪ ਇਨਵੈਸਟ ਕਰਕੇ ਇੱਥੋਂ ਵੀਡੀਓ ਕੀਤੀ ਹਨਾ, ਅੱਧੀ ਪਚੱਧੀ ਜਿਹੜੀ ਵੀਡੀਓ ਰਹਿ ਗਈ ਸੀ ਥੋੜੀ ਬਹੁਤ ਨਾ, ਫਿਰ ਉਹਨੇ ਬਾਜੂ ਕੀਤੀ। ਉਹ ਕਹਿੰਦੇ ਨਾ ਕਿ ਕਈ ਵਾਰੀ ਜੇ ਚੀਜ਼ ਬਹੁਤ ਜ਼ਿਆਦਾ ਡਿਲੇ ਹੁੰਦੀ ਨਾ, ਸਮਟਾਈਮਸ ਉਹ ਨਾ ਜਿਹਨਾਂ ਨੇ ਬਣਾਈ ਹੁੰਦੀ ਹੈ ਉਹ ਚੀਜ਼, ਉਹਨਾਂ ਨੂੰ ਚੀਜ਼ ਉਹਨਾਂ ਲਈ ਕਿਉਂਕਿ ਫਰੈਸ਼ ਨਹੀਂ ਰਹਿੰਦੀ ਹੈ, ਕਿ ਉਹਨਾਂ ਨੂੰ ਲੱਗਣ ਲੱਗ ਪੈਂਦਾ ਕਿ ਬਸ ਚੱਲ ਨਾਰਮਲ ਹੀ ਆ ਨਾ, ਪਰ ਉਹ ਜਦ ਲੋਕਾਂ ਲਈ ਆਉਂਦੀ ਹੈ, ਲੋਕਾਂ ਲਈ ਸਟਿਲ ਫਰੈਸ਼ ਹੁੰਦੀ ਹੈ। ਸੋ ਸਾਡੇ ਨਾਲ ਉਹ ਗਾਣੇ ਦਾ ਉਹ ਐਕਸਪੀਰੀਅੰਸ ਹੈਗਾ ਭਾਈ। ਅੱਛਾ ਥੱਲੇ ਨਾ ਬਹੁਤ ਸਾਰੇ ਸਵਾਲ ਆ ਰਹੇ, ਕੋਲੈਬੋਰੇਸ਼ਨ ਦੀ ਆਪਾਂ ਗੱਲ ਕੀਤੀ, ਲੋਕਾਂ ਨੇ ਚੱਕ ਲਈ, 2 ਕੋਲੈਬੋਰੇਸ਼ਨ ਰਹਿ ਗਈਆਂ, ਤੁਸੀਂ ਸਾਰਿਆਂ ਨਾਲ ਕੀਤੀਆਂ ਕੋਲੈਬੋਰੇਸ਼ਨ, ਬਾਦਸ਼ਾਹ, ਨੇਹਾ ਕੱਕੜ, ਰਫਤਾਰ ਸਭ, ਇੱਕ ਹਨੀ ਸਿੰਘ ਭਾਜੀ ਰਹਿ ਗਏ, ਮੈਂ ਤੁਹਾਨੂੰ ਦੇਖਿਆ ਸੀ ਬਰਥਡੇ ਪਾਰਟੀ ਤੇ ਵੀ ਗਏ ਸੀਗੇ ਤੁਸੀਂ, ਤੇ ਇੱਕ ਰਹਿ ਗਿਆ ਜੀ ਸਿੱਧੂ ਮੂਸੇਵਾਲਾ। ਹਾਂਜੀ, ਕੀ ਸਟੇਟਸ ਕੀ ਹੈ, ਚੱਲ ਰਹੀ ਹੈ ਗੱਲਬਾਤ, ਗੱਲ ਚੱਕੋਗੇ ਹਜੇ ਕੀ ਹੈ? ਨਹੀਂ ਆਲਰੇਡੀ ਸਿੱਧੂ ਵੀਰੇ ਨਾਲ ਤਾਂ ਮੈਂ ਲਾਸਟ ਟਾਈਮ ਅਸੀਂ ਸਟੂਡੀਓ ਬੈਠੇ ਸੀ, ਅਸੀਂ 1-2 ਗਾਣਿਆਂ ਦੇ ਆਈਡੀਆ ਤੇ ਕੰਮ ਕੀਤਾ ਸੀਗਾ ਹਨਾ, ਤੇ ਬਸ ਅਜੇ ਵੀ ਆਪਾਂ ਉਹ ਚੀਜ਼ਾਂ ਤੇ ਵਰਕ ਕਰਦੇ ਪਏ ਸੀ। ਫਿਰ ਮੈਂ ਵੀ ਸਟਕ ਹੋ ਗਿਆ, ਬਿਜ਼ੀ ਹੋ ਗਿਆ, ਵੀਰਾ ਬਾਹਰ ਚਲਾ ਗਿਆ, ਤੇ ਸ਼ੋਜ਼ ਦੇ ਵਿੱਚ ਕਦੀ ਉਹ ਆਉਂਦੇ ਆ, ਉਹ ਫਸੇ ਹੁੰਦੇ ਆ ਯਾਰ, ਕਦੀ ਅਸੀਂ ਫਸੇ ਹੁੰਦੇ ਆ, ਟਾਈਮ ਹੁੰਦਾ ਹੀ ਨਹੀਂ ਹੈਗਾ ਹਨਾ। ਤੇ ਹੁਣ ਵੀ ਮੈਂ ਰੀਸੈਂਟਲੀ ਬੀਟ ਭੇਜੀ ਹੈ ਵੀਰੇ ਨੂੰ, ਕਹਿੰਦੇ ਕਿ ਮੈਂ ਉਹਦੇ ਪਰ ਕਰ ਰਿਹਾ ਕੰਮ ਹਨਾ। ਤੇ ਬਰੋ ਦੇਖੋ ਮੈਂ ਆਈ ਐਮ ਅ ਕਾਈਂਡ ਆਫ ਪਰਸਨ, ਮੈਂ ਤਾਂ ਸਾਰਿਆਂ ਨਾਲ ਕੰਮ ਕਰ ਰਿਹਾ ਹਨਾ, ਤੇ ਮੇਰਾ ਨਾਲੇ ਮੈਨੂੰ ਅਗਰ ਮੈਂ ਦਿਲੋਂ ਕਿਸੇ ਨਾਲ ਚਾਹਨਾ ਹੋਵੇ ਤਾਂ ਮੈਨੂੰ ਇਹ ਚੀਜ਼ 'ਚ ਕੋਈ ਸ਼ਰਮ ਨਹੀਂ ਹੈਗੀ ਟੂ ਆਸਕ ਸਮਵਨ, ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ। ਟੂ ਆਰਟਿਸਟ ਇਹ ਟਾਕ ਹੁੰਦੀ ਹੈ, ਰਿਸਪੈਕਟ ਹੁੰਦੀ ਹੈ ਇੱਕ ਦੂਸਰੇ ਦੀ, ਤੇ ਜਿਹੜੇ ਬੰਦੇ ਕਾਮਯਾਬ ਜਾਣਦੇ ਆ ਚੀਜ਼ ਨੂੰ। ਤੇ ਹਨੀ ਭਾਜੀ ਦੇਖੋ, ਹਨੀ ਭਾਜੀ ਨੂੰ ਆਪਾਂ ਸ਼ੁਰੂ ਤੋਂ ਦੇਖਦੇ ਆ ਹਨਾ, ਤੇ ਕਾਫੀ ਇੰਸਪਾਇਰਡ ਵੀ ਰਹੇ ਉਹਨਾਂ ਦੇ ਕੰਮ ਤੋਂ ਨਾ। ਤੇ ਮੈਂ ਮਿਲਿਆ ਭਾਜੀ ਨੂੰ ਹਨਾ, ਭਾਜੀ ਨੇ ਵੀ ਮੈਨੂੰ ਕਿਹਾ ਕਿ ਤੂੰ, ਭਾਜੀ ਨੇ ਇੰਟਰੋਡਿਊਸ ਆਪਣੇ ਮਮ ਨਾਲ ਮੈਨੂੰ ਏਦਾਂ ਕਰਾਇਆ ਕਿ ਇਹ ਸਾਡਾ ਸੁਪਰਸਟਾਰ ਹੈ। ਮੈਨੂੰ ਬੜਾ ਵਧੀਆ ਲੱਗਿਆ ਨਾ ਕਿ ਯਾਰ ਇੱਕ ਬੰਦਾ ਜਿਹਨੂੰ ਅਸੀਂ ਦੇਖ ਕੇ ਹਨਾ ਗਰੋ ਅਪ ਕੀਤਾ ਹੈ ਜੀ, ਉਹਨੂੰ ਉਤੋਂ ਇੰਸਪਾਇਰਡ ਆ ਨਾ। ਤੇ ਕਰੋਨਾ ਫ੍ਰੀ ਫਨ
ਮੈਂ ਤਾਂ ਲਿਫਟ ਚੋਂ ਪੈਰ ਵੀ ਨਹੀਂ ਥੱਲੇ ਪਾਇਆ, 2 ਮਹੀਨੇ ਹੋ ਗਏ, ਮੇਰੇ ਤੇ ਸ਼ੱਕ ਨਾ ਕਰੋ। ਠੀਕ ਹੈ ਭਾਜੀ ਮੈਂ ਅਜੇ ਕਦੀ ਗਾਣੇ ਦੀ ਗੱਲ ਨਹੀਂ ਕੀਤੀ ਹੈ ਨਾ ਭਾਜੀ ਦੇ ਨਾਲ, ਜਿੰਨੇ ਚਿਰ ਮੇਰੇ ਕੋਲ ਕਦੀ ਕੋਈ ਇਦਾਂ ਦਾ ਗਾਣਾ ਨਹੀਂ ਬਣਿਆ ਜਦ ਤੱਕ, ਹਨਾ ਮੈਨੂੰ ਲੱਗਦਾ ਕਿ ਭਾਜੀ ਹੈ ਨਾ ਇਹ ਭਾਜੀ ਲਈ ਗਾਣਾ ਹੈਗਾ ਤੇ ਭਾਜੀ ਇਹਦੇ ਵਿੱਚ ਰੈਪ ਕਰਨ, ਉਨੇ ਚਿਰ ਮੈਂ ਕਦੀ ਪੁੱਛ ਵੀ ਨਹੀਂ ਕਰੂੰਗਾ। ਸੋ ਆਈ ਵਿਲ ਵਰਕ ਔਨ ਸਮਥਿੰਗ। ਜਦ ਵੀ ਮੈਨੂੰ ਲੱਗਾ ਕਿ ਆਹ ਚੀਜ਼ ਬਣ ਗਈ ਹੈ ਫਾਈਨਲੀ ਹੈ ਨਾ, ਮੈਂ ਭਾਈ ਨਾਲ ਜਾ ਕਰ ਕਰਾਂ ਤੇ ਮੈਂ ਜ਼ਰੂਰ ਕਰੂੰਗਾ। ਥੱਲੇ ਕਮੈਂਟ ਕੀਤਾ ਕਿਸੇ ਨੇ ਗੁਰੂ ਨਾਲ, ਮੈਂ ਗੁਰੂ ਦਾ ਜਿਹੜਾ ਪਹਿਲੇ ਗਾਣਾ ਸੀਗਾ ਸਾਨੂੰ ਛੱਡ ਗਈ ਤੂੰ ਅੱਧ ਵਿਚਕਾਰ, ਉਹ ਵੀ ਗੁਰੂ ਗੜਸ਼ੰਕਰ ਆਇਆ ਸੀਗਾ ਦਿੱਲੀ ਤੋਂ ਹਨਾ, ਮੈਨੂੰ ਯਾਦ ਆ। ਤੇ ਗੜਸ਼ੰਕਰ ਮੈਂ ਉਹਨੂੰ ਲੈਣ ਗਿਆ ਸੀ ਨਵਾਂ ਸ਼ਹਿਰ ਤੋਂ, ਫਿਰ ਗੜਸ਼ੰਕਰ ਅਸੀਂ ਗਾਣਾ ਬਣਾਇਆ ਸੀਗਾ ਉਹ। ਫਿਰ ਗਾਣਾ ਮਿਕਸ ਮਾਸਟਰ ਕਰਾਉਣ ਲਈ ਮੈਂ ਦਿੱਲੀ ਆਇਆ ਸੀਗਾ, ਅਸੀਂ ਆਟੋ 'ਚ ਟਰੈਵਲ ਕੀਤਾ ਸੀਗਾ। ਉਹ ਯੈਸਾਸ ਕੋਈ ਪਤਾ ਇੱਕ ਜਗ੍ਹਾ ਤੋਂ ਅਸੀਂ ਦੂਸਰੀ ਜਗ੍ਹਾ ਜਾਣਾ ਸੀ ਗਾਣਾ ਮਿਕਸ ਕਰਾਉਣ, ਤੇ ਅਸੀਂ ਆਟੋ ਦੇ ਵਿੱਚ ਗਏ ਸੀ। ਮੈਂ ਉਹ ਗੱਲਾਂ ਯਾਦ ਕਰਦਾ ਹੁੰਦਾ ਕਿ ਉਹ ਬੰਦੇ ਨੇ ਵੀ ਕਿੰਨੀ ਮਿਹਨਤ ਕੀਤੀ, ਕੁਝ ਮੈਨੂੰ ਪਤਾ ਵਾ ਉਹਨੇ ਕਿੰਨੀ ਮਿਹਨਤ ਕੀਤੀ, ਕਿੰਨਾ ਹਾਰਡ ਵਰਕ ਕੀਤਾ ਨਾ। ਮੈਂ ਤਾਂ ਜਸਟ ਐਜ਼ ਅ ਮਿਊਜ਼ਿਕ ਡਾਇਰੈਕਟਰ ਕੰਮ ਕਰਦਾ ਸੀ, ਬਟ ਗੁਰੂ ਉਸ ਟਾਈਮ ਜਾ ਕੇ ਸ਼ੋਜ਼ ਵੀ ਕਰਦਾ ਸੀਗਾ ਤੇ ਹਨਾ ਇਹਨਾਂ ਚੀਜ਼ਾਂ ਨੂੰ ਵੀ ਮੈਨੇਜ ਕਰਦਾ ਸੀ, ਆਪਣਾ ਦਿੱਲੀ ਰਹਿਣਾ ਵੀ ਮੈਨੇਜ ਕਰਦਾ ਸੀਗਾ ਹਨਾ। ਸੋ ਤੇ ਉਹਦੇ ਨਾਲ ਵੀ ਹੁਣ ਕਾਫੀ ਮੁਲਾਕਾਤ ਕਿੱਦਾਂ ਹੋਈ ਸੀ ਗੁਰੂ ਭਾਜੀ ਨਾਲ? ਮੁਲਾਕਾਤ ਕਿੱਦਾਂ ਹੋਈ ਸੀ? ਮੈਂ ਗਾਣਾ ਬਣਾਇਆ ਸੀਗਾ, ਮੈਨੂੰ ਹੁਣ ਗਾਣਾ ਵੀ ਨਹੀਂ ਯਾਦ, ਉਹਦਾ ਨਾਮ ਨਹੀਂ ਹੈਗਾ ਯਾਦ ਗਾਣੇ ਦਾ, ਪੰਜਾਬੀ ਗਾਣਾ ਸੀ, ਬਟ ਨਾ ਉਹਦੀ ਪ੍ਰੋਡਕਸ਼ਨ ਬਹੁਤ ਪਸੰਦ ਆਈ ਸੀ ਗੁਰੂ ਨੂੰ ਹਨਾ। ਗਾਣਾ ਇੰਨਾ ਚੱਲਿਆ ਨਹੀਂ ਸੀਗਾ, ਉਹ ਅਸੀਂ ਆਡੀਓ ਕੀਤੀ ਸੀ, ਬਟ ਉਹਨਾਂ ਪ੍ਰੋਡਕਸ਼ਨ ਬਹੁਤ ਪਸੰਦ ਆਈ ਤੇ ਫਿਰ ਗੁਰੂ ਦਾ ਫੋਨ ਆਇਆ ਸੀਗਾ ਕਿ ਮੈਂ ਗਾਣਾ ਕਰਨਾ ਹਨਾ। ਤੇ ਫਿਰ ਅਸੀਂ ਕਿਹਾ ਵੀਰੇ ਆ ਜਾਓ ਹਨਾ, ਕੋਈ ਚੱਕਰ ਹੀ ਨਹੀਂ ਆਇਆ। ਤੇ ਗੁਰੂ ਆਇਆ ਤੇ ਹੀ ਇਜ਼ ਅ ਵੈਰੀ ਟੈਲੈਂਟਡ ਪਰਸਨ ਹਨਾ। ਮੈਂ ਦੇਖਿਆ ਉਹਨੂੰ ਹਨਾ, ਮੈਂ ਤਾਂ ਜਦੋਂ ਉਹਨੂੰ ਮਿਲਿਆ ਉਸ ਤੋਂ 1 ਸਾਲ ਪਹਿਲਾਂ 2 ਸਾਲ ਪਹਿਲਾਂ ਤਾਂ ਸਟਰਗਲ ਕਰ ਰਿਹਾ ਸੀਗਾ ਹਨਾ। ਸੋ ਮੈਂ ਤਾਂ ਦੇਖਿਆ ਕਿ ਉਹਨੇ ਕਿੰਨੀ ਮਿਹਨਤ ਕੀਤੀ। ਐਂਡ ਸੀ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਹੈ ਨਾ ਉਹੀ ਕਿਸੇ ਇੰਨੇ ਵੱਡੇ ਮੁਕਾਮ ਤੇ ਜਾ ਕੇ ਬੈਠ ਸਕਦਾ। ਜਿਹੜੇ ਬੰਦੇ ਤੁੱਕੇ ਵਾਲੇ ਹੁੰਦੇ ਆ ਕੁਛ ਹੁੰਦੇ, ਉਹ 1 ਗਾਣਾ 2 ਗਾਣਾ ਫਿਰ ਉਸ ਤੋਂ ਬਾਅਦ ਗਾਇਬ ਹੋ ਜਾਂਦੇ, ਨਹੀਂ ਦੇਖਦੇ ਹੈਗੇ। ਬਟ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਤੇ ਬਹੁਤ ਮਿਹਨਤ ਕੰਟੀਨਿਊ ਕਰਨੀ ਪੈਂਦੀ ਹੈ। ਰਾਈਟ ਸੁਪਰ ਭਾਈ। ਅੱਛਾ ਇੱਕ ਹੋਰ ਗੱਲ ਦੱਸੋ, 2019 ਜਿਹੜਾ ਨਿਕਲਿਆ, ਕਿਉਂਕਿ 2020 ਤੱਕ ਕੰਮ ਹੀ ਬਹੁਤ ਘੱਟ ਹੋਇਆ, 2 ਮਹੀਨਾ ਕੰਮ ਹੋਇਆ ਸੀ ਫਿਰ ਸਭ ਬੰਦ हो गया। 2019 ना साल ऑफ इट वाज अ ईयर ऑफ रीमेक्स, सिर्फ रीमेक बने उस साल में पूरे के पूरे। अच्छा लोग कुछ कह रहे हैं हिंदी में भी बात करो, अच्छा ठीक है, अच्छा हिंदी में बात करते हैं यार, मेरी हिंदी अच्छी तो 2019 में रीमेक बहुत बने बॉलीवुड में। हमने सारे पंजाबी आर्टिस्ट को देख लिया, सबने बॉम्बे में घर घुर देखने शुरू कर दिया, 3 BHK 2 BHK ले भी लिया एक दो ने, सिर्फ एक सुखी रह गया। और मेरे को अफसोस है क्योंकि मैं आपको 5 साल से जानता हूँ, इतने बड़े बड़े हिट गाने दिए हैं वो बॉलीवुड में होने चाहिए थे। आज क्या स्टेटस है, जैगुआर है, आई नीड है, इतने गाने हैं। ਇਹਦਾ ਮੈਂ ਸਿੰਪਲ ਜਿਹਾ ਆਨਸਰ ਦਿੰਦਾ ਬਿਲਕੁਲ ਬਿਲਕੁਲ ਆਉਣਗੇ, ਠੀਕ ਹੈ। ਅਜੇ ਤੇ ਤੁਸੀਂ ਕਿਹਾ ਨਾ 2019 ਸਾਰਿਆਂ ਦੇ ਆ ਗਏ, ਹੁਣ ਭੀੜ ਦੇ ਆ ਗਏ, ਸਾਰੀ ਭੀੜ ਨੇ ਕਰ ਲਏ ਆ। ਹੁਣ ਜਦ ਭੀੜ ਹਟ ਜੂਗੀ ਫਿਰ ਮੈਂ ਉਦੋਂ ਕੱਢੂਗਾ। ਦੇਖੋ ਕੋਈ ਕਾਲੀ ਨਹੀਂ ਆ, ਦੇਖੋ ਮੈਂ ਨਾ ਕੋਈ ਕਾਲੀ ਨਹੀਂ ਹੈਗੀ ਮੈਨੂੰ। ਦੇਖੋ ਮੈਨੂੰ ਪਤਾ ਅੱਜ ਮੇਰੇ ਕੋਲ ਬਹੁਤ ਲੰਬਾ ਕਰੀਅਰ ਪਿਆ ਆ, ਠੀਕ ਹੈ। ਅਜੇ ਮੈਨੂੰ ਲੱਗਦਾ ਮੇਰਾ 10 ਸਾਲ ਦਾ ਕਰੀਅਰ ਦਾ ਬਹੁਤ ਛੋਟਾ ਟਾਈਮ ਹੈ, ਅਜੇ ਬਹੁਤ ਲੰਬਾ ਕਰੀਅਰ ਪਿਆ ਆ ਹਨਾ। ਤੇ ਅਜੇ ਬਹੁਤ ਕੁਝ ਕਰਨਾ ਤੇ ਬਟ ਆਈ ਐਮ ਮੋਰ, ਮੈਨੂੰ ਏਦਾਂ ਲੱਗਦਾ ਕਿ ਮੈਨੂੰ ਰੀਮਿਕਸ ਤੋਂ ਜ਼ਿਆਦਾ ਆਈ ਵਾਂਟ ਕਿ ਮੇਰੇ ਨਾਲ ਕੁਝ ਫਰੈਸ਼ ਚੀਜ਼ਾਂ ਆਵੇ। ਆਈ ਡੋਂਟ ਵਾਂਟ ਟੂ ਡੂ ਦ ਰੀਮਿਕਸਿਸ ਐਂਡ ਮੇਰੀ ਪ੍ਰਾਇੋਰਟੀ ਨਹੀਂ ਹੈਗੀ ਹੈ ਨਾ। ਤੇ ਮੈਨੂੰ ਕਾਫੀ ਗਾਣੇ ਆਏ ਆ, ਓਨੈਸਟਲੀ ਆਏ ਆ, ਸਾਰਿਆਂ ਨੂੰ ਪਤਾ ਆ, ਅਸੀਂ ਸ਼ੇਅਰ ਕਰਦੇ ਰਹਿੰਦੇ ਆ ਗੱਲਾਂ ਨਾ। ਤੇ ਓਬਵੀਅਸਲੀ ਤੁਸੀਂ ਵੀ ਇੰਨਾ ਸਮਝਦੇ ਹੋ ਕਿ ਮੈਨੂੰ ਓਬਵੀਅਸਲੀ ਅਪਰੋਚ ਆਈ, ਮੈਂ ਟੀ ਸੀਰੀਜ਼ ਨਾਲ ਕੰਮ ਕਰਦਾ, ਮੈਂ ਸੋਨੀ ਨਾਲ ਕੰਮ ਕਰਦਾ, ਤੇ ਮੈਨੂੰ ਉਹਨਾਂ ਨੇ ਪੁੱਛਿਆ ਨਹੀਂ ਹੋਊਗਾ ਰੀਮਿਕਸ ਬਣਾਉਣ ਨੂੰ ਜਾਂ ਕੋਈ ਮੈਨੂੰ ਗਾਣਾ ਨਹੀਂ ਆਇਆ ਹੋਊਗਾ। ਬਟ ਕਹਿੰਦੇ ਨਾ ਜਿੰਨੇ ਸਾਡੇ ਦਿਲੋਂ ਨਹੀਂ ਆਵਾਜ਼ ਆਉਂਦੀ ਤੁਸੀਂ ਇਹ ਚੀਜ਼ ਪਸੰਦ ਨਹੀਂ ਕਰ ਰਹੇ ਆ ਜਾਂ ਐਵੇਂ ਕਾਈਂਡ ਆਫ ਪਰਸਨ ਮੈਂ ਨਹੀਂ ਕਰਦਾ ਉਹਨੇ ਟਾਈਮ। ਮੈਨੂੰ ਅਜੇ ਤੱਕ ਉਹ ਆਵਾਜ਼ ਹੀ ਨਹੀਂ ਆਈ, ਮੈਨੂੰ ਲੱਗਿਆ ਨਹੀਂ ਕਿ ਮੇਰੇ ਮਤਲਬ ਦੀ ਚੀਜ਼ ਨਹੀਂ। ਮੈਂ ਉਹਨੇ ਚਿਰ ਗਾਣਾ ਨਹੀਂ ਕੱਢਿਆ ਸੀਗਾ ਐਜ਼ ਅ ਸਿੰਗਰ ਜਿੰਨੇ ਚਿਰ ਨਾ ਮੈਨੂੰ ਲੱਗਿਆ ਨਹੀਂ ਕਿ ਆਹ ਕੱਢਣਾ ਚਾਹੀਦਾ ਆ ਨਾ, ਜਾਂ ਵੀ ਇਹ ਚੀਜ਼ ਹੈਗੀ ਹੈ ਕੱਢਣ ਵਾਲੀ। ਸੋ ਤੁਹਾਡੇ ਇਸ ਜਵਾਬ ਲਈ ਰਿਸਪੈਕਟ ਬ్రో, ਥੈਂਕ ਯੂ। ਕਿਉਂਕਿ ਹਾਲ ਹੀ ਦੇ ਵਿੱਚ ਇੱਕ ਰੀਮੇਕ ਆਇਆ, ਬਿਲਕੁਲ ਮਤਲਬ ਨया 15 ਦਿਨ ਹੋਇਆ, 20 ਦਿਨ। ਮੈਂ ਕਿਹਾ ਹੱਥ ਜੋੜਦੇ, ਬਾਲੀਵੁੱਡ ਦਾ ਗਾਣਾ ਜਿਹੜਾ ਤੁਸੀਂ ਸਮਝ ਗਏ, ਆਪਾਂ ਨਾਂ ਨਹੀਂ ਲੈਣਾ, ਬੜੇ ਮੀਮ ਬਣ ਰਹੇ ਸਹੀ ਹੈ। ਅੱਛਾ ਬਾਜੀ ਆਲਸੋ ਤੁਸੀਂ ਮੈਂਸ਼ਨ ਕੀਤਾ ਗੱਲਬਾਤ ਕਰਦੇ ਹੋਏ ਕਿ ਯੂ ਨੋ ਤੁਸੀਂ ਜਦ ਸੌਂਗ ਬਣਾਉਂਦੇ ਹੋ, ਤੁਹਾਡੇ ਮਾਈਂਡ ਦੇ ਵਿੱਚ ਸੌਂਗ ਬਣਨ ਟਾਈਮ ਹੀ ਨਾ ਦਿਮਾਗ ਵਿੱਚ ਚੱਲਦਾ ਕਿ ਆ 40 ਮਿਲੀਅਨ ਵਾਲਾ ਹੈਗਾ ਕਿ 80 ਮਿਲੀਅਨ ਹੈ ਕਿ 200 ਮਿਲੀਅਨ ਹੈ। ਐਂਡ ਬਹੁਤ ਵਾਰ ਹੋਏਗਾ ਤੁਹਾਡੇ ਗਾਣੇ ਸਰਪ੍ਰਾਈਜ਼ ਕਰ ਜਾਂਦੇ ਹੋਣਗੇ ਤੁਹਾਨੂੰ ਕਿ ਯਾਰ ਮੈਂ ਸੋਚਿਆ ਸੀ 50-60 ਮਿਲੀਅਨ ਆਣਗੇ, ਇਹ ਤਾਂ 200 ਮਿਲੀਅਨ ਹੋ ਗਏ ਐਕਸੈਟਰਾ। ਉਹ ਟਾਰਗੇਟ ਸੀਰੀਅਸਲੀ ਤੁਸੀਂ ਲੈਂਦੇ ਹੋ, ਡਿਸਅਪਾਇੰਟ ਹੁੰਦੇ ਹੋ, ਐਕਸਟਰਾ ਖੁਸ਼ ਹੁੰਦੇ ਹੋ? ਮਤਲਬ ਕਿੰਨੇ ਇੰਪੋਰਟੈਂਟ ਹੈ ਲਾਈਕਸ ਔਰ ਵਿਊਜ਼, ਕਿੰਨੇ ਇੰਪੋਰਟੈਂਟ ਹੈ? ਸੀ ਦੇਖੋ ਮੈਂ ਅਗਰ ਨਾ ਇਹ ਸਾਰਿਆਂ ਦੇ ਸਾਹਮਣੇ ਆਏ ਗੱਲ, ਮੇਰੇ ਕੋਈ 15 ਗਾਣੇ ਨਹੀਂ ਆ ਗਏ, ਮੇਰੇ ਕੋਈ 20 ਗਾਣੇ ਨਹੀਂ ਆ ਗਏ, ਮੇਰਾ
ਅਰਾਊਂਡ ਜੇਕਰ ਮੈਂ 2014 ਐਂਡ ਵਿੱਚ ਸ਼ੁਰੂ ਕੀਤਾ, ਮੇਰਾ ਅਰਾਊਂਡ 5 ਸਾਲ ਦਾ ਕਰੀਅਰ ਹੋ ਗਿਆ ਐਜ਼ ਅ ਸਿੰਗਰ ਹੈ ਨਾ। ਤੇ ਤੁਸੀਂ ਮੇਰੇ ਗਿਣੋਗੇ ਮੇਰੇ 9 ਜਾਂ 10 ਗਾਣੇ ਆਏ ਨਾ, ਇਹ ਤੋਂ ਜ਼ਿਆਦਾ ਗਾਣਾ ਨਹੀਂ ਆਇਆ ਹੈਗਾ ਨਾ। ਸੋ ਤੁਸੀਂ ਸੋਚੋ ਜਿਹੜੇ ਬੰਦੇ ਨੇ 5 ਸਾਲ ਦੇ ਕਰੀਅਰ ਦੇ ਵਿੱਚ ਸਿਰਫ ਹਰ ਸਾਲ 2 ਗਾਣੇ ਕੱਢੇ ਆ ਨਾ, ਤੇ ਉਹਨੂੰ ਨਾ ਕੋਈ ਕਾਹਲ ਹੈ ਜ਼ਿਆਦਾ ਗਾਣੇ ਕੱਢਣ ਦੀ, ਨਾ ਉਹਨੂੰ ਇਸ ਚੀਜ਼ ਦਾ ਕੋਈ ਲਾਲਚ ਹੈ ਨਾ ਕਿ ਮੇਰੇ ਜ਼ਿਆਦਾ ਗਾਣੇ ਆਣ, ਮੇਰੇ ਜ਼ਿਆਦਾ ਵਿਊਜ਼ ਹੋਣ, ਮੇਰੇ ਜ਼ਿਆਦਾ ਫੋਲੋਅਰਸ ਹੋਣ ਇੰਸਟਾਗ੍ਰਾਮ ਤੇ। ਸੀ ਐਟ ਦਾ ਐਂਡ it doesn't matter how many followers you have on your Instagram, what matters how much amount of money you have in your bank, ਉਹ ਤੁਹਾਡੇ ਕੀ ਨੰਬਰ ਹੈ ਨਾ। ਉਹ ਤਾਂ ਬਹੁਤ ਹੈ, 3 ਗਾਣੇ ਬਾਅਦ ਜੈਗੁਆਰ ਲੈ ਆਏ ਸੀ ਤੁਸੀਂ ਆਫਿਸ, ਮੈਨੂੰ ਯਾਦ ਹੈ। ਤਾਂ ਮੈਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਨੂੰ ਉਸ ਚੀਜ਼ ਦੀ ਕੋਈ ਲਾਲਚ ਨਹੀਂ ਹੈਗੀ, ਤੇ ਹੌਲੀ ਹੌਲੀ ਸੋ ਜਦ ਆਪਾਂ ਗਾਣਾ ਬਣਾਉਂਦੇ ਆ ਨਾ ਬ్రో, ਫ੍ਰੈਂਕਲੀ ਆਪਾਂ ਇਹ ਨਹੀਂ ਸੋਚਦੇ ਕਿ ਕਿੰਨੇ ਵਿਊ ਹੋਣੇ, ਕਿਆ ਹੋਣੇ ਆ, ਆਪਾਂ ਇਹ ਸੋਚਦੇ ਹਾਂ ਕਿ ਇਹ ਗਾਣਾ ਹਿੱਟ ਹੈਗਾ। ਸੁਪਰ ਹਿੱਟ ਤੁਹਾਨੂੰ ਨਹੀਂ ਪਤਾ, ਤੁਸੀਂ ਨਹੀਂ ਜੱਜ ਕਰ ਸਕਦੇ ਆ ਨਾ, ਕੁਛ ਨਹੀਂ ਪਤਾ, ਬਟ ਤੁਹਾਨੂੰ ਇੰਨਾ ਪਤਾ ਹੁੰਦਾ ਕਿ ਆਹ ਗਾਣਾ ਐਵਰੇਜ ਆ ਜਾਂ ਗਾਣਾ ਹਿੱਟ ਆ, ਕਿ ਸਾਨੂੰ ਸਾਰਿਆਂ ਨੂੰ ਪਸੰਦ ਆਊਗਾ। ਸੋ ਮੇਰਾ ਹਮੇਸ਼ਾ ਉਹੀ ਟਾਰਗੇਟ ਹੁੰਦਾ ਕਿ ਆਈ ਸ਼ੁਡ ਮੇਕ ਸਮ ਹਿੱਟ ਸੌਂਗਸ, ਤੇ ਸੁਪਰ ਹਿੱਟ ਹੋਣੇ ਹੋਗੇ ਤਾਂ ਆਪਣੇ ਹੋ ਜੂਗੇ। सुपर भाई, कुछ कमेंट ले लेने हैं क्योंकि एक बंदा ना बुरा मन गया, कह रहे फिर आप आपस में वीडियो वो व्हाट्सएप कॉल ही कर लेते हैं। गाला भी आ जांदियां भरावा थल्ले, गाला तो भाई लोग बैठे हैं फ्री इंटरनेट है यार, ਕੱਢ ਲੋ ਕੀ ਚੱਕਰ ਹੈ, ਗਾਲਾਂ ਵੀ ਪੈਣੀਆਂ ਚਾਹੀਦੀਆਂ। ਫੇਰ ਲੱਗਦਾ ਫੇਰ ਚੱਲ ਰਿਹਾ ਸਭ ਕੁਝ। अच्छा पैरी पोना हो रहा है, ਨੂੰ ਗਾਣਾ ਸੁਣਾ ਦਿਓ ਕੋਈ ਭਾਜੀ, ਕੋਈ ਆਪਣਾ ਗਾਣਾ ਹੈ ਜਾਂ ਕੋਈ ਇੱਕ ਗਾਣਾ ਦਾ ਕੋਈ ਤੁਹਾਡੇ ਆਪਣੇ ਗਾਣੇ ਦਾ ਕੋਈ ਇਦਾਂ ਦਾ ਵਰਜ਼ਨ ਹੈ ਜੋ ਤੁਸੀਂ ਫਸਟ ਰਫ ਬਣਾਇਆ ਸੀ ਤੇ ਰਿਲੀਜ਼ ਬਿਲਕੁਲ ਡਿਫਰੈਂਟ ਕੀਤਾ, ਕੋਈ ਉਹ ਸੁਣਾ ਸਕਦੇ ਆਪਾਂ? ਜਸਟ ਆਸਕਿੰਗ ਯੂ। ਕਿਤੇ ਮੈਨੂੰ ਦੁਬਾਰਾ ਦੱਸੋ ਕੀ ਕਹਿ ਰਹੇ ਹੋ? ਮਤਲਬ ਤੁਸੀਂ ਗਾਣਾ ਬਣਾਉਂਦੇ ਹੋ, ਜੋ ਉਹਦੀ ਫਸਟ ਕਾਪੀ ਬਣਦੀ ਹੈ ਵਰਸਸ ਜੋ ਫਾਈਨਲੀ ਰਿਲੀਜ਼ ਹੁੰਦਾ ਹੈ, ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਕਦੀ ਕਿ ਨਾ ਬੀਟਸ ਚੇਂਜ ਹੋ ਗਈ, ਲਿਰਿਕ ਇੱਕ ਦੋ ਲਿਰਿਕਸ ਇੱਧਰ ਉੱਧਰ ਚਲੇ ਗਏ, ਤਾਂ ਕੋਈ ਫਸਟ ਵਰਜ਼ਨ ਹੈਗਾ ਜੋ ਤੁਹਾਡਾ ਪਸੰਦੀਦਾ ਸੀਗਾ ਕਿ ਯਾਰ ਉਹ ਵੀ ਵਧੀਆ ਸੀਗਾ? ਨਹੀਂ ਸੀ ਮੈਂ ਤੁਹਾਨੂੰ ਦੱਸਦਾ, ਗਾਣੇ ਦਾ ਮਿਊਜ਼ਿਕ ਬਹੁਤ ਵਾਰ ਚੇਂਜ ਹੁੰਦਾ ਹੈ, ਬਹੁਤ ਵਾਰ ਚੇਂਜ ਹੁੰਦਾ ਹੈ। ਕਈ ਵਾਰੀ ਮੇਰਾ ਇੱਕ ਗਾਣਾ ਸੀਗਾ ਬੰਬ ਆਇਆ ਸੀਗਾ ਨਾ, ਬੰਬ ਦਾ ਮਿਊਜ਼ਿਕ 4-5 ਵਾਰ ਚੇਂਜ ਕੀਤਾ ਨਾ, ਸਾਡੀ ਜਿੰਨੇ ਚਿਰ ਤਸੱਲੀ ਨਹੀਂ ਹੋਈ। ਬਟ ਇਫ ਆਈ ਕਮ ਟੂ ਸਨਾਈਪਰ, ਅਗਰ ਮੈਂ ਜੈਗਵਾਰ ਦੀ ਗੱਲ ਕਰਾਂ, ਮੈਂ ਆਲ ਬਲੈਕ ਦੀ ਗੱਲ ਕਰਾਂ, ਉਹ ਏਦਾਂ ਦੇ ਗਾਣੇ ਜਿਹੜੇ ਸੀਰੀਅਸਲੀ ਕਈ ਲੋਕਾਂ ਨੂੰ ਲੱਗੂਗਾ ਗੱਪ ਮਾਰ ਰਹੇ ਆ ਨਾ, ਐਵੇਂ ਬੋਲ ਰਹੇ ਆ। ਅਸੀਂ 10-10 15-15 ਮਿੰਟ ਦੇ ਵਿੱਚ ਉਹ ਗਾਣਾ ਕੰਪੋਜ਼ ਨਾਲੇ ਮਿਊਜ਼ਿਕ ਕੀਤਾ, 27 ਅੰਤਰਾਂ ਨਾਲ ਬਣਾ ਲਿਆ, 15 ਮਿੰਟ ਦੇ ਵਿੱਚ ਮਿਊਜ਼ਿਕ ਤਿਆਰ, ਤੇ ਉਹੀ ਮਿਊਜ਼ਿਕ ਫਾਈਨਲ ਤੇ ਆ। ਅਗਰ ਆਪਾਂ ਆਲ ਬਲੈਕ, ਸੌਰੀ ਮੇਰਾ ਗਲਾ ਸੁੱਕ ਗਿਆ, ਪਾਣੀ ਲੈ ਦੋ। ਤੇ ਉਹ ਅਗਰ ਆਪਾਂ ਗੱਲ ਕਰੀਏ ਸੀ ਜੈਗੁਆਰ ਦੀ ਗੱਲ ਕਰੀਏ ਜਾਂ ਆਲ ਬਲੈਕ ਦੇ ਵਿੱਚ, ਆਲ ਬਲੈਕ ਦੇ ਵਿੱਚ ਜਿਹੜੀ ਮੇਰੀ ਵੋਕਲ ਵੀ ਹੈ ਨਾ, ਉਹ ਜਦ ਮੈਨੂੰ ਜਿੱਦਾਂ ਜਾਨੀ ਨੇ ਗਾਣਾ ਲਿਖ ਕੇ ਭੇਜਿਆ ਸੀ, ਫੋਨ ਦੇ ਵਿੱਚ ਮੈਸੇਜ ਭੇਜਿਆ ਸੀਗਾ ਨਾ, ਉਹ ਟਾਈਮ ਜਾਨੀ ਕਿਤੇ ਸੀਗਾ, ਮੈਂ ਕਿਤੇ ਸੀਗਾ। ਹੁਣ ਤਾਂ ਆਪਾਂ ਮੋਸਟਲੀ ਇਕੱਠੇ ਹੀ ਬੈਠੇ ਹੁੰਦੇ ਆ ਨਾ, ਤੇ ਜਾਨੀ ਮੈਨੂੰ ਭੇਜਿਆ ਤੇ ਨਾ ਮੈਂ ਇਹਦੀ ਸਟੂਡੀਓ ਵਿੱਚ ਗਿਆ, ਇੱਕ ਲੂਪ ਲਾਇਆ, ਹੈਡਫੋਨ ਲਾਇਆ, ਅੰਦਰ ਗਿਆ, ਜਿਹੜਾ ਮੇਰੇ ਦਿਮਾਗ ਦੇ ਵਿੱਚ ਸਿੱਧੀ ਕੰਪੋਜੀਸ਼ਨ ਆਈ ਹੈ ਨਾ, 27 ਅੰਤਰਾ ਪੂਰੀ, ਬੜੇ ਰਿਪੀਟ ਨਹੀਂ ਕਰ ਸਾਰੇ, ਉਹ ਇੱਕੋ ਵਾਰੀ ਵਿੱਚ ਆ ਗਈ ਹੈ ਨਾ, ਉਹੀ ਕੰਪੋਜੀਸ਼ਨ ਦਿਮਾਗ ਚੋਂ ਆਪਣੇ ਆਪ ਹੀ ਨਿਕਲੀ ਹੈ ਨਾ, ਮੂੰਹ ਚ ਮੈਂ ਕੱਢਦੀ, ਤੇ ਉਹੀ ਵੋਕਲਸ ਵੀ ਅੱਜ ਤੱਕ ਉਹੀ ਲੱਗੀਆਂ ਹੋਈਆਂ। ਮੈਂ ਕੋਈ ਫਾਈਨਲ ਵੋਕਲ ਨਹੀਂ ਕੀਤੀ ਉਹਦੀ ਦੁਬਾਰਾ ਜਾਂ ਕੁਛ, ਉਹੀ ਲਾਤੀ ਤੇ ਉਹੀ ਦੇ ਲੋ ਸਿੱਧੀ ਰਿਲੀਜ਼ ਕਰਦਾ। ਸੋ ਜਿਹੜੀ ਚੀਜ਼ ਚੱਲਣੀ ਆ ਨਾ, ਉਹ ਚੱਲਣੀ ਆ, ਉਹਦੇ ਵਿੱਚ ਤੁਹਾਨੂੰ ਮਤਲਬ ਤੁਸੀਂ 15-15 ਮਿੰਟ ਦੇ ਵਿੱਚ ਵੀ ਗਾਣੇ ਬਣਾਏ ਆ ਪੂਰੇ ਟੋਟਲ? ਅਸੀਂ 15-20 ਮਿੰਟ ਚ ਵੀ ਗਾਣੇ ਬਣਾਏ ਆ। ਚਲੋ ਬਾਕੀ ਪ੍ਰੋਸੀਜਰ ਅਲੱਗ ਹੁੰਦਾ ਕਿ ਤੁਸੀਂ ਫਾਈਨਲ ਉਹਦਾ ਮਿਕਸ ਕਰਦੇ ਆ ਜਾਂ ਮਾਸਟਰ ਕਰਦੇ ਆ, ਬਟ ਤੁਹਾਨੂੰ ਪਤਾ ਹੈ ਕਿ ਆਪ ਬਣਾਣਾ ਹੈ। ਕੀ ਬਾਤ ਹੈ, ਕੀ ਬਾਤ ਹੈ ਭਾਜੀ। ਆਲਸੋ ਇੱਕ ਮੈਂ ਕੁਐਸਚਨ ਪੁੱਛਣਾ ਸੀਗਾ, ਮੈਂ ਤੁਹਾਡੀ ਬਹੁਤ ਇੰਟਰਵਿਊ ਦੇਖੀ, ਆਪਾਂ ਗੱਲਬਾਤ ਕੀਤੀ, ਹਰ ਆਰਟਿਸਟ ਦੀ ਤਰ੍ਹਾਂ ਯੂ ਆਰ ਆਲਸੋ ਵੈਰੀ ਫੈਮਿਲੀ ਮੈਨ, ਯੂ ਨੋ, ਆਲਵੇਜ਼ ਓਬਲਾਈਜ਼ ਕੇ ਪੇਰੈਂਟਸ ਹੀ ਸਭ ਕੁਝ ਹੈ, ਉਹਨਾਂ ਨੂੰ ਖੁਸ਼ ਰੱਖਣਾ ਹੈ। ਜੇ ਮੈਨੂੰ ਜੈਨੂਇਨਲੀ ਮੌਕਾ ਮਿਲੇਗਾ, ਮੈਂ ਉਹਨਾਂ ਨੂੰ ਦੁਨੀਆ ਘੁਮਾਊਂਗਾ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰੂੰਗਾ, ਆ ਤੁਹਾਡਾ ਹਮੇਸ਼ਾ ਵਿਜ਼ਨ ਰਿਹਾ ਹੈ। ਇੱਕ ਸਵਾਲ ਮੈਂ ਪੁੱਛਾਂਗਾ, ਉਸ ਤੋਂ ਬਾਅਦ ਵਿਲ ਸਿੰਗ ਅ ਸੌਂਗ, ਬਹੁਤ ਰਿਕੁਐਸਟ ਆ ਰਹੀ ਹੈ ਗਾਣੇ ਦੀ ਜੀ। ਤੁਹਾਨੂੰ ਯਾਦ ਹੈ ਆਖਰੀ ਟਾਈਮ ਤੁਸੀਂ ਘਰਦਿਆਂ ਤੋਂ ਪੈਸੇ ਕਦੋਂ ਲਿੱਤੇ ਸੀਗੇ, ਲਾਈਕ ਅ ਗੁੱਡ ਅਮਾਉਂਟ? ਆਖਰੀ ਟਾਈਮ ਮੈਨੂੰ ਵਧੀਆ ਲੱਗਦਾ ਨਾ, ਮੈਨੂੰ ਅਜੇ ਵੀ ਵਧੀਆ ਲੱਗਦਾ, ਮੰਮੀ ਮੈਨੂੰ ਦੇ ਦਿਓ 500 ਰੁਪਏ, ਚਾਹੇ ਮੇਰੇ ਕੋਲ ਪੈਸੇ ਹੈਗੇ ਆ ਚਾਹੇ ਕੁਛ ਹੈ ਨਾ, ਬਟ ਆਈ ਸਟਿਲ ਗੋਇੰਗ ਆਸਕ ਮੰਮੀ ਮੈਨੂੰ 500 ਰੁਪਏ ਦੇ ਦਿਓ ਨਾ, ਜਾਂ ਕੁਛ ਹੈ ਨਾ ਏਦਾਂ। ਬਟ ਜੇ ਮੈਂ ਪ੍ਰੋਪਰ ਵੇਜ ਮੈਂ ਜਦ ਲਾਸਟ ਟਾਈਮ ਮੈਨੇ ਪੈਸੇ ਲਏ ਸੀਗੇ, ਮੈਂ ਤੁਹਾਨੂੰ 2-3 ਇੰਸੀਡੈਂਟਸ ਆਪਣੀ ਲਾਈਫ ਤੇ ਸ਼ੇਅਰ ਕਰਦਾ ਹਾਂ ਜਿੱਥੋਂ ਮੈਨੂੰ ਅਕਲ ਆਈ ਆ। ਸੋ ਮੈਂ ਸੀਗਾ, ਆਈ ਥਿੰਕ ਮੈਂ 9ਵੀਂ ਦੇ ਵਿੱਚ ਸੀਗਾ ਜਾਂ 10ਵੀਂ ਦੇ ਵਿੱਚ ਸੀਗਾ ਨਾ, ਤੇ ਨਾ ਮੈਂ ਨਾ ਮਮ ਮੇਰੇ ਗਵਰਨਮੈਂਟ ਟੀਚਰ, ਠੀਕ ਹੈ ਜੀ, ਤੇ ਹਨਾ ਡੈਡ ਦਾ ਸਾਡਾ ਫਾਈਨਾਂਸ ਦਾ ਕੰਮ ਹੈ। ਸੋ ਸਮ ਪ੍ਰੋਬਲਮਸ, ਮੇਰੇ ਡੈਡ ਬਹੁਤ ਹੀ ਹੀ ਇਜ਼ ਅ ਨਾਈਸ ਗਾਏ, ਬਹੁਤ ਇੱਕ ਟਾਈਮ ਉਹਨਾਂ ਦੇ ਸਾਡੇ ਸ਼ਾਪ ਸੀਗੀ, ਉੱਥੇ ਕੋਈ ਚੋਰੀ ਵੀ ਕਰਦਾ ਸੀ, ਕਹਿੰਦੇ ਕੋਈ ਚੱਕਰ ਨਹੀਂ, ਚਲੋ ਉਹਨੇ ਆਪਣੇ ਨਿਆਣੇ ਲਈ ਕੀਤੀ ਹੋਣੀ ਹੈ ਕੁਝ। ਸੋ ਮੈਂ ਹੀ ਇਜ਼ ਦੈਟ ਕਾਈਂਡ ਆਫ ਗਾਏ ਹੈ ਨਾ। ਸੋ ਬਹੁਤ ਸਿੱਧੇ ਨੇ। ਸੋ ਫਾਈਨਾਂਸ ਸੀਗੀ, ਕਈ ਵਾਰੀ ਸਾਡੀ ਪ੍ਰੋਬਲਮਸ ਹੋਈਆਂ ਹੈ ਨਾ, ਅਪ ਐਂਡ ਡਾਊਨ ਪਾਪਾ ਦੇ ਬਿਜ਼ਨਸ 'ਚ ਚੱਲਦੇ ਰਹੇ ਆ। ਸੋ ਇਹ ਕਹਿੰਦੇ ਕੌਨਸਟੈਂਟ ਅਰਨਿੰਗ ਸੀਗੀ ਮੇਰੀ ਮਮ ਦੀ ਹੈ ਨਾ, ਜਿਹੜੀ ਸਾਡੀ ਫੈਮਿਲੀ ਦੇ ਵਿੱਚ ਹੈ ਨਾ। ਸੋ ਮਾਈ ਮਮ ਇਜ਼ ਅ ਵੈਰੀ
ਹਾਰਡ ਵਰਕਿੰਗ ਲੇਡੀ। ਤੇ ਮੈਂ ਨਾ ਮੇਰੇ ਨਾ ਗਰਾਰੀ ਫਸ ਗਈ, ਨਵਾਂ ਫੋਨ ਆਇਆ ਸੀ 6600 ਹਨਾ 6600 ਫੋਨ ਆਇਆ ਸੀਗਾ, ਪੁਰਾਣਾ ਨੋਕੀਆ ਦਾ। ਮੇਰੀ ਗਰਾਰੀ ਫਸ ਗਈ, ਮੈਂ ਕਿਹਾ ਮੈਂ ਤਾਂ ਲੈਣਾ ਹੀ ਉਹ ਆ ਹਨਾ, ਜਿੱਦਾਂ ਨਿਆਣੇ ਕਰਦੇ ਆ ਨਾ, ਮੈਂ ਕਿਹਾ ਮੈਨੂੰ ਤਾਂ ਉਹੀ ਫੋਨ ਚਾਹੀਦਾ, ਕਿਉਂਕਿ ਮੇਰੇ ਦੋਸਤ ਸੀਗੇ ਉਹਨਾਂ ਦੇ ਕਦੇ ਕੋਈ ਬਾਹਰੋਂ ਆਇਆ ਰਿਸ਼ਤੇਦਾਰ ਹੈ ਨਾ, ਜਾਂ ਕੁਝ ਕੋਈ ਨਾ ਕੋਈ ਫੋਨ ਲਿਆਂਦਾ ਜਾਂ ਕੁਝ, ਤਾਂ ਮੈਨੂੰ ਵੀ ਹੁੰਦਾ ਸੀਗਾ ਕਿ ਯਾਰ ਮੈਨੂੰ ਵੀ ਚਾਹੀਦਾ। ਤਾਂ ਮੇਰੀ ਮਮ ਨੇ ਨਾ ਮੈਨੂੰ ਫੋਨ ਲੈ ਕੇ ਦਿੱਤਾ 6600, ਤੇ ਮੈਨੂੰ ਅਜੇ ਯਾਦ ਆ, ਉਹ ਸ਼ਾਮ ਨੂੰ 6600 ਮੈਨੂੰ ਫੋਨ ਲੈ ਕੇ ਦਿੱਤਾ। ਸ਼ਾਮ ਨੂੰ ਨਾ ਫੋਨ ਜਦ ਨਾ ਮੈਂ ਘਰੇ ਜਾ ਰਿਹਾ ਸੀ ਸ਼ਾਪ ਤੋਂ ਮੰਮੀ ਦੇ ਨਾਲ, ਤੇ ਮੇਰੀ ਮੰਮੀ ਨੇ ਮੈਨੂੰ ਕਿਹਾ, ਮੇਰੀ ਮੰਮੀ ਕਹਿੰਦੇ ਮੇਰੀ ਤਨਖਾਹ 12000 ਆ, ਠੀਕ ਹੈ, ਮੈਂ ਤੈਨੂੰ 10000 ਦਾ ਫੋਨ ਲੈ ਕੇ ਦਿੱਤਾ ਹੈ ਅੱਜ। ਬਰੋ ਉਹ ਇੱਕ ਏਦਾਂ ਦੀ ਗੱਲ ਸੀਗੀ ਨਾ ਜਿਹੜੀ ਨੇ ਮੈਨੂੰ ਏਦਾਂ ਫੀਲ ਕਰਾਤਾ ਕਿ ਮੈਂ ਗਲਤੀ ਕਰ ਲਈ ਏਡੀ ਵੱਡੀ, ਕਿ ਮੈਂ ਕਿਉਂ ਲਿਆ। ਮੈਂ ਸੌਣ ਲੱਗੇ ਮੈਂ ਨਾ ਉਹ ਫੋਨ ਕਦੀ ਦਿਲੋਂ ਖੁਸ਼ ਹੋ ਕੇ ਚਲਾਇਆ ਹੀ ਨਹੀਂ। ਐਟ ਦਾ ਐਂਡ ਮੈਂ ਵੇਚਤਾ ਹਨਾ, ਉਹ ਪੈਸੇ ਲੈ ਲਏ ਵਾਪਸ ਹਨਾ, ਅੱਗੇ ਕਿਸੇ ਨੂੰ ਵੇਚਤਾ, ਥੋੜੇ ਜਿਹੇ ਨੁਕਸਾਨ ਚ ਵੇਚਿਆ, ਮੇ ਵੀ ਥੋੜਾ ਟਾਈਮ ਚਲਾਇਆ, ਬਟ ਨਾ ਮੈਨੂੰ ਕਦੀ ਵਾਈ ਵੀ ਨਹੀਂ ਫੋਨ ਨੂੰ ਦੇਖ ਕੇ। ਮੈਨੂੰ ਏਦਾਂ ਲੱਗਿਆ ਕਿ ਮੈਂ ਗਲਤੀ ਕਰ ਲਈ ਯਾਰ, ਇੰਨੀ 12000 ਮੇਰੀ ਮਾਂ ਕਮਾਉਂਦੀ ਹੈ, ਉਹਦੇ ਨਾਲ ਹੀ ਸਾਰਾ ਘਰ ਚਲਾਈਦਾ, ਤੇ ਉਹਦੇ ਵਿੱਚ ਮੈਂ 10000 ਦਾ ਫੋਨ ਹੀ ਲਿਆ। ਸੋ ਉਹ ਇੱਕ ਏਦਾਂ ਦਾ ਇੰਸੀਡੈਂਟ ਸੀਗਾ ਬਰੋ ਮੇਰੀ ਲਾਈਫ ਦੇ ਵਿੱਚ, ਜਦੋਂ ਮੈਨੂੰ ਅਕਲ ਆ ਗਈ ਕਿ ਮੈਂ ਇਹ ਸੋਚਿਆ ਕਿ ਮੈਂ ਕੁਝ ਬਣਨਾ ਆ ਤੇ ਮੈਂ ਕੁਝ ਕਰਨਾ ਆ, ਤੇ ਮੈਂ ਆਪਣੇ ਮਾਪੇ ਨੂੰ ਕਦੀ ਤੰਗ ਨਹੀਂ ਕਰਨਾ ਹੈਗਾ ਪੈਸਿਆਂ ਦੇ ਲਈ, ਕਿ ਮੈਨੂੰ ਪੈਸੇ ਦਿਓ, ਮੇਰੀਆਂ ਆ ਐਕਸਟਰਾ ਨੀਡਸ ਆ। ਤੇ ਮੈਂ ਸੀਰੀਅਸਲੀ ਦੱਸਾਂ, ਜੇ ਮੇਰੀ ਕੋਈ ਐਕਸਟਰਾ ਨੀਡ ਵੀ ਸੀ ਨਾ, ਮੈਂ ਆਪਣੇ ਪੂਰੀ ਕੀਤੀ। ਮੈਂ ਆਪਣੇ ਘਰਦਿਆਂ ਨੂੰ ਕਦੀ ਤੰਗ ਨਹੀਂ ਕੀਤਾ। ਅੱਜ ਮੈਂ ਆਪਣੇ ਘਰਦਿਆਂ ਨੂੰ, ਤੁਸੀਂ ਵੀ ਕਦੀ ਮੇਰੇ ਘਰਦਿਆਂ ਕੋਲ ਜਾ ਕੇ ਸਵਾਲ ਪੁੱਛ ਸਕਦੇ ਆ, ਆਪਣੇ ਜਵਾਬ ਦੇ ਦੂੰਗੀ। ਬਿਲਕੁਲ। ਸੋ ਇਹ ਮੇਰਾ ਇੱਕ ਏਦਾਂ ਦਾ ਸੀਗਾ ਜਿੱਥੋਂ ਮੈਨੂੰ ਪਤਾ ਲੱਗਿਆ ਕਿ ਕੀ ਅਹਿਮੀਅਤ ਆ ਹਨਾ ਇਸ ਚੀਜ਼ ਦੀ, ਸਾਡੇ ਘਰਦਿਆਂ ਦੀ ਮਿਹਨਤ ਆ ਕਿੰਨੀ ਆ ਨਾ। ਤੇ ਅਸੀਂ 1 ਮਿੰਟ ਦੇ ਵਿੱਚ ਕਹਿ ਦਿੰਦੇ ਆ ਮੈਨੂੰ ਆਹ ਚੀਜ਼ ਲੈ ਦੋ, ਕਦੀ ਸੋਚੀਦਾ ਨਹੀਂ। ਉਹ ਵਿਚਾਰੇ ਦਿਨ ਰਾਤ ਸਵੇਰੇ ਉੱਠਦੇ ਆ, ਮੰਮੀ ਪਹਿਲਾਂ ਘਰ ਦਾ ਕੰਮ ਕਰਦੇ ਆ, ਫਿਰ ਸਕੂਲ ਜਾਂਦੇ ਆ, ਨਿਆਣਿਆਂ ਨੂੰ ਪੜ੍ਹਾਉਂਦੇ ਆ, ਫਿਰ 3:30 ਵਜੇ ਛੁੱਟੀ ਹੁੰਦੀ, 4 ਵਜੇ ਆ ਕੇ ਫਿਰ ਸਬਜ਼ੀ ਧਰ ਦੇਣੀ ਆ ਨਾ, ਕਿ ਸ਼ਾਮ ਲਈ ਕੀ ਬਣਾਉਣਾ ਆ। ਸੋ ਆਹ ਇੱਕ ਲਾਈਫ ਜੀ ਜਾ ਰਹੇ ਆ। ਤੇ ਫਿਰ ਹਰ ਬੰਦੇ ਦੀ ਲਾਈਫ ਦੇ ਵਿੱਚ ਇੱਕ ਟਾਈਮ ਹੁੰਦਾ ਜਦ ਬੰਦੇ ਨੂੰ ਅਕਲ ਆਉਂਦੀ ਨਹੀਂ। ਮੈਨੂੰ ਸੋ ਉਦੋਂ ਅਕਲ ਆ ਗਈ ਸੀ ਭਾਜੀ। ਮੈਂ ਨਾ ਇੱਕ ਕਿਉਂ ਇਸ ਇਨਸੀਡੈਂਟ ਤੋਂ ਮੈਨੂੰ ਗੱਲ ਯਾਦ ਆਈ, ਜਿੱਦਾਂ ਗੁਰੂ ਭਾਜੀ ਹੋ ਗਏ। ਥੈਂਕ ਯੂ ਬ్రో, ਥੈਂਕ ਯੂ ਸੋ ਮਚ। ਅੱਛਾ, ਕੋਈ ਭਾਜੀ ਹੈਗੇ ਸੁਪਰ। ਤਾਂ ਮੈਨੂੰ ਨਾ ਭਾਜੀ ਬਹੁਤ ਸਾਰੇ ਇਦਾਂ ਦੇ ਲੋਕੀ ਯਾਦ ਆ ਰਹੇ ਹੈ, ਗੁਰੂ ਭਾਜੀ ਹੋ ਗਏ, ਮੈਨੂੰ ਸਡਨਲੀ ਯਾਦ ਆਇਆ। ਤੁਸੀਂ ਨਾ ਸਾਰੇ ਬਹੁਤ ਹੰਬਲ ਬੈਕਗ੍ਰਾਉਂਡਸ ਤੋਂ ਭਾਜੀ, ਮਤਲਬ ਬਹੁਤ ਹੰਬਲ ਬੈਕਗ੍ਰਾਉਂਡ, ਜਿਨ੍ਹਾਂ ਦਾ ਨੋਰਮਲ ਮਿਡਲ ਕਲਾਸ ਫੈਮਿਲੀ, ਰੋਟੀ ਚੱਲਦੀ ਹੈ, ਬਟ ਯੂ ਐਸ ਕਿਡਸ ਹੈਡ ਪੈਸ਼ਨ ਐਂਡ ਸਮਥਿੰਗ, ਤੇ ਤੁਸੀਂ ਉਹਨੂੰ ਫੋਲੋ ਕੀਤਾ ਹਮੇਸ਼ਾ। ਬਹੁਤ ਸਾਰੇ ਲੋਕੀ ਹੈਗੇ। ਤੇ ਹੁਣ ਸਡਨਲੀ ਨਾ ਪੰਜਾਬੀ ਇੰਡਸਟਰੀ ਨੂੰ ਪਿਛਲੇ 5-6 ਸਾਲ ਦੇ ਵਿੱਚ ਬਹੁਤ ਰਿਸਪੈਕਟ ਮਿਲ ਰਹੀ ਹੈ ਬੰਬੇ ਦੀ। ਜੇ ਮੈਂ ਕੱਢਾਂ ਤੇ ਆਖਰੀ 3-4 ਸਾਲਾਂ ਦੇ ਵਿੱਚ, ਐਂਡ ਆਫ ਕੋਰਸ ਆਲ ਆਫ ਅਸ ਨੋ ਕਿ ਪੈਸਾ ਵੀ 3-4-5 ਸਾਲਾਂ ਦੇ ਵਿੱਚ ਬਹੁਤ ਆਇਆ। ਮਤਲਬ ਯੂ ਨੋ, ਤੁਸੀਂ ਫਰਮ ਹੰਬਲ ਬੈਕਗ੍ਰਾਉਂਡ ਨੋ ਓਨਿੰਗ ਬਿਗ ਕਾਰਸ, ਵੱਡੇ ਕਾਰ, ਵੱਡੇ ਸ਼ੋਜ਼ ਲੱਗਦੇ ਆ, ਫੈਨ ਫੋਲੋਇੰਗ ਹੈ, ਵੱਡੇ ਬ੍ਰਾਂਡਸ ਆ ਗਏ, ਸਭ ਕੁਝ। ਇਹਨਾਂ ਸਭ ਦੇ ਵਿੱਚ ਹਜੇ ਵੀ ਡੂ ਯੋਰ ਪੇਰੈਂਟਸ ਮਤਲਬ ਕੰਨ ਖਿੱਚਦੇ ਆ ਕਿ ਖੜ ਜਾ, ਮਤਲਬ ਹਵਾ ਚ ਨਾ ਜਾ, ਏਦਾਂ ਕੁਝ ਹੁੰਦਾ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ? ਬਿਲਕੁਲ ਬਿਲਕੁਲ ਕਰਦੇ ਆ। ਅੱਜ ਵੀ ਮੇਰੀ ਮਾਂ ਮੈਨੂੰ ਇਹ ਕਹਿੰਦੀ ਆ ਕਿ ਤੂੰ ਸੈੱਟ ਆ, ਤੂੰ ਠੀਕ ਆ, ਤੇਰਾ ਕੰਮ ਚੱਲਦਾ ਪਿਆ। ਜੇ ਨਹੀਂ ਚੱਲਦਾ ਪਿਆ ਕਿ ਮੈਂ ਹੁਣ ਰਿਟਾਇਰ ਹੋਈ ਆ, ਮੈਨੂੰ ਪੈਸੇ ਮਿਲੇ ਜਾਂਦੇ, ਤੂੰ ਕੋਈ ਕੰਮ ਖੋਲਣਾ, ਕੰਮ ਖੋਲ ਲਾ। ਮਾਂ ਪਿਓ ਦਾ ਬਰੋ ਇੱਕ ਨਿਆਣੇ ਲਈ ਸਾਰੀ ਜ਼ਿੰਦਗੀ ਕੰਸਰਨ ਹੁੰਦੇ ਆ। ਮੈਂ ਅੱਜ ਚਾਹੇ ਦੁਨੀਆ ਦਾ ਨੰਬਰ 1 ਆਰਟਿਸਟ ਬਣ ਜਾਵਾਂ ਨਾ, ਬਟ ਸਟਿਲ ਮੇਰੇ ਪੇਰੈਂਟਸ ਹਮੇਸ਼ਾ ਮੇਰੀ ਕੰਸਰਨ ਹੋਊਗਾ ਕਿ ਸਭ ਕੁਝ ਠੀਕ ਕਰ ਰਿਹਾ, ਕੁਛ ਗਲਤ ਨਹੀਂ ਕਰ ਰਿਹਾ। ਅਜੇ ਵੀ ਪੁੱਛਦੇ ਤੇਰੀ ਕੰਪਨੀ ਗਲਤ ਤਾਂ ਨਹੀਂ ਹੋ ਗਈ, ਮੈਨੂੰ ਅਜੇ ਵੀ ਕਹਿੰਦੇ ਕਿ ਤੂੰ ਆਹ ਕਰਨਾ, ਏਦਾਂ ਕਰਨਾ, ਜਾ ਕੇ ਮੱਥਾ ਟੇਕਿਆ, ਕਿੰਨਾ ਟਾਈਮ ਹੋ ਗਿਆ ਤੂੰ ਗੁਰਦੁਆਰੇ ਨਹੀਂ ਗਿਆ ਹੈਗਾ। ਸਾਰੀਆਂ ਚੀਜ਼ਾਂ ਕਹਿੰਦੇ ਆ ਪੇਰੈਂਟਸ। ਤੇ ਮੈਂ ਕਹਿੰਦਾ ਜ਼ਿੰਦਗੀ ਭਰ ਮੈਨੂੰ ਕਹਿੰਦੇ ਰਹਿਣ, ਮੈਂ ਇਹ ਤੋਂ ਲੱਕੀ ਚੀਜ਼ ਹੀ ਨਹੀਂ ਹੈਗੀ ਸਾਡੇ ਲਈ ਕਿ ਜਿੰਨੇ ਚ ਸਾਡੇ ਪੇਰੈਂਟਸ ਅੱਜ ਵੀ ਸਾਡਾ ਕੰਨ ਖਿੱਚ ਦੇਣ ਜਾਂ ਸਾਨੂੰ ਕੁਝ ਬੋਲ ਦੇਣ। ਕਈ ਵਾਰੀ ਗੁੱਸਾ ਵੀ ਹੋ ਜਾਣਾ, ਮੈਨੂੰ ਹਾਸਾ ਆਉਂਦਾ ਕਿ ਖੁਸ਼ੀ ਹੁੰਦੀ ਆ ਹਨਾ ਕਿ ਕਹਿ ਰਹੇ ਨੇ, ਤਾਂ ਉਹ ਵਧੀਆ ਲੱਗਦਾ ਬਰੋ ਅਜੇ ਵੀ, ਤੇ ਕਹਿੰਦੇ ਨੇ ਅਜੇ, ਤੇ ਮੈਂ ਬਲੈਸਡ ਹਾਂ, ਤੇ ਕਹਿ ਰਹੇ ਹਮੇਸ਼ਾ ਹੀ ਕਹਿਣ। ਭਾਈ ਕੋਈ ਆਪਣੀ ਕਮਾਈ ਤੋਂ ਪਹਿਲੀ ਕਿਹੜੀ ਚੀਜ਼ ਵੱਡੀ ਸੀਗੀ ਜਿਹੜੀ ਤੁਸੀਂ ਲੈ ਕੇ ਦਿੱਤੀ ਘਰਦਿਆਂ ਨੂੰ? ਬਿਕਾਜ਼ ਦੈਟ ਵੁੱਡ ਬੀ ਸਪੈਸ਼ਲ, ਯੂ نو, ਬਹੁਤ ਸਪੈਸ਼ਲ ਪਹਿਲੀ ਚੀਜ਼ ਮੇਰੀ ਕਮਾਈ ਦੀ। ਮੈਂ ਤੁਹਾਨੂੰ ਦੱਸਦਾ ਗੱਲ, ਮੇਰੇ ਕੋਲ ਕਹਾਣੀਆਂ ਬਹੁਤ ਹੈ ਬਰੋ। ਮੇਰਾ ਸਾਰਾ ਕਰੀਅਰ ਹੀ ਹੈ ਨਾ ਕਹਾਣੀਆਂ ਤੇ ਇਹ ਜੁੜਿਆ ਹੋਇਆ ਵਾ। ਐਗਜ਼ਾਮਪਲ ਆਪਾਂ ਰੋਜ਼ ਕਰ ਲੈਂਦੇ ਇੰਸਟਾ ਲਾਈਵ ਇੱਕ ਹਫਤਾ ਪੂਰਾ। ਮੈਂ ਤੁਹਾਨੂੰ ਦੱਸਦਾ ਕੀ ਕਹਾਣੀਆਂ। ਸੋ ਅਸੀਂ ਪਹਿਲਾ ਗਾਣਾ ਕੀਤਾ ਸੀ, ਕਿਸੇ ਦਾ ਬੰਦਾ ਸੀਗਾ ਮਲੇਸ਼ੀਆ ਦਾ ਨਾ, ਮੈਨੂੰ ਆਈ ਡੋਨਟ ਰਿਮੈਂਬਰ ਦਾ ਨੇਮ, ਬਟ ਮੈਨੂੰ ਉਹ ਬੰਦੇ ਨੇ ਸਾਨੂੰ ਅਪਰੋਚ ਕੀਤਾ ਕਿ ਅਸੀਂ ਉਹਨਾਂ ਗੱਲ ਗੁੱਲ ਕੀਤੀ ਹੈ ਨਾ, ਕਿ ਸਾਡਾ ਉਦੋਂ ਕੋਈ ਗਾਣਾ ਨਹੀਂ ਆਇਆ ਸੀਗਾ, ਬਟ ਉਹਨੂੰ ਏਦਾਂ ਸੀ ਕਿ ਨਵੇਂ ਮੁੰਡੇ ਆ, ਤੇ ਮੈਂ ਇਹਨਾਂ ਨਾਲ ਪੈਸੇ ਦੀ ਗੱਲ ਕਰ ਲੈਣਾ ਕਿ ਗਾਣਾ ਬਣਾ ਦੂਗੇ ਨਾ, ਬੀਟਾ ਬੂਟਾ ਵਧੀਆ ਬਣਾਉਂਦੇ ਆ। ਤੇ ਬੰਦੇ ਨੇ ਮੈਨੂੰ ਐਡਵਾਂਸ ਭੇਜਿਆ ਅਰਾਊਂਡ ਹਨਾ 17,500 ਰੁਪਇਆ, ਤੇ ਅਸੀਂ ਜਾ ਕੇ ਦੇਤਾ, ਆਪਣੀ ਮਮ ਨੂੰ ਦੇਤਾ। ਮੈਂ ਕਿਹਾ ਮੰਮੀ ਐਡਵਾਂਸ ਆਇਆ ਵਾ। ਮੰਮੀ ਕਹਿੰਦੇ, ਮੈਂ ਕਿਹਾ ਤੁਸੀਂ ਹੁਣ ਗੁਰਦੁਆਰੇ ਹਨਾ ਪ੍ਰਸ਼ਾਦ ਚੜਾ ਦੋ, ਮੁੰਡੇ ਦੀ ਪਹਿਲੀ ਕਮਾਈ ਆ। ਸੋ ਉਹ ਤੋਂ ਪਹਿਲਾਂ ਵੀ ਬੀਟਾ ਬੂਟਾ 5-6 ਹਜ਼ਾਰ ਦੀਆਂ ਬਹੁਤ ਵੇਚੀਆਂ, ਬਟ ਉਹ ਆਪਾਂ ਸਿਰਫ ਕਹਿੰਦੇ ਖਰਚਾ ਪਾਣੀ, ਬਟ ਕਹਿੰਦੇ ਨਾ ਇੱਕ ਪ੍ਰੋਫੈਸ਼ਨਲੀ ਕੰਮ ਕਰਨ ਲੱਗੇ ਆ। ਜਾਂ ਉਦੋਂ ਮੇਰੇ ਕੋਲ ਸਟੂਡੀਓ ਨਹੀਂ ਹੁੰਦਾ ਸੀ, ਉਦੋਂ ਮੇਰਾ ਸਟੂਡੀਓ ਬਣ ਗਿਆ ਸੀ, ਥੋੜੀਆਂ ਬਹੁਤੀਆਂ ਸੇਵਿੰਗਸ ਨਾਲ ਜਿਹੜਾ ਬਣਾਇਆ ਨਾ,
ਤੇ ਫਿਰ ਮੇਰੇ ਕੋਲ ਪੈਸੇ ਆਏ ਤਾਂ ਇਟ ਵਾਸ ਦ ਟਾਈਮ ਕਿ ਮੈਂ ਆਪਣੇ ਘਰ ਦੇ ਨੂੰ ਪੈਸੇ ਵਾਪਸ ਦਵਾਂ। ਮੈਨੂੰ ਲੱਗਿਆ ਕਿ ਹਨਾ ਤੁਸੀਂ ਮੇਰੇ ਲਈ ਉਦੋਂ 17,500 ਰੁਪਏ ਬਹੁਤ ਵੱਡਾ ਅਮਾਉਂਟ ਸੀਗਾ ਹਨਾ। ਰਾਈਟ। ਬਹੁਤ ਤੇ ਜ਼ਿਆਦਾ ਕੀ ਵੱਡਾ ਕੀਤਾ amount ਉਸ ਅਮਾਉਂਟ ਦਾ, ਕੀ ਕੀਤਾ ਫਿਰ? ਮੈਂ ਦੱਸਦਾ, ਮੰਮੀ ਨੂੰ ਦਿੱਤਾ ਤੇ ਮੰਮੀ ਨੇ ਹਨਾ ਗੁਰਦੁਆਰੇ ਤੇ ਹਨਾ ਪੈਸੇ ਚੜਾਤੇ ਸਾਰੇ ਹਨਾ ਕਿ ਮੁੰਡੇ ਦੀ ਪਹਿਲੀ ਕਮਾਈ ਐਂਡ ਆਲ। ਕੀ ਹਾਲ ਆ? ਬਹੁਤ ਵਧੀਆ ਬ్రో। ਤੁਸੀਂ ਭਾਜੀ ਹਾਊ ਆਰ ਯੂ? ਟੌਰ ਕਿੱਥੇ ਕੱਢੀ ਹੋਈ ਹੈ ਭਾਜੀ? ਸਾਰੇ ਘਰ ਦੇ ਅੰਦਰ ਟੌਰ ਕੱਢ ਰਹੇ। ਕੀ ਹਾਲ ਹੈ ਤੁਹਾਡੇ? ਸਹੀ ਹੈ ਬ్రో, ਆਲ ਗੁੱਡ। ਤੁਸੀਂ ਦੱਸੋ? ਤੁਸੀਂ ਵੀ ਸਪੀਚ ਸੁਣੀ ਹੈ ਮੋਦੀ ਬਾਜੀ ਦੀ ਕਿ ਨਹੀਂ? ਨਾ ਭਰਾ, ਮੈਂ ਤਾਂ ਨੈਪ ਲੈ ਰਿਹਾ ਸੀਗਾ, ਮੈਂ ਲਾਰਮ ਲਾ ਕੇ ਸੁੱਤਾ ਪਿਆ ਸੀ ਕਿ 9 ਵਜੇ ਲਾਈ ਜਾਣਾ। ਚਲੋ ਮੈਂ ਤੁਹਾਨੂੰ ਅਪਡੇਟ ਦੇ ਦਿੰਦਾ, ਤੁਸੀਂ ਬਹੁਤ ਕੁਝ ਮਿਸ ਨਹੀਂ ਕੀਤਾ, ਕੁਝ ਨਹੀਂ ਕਿਹਾ ਉਹਨਾਂ ਨੇ। 18 ਤਰੀਕ ਮਾਣਾ ਸਾਡੀ ਪੋਸਟ ਪੜ੍ਹ ਕੇ ਹਟਿਆ ਨਾ, ਮੈਂ ਦੇਖਦਾ ਬਈ ਲਾਈਵ ਹੋਈ ਜਾਂ ਨਹੀਂ। ਬਸ 18 ਦੇਖਣ ਦੀ ਲੋੜ ਨਹੀਂ ਪੈਂਦੀ, ਉਹ ਆਲਰੇਡੀ ਇੰਨਾ ਇੰਟਰਨੈਟ ਤੇ ਹਰ ਮਾਰਾ ਟਰੰਪ ਵੀ ਬੈਠਾ ਹੁੰਦਾ ਪੂਰੇ ਟਾਈਮ ਦੇ ਉੱਤੇ ਕਿ ਮੋਦੀ ਸਾਹਿਬ ਨੇ ਲਾਈਵ ਆਣਾ ਵਾ ਤੇ ਆਪਾਂ ਪੂਰਾ ਚੈੱਕ ਕਰੀਏ ਕੀ ਗੱਲ ਕਹਿਣੀ ਹੈ ਕਿਆ ਹੈ। ਸੋ ਭਾਜੀ ਕੈਮ ਹੋ ਤੁਸੀਂ? ਆਪਣੇ ਘਰੋਂ ਗੜਸ਼ੰਕਰ ਹੋ ਕਿ ਦਿੱਲੀ ਹੋ, ਕਿੱਥੇ ਹੋ? ਮੈਂ ਬ్రో ਦਿੱਲੀ ਆ, ਤੁਹਾਡੇ ਕੋਲੇ ਹੀ ਆ। ਅਰੇ 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 ਕੈਸੀ ਨਜ਼ਦੀਕੀ ਆਏ ਕਿ ਕਰਫਿਊ ਤੋਂ ਬਾਅਦ ਸਿੱਧਾ ਹੀ ਲਾਕਡਾਊਨ ਹੋ ਜਾਣਾ, ਤਾਂ ਅਸੀਂ ਸੋਚਿਆ ਸੀ ਕਰਫਿਊ ਤੋਂ ਬਾਅਦ ਜਾਵਾਂਗੇ ਘਰੇ, ਬਟ ਉਹਨੇ ਨਾਲ ਹੀ ਲਾਕਡਾਊਨ ਕਰਤਾ। ਤੇ ਬਟ ਠੀਕ ਆ, ਇੱਥੇ ਸਟੂਡੀਓ ਹੈਗਾ ਆ ਤੇ ਅਸੀਂ 3-4 ਦੋਸਤਾਂ ਇਕੱਠੇ ਆ, ਉੱਥੇ ਵੀ ਫਿਰ ਏਦਾਂ ਰਹਿੰਦਾ ਬੰਦਾ, ਟਿਕਦਾ ਨਹੀਂ ਹੈਗਾ ਘਰੇ। ਇੱਥੇ ਆਪਾਂ ਕੋਲ ਕੰਪਨੀ ਹੈਗੀ ਆ ਤੇ ਇਟਸ ਫਾਈਨ। ਭਾਈ ਗਾਣੇ ਗੁਣੇ ਬਣ ਰਹੇ, ਮਾਹੌਲ ਹੈਗਾ, ਮੂਡ ਹੈਗਾ ਗਾਣੇ ਬਣਾਉਣ ਦਾ ਕਿ ਅਜੀਬ ਜਿਹਾ ਮੂਡ ਨਹੀਂ ਹੈਗਾ? ਸਾਨੂੰ ਤਾਂ ਆਰਟਿਸਟਾਂ ਨੂੰ ਕੀ ਹੈ, ਪੀਸ ਚਾਹੀਦਾ ਹੁੰਦਾ, ਕੋਈ ਆਵੇ ਨਾ ਕੋਈ ਜਾਵੇ ਨਾ, ਸਾਡੇ ਕੋਲ ਟਾਈਮ ਹੋਵੇ ਸਟੂਡੀਓ 'ਚ ਬਹਿਣ ਦਾ ਨਾ, ਤੇ ਆਪਾਂ ਕਰੀ ਜਾਂਦੇ ਆ, ਕੁਝ ਨਾ ਕੁਝ ਬਣਾਈ ਜਾਂਦੇ ਆ, ਕਾਫੀ ਆਈਡੀਆਜ਼ ਬਣ ਰਹੇ ਆ। ਤੇ ਮੈਂ ਇੱਕ ਹੋਰ ਵੀ ਇੱਕ ਨਵਾਂ ਕਰਨਾ ਸ਼ੁਰੂ ਕੀਤਾ ਆ YouTube ਚੈਨਲ। ਸਭ ਤੋਂ ਪਹਿਲਾਂ ਸਾਰੇ ਆਰਟਿਸਟ ਆਪਣੇ YouTube ਚੈਨਲ ਵੱਲ ਹੋਏ ਆ ਤੇ ਆਈ ਥਿੰਕ ਇਹ ਰਾਈਟ ਟਾਈਮ ਹੈ ਕਿ ਆਪਣੇ YouTube ਚੈਨਲ ਤੇ ਵਰਕ ਕਰਨ ਦਾ ਨਾ। ਤੇ ਸੋ ਆਈ ਐਮ ਵਰਕਿੰਗ ਔਨ ਇੱਕ ਪ੍ਰੋਜੈਕਟ ਜਿਹਦੇ ਵਿੱਚ ਨਾ ਜਿਹੜੇ ਵੀ ਆਰਟਿਸਟ ਮੈਨੂੰ ਲੱਗਦਾ ਕਿ ਲੈਜੈਂਡਸ ਆ ਨਾ ਮੇਰੇ ਲਈ, ਮਤਲਬ ਜਿਹੜੇ ਲੈਜੈਂਡਸ ਆ ਉਹਨਾਂ ਸਾਰਿਆਂ ਦੇ ਇੱਕ ਇੱਕ ਕਰਕੇ ਮੈਂ ਆਡੀਓਜ਼ ਹੈ ਨਾ, ਲਿਰਿਕਲ ਵੀਡੀਓਜ਼ ਉਹਦੇ ਉੱਪਰ ਰਿਲੀਜ਼ ਕਰੂੰਗਾ ਆਪਣੇ YouTube ਤੇ ਉਹਦੇ ਉੱਪਰ ਵਰਕ ਚੱਲਦਾ ਪਿਆ ਕਾਫੀ। ਤੇ ਅਰੇ ਵਾਹ। ਪਰ ਭਾਈ ਮੈਂ ਕਿਉਂ ਪੁੱਛ ਰਿਹਾ ਸੀ, ਮੈਂ ਕਹਿ ਰਿਹਾ ਸੀ ਕਿਉਂਕਿ ਅੱਜ ਕੱਲ ਨਾ ਮੂਡ ਦਾ ਪਤਾ ਨਹੀਂ ਹੈਗਾ, ਵੈਸੇ ਵੀ ਸੌਣ ਖਾਣ ਪੀਣ ਦੀ ਆਦਤ ਨਹੀਂ ਹੈਗੀ। ਬੰਦਾ ਲੰਚ ਦੇ ਟਾਈਮ ਤੇ ਬ੍ਰੇਕਫਾਸਟ ਕਰ ਰਿਹਾ ਹੈ, ਡਿਨਰ ਦੇ ਟਾਈਮ ਤੇ ਲੰਚ ਕਰ ਰਿਹਾ ਹੈ। ਤੁਹਾਡੇ ਨਾਲ ਵੀ ਇਦਾਂ ਹੈਗਾ ਕਿ ਸਹੀ ਚੱਲ ਰਿਹਾ ਤੁਹਾਡਾ? ਮੇਰਾ ਹਮੇਸ਼ਾ ਤੋਂ ਮੇਰਾ ਤਾਂ ਜਦੋਂ ਜਿਹੜੇ ਮਿਊਜ਼ਿਕ ਡਾਇਰੈਕਟਰ ਸਿੰਗਰ ਲੋਕ ਹੁੰਦੇ ਨਾ, ਆਰਟਿਸਟ ਲੋਕ ਹੁੰਦੇ ਆ, ਉਹ ਰਾਤ ਨੂੰ ਜਾਗਦੇ ਆ ਤੇ ਹਮੇਸ਼ਾ ਮੋਸਟਲੀ ਏਦਾਂ ਹੁੰਦਾ ਕਿ ਬ੍ਰੇਕਫਾਸਟ ਉਹ ਕਰਦੇ ਨਹੀਂ ਆ, ਉਹਨਾਂ ਦਾ ਲੰਚ ਹੀ ਹੁੰਦਾ ਹੈ, ਡਿਨਰ ਹੀ ਹੁੰਦਾ ਹੈ ਨਾ। ਤੇ ਮੇਰਾ ਕੀ ਹੋ ਗਿਆ ਕਿ ਆਹ ਟਾਈਮ ਦੇ ਵਿੱਚ ਮੇਰਾ ਹੁਣ ਉਲਟਾ ਹੋ ਗਿਆ, ਜਿੱਦਾਂ ਤੁਸੀਂ ਦੱਸ ਰਹੇ ਨਾਰਮਲ ਬੰਦੇ ਦਾ ਆਹ ਸੀਨ ਹੋ ਗਿਆ ਤੇ ਜਿਹਦਾ ਪਹਿਲਾਂ ਹੀ ਇਹ ਸੀਨ ਸੀਗਾ ਹੁਣ ਮੇਰਾ ਹੋ ਗਿਆ ਚੇਂਜ। ਮੈਂ ਸੌਂ ਜਾਣਾ ਰਾਤ ਨੂੰ 11-12 ਵਜੇ ਤੇ ਮੈਂ ਸਵੇਰੇ ਉੱਠ ਜਾਣਾ 8 ਵਜੇ। ਇੱਕੋ ਹੀ ਬੰਦਾ ਜਿਹੜਾ ਲੋਕਡਾਊਨ ਦਾ ਫਾਇਦਾ ਚੱਕ ਰਿਹਾ ਹੈ। ਹਾਏ 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 ਭਾਈ ਕੀ ਬਾਤ ਹੈ। ਕਿ ਸੋਣਾ ਵੀ ਹੁਣ ਬੋਰਿੰਗ ਹੋ ਗਿਆ, ਮਤਲਬ ਸੋਣਾ ਵੀ ਬੋਰਿੰਗ ਹੈ ਇਸ ਵੇਲੇ ਕਿ ਮਤਲਬ ਕਿੰਨਾ ਸੋ ਰਹੇ ਹੁੰਦਾ ਨਾ, ਕੀ ਗੱਲ ਹੈ ਉਹ ਵੀ ਬੋਰਿੰਗ ਲੱਗਦਾ ਪਿਆ। ਪਰ ਭਾਜੀ ਪਿਛਲੇ 40-45 ਦਿਨਾਂ ਚ ਜਦ ਤੋਂ ਲੋਕਡਾਊਨ ਹੋਇਆ ਕੁਝ ਨਵਾਂ ਟਰਾਈ ਕੀਤਾ ਜੋ ਅੱਜ ਤੱਕ ਤੁਸੀਂ ਜ਼ਿੰਦਗੀ ਚ ਨਹੀਂ ਕੀਤਾ ਸੀ ਇੰਨੇ ਸਾਲਾਂ ਤੋਂ? ਨਵਾਂ ਟਰਾਈ ਕੀਤਾ ਕਿਚਨ ਦੇ ਵਿੱਚ ਐਂਟਰੀ ਮਾਰੀ ਹੈ? ਮੈਂ ਤੁਹਾਨੂੰ ਦੱਸਾਂ, ਨੋਟ ਰੀਅਲੀ ਕੁਝ ਇੰਨਾ ਕੁਝ ਖਾਸ ਨਹੀਂ ਕੁਝ ਟਰਾਈ ਕੀਤਾ ਮੈਂ ਆਪਣੀ। ਆਈ ਡੋਨਟ ਨੋ, ਮਤਲਬ ਲੋਕੀ ਬਹੁਤ ਕੁਝ ਕਰ ਰਹੇ ਆ, ਮੈਂ ਵੀ ਕਰ ਰਿਹਾ ਬਹੁਤ ਕੁਝ, ਬਟ ਮੇਰਾ ਆਲਰੇਡੀ ਉਹ ਡੇਲੀ ਲਾਈਫ ਦਾ ਰੂਟੀਨ ਆ। ਬਿਕੋਜ਼ ਅਸੀਂ ਜਦ ਮੋਸਟਲੀ ਸ਼ੋਜ਼ ਕਰਦੇ ਆ, ਠੀਕ ਹੈ, ਤੇ ਅਸੀਂ ਟਰੈਵਲ ਕਰਦੇ ਆ, ਇੰਨਾ ਟਰੈਵਲ ਕਰਦੇ, ਬਟ ਸਮਟਾਈਮਸ ਉਹਦੇ ਵਿੱਚ ਕੀ ਆਉਂਦਾ, ਇਹ ਜਦੋਂ ਸਾਨੂੰ ਟਾਈਮ ਚਾਹੀਦਾ ਹੁੰਦਾ ਗਾਣੇ ਬਣਾਉਣ ਨੂੰ ਜਾਂ ਫਿਰ ਆਪਾਂ ਕਹਿੰਦੇ ਹੁੰਦੇ ਨਾ ਆਫ ਸੀਜ਼ਨ ਹੁੰਦਾ ਆ, ਤਾਂ ਆਲਰੇਡੀ ਮੈਂ ਨਾ ਉਹ ਟਾਈਮ ਦੇ ਵਿੱਚ ਕੁਆਰੰਟਾਈਨ ਵਾਲੀ ਲਾਈਫ ਦੇ ਵਿੱਚ, ਲਾਕਡਾਊਨ ਵਾਲੀ ਲਾਈਫ 'ਚ ਗਿਆ ਹੋਇਆ ਵਾ। ਮੈਂ ਆਲਰੇਡੀ ਏਦਾਂ ਹੈਗਾ ਕਿ 30-40 ਦਿਨ ਮੈਂ ਘਰੇ ਹੀ ਬੈਠਾ ਰਹਿੰਦਾ ਆ ਨਾ, ਸਟੂਡੀਓ ਬੈਠਾ ਰਹਿੰਦਾ, ਨਿਕਲਦਾ ਨਹੀਂ ਹੈਗਾ। ਤੇ ਮੇਰੇ ਨਾਲ ਸਮਵਟ ਉਹੀ ਸੇਮ ਹੀ ਸੀਨ ਆ ਤੇ ਅਜੇ ਕੁਝ ਨਹੀਂ ਟਰਾਈ ਕੀਤਾ। ਖਾਣਾ ਖੁਣਾ ਕਿਦਾਂ ਕਰ ਰਹੇ ਹੋ? ਕੋਈ ਰਸੋਈ ਰਸੋਈ ਜਾ ਕੇ ਕੁਝ ਟਰਾਈ ਨਹੀਂ ਕੀਤਾ? ਦੇਖੋ ਜਰਾ। ਨਹੀਂ ਭਾਜੀ ਬਹੁਤ ਸਹੀ ਲੱਗ ਰਹੇ ਹੋ ਯਾਰ, ਤਾਂ ਤੁਸੀਂ ਐਂਗਲ ਬਹੁਤ ਸਹੀ ਲਾਇਆ ਹੈ ਕੈਮਰੇ ਦਾ। 15 ਮਿੰਟ ਮੈਨੂੰ ਉਹੀ ਲੱਗਿਆ ਕਿ ਐਂਗਲ ਕਿੱਥੋਂ ਮੈਂ ਸਹੀ ਲੱਗ ਰਿਹਾ ਥੋੜਾ ਬਰੋ। ਖਾਣ ਨੂੰ ਸੀ ਆਪਾਂ ਆਲਰੇਡੀ ਇੱਥੇ ਸਾਡੇ ਕੋਲ ਪਹਿਲੇ ਇੱਕ ਮੁੰਡਾ ਹੈਗਾ ਆਲਰੇਡੀ ਹੈ ਨਾ ਕੰਮ ਕਰਦਾ, ਤੇ ਉਹ ਇੱਥੇ ਸਾਡੇ ਕੋਲ ਹੀ ਸਟੇ ਕਰਦਾ ਡਾਊਨਸਟੇਅਰ ਦਾ ਨਾ, ਇੱਥੇ ਹੈਗਾ। that is gold ਭਾਜੀ, that is gold for you। ਤੇ ਬਟ ਯਾਰ ਆਪਾਂ ਕੁਝ ਨਵੀਆਂ ਚੀਜ਼ਾਂ ਟਰਾਈ, ਇੱਥੋਂ ਮੈਨੂੰ ਯਾਦ ਹੈ ਆਪਾਂ ਕੁਝ ਨਵੀਆਂ ਚੀਜ਼ਾਂ ਟਰਾਈ ਕਰ ਰਹੇ ਹਾਂ, ਜਿੱਦਾਂ ਕਈ ਚੀਜ਼ਾਂ ਜਿਹੜੀਆਂ ਉਹਨੂੰ ਨਹੀਂ ਬਣਾਉਣੀਆਂ ਆਉਂਦੀਆਂ, ਜਿੱਦਾਂ ਮੰਮੀ ਬਣਾਉਂਦੇ ਆ ਹਨਾ, ਮਮ ਬਣਾਉਂਦੇ, ਤਾਂ ਅਸੀਂ ਵੀਡੀਓ ਕਾਲ ਕਰਕੇ ਤੇ ਉਹ ਨਾਲ ਦੱਸਦੇ ਆ। ਅਸੀਂ ਬਣਾਈ ਕੜੀ। ਕੜੀ ਕਿੱਦਾਂ ਬਣੀ ਸੀ? ਇਹ ਕੜੀ ਨਹੀਂ ਬਣਾਉਂਦਾ, ਇਹ ਕੜੀ ਕਸਟਰਡ ਵਾਲੀ ਕੜੀ ਬਣਾਉਂਦਾ ਸੀਗਾ, ਸਵਾਦ ਨਹੀਂ ਬਣਾਉਂਦਾ ਸੀਗਾ। ਫਿਰ ਮੰਮੀ ਨੂੰ ਫੋਨ ਕਰਕੇ ਬਣਾਈ ਇੱਕ ਦਿਨ। ਹੁਣ ਇੱਥੇ 2 ਜਣੇ ਆ ਮੇਰੇ ਨਾਲ, ਕਜ਼ਨ ਆ, ਹੈਰੀ ਆ, ਜੈ ਸ਼੍ਰੇ ਆ, ਤੇ ਕੜਾਹ ਕਹਿੰਦੇ ਕੜਾਹ ਖਾਣਾ ਆ। ਮੈਂ ਕਿਹਾ ਤੁਸੀਂ ਕਾਲ ਕਰ ਲਓ ਘਰੇ ਹਨਾ, ਮੰਮੀ ਨੂੰ ਕਾਲ ਕਰ ਲਓ ਤੇ
ਪੁੱਛ ਲਓ ਨਾ ਨਾਲ ਦੀ ਨਾਲ, ਕਿਉਂਕਿ ਉਹ ਹੈਗੀ ਇੱਕ ਸਾਨੂੰ ਹੁਣ ਕਰੇਵਿੰਗ ਹੋ ਰਹੀ ਆ ਕੜਾਹ ਦੀ। ਸਾਡੇ ਤਾਂ ਸੰਗਰਾਂਦ, ਹਰ ਸੰਗਰਾਂਦ ਤੇ ਬਣਦਾ ਘਰੇ ਹਨਾ, ਤੇ ਬਟ ਉਹ ਇਹਨਾਂ ਨੇ 2 ਹੀ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਇੰਨਾ ਕਾਲਾ ਕਾਲਾ, ਬਰਾਊਨੀ ਤੋਂ ਵੀ ਜ਼ਿਆਦਾ ਕਾਲਾ ਬਣਾਤਾ ਇਹਨਾਂ ਨੇ। ਸੋ ਸਾਡਾ ਨੈਕਸਟ ਮੋਟਿਵ ਇਹ ਹੈਗਾ ਭਾਈ ਟਰਾਈ ਕਰਨਾ ਕਿ ਹੁਣ ਕੜਾਹ ਬਣਾਉਣਾ। ਭਾਜੀ ਕੁਝ ਫੈਂਸੀ ਸਟਫ ਬਣਾਓ ਤੁਸੀਂ, ਮੈਨੂੰ ਪਤਾ ਤੁਸੀਂ ਦਿੱਲੀ ਕਿੱਥੇ ਰਹਿੰਦੇ ਹੋ, ਤਾਂ ਹੀ ਮੈਂ ਕਹਿ ਰਿਹਾ ਕੁਝ ਉਹਦਾ ਦਾ ਸਟਫ ਬਣਾਓ, ਲਾਈਕ ਅ ਚਾਕਲੇਟ ਬਰਬਰੀ ਕੇਕ ਜਾਂ ਕੁਝ ਟਰਾਈ ਕਰੋ। ਮੈਂ ਜ਼ਿੰਦਗੀ ਚ ਨਹੀਂ ਕਦੀ ਖਾਦੇ। ਮੈਂ ਉਦਾਂ ਦੇਖਣ ਨੂੰ ਲੱਗਦਾ ਕਿ ਬਾਲ ਖੜੇ ਆ, ਫੰਕੀ ਹੈ ਨਾ, ਪਤਾ ਨਹੀਂ ਇਹ ਖਾਂਦੇ ਵੀ ਏਦਾਂ ਦੀਆਂ ਚੀਜ਼ਾਂ ਹੋਣੇ ਆ। ਬਟ ਮੈਂ ਟੂ ਬੀ ਓਨੈਸਟ, ਮੈਂ ਸੱਚੀ ਦੱਸਾਂ, ਮੇਰਾ ਮੈਂ ਇਦਾਂ ਦਾ ਬੰਦਾ ਜਿਹਨੂੰ ਇੰਨਾ ਹੈ ਹੀ ਨਹੀਂ ਆ ਖਾਣੇ ਨਾਲ ਪਿਆਰ। ਘਰ ਦੀ ਰੋਟੀ ਹੋਵੇ ਨਾ, ਸਿੰਪਲ ਚੀਜ਼ਾਂ ਹੋਵੇ, ਆਈ ਐਮ ਮੋਰ ਲਾਈਕ, ਚਾਹੇ ਉਹ ਮੈਂ 5 5 6 6 ਖਾ ਜਾਵਾਂ ਰੋਟੀਆਂ, ਤੇ ਪਰ ਮੈਂ ਬਾਹਰੋਂ ਇੰਨਾ ਆਈ ਡੋਂਟ, ਮਤਲਬ ਇੰਨਾ ਹੈ ਨਹੀਂ ਆ ਕਿ ਮੈਨੂੰ ਸ਼ੱਕਰ ਵਧੀਆ ਲੱਗਦੀ ਘਰੇ ਖਾਣਾ ਨਾ, ਪੂਰੀ ਬਣਾ ਲਈ ਉਹ ਵਧੀਆ ਲੱਗਦੀ, ਬਟ ਆਹ ਚੀਜ਼ਾਂ ਇਹ ਥੋੜੀਆਂ ਬਾਹਰ ਆ ਮੇਰੇ ਬ੍ਰੇਨ ਤੋਂ, ਮੇਰੇ ਟੇਸਟ। ਪਿਆਜ਼ ਤੁਸੀਂ ਖਾਂਦੇ ਨਹੀਂ ਭਾਜੀ, ਕਿੰਨਾ ਔਖਾ ਹੈ ਤੁਹਾਡੇ ਲਈ ਖਾਣਾ ਬਣਾਉਣਾ, ਪਿਆਜ਼ ਤੁਸੀਂ ਖਾਂਦੇ ਨਹੀਂ ਹੋ। ਤੁਹਾਨੂੰ ਪਤਾ ਗ੍ਰਾਈਂਡ ਹੋ ਕੇ ਬਣਦਾ ਸੀ, ਦੇਖੋ। ਮਤਲਬ ਤੁਸੀਂ ਉਹ ਛੋਟੇ ਹੁੰਦੇ ਉਹ ਬੱਚਾ ਜਿਹੜਾ ਮੈਕਡੋਨਲਡਸ ਜਾਂਦਾ ਸੀਗਾ, ਥੱਲੋਂ ਪਹਿਲਾਂ 버ਗਰ ਤੋਂ ਪਿਆਜ਼ ਦਾ ਲਾ ਕੇ ਫਿਰ ਖਾਂਦਾ ਸੀਗਾ। ਸੀਰੀਅਸਲੀ, ਅੱਛਾ ਮੈਂ 버ਗਰ ਖਾਣਾ ਹੀ ਏਦਾਂ ਸ਼ੁਰੂ ਕੀਤਾ, ਮੈਨੂੰ ਪਿਆਜ਼ ਇਹਨਾਂ ਚੀਜ਼ਾਂ ਦਾ ਪ੍ਰੋਬਲਮ ਸੀ। ਮੈਂ ਖਾਣਾ ਹੀ ਏਦਾਂ ਸ਼ੁਰੂ ਕੀਤੀਆਂ ਸੀਗੀਆਂ ਚੀਜ਼ਾਂ। ਪੀਜ਼ਾ ਵੀ ਮੈਂ ਮਾਰਗਰੀਟਾ ਹੀ ਖਾਣਾ, ਕੋਈ ਹੋਰ ਪੀਜ਼ਾ ਨਹੀਂ ਖਾਣਾ, ਸਿਰਫ ਮਾਰਗਰੀਟਾ। ਸੋ ਅਜੇ ਵੀ ਅਸੀਂ ਆਰਡਰ ਕਰਦੇ ਨਾ, ਜਦੋਂ ਸਮਟਾਈਮਸ ਆਪਾਂ ਆਰਡਰ ਕਰਦੇ ਨੇ ਕੋਈ 버ਗਰ ਜਾਂ ਕੁਛ ਨਾ, ਵਨਸ ਇਨ ਅ ਬਲੂ, ਉਹ ਵੀ ਆਪਾਂ ਥੱਲੇ ਨਾਲ ਲਿਖ ਕੇ ਭੇਜਦੇ ਆ। ਉਹਦੇ ਵੀ ਥੱਲੇ ਹੁੰਦਾ ਨਾ ਕਿ ਇੰਨੀ ਜਗ੍ਹਾ ਕਿ ਲਿਖ ਸਕਦੇ ਆ, ਉਹਨੂੰ ਲਿਖ ਕੇ ਵਿਦਾਊਟ ਵੈਜੀਜ਼ ਹਨਾ, ਨੋ ਅਨੀਅਨਸ, ਕੁਛ ਨਹੀਂ, ਪ੍ਰੋਪਰ ਲਿਖ ਕੇ ਭੇਜੀਦਾ। ਮੇਰੇ ਕਜ਼ਨ ਡਰ ਜਾਂਦੇ ਆਰਡਰ ਕਰਨ ਨੂੰ ਮੇਰਾ, ਉਹਨਾਂ ਨੂੰ ਹੁੰਦਾ ਜੇ ਕਿਤੇ ਬਾਈ ਚਾਂਸ ਆ ਗਿਆ, ਬਸ ਇਹਨੇ ਕਹਿਣਾ ਮੈਂ ਵੇਟ ਵੀ ਕੀਤੀ ਆ ਤੇ ਵਿੱਚ ਪਿਆਜ਼ ਵੀ ਆ ਗਿਆ, ਹੁਣ ਮੈਂ ਖਾਣਾ ਨਹੀਂ। ਨਹੀਂ ਅੱਛਾ, ਪਿਆਜ਼ ਨਾਲ ਪੰਗਾ ਕੀ ਹੈ? ਮਤਲਬ ਬਚਪਨ ਤੋਂ ਕਿਉਂ ਨਹੀਂ ਪਸੰਦ? ਮਤਲਬ ਸ਼ੁਰੂਆਤ ਤੋਂ ਹੀ ਸੀਗਾ ਕੋਈ ਰੀਜ਼ਨ? ਆਈ ਡੋਨਟ ਨੋ ਯਾਰ, ਮੈਨੂੰ ਪਤਾ ਨਹੀਂ। ਉਦਾਂ ਠੀਕ ਆ, ਇਹਨੂੰ ਖਾਣਾ ਪੀਣਾ ਨਹੀਂ ਵਧੀਆ ਬਣਦਾ ਵਿਦਾਊਟ ਇਹਨਾਂ ਚੀਜ਼ਾਂ ਦੇ ਨਾ, ਇਹ ਟੇਸਟ ਦਿੰਦੀਆਂ ਫੂਡ, ਬਟ ਜਦ ਤੱਕ ਗ੍ਰਾਈਂਡ ਕਰਕੇ ਪਾਇਆ ਹੋਵੇ, ਮੈਨੂੰ ਦਿਖੇ ਨਾ, ਇਟਸ ਫਾਈਨ। ਜਦ ਮੈਨੂੰ ਦਿਖ ਜਾਂਦਾ ਹੈ ਫਿਰ ਨਹੀਂ ਮੇਰੀ ਰੋਟੀ ਨਹੀਂ ਲੱਗਦੀ ਹੈਗੀ ਫਿਰ। ਸਹੀ ਭਾਈ, ਮੱਛਰ ਹੈਗਾ ਤੁਹਾਡੇ ਉੱਧਰ? ਮੈਨੂੰ ਲੱਗਦਾ ਕਰੋਨਾ ਦੇ ਨਾਲ ਮੱਛਰ ਬਹੁਤ ਹੈ ਦਿੱਲੀ ਹੁਣ। ਬਰੋ ਹੈਗਾ ਯਾਰ, ਮੱਛਰ ਤਾਂ ਹੈ, ਮੱਛਰ ਹੈਗਾ ਥੋੜਾ ਜਿਹਾ। ਅਸੀਂ ਬਾਹਰ ਜਾਂਦੇ ਜਿੱਦਾਂ ਖੜਦੇ ਆ ਤੇ ਬੈਲਕਨੀ ਵਿੱਚ ਜਾ ਕੇ ਆ ਕੁਛ, ਤੇ ਉਹ ਸਿਰਫ ਉਹੀ ਆ 5-10 ਮਿੰਟ ਖੜ ਹੁੰਦਾ ਵਾ, ਉਹ ਤੋਂ ਬਾਅਦ ਹੁੰਦਾ ਕਿ ਬਈ ਅੰਦਰ ਹੀ ਚੱਲੀਏ, ਹੁਣ ਆ ਕਰੋਨਾ ਦੀ ਜਗ੍ਹਾ ਕੁਝ ਹੋਰ ਨਾ ਕਰਾ ਲਈਏ। ਸੁਪਰ। ਅੱਛਾ ਭਾਜੀ, ਤੁਹਾਡੇ ਵਾਲਾਂ ਤੋਂ ਯਾਦ ਆਇਆ ਮੈਨੂੰ, 2 ਮਹੀਨੇ ਦਾ ਤੁਸੀਂ ਹੇਅਰ ਕੱਟ ਹੋ ਕੇ ਨਹੀਂ ਕਰਾਇਆ ਹੋਣਾ? ਹੇਅਰ ਕੱਟ ਆ ਨਵੀਂ ਚੀਜ਼ ਪਤਾ ਲੱਗੀ ਨਾ, ਮੇਰੇ ਇੱਥੇ ਕਜ਼ਨ ਆ, ਉਹਨੇ ਪਹਿਲੀ ਵਾਰ, ਮੈਂ ਕਿਹਾ ਯਾਰ ਹੁਣ ਬਾਲ ਕੱਟਣੇ ਕੀ ਕਰੀਏ, ਕਹਿੰਦਾ ਮਸ਼ੀਨ ਹੈਗੀ, ਮੈਂ ਟਰਾਈ ਕਰਾਂ। ਮੈਂ ਕਿਹਾ ਚੱਲ ਤੂੰ ਟਰਾਈ ਕਰ ਲੈ। ਉਹਨੇ ਟਰਾਈ ਕੀਤਾ, ਦੇਖ ਲਓ, ਬਸ ਹੁਣ ਆਪਾਂ ਇਹ ਤੋਂ ਬਸ ਸੈਲੂਨ ਪਾ ਦੇਣਾ ਉਹਨੂੰ। ਚਲੋ ਆ ਤੁਸੀਂ ਬਚ ਗਏ ਹੋ ਭਾਜੀ, ਕਿਉਂਕਿ ਮੈਂ 2 ਮਹੀਨੇ ਤੋਂ ਹੇਅਰ ਕੱਟ ਨਹੀਂ ਕਰਾਇਆ, ਮੇਰੇ ਤੋਂ ਜੈਨੂਇਨਲੀ ਨਹੀਂ ਪਤਾ। ਹਾਂ ਉਹੀ ਪਹਿਲੇ ਸਾਰੀ ਟੋਪੀ ਪਾਈ ਬੜੀ। ਮੈਂ ਵੀ ਬਹੁਤ ਲੱਭੀ ਕੈਪ, ਮੈਨੂੰ ਕੈਪ ਹੀ ਨਹੀਂ ਲੱਭੀ ਅੱਜ ਬਣਾ, ਲੱਭੀ ਨਹੀਂ ਹੈਗੀ, ਮੈਨੂੰ ਬਾਲੀ ਬਾਣੇ ਹੋਏ। ਪਰ ਭਾਜੀ ਆਹ ਵਾਲ ਤਾਂ ਲੰਬੇ ਆ ਤੁਹਾਡੇ ਵੀ, ਬਹੁਤ ਲੰਬੇ ਆ, ਇਹ ਤਾਂ ਨਹੀਂ ਕੱਟੇ? ਨਹੀਂ ਬਰੋ, ਮੈਂ ਉੱਪਰੋਂ ਨਹੀਂ ਕੱਟਿਆ, ਇੰਨਾ ਨਹੀਂ ਹੈਗਾ, ਅਜੇ ਪ੍ਰੋਫੈਸ਼ਨਲ ਹੋਇਆ, ਬਸ ਸਾਈਡਾਂ ਤੇ ਮਸ਼ੀਨ ਹੀ ਮਾਰ ਹੋਈ ਆ, ਉੱਪਰੋਂ ਨਹੀਂ ਕੱਟਿਆ। ਅੱਛਾ ਹਜੇ ਸਲੂਨ ਦਾ ਅਸੀਂ ਸੋਚਿਆ ਹੈ, ਹਜੇ ਬਣਾਇਆ ਨਹੀਂ ਹੈ ਮਾਹੌਲ ਪੂਰਾ। ਬਿਲਕੁਲ। ਤਾਂ ਮੈਂ ਸਾਰਿਆਂ ਨੂੰ ਦੱਸਦਾ, ਕਿਉਂਕਿ ਆਹ ਕੁਐਸਚਨ ਮੈਂ ਸੁੱਖੀ ਬਾਈ ਤੋਂ ਕਿੰਨੀ ਵਾਰ ਪੁੱਛ ਚੁੱਕਿਆ, ਭਾਜੀ ਵਾਲਾਂ ਤੇ ਕਿੰਨਾ ਟਾਈਮ ਲੱਗਦਾ ਹੈ, ਕਿੰਨਾ ਖਰਚਾ ਲੱਗਦਾ? ਭਾਜੀ ਕਹਿੰਦੇ 10 ਮਿੰਟ ਲੱਗਦੇ ਆ। ਮੈਂ ਏਦਾਂ ਕਰਕੇ ਥੋੜਾ ਬਹੁਤ ਜੈਲ ਜੂਲ ਲਾ ਲਾ, ਉਹ ਵੀ ਜੇ ਲੋੜ ਪਏਗੀ ਉੱਪਰੋਂ ਫਿਰ ਡਰਾਇਰ ਲਾ ਤਾ, ਖਤਮ ਕਰ, 10 ਮਿੰਟ ਚ ਵਾਲ ਬਣ ਗਏ। ਕਿਸੇ ਨੇ ਲਾਈਵ ਨਾ 5 ਮਿੰਟ ਚ ਬਾਅਦ ਹੀ ਦਿਖਾ ਦੇਣੇ ਤੁਹਾਨੂੰ, ਇਹ ਆਪਾਂ ਨਾ ਖਤਮ ਕਰੀਏ ਕੰਮ। ਮੈਂ ਕੱਲ ਭਾਈ ਤੁਸੀਂ ਪਹਿਲਾਂ ਵੀ ਮੈਨੂੰ ਕਿਹਾ ਸੀ ਕਿ ਕਿਸੇ ਦਿਨ ਮੈਂ ਵੀਡੀਓ ਬਣਾਉਂਗਾ ਕਿ ਮੈਂ ਵਾਲ ਕਿੱਦਾਂ ਬਣਾਉਂਦਾ, A to Z 5 ਮਿੰਟ ਚ ਖਤਮ। ਸਹੀ ਗੱਲ ਹੈ, ਮੈਂ ਕੱਲ ਪਾਣਾ ਹੈ, 5 ਮਿੰਟ ਵੀ ਨਹੀਂ। ਮੈਂ ਤੁਹਾਨੂੰ ਆਈਡੀਆ ਦੇ ਰਿਹਾ ਭਾਜੀ, ਇੱਕ ਕਿਸੇ ਕੰਪਨੀ ਨੂੰ ਰਾਈਟਸ ਦੇ ਦਿਓ ਕਿ ਸੁੱਖੀ ਦ ਮੋਸਟ ਪਪੂਲਰ ਗਾਇ ਵਿਦ ਹਿਸ ਹੇਅਰ ਸਟਾਈਲ, 5 ਮਿੰਟ ਚ ਦੱਸੇਗਾ ਆਪਣੇ ਵਾਲ ਕਿੱਦਾਂ ਬਣਾਉਣੇ ਆ, ਦੇਖਿਓ ਕਿੰਨੀ ਉਹਦੀ ਵਿਊਅਰਸ਼ਿਪ ਹੁੰਦੀ ਹੈ। ਮੈਂ ਹੁਣੀ ਗੱਲ ਕਰਦਾ ਮੈਨੇਜਮੈਂਟ ਵਾਲਾ ਨਾਲ, ਘਰੇ ਬੈਠੇ ਕਿਸੇ ਤੋਂ ਤਾਂ ਪੈਸੇ ਕਮਾਈਏ, ਕੋਈ ਡੀਲ ਲੈਂਦੇ। ਸੁਪਰ। ਅੱਛਾ ਭਾਜੀ, ਮੈਂ ਨਾ ਹੁਣ ਤੁਹਾਡੇ ਨਾਲ, ਮੈਨੂੰ ਤਾਂ ਪਤਾ ਮੈਂ ਇੰਟਰਵਿਊ ਕਰ ਲਈ, ਇੰਨੀ ਗੱਲਬਾਤ ਹੋ ਗਈ ਹੈ, ਮੈਂ ਫਿਰ ਵੀ ਜਦ ਆਪਾਂ ਇੱਦਾਂ ਲਾਈਵ ਕਰਦੇ ਹਾਂ, ਥੋੜੀ ਬਹੁਤ ਤਿਆਰੀ ਕਰਦੇ ਹਾਂ, ਵਿਕੀਪੀਡੀਆ 2-3 ਸਵਾਲ ਕੁਝ ਲੈ ਕੇ ਆਈਏ। ਤੁਹਾਡੀ ਵਿਕੀਪੀਡੀਆ ਤੇ ਲਿਖਿਆ 2009 ਤੋਂ ਸ਼ੁਰੂਆਤ ਕੀਤੀ ਸੀ ਸੁੱਖੀ ਨੇ, ਤੇ ਗਾਣਾ ਪਹਿਲਾਂ ਜਿਹੜਾ ਨੋਟੇਬਲ ਗਾਣਾ ਆਇਆ ਸੀ ਆਈਫੋਨ ਵਰਗਾ, ਉਹ ਜਿਹੜਾ ਦੌਰ ਸੀਗਾ ਫਰਸਟ ਸੈਕਿੰਡ Song 2012 ਚ ਸੀਗਾ। 3 ਸਾਲ ਕਿੱਥੇ ਸੀਗੇ ਪਹਿਲਾਂ ਤੁਸੀਂ? ਬ్రో ਉਹ 3 ਸਾਲ ਜਿੱਦਾਂ ਮੈਂ ਆਪਣੀ 2009 ਦੇ ਵਿੱਚ ਅਰਾਊਂਡ ਮੈਂ ਮੇਰੇ ਖਿਆਲ ਤੋਂ 10ਵੀਂ ਆਲਮੋਸਟ ਕੀਤੀ ਸੀ। ਉਸ ਤੋਂ ਬਾਅਦ ਮੈਂ ਚੰਡੀਗੜ੍ਹ ਗਿਆ ਸੀਗਾ, ਤੇ ਉੱਥੇ ਗਰੁੱਪ ਹੁੰਦੇ ਸੀਗੇ ਇੰਡੀਆ ਦੇ ਵਿੱਚ। ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਹਿਪ ਹੌਪ ਗਰੁੱਪ ਜਾਂ ਫਿਰ ਜਿਹੜੇ ਰੈਪਰ ਸੀਗੇ ਮੁੰਡੇ, ਜਾਂ ਕਿਸੇ ਚੰਡੀਗੜ੍ਹ ਦੇ 3 ਗਰੁੱਪ ਹੁੰਦੇ ਸੀਗੇ। ਦੇਸੀ ਬੀਮ ਹੁੰਦਾ ਸੀਗਾ, ਜਿੱਦਾਂ ਤੁਸੀਂ ਪ੍ਰਧਾਨ ਆਪਣਾ ਰੈਪ ਕਰਦਾ ਹੈ, ਪ੍ਰਧਾਨ ਉਹ ਗਰੁੱਪ ਦੇ ਪਾਰਟ ਹੁੰਦਾ ਸੀਗਾ। ਦੇਸੀ ਬੀਮ ਹੁੰਦਾ ਸੀਗਾ, ਇੱਕ 2 ਸ਼ੇਡਸ ਕਰਕੇ ਗਰੁੱਪ ਹੁੰਦਾ ਸੀਗਾ, ਇੱਕ ਕਰੂ 172 ਹੁੰਦਾ ਸੀਗਾ, ਇੱਕ ਸਾਡਾ ਹੁੰਦਾ ਸੀਗਾ ਮਿਊਜ਼ੀਕਲ ਡਾਕਟਰ, ਜਿਹੜੇ
ਬੀਟਸ ਬਣਾ ਦਿੰਦੇ ਸੀਗੇ। ਸੋ ਉਹ ਟਾਈਮ ਦੇ ਵਿੱਚ ਅਸੀਂ ਕਾਫੀ ਅੰਡਰਗਰਾਉਂਡ ਗਾਣੇ ਕੀਤੇ ਆ, ਕਾਫੀ ਅਜੇ ਵੀ YouTube ਤੇ ਹੈਗੇ ਨੇ ਉਹ ਗਾਣੇ ਜਿਹੜੇ ਤੋਂ ਉਹਨਾਂ ਦੀ ਇੰਨੀ ਕੁਆਲਿਟੀ ਇੰਨੀ ਵਧੀਆ ਨਹੀਂ ਹੈਗੀ, ਕਾਜ਼ ਅਸੀਂ ਲੈਪਟਾਪ ਤੇ ਬਣਾਏ ਆ, ਜਾਂ ਫਿਰ ਉਹੀ 100-150 ਵਾਲੇ ਜਿਹੜੇ ਮਾਈਕ ਹੁੰਦੇ ਆ ਨਾ ਹੈਡਫੋਨ ਵਾਲੇ, ਤਾਂ ਉਹਨਾਂ ਦੇ ਨਾਲ ਹੀ ਆਪਾਂ ਰਿਕਾਰਡ ਕੀਤੇ ਆ। ਆਪਾਂ ਉਸ ਟਾਈਮ ਵੀ ਬੜਾ ਪਰਫਾਰਮ ਕੀਤਾ, ਪੈਕ ਵਿੱਚ ਪਰਫਾਰਮ ਕੀਤਾ ਸੀ ਆਪਾਂ ਦੈਟ ਟਾਈਮ, ਐਂਡ ਕਾਫੀ ਕੰਮ ਕੀਤਾ। ਬਟ ਉਹੀ ਗੱਲ 2012 1-2 ਸਾਲ ਦੇਖੋ, ਜਿੰਨੇ ਚਿਰ ਸਟਰਗਲ ਨੂੰ ਜ਼ਿਆਦਾ ਟਾਈਮ ਨਾ ਲੱਗੇ ਨਾ, ਸਟਰਗਲ ਉਨੇ ਚਿਰ ਮਜ਼ਾ ਨਹੀਂ ਆਉਂਦਾ ਹੈਗਾ। ਸੋ ਉਹੀ ਟਾਈਮ ਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਸਿੱਖਦੇ ਆ, ਤੇ ਉਹੀ ਟਾਈਮ ਨੇ 2009 ਤੋਂ 12 ਦਾ ਜਿਹੜਾ ਪੀਰੀਅਡ ਸੀਗਾ ਉਹਨੇ ਆਪਾਂ ਨੂੰ ਥੋੜਾ ਜਿਹਾ ਤਿਆਰ ਕੀਤਾ। 2012 ਤੋਂ ਲੈ ਕੇ 14 ਤੱਕ ਦਾ ਪੀਰੀਅਡ ਸੀਗਾ, ਜਦ ਮੇਰਾ ਅਰਾਊਂਡ 2014 ਦਸੰਬਰ ਜਾਂ ਨਵੰਬਰ ਮੇਰਾ ਗਾਣਾ ਸੀ ਸਨਾਈਪਰ, ਹੈ ਨਾ। ਸੋ ਮਤਲਬ ਮੇਨ ਐਜ਼ ਏ ਮਿਊਜ਼ਿਕ ਡਾਇਰੈਕਟਰ ਮੈਂ ਕੰਮ ਕੀਤਾ ਅਰਾਊਂਡ 2014 ਤੱਕ, 15 ਤੱਕ, ਬਿਕੋਜ਼ ਨਵੰਬਰ ਚ ਗਾਣਾ ਆਇਆ ਸੀ ਸਨਾਈਪਰ, ਹੈ ਨਾ। ਤੇ ਉਸ ਤੋਂ ਬਾਅਦ ਮੇਰਾ ਸਿੰਗਰ ਦਾ ਕੈਰੀਅਰ ਸ਼ੁਰੂ ਹੋਇਆ ਸੀ, ਬਟ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਸਿੰਗਰ ਬਣਨਾ। ਉਹ ਬਸ ਐਂ ਹੀ ਸੀਗਾ ਕਿ ਜਿਹੜਾ 2009 ਤੋਂ 12 ਦਾ ਫੇਸ ਸੀਗਾ, 3 ਸਾਲ ਵਾਲਾ ਫੇਸ ਸੀਗਾ, ਤੁਸੀਂ ਕਿਹਾ ਉਸ ਟਾਈਮ ਉਹ ਮਤਲਬ ਮੈਨੂੰ ਮੈਂ ਗੈਸ ਕਰ ਰਿਹਾ ਸੀ ਉਸ ਟਾਈਮ ਕੀ ਹੁੰਦਾ ਬੰਦੇ ਦਾ ਮਾਈਂਡਸੈਟ ਕਿ ਆਪਾਂ ਗਾਣੇ ਬਣਾ ਕੇ ਥੋੜੇ ਪੈਸੇ ਕਮਾ ਲਈਏ, ਪੈਸੇ ਬਹੁਤ ਜ਼ਰੂਰੀ ਹੈ। ਬਿਲਕੁਲ ਬੰਦਾ ਬਾਕੀ ਲੋਕਾਂ ਲਈ ਬੀਟਾ ਬੂਟਾ ਬਣਾਉਂਦਾ। ਤੁਹਾਨੂੰ ਯਾਦ ਹੈ ਪਹਿਲਾ ਗਾਣਾ ਤੁਸੀਂ ਜਦ ਕਿਸੇ ਨੂੰ ਦਿੱਤਾ ਸੀਗਾ, ਬੀਟਸ ਦਿੱਤੀ ਸੀਗੀ, ਕਿੰਨੇ ਪੈਸੇ ਲਿੱਤੇ ਸੀਗੇ, ਕਿੰਨੀ ਕਮਾਈ ਸੀਗੀ ਪਹਿਲੀ? ਤੇ ਮੈਂ ਸੀਰੀਅਸਲੀ ਐਸਾ 6-7 ਹਜ਼ਾਰ ਤੋਂ ਸ਼ੁਰੂ ਕੀਤਾ ਸੀਗਾ, ਬਿਕੋਜ਼ ਟੂ ਬੀ ਓਨੈਸਟ ਜਿਨ੍ਹਾਂ ਲਈ ਆਪਾਂ ਕੰਮ ਕਰਦੇ ਹਾਂ ਸਿਰਫ ਔਰ ਅੰਡਰਗਰਾਉਂਡ ਰੈਪਰਾਂ ਲਈ ਕੰਮ ਕਰਦੇ ਆ, ਉਹ ਵੀ ਆਲਰੇਡੀ ਦੇ ਆਰ ਨਾਟ ਫਾਈਨੈਂਸ਼ੀਅਲੀ ਇੰਨੇ ਤਗੜੇ ਕਿ, ਹੈ ਨਾ, ਤੇ ਆਪਾਂ ਉਹਨਾਂ ਤੋਂ ਇੰਨਾ ਜ਼ਿਆਦਾ ਪੈਸਾ ਮੰਗ ਸਕਦੇ ਆ ਕੁਝ। ਐਂਡ ਉਸ ਟਾਈਮ 5-7 ਹਜ਼ਾਰ ਵੀ ਬਹੁਤ ਵੱਡੀ ਗੱਲ ਹੁੰਦੀ ਸੀ, ਬਿਕੋਜ਼ ਪੀਜੀ ਵਿੱਚ ਰਹਿੰਦੇ ਸੀ, 5000 ਦਾ ਕਮਰੇ ਦਾ ਰੈਂਟ ਸੀਗਾ, ਹਨਾ, ਤੇ ਇੱਥੇ ਰਹਿਣਾ ਹੁੰਦਾ ਸੀ। ਫਿਰ ਇੰਨਾ ਹੁੰਦਾ ਸੀਗਾ ਕਿ ਥੋੜਾ ਜਿਹਾ ਖਰਚਾ ਪਾਣੀ ਚੱਲ ਪੈਂਦਾ ਸੀਗਾ, ਥੋੜੇ ਆਪਣੇ ਸ਼ੌਂਕ ਪੂਰੇ ਕਰ ਲਈਦੇ ਸੀ, ਘਰਦਿਆਂ ਤੋਂ ਘੱਟ ਪੈਸੇ ਮੰਗੀਦੇ ਸੀ, ਬਿਕੋਜ਼ ਵੀ ਬਿਲੋਂਗ ਟੂ ਮਿਡਲ ਕਲਾਸ ਫੈਮਿਲੀ, ਸੋ ਐਂਡ ਵੀ ਹੈਵ ਟੂ ਆਪਾਂ ਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ। ਮੈਂ ਹਮੇਸ਼ਾ ਇਹ ਗੱਲ ਕਹਿਣਾ, ਆਈ ਬਿਲੋਂਗ ਟੂ ਮਿਡਲ ਕਲਾਸ ਫੈਮਿਲੀ ਐਂਡ ਸਟਿਲ ਆਈ ਐਮ ਫਰੋਮ ਅ ਮਿਡਲ ਕਲਾਸ ਫੈਮਿਲੀ। ਮੈਂ ਚਾਹੇ ਜੋ ਮਰਜ਼ੀ ਬਣ ਜਾਵਾਂ ਜ਼ਿੰਦਗੀ ਵਿੱਚ, ਸਟਿਲ ਆਈ ਵਿਲ ਬੀ ਵਨ ਫਰੋਮ ਮਤਲਬ ਇੱਕ ਮਿਡਲ ਕਲਾਸ ਫੈਮਿਲੀ ਦਾ ਨਾ ਬੰਦਾ, ਬਿਕੋਜ਼ ਆਪਾਂ ਲੋਕਾਂ ਨੂੰ ਪਤਾ ਹੈ ਕਿ ਅਪਸ ਐਂਡ ਡਾਊਨ ਸਾਡੀ ਫੈਮਿਲੀ 'ਚ ਕਿੰਨੇ ਆਉਂਦੇ ਆ, ਤੇ ਉਹੀ ਚੀਜ਼ਾਂ ਸਾਨੂੰ ਸਿਖਾਉਂਦੀਆਂ ਕੁਛ ਬਣਨਾ ਜ਼ਿੰਦਗੀ ਦੇ ਵਿੱਚ। ਤੇ ਬਸ ਇਹੀ ਆ ਕਿ ਆਪਣਾ ਬਸ ਉਹਨਾਂ ਗੁਜ਼ਾਰਾ ਹੁੰਦਾ ਸੀਗਾ ਤੇ ਆਪਾਂ ਕਰਦੇ ਰਹਿੰਦੇ ਸੀਗੇ, ਤੇ ਉਹ ਵੀ ਵਿਚਾਰੇ ਹੁੰਦੇ ਸੀ ਮਾਤਰ 5-7 ਹਜ਼ਾਰ ਦੇਣ ਜੋਗੇ। 3-4 ਰੈਪਰਾਂ ਦਾ ਗਰੁੱਪ ਹੁੰਦਾ ਸੀ, ਉਹ ਵੀ ਉਹਨੇ ਜੋੜ ਕੇ ਦੇ ਦਿੰਦੇ ਸੀਗੇ। ਤੇ ਚੰਡੀਗੜ੍ਹ ਕਿੱਥੇ ਰਹਿੰਦੇ ਸੀ ਤੁਸੀਂ? ਪੀਜੀ ਮੌਲ ਹੀ ਰਹਿੰਦੇ ਸੀ ਚੰਡੀਗੜ੍ਹ 15 ਸੈਕਟਰ ਦੇ ਨੇੜੇ? 15 ਸੈਕਟਰ ਰਹਿੰਦਾ ਸੀ ਬ్రో, ਚੰਡੀਗੜ੍ਹ। ਅੱਛਾ, ਫਿਰ ਤਾਂ ਉਹੀ ਰੋਡ ਹੈ ਯੂਨੀਵਰਸਿਟੀ ਦੇ ਨਾਲ ਵਾਲੀ ਰੋਡ ਹੈ, ਜਿਵੇਂ ਗੋਬਾਰ ਹੋ ਗਿਆ। ਮੈਂ 3-4 ਸਾਲ ਮੇਰਾ ਡਿਨਰ ਹਰ ਮਤਲਬ ਐਵਰੀ ਡੇ ਮੇਰਾ ਜਿਹੜਾ ਡਿਨਰ ਹੁੰਦਾ ਸੀਗਾ ਸ਼ਾਮ ਨੂੰ, ਮੈਂ ਜਾਂਦਾ ਸੀਗਾ ਉੱਥੇ ਆਪਣੇ ਸਟੂਡੈਂਟ ਸੈਂਟਰ ਤੇ ਉੱਥੇ। ਅੱਛਾ, ਬਿਲਕੁਲ ਸਟੂਡੈਂਟ ਸੈਂਟਰ ਤੇ ਰਾਜਮਾ ਚਾਵਲ ਤੇ ਕੜੀ ਚਾਵਲ ਤੇ ਸਭ ਕੁਝ, ਬਸ ਦੋ ਹੀ ਚੀਜ਼ਾਂ ਖਾਣਾ ਮੈਂ। ਸਹੀ ਹੈ ਭਾਜੀ। ਅੱਛਾ, ਜਿਸ ਦੌਰ 'ਚ ਤੁਸੀਂ ਚੰਡੀਗੜ੍ਹ ਆਏ ਸੀ ਨਾ, ਚੰਡੀਗੜ੍ਹ ਦੀ ਬੜੀ ਹਾਈਪ ਹੁੰਦੀ ਸੀ, ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਜਾਓ ਨਾ, ਅਚੀਵਮੈਂਟ ਹੁੰਦੀ ਸੀ ਸਾਡਾ ਮੁੰਡਾ ਚੰਡੀਗੜ੍ਹ ਗਿਆ ਹੈ, ਤੇ ਬੱਚਾ ਕਿ ਆਪਸ ਵਿੱਚ ਹੁੰਦਾ ਸੀ ਕਿ ਯਾਰ ਮੈਂ ਚੰਡੀਗੜ੍ਹ ਜਾਊਂਗਾ ਪੜ੍ਹਾਈ ਲਈ। ਚੰਡੀਗੜ੍ਹ ਕਿੱਦਾਂ ਐਂਟਰੀ ਹੋਈ? ਤੁਹਾਡਾ ਵੀ ਏਦਾਂ ਸੀਗਾ ਯਾਰ ਮੈਂ ਚੰਡੀਗੜ੍ਹ ਜਾਣੀ, ਉੱਥੇ ਕੁੜੀਆਂ, ਉੱਥੇ ਲਾਈਫ ਹੁੰਦੀ ਹੈ, ਫੈਸ਼ਨ ਹੈ, ਫੰਕ ਹੈ, ਏਦਾਂ? ਨਹੀਂ ਏਦਾਂ ਦੀ ਕੋਈ ਗੱਲ ਨਹੀਂ ਸੀਗੀ। ਮੇਰੇ ਪੇਰੈਂਟਸ ਨਾ ਬੜੇ ਓਪਨ ਮਾਈਂਡਡ ਆ, ਪਤਾ ਨਹੀਂ ਮੇਬੀ ਮੈਂ ਵੀ ਕਹਿੰਦਾ ਕਿ ਆਪਾਂ ਕਾਫੀ ਸਮਝਦਾਰ ਹਾਂ, ਕਈਆਂ ਨਾਲੋਂ ਸਮਝਦਾਰ ਹਾਂ। ਇਹ ਰੀਜ਼ਨ ਹੈ ਕਿ ਮੇਰੇ ਪੇਰੈਂਟਸ ਨੇ ਮੈਨੂੰ ਏਦਾਂ ਸਪੋਰਟ ਕੀਤਾ ਹੈ, ਜਾਂ ਫਿਰ ਹਨਾ ਸਾਨੂੰ ਏਦਾਂ ਮੈਂਟੋਰ ਕੀਤਾ, ਤੇ ਉਹ ਆਲਰੇਡੀ ਉਹਨਾਂ ਨੂੰ ਪਤਾ ਸੀ ਕਿ ਜਦ ਆਪਾਂ ਇਹਨਾਂ ਨੂੰ ਇੱਥੋਂ ਸ਼ਹਿਰ ਚੁੱਕੋ, ਇੱਕ ਛੋਟਾ ਸ਼ਹਿਰ ਹੀ ਹੁੰਦਾ ਆ, ਜਦ ਆਪਾਂ ਉਹ ਤੋਂ ਬਾਹਰ ਨਿਕਲ ਕੇ ਆਪਣੇ ਪੇਰੈਂਟਸ ਤੋਂ ਦੂਰ ਹੋ ਕੇ ਦੇਖਦੇ ਹਾਂ ਕਿ ਆਪਾਂ ਨੂੰ ਪਤਾ ਲੱਗਦਾ ਹੈ ਕਿ ਨਾ ਆਪਣਾ ਲਾਈਫ ਜੀਣ ਦਾ, ਉਹਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ। ਤਾਂ ਮੇਰੇ ਪੇਰੈਂਟਸ ਨੇ ਆਲਰੇਡੀ ਮੈਨੂੰ ਤੋਂ ਬਾਅਦ ਭੇਜਿਆ ਕਿ ਜਾ ਵੀ ਹੁਣ ਪੜ੍ਹ, ਕੀ ਕਰਨਾ ਕਰ। ਸੋ ਮੈਂ ਗਿਆ ਸੀਗਾ ਟ੍ਰੇਨਿੰਗ ਲਈ ਇੰਜੀਨੀਅਰਿੰਗ, ਤੇ ਉਹਦੀ ਆਪਣੀ ਤਿਆਰੀ ਕਾਹਦੀ ਟ੍ਰੇਨਿੰਗ ਲਈ ਗਏ ਸੀ ਤੁਸੀਂ? ਐਗਜ਼ਾਮ ਦੀ ਤਿਆਰੀ ਦੇ ਲਈ, ਹੈ ਨਾ। 36 ਸੈਕਟਰ ਦੇ ਵਿੱਚ ਹੁੰਦਾ ਸੀਗਾ ਗੁਰੂਕੁਲ। ਅੱਛਾ, ਹਾਂ ਯਾਦ ਹੈ ਮੈਨੂੰ। ਤੇ ਉੱਥੇ ਮੈਂ 2 ਦਿਨ ਗਿਆ ਤੇ ਮੈਂ ਦੇਖਿਆ ਯਾਰ ਨੋਟਸ ਹੀ ਦਿੰਦੇ ਆ, ਤੇ ਫਿਰ ਮੈਂ ਉੱਥੇ ਨਿਆਣੇ ਨਾਲ ਮੁੰਡੇ ਨੇ ਇੱਕ ਡੀਲ ਬਣਾ ਲਈ ਮਿੱਤਰ ਨਾਲ, ਮੈਂ ਕਿਹਾ ਤੈਨੂੰ ਅਸੀਂ ਅੱਧੇ ਪੈਸੇ ਦੇ ਦਿੰਦੇ ਤੇ ਤੂੰ ਸਾਨੂੰ ਨੋਟਸ ਦੇ ਦੀ, ਅਸੀਂ ਨਹੀਂ ਆਣਾ ਹੈਗਾ ਗੱਲ ਤੋਂ। ਮੈਂ 2 ਦਿਨ ਗਿਆ, ਮੈਂ ਗਿਆ ਨਹੀਂ ਮੁੜ ਕੇ, ਤੇ ਮੇਰੀ ਰੈਂਕ ਵੀ ਆ ਗਈ ਸੀ, ਮੇਰੀ ਆਲ ਓਵਰ ਇੰਡੀਆ ਅਰਾਊਂਡ 400 ਸਮਥਿੰਗ ਹਨਾ ਰੈਂਕ ਆਈ ਸੀਗੀ। ਤੇ ਬਟ ਮੈਂ ਫਿਰ ਇੰਜੀਨੀਅਰਿੰਗ ਵਿੱਚ ਐਡਮਿਸ਼ਨ ਲਈ, ਬਟ ਫਿਰ ਮਤਲਬ ਲੈਣ ਵੇਲੇ ਆਈ ਮੀਨ ਟੂ ਸੇ ਮੇਰਾ ਭਰ ਦਿੱਤੇ ਸੀ ਪੇਪਰ, ਮੈਨੂੰ ਸੀਟ ਮਿਲ ਗਈ, ਬਟ ਫਿਰ ਨਾ ਮੈਂ ਐਟ ਦਾ ਐਂਡ ਮੈਂ ਕਿਹਾ ਨਹੀਂ ਯਾਰ, ਇਹ ਨਾ ਮੈਂ ਪੈਸੇ ਵੀ ਲਵਾਣੇ ਆ, ਮੈਂ ਇੰਨਾ ਟਾਈਮ ਵੀ ਲਾਣਾ, ਬਟ ਮੇਰਾ ਇਹ ਦਿਲ ਨਹੀਂ ਹੈਗਾ, ਤੇ ਆਈ ਡੋਨਟ ਨੋ ਕਿ ਹਨਾ ਕਿ ਮੈਂ ਇਸ ਚੀਜ਼ ਦੇ ਵਿੱਚ ਗਰੋ ਕਰੂੰਗਾ ਜਾਂ ਮੈਂ ਟਾਈਮ ਦੇ ਪਾਊਂਗਾ। ਸੋ ਫਿਰ ਮੈਂ ਐਟ ਦਾ ਐਂਡ BSc ਗ੍ਰਾਫਿਕਸ ਚੰਡੀਗੜ੍ਹ। ਔਰ ਰਫਤਾਰ ਭਾਜੀ ਆਇਆ ਚੈਟ ਤੇ, ਬੀਬਾ ਬॉयਜ਼ ਆ ਤੁਹਾਡਾ ਕੋਡ ਵਰਡ ਹੈ ਬੀਬਾ ਬॉयਜ਼ ਦਾ ਕੁਝ? ਬੀਬਾ ਬॉय ਨਹੀਂ, ਕੋਡ ਵਰਡ ਨਹੀਂ ਹੈ ਭਰਾ, ਪਿਆਰ ਬਹੁਤ ਆ। ਰਫਤਾਰ ਜਾਣਾ, ਰਫਤਾਰ ਨਾਲ ਮੈਂ ਤੁਹਾਨੂੰ ਇਨਸੀਡੈਂਟ ਦੱਸਦਾ। ਰਫਤਾਰ ਮੈਂ ਤਾਂ ਸਨਾਈਪਰ, ਮੈਂ ਰਫਤਾਰ ਨੂੰ ਕਾਫੀ ਟਾਈਮ ਤੋਂ ਜਾਣਦਾ ਹਾਂ,
ਸਾਡੀ ਕਾਫੀ ਟਾਈਮ ਗੱਲ ਹੁੰਦੀ ਰਹੀ ਆ, ਪਹਿਲਾਂ ਵੀ ਗੱਲ ਹੁੰਦੀ ਰਹੀ ਆ। ਮੈਂ ਮਿਲਿਆ ਵੀ ਰਫਤਾਰ ਨੂੰ ਹਨਾ, ਜਦ ਰਫਤਾਰ ਵੀ ਸਟਰਗਲ ਕਰਦਾ ਸੀਗਾ। ਤੇ ਇਟ ਵਾਸ ਲਾਈਕ 2014 ਮੈਂ ਨਾ ਗਾਣਾ ਬਣਾਇਆ ਸੀ, ਉਹਦੀ ਡਮੀ ਸਨਾਈਪਰ ਜਿਹਦਾ ਟਾਈਮ ਪਾਸ ਲਿਖ ਲਿਆ ਬਣਾ ਲਿਆ ਨਾ। ਤੇ ਮੈਂ ਨਾ ਇੱਕ ਸਟੂਡੀਓ ਸੀਗਾ ਪੰਚਕੂਲਾ, ਉੱਥੇ ਆਪਣਾ ਮੇਰਾ ਦੋਸਤ ਹੈ ਰਫਤਾਰ ਵੀ ਉਹਦੇ ਕੋਲ ਜਾਂਦਾ ਸੀਗਾ। ਔਰ ਸੀਗਾ यार मैंने सेक्टर भूल गया, लॉन्ग टाइम ब्रो, पता नहीं ਮੈਨੂੰ ਯਾਦ ਹੈ ਕਿਉਂਕਿ ਮੈਂ ਪੰਚਕੂਲਾ ਰਹਿਣਾ, ਮੇਰੀ ਰਿਹਾਇਸ਼ ਪੰਚਕੂਲੇ ਦੀ, ਮੈਨੂੰ ਪਤਾ ਕਿਹੜੇ ਸੀਗਾ ਮੁੰਡੇ ਦਾ ਨਾਮ ਨਕੁਲ ਸੀਗਾ, ਆਪਣਾ ਦੋਸਤ ਸੀਗਾ ਨਕੁਲ ਲੌਜਿਕ ਕਰਕੇ, ਉਹਨੇ ਕਾਫੀ ਕੰਮ ਕੀਤਾ ਹਨਾ। ਤੇ ਉੱਥੇ ਰਫਤਾਰ ਵੀ ਸੀਗਾ, ਤੇ ਮੈਂ ਰਫਤਾਰ ਨੂੰ ਸੁਣਾਇਆ, ਮੈਂ ਕਿਹਾ ਬਰੂ ਮੈਂ ਆਹ ਆਈਡੀਆ ਬਣਾਇਆ, ਤੇ ਰਫਤਾਰ ਨੂੰ ਵਧੀਆ ਲੱਗਿਆ ਗਾਣਾ ਨਾ। ਤੇ ਰਫਤਾਰ ਨੇ ਐਟ ਦੈਟ ਟਾਈਮ ਸੀ, ਜਦ ਕੋਈ ਨਵਾਂ ਬੰਦਾ ਹੁੰਦਾ ਨਾ ਤਾਂ ਤੁਹਾਡੇ ਨਾਲ ਦੇ ਲੋਕ ਤੁਹਾਡੀ ਸਾਰੇ ਦੇਖਦੇ ਆ ਕਿ ਕਿਆ ਆ ਬੰਦਾ, ਉਹਦੇ ਨਾਲ ਕੰਮ ਕਰਨਾ ਚਾਹੀਦਾ ਜਾਂ ਨਹੀਂ। ਬਟ ਰਫਤਾਰ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਹੈ ਨਾ ਬਰੂ, ਬਿਲਕੁਲ ਪਰਵਾਹ ਨਹੀਂ ਕੀਤੀ, ਸਾਰਿਆਂ ਤੋਂ ਵੱਖ ਹੋ ਕੇ ਬੰਦੇ ਨੇ ਹਨਾ ਮੇਰਾ ਸਾਥ ਦਿੱਤਾ। ਐਂਡ ਦੈਟ ਟਾਈਮ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਇੰਡਸਟਰੀ ਵਿੱਚ, ਸੋ ਆਈ ਵਾਸ ਆਲ ਅਲੋਨ, ਬਿਕਾਜ਼ ਮੇਰਾ ਉਦੋਂ ਆਪਣਾ ਅਲੱਗ ਹੋਇਆ ਸੀ ਇੱਕ ਮਿਊਜ਼ੀਕਲ ਡਾਕਟਰ ਟੀਮ, ਯੂ ਨੋ ਆਪਾਂ ਸਾਰੇ ਅਲੱਗ ਹੋਏ ਸੀਗੇ। ਤੇ ਉਸ ਟਾਈਮ ਤੇ ਟੂ ਬੀ ਓਨੈਸਟ ਮੈਨੂੰ ਜਦ ਆਪਾਂ ਸਪਲਿਟ ਹੋਏ ਸੀਗੇ, ਮੈਨੂੰ ਇੰਨਾ ਕੰਮ ਨਹੀਂ ਆਉਂਦਾ ਸੀ ਕਰਨਾ। ਆਈ ਵਾਸ ਮੋਰ ਲਾਈਕ ਮੈਂ ਬੈਠਦਾ ਸੀਗਾ ਹਨਾ, ਥੋੜਾ ਬਹੁਤ ਕਰਦਾ ਸੀਗਾ। ਆਈ ਯੂਜ਼ਡ ਟੂ ਬੀ ਅ ਲਰਨਰ ਰਾਈਟ। ਤੇ ਬਟ ਉਹ ਟਾਈਮ ਨੇ ਨਾ ਜਦ ਮੈਂ ਅਲੱਗ ਹੋ ਗਿਆ, ਫਿਰ ਮੈਨੂੰ ਪਤਾ ਲੱਗਿਆ ਕਿ ਯਾਰ ਕਦੀ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਲਾਈਫ ਦੇ ਵਿੱਚ। ਸੋ ਮੈਂ 1 ਸਾਲ ਗੜਸ਼ੰਕਰ ਰਿਹਾ, ਮੈਂ 2013 ਚ ਚੰਡੀਗੜ੍ਹ ਛੱਡ ਕੇ ਮੈਂ ਗੜਸ਼ੰਕਰ ਚਲ ਗਿਆ ਸੀਗਾ ਅਰਾਊਂਡ 2013। ਹਾਂਜੀ ਡਿਸਅਪॉइंट ਹੋ ਕੇ ਗਏ ਸੀਗੇ ਵਾਪਸ ਗੜਸ਼ੰਕਰ, ਜਾਂ ਡਿਸਅਪॉइंट ਹੋ ਕੇ ਗਿਆ ਸੀਗਾ, ਜਾਂ ਫਿਰ ਏਦਾਂ ਸਮਝ ਲਓ ਕਿ ਮੈਨੂੰ ਇਹ ਸੀਗਾ ਕਿ ਮੈਂ ਕੁਝ ਬਣ ਕੇ ਰਫਤਾਰ ਕਹਿੰਦਾ ਰਹਿੰਦੇ ਯਾਰ ਪਿਆਰ ਪਿਆਰਾ ਬਹੁਤ ਲਵ ਯੂ ਬਰੂ ਯਾਰ। ਇਹ ਯੂ ਨੋ ਮੇਰੀ ਕੈਰੀਅਰ ਦੇ ਵਿੱਚ ਇੱਕ ਬੰਦਾ ਮੇਰੇ ਵੱਲੋਂ ਵੀ ਲਵ ਯੂ ਯਾਰ, ਬਹੁਤ ਵੱਡਾ ਹੱਥ ਹੈ ਮੇਰੇ ਕੈਰੀਅਰ ਦੇ ਵਿੱਚ। ਬੋਹੀਮੀਆ ਭਾਈ ਤੋਂ ਪਹਿਲਾਂ ਜਿਹੜਾ ਬੰਦਾ ਮਤਲਬ ਜਿਹੜੇ ਬੰਦੇ ਨੇ ਮੈਨੂੰ ਦਿਲੋਂ ਸਪੋਰਟ ਕੀਤੀ ਵਿਦਾਊਟ ਕੋਈ ਮਤਲਬ, ਵਿਦਾਊਟ ਐਨੀਥਿੰਗ, ਮਤਲਬ ਸਾਰਿਆਂ ਤੋਂ ਵੱਖ ਹੋ ਕੇ ਰਫਤਾਰ ਆ। ਮੈਂ ਹਰ ਜਗ੍ਹਾ ਕਹਿੰਦਾ ਐਂਡ ਮੈਂ ਹਮੇਸ਼ਾ ਹੀ ਕਹੂੰਗਾ ਇਹ। ਤੇ ਥੈਂਕ ਯੂ ਬ్రో, ਥੈਂਕ ਯੂ ਫॉर ਬੀਇੰਗ देयर, ਅਗਰ ਤੂੰ ਅਜੇ ਵੀ ਦੇਖ ਰਿਹਾ ਤੇ ਭਾਜੀ ਰਫਤਾਰ ਭਾਈ ਨਾਲ ਮੇਰੀ ਬਹੁਤ ਅੱਛੀ ਹਿਸਟਰੀ ਹੈ। ਰਫਤਾਰ ਭਾਈ ਨਾਲ ਤੁਹਾਡਾ ਜਦ ਗਾਣਾ ਆਇਆ ਸੀ ਨਾ 2014-15 ਦੇ ਵਿੱਚ, ਮੈਂ ਦਿੱਲੀ ਸ਼ਿਫਟ ਹੋਇਆ ਸੀ, ਮੈਂ ਦਿੱਲੀ ਨੌਕਰੀ ਸ਼ੁਰੂ ਕੀਤੀ ਸੀ, ਤੇ ਉਸ ਵੇਲੇ ਆਪਾਂ ਨਵੇਂ ਆਰਟਿਸਟ ਸਿਲੈਕਟ ਕਰਦੇ ਸੀਗੇ। ਮੈਨੂੰ ਯਾਦ ਹੈ ਮੈਂ ਰਫਤਾਰ ਭਾਜੀ ਨੂੰ ਕੰਟੈਕਟ ਕੀਤਾ, ਮੈਂ ਬਹੁਤ ਸਾਰੇ ਸੈਲੀਬ੍ਰਿਟੀ ਨੂੰ ਕੰਟੈਕਟ ਕੀਤਾ ਸੀ, ਸਾਡਾ ਕੰਮ ਸੀਗਾ ਇੰਟਰਵਿਊ ਲਈ। ਮੈਨੂੰ ਅੱਜ ਤੱਕ ਯਾਦ ਹੈ ਰਫਤਾਰ ਭਾਜੀ ਫर्स्ट ਕਾਲ ਤੇ ਫर्स्ट ਕਨਵਰਸੇਸ਼ਨ ਤੇ ਉਹਨਾਂ ਨੇ ਕਿਹਾ मैं आ रहा हूँ, बता कितने बजे आना। एंड आई वाज लाइक यार मैं तो अभी दूजी तीजी बार मैसेज नहीं पाया, 4 बार फोन नहीं किया, बंदा पहली बार च मान गया। सो और मैं भाजी ओपनली बोलदा द सोल ही इज, ਉਹ ਬੰਦਾ ਪਹਿਲਾਂ ਵਧੀਆ ਆਰਟਿਸਟ ਤਾਂ ਚਲੋ ਪੂਰੀ ਦੁਨੀਆ ਜਾਣਦੀ ਹੈ। ਬਿਲਕੁਲ ਬ్రో, ਜੀ ਆਰਟਿਸਟ ਬਣਨਾ ਸਟਿਲ ਬਹੁਤ ਸੌਖਾ ਆ, ਚੰਗਾ ਇਨਸਾਨ ਬਣਨਾ ਬਹੁਤ ਔਖਾ ਆ। ਭਾਈ ਹੁਣ ਆਰਟਿਸਟ ਦਾ ਤੁਸੀਂ ਨਾਮ ਲਿੱਤਾ, ਮੈਂ ਰੈਂਡਮਲੀ ਥਰੋ ਕਰ ਰਿਹਾ ਕੁਐਸਚਨ। ਆਰਟਿਸਟ ਲਾਈਫ ਦਾ ਇੱਕ ਬਹੁਤ ਬੁਰਾ ਪਾਰਟ ਪਰਸਨਲੀ ਐਕਸਪੀਰੀਅੰਸ ਦੱਸਿਓ ਕਿ ਇੱਕ ਖਰਾਬ ਗੱਲ ਕਿ ਕਦੇ ਤੁਸੀਂ ਕਿਹਾ ਯਾਰ ਨਹੀਂ ਯਾਰ ਆਰਟਿਸਟ ਲਾਈਫ ਨਹੀਂ ਵਧੀਆ, ਤੇ ਇੱਕ ਬਹੁਤ ਵਧੀਆ ਗੱਲ ਮੈਨੂੰ ਪਤਾ ਜ਼ਿਆਦਾ ਹੋਏਗੀ ਕਿ ਨਾਮ ਸ਼ੋਹਰਤ ਸਭ ਕੁਝ ਮਿਲ ਜਾਂਦਾ ਤੁਹਾਨੂੰ, ਬਟ ਵਾਟ ਇਜ਼ ਦੈਟ ਨੈਗੇਟਿਵ ਥਿੰਗ ਕਿ ਯਾਰ ਆ ਗਲਤ ਗੱਲ ਹੈ। ਜੇ ਨਾਰਮਲ ਲਾਈਫ ਦੇ ਵਿੱਚ ਹੋਵੋਗੇ ਨਾ ਤੁਸੀਂ, ਤੁਹਾਨੂੰ ਕੋਈ ਜੱਜ ਨਹੀਂ ਕਰੂਗਾ ਕਦੀ ਵੀ, ਠੀਕ ਹੈ, ਕੋਈ ਜੱਜ ਨਹੀਂ ਕਰਦਾ ਹੈਗਾ ਤੁਹਾਨੂੰ, ਕਦੀ ਯੂ ਆਰ ਇੱਕ ਉਹੀ ਆਪਣੀ ਲਾਈਫ ਆ ਤੁਹਾਡੀ ਹੈ ਨਾ। ਤੇ ਨਾਰਮਲ ਬਟ ਜਦ ਤੁਸੀਂ ਆਰਟਿਸਟ ਬਣ ਜਾਏ ਨਾ, ਤੁਹਾਡੇ ਨਾ ਸਿਰ ਇੱਥੇ ਕੰਧਿਆਂ ਦੇ ਉੱਤੇ ਸ਼ੋਲਡਰ ਤੇ ਬਹੁਤ ਜ਼ਿੰਮੇਵਾਰੀ ਆ ਜਾਂਦੀ ਆ। ਤੁਸੀਂ ਕੁਝ ਵੀ ਬੋਲਣਾ, ਕੁਝ ਵੀ ਕਰਨਾ, ਤੁਸੀਂ ਕਿਤੇ ਵੀ ਜਾਣਾ, ਤੁਹਾਨੂੰ ਨਾ ਹਮੇਸ਼ਾ ਏਦਾਂ ਲੱਗਦਾ ਕਿ ਤੁਹਾਨੂੰ ਕੈਮਰਾ ਫੋਲੋ ਕਰ ਰਿਹਾ ਜਾਂ ਲੋਕਾਂ ਦੀਆਂ ਨਜ਼ਰਾਂ ਫੋਲੋ ਕਰ ਰਹੀਆਂ, ਰਾਈਟ। ਤੁਸੀਂ ਕਦੀ ਵੀ ਇੱਕ ਫ੍ਰੀ ਹੋ ਕੇ ਹਨਾ ਆਪਣੇ ਆਪ ਨੂੰ ਜਿੱਦਾਂ ਤੁਸੀਂ ਜੇ ਮੈਂ ਪਹਿਲਾਂ ਦੀ ਗੱਲ ਕਰ ਲਵਾਂ, ਮੈਂ ਜਿੱਦਾਂ ਦਾ ਸੀਗਾ ਤੁਰਦਾ ਫਿਰਦਾ ਹਨਾ ਜਿਵੇਂ ਵੀ ਹੈਗਾ ਸੀਗਾ, ਆਈ ਕੈਨ ਡੂ ਐਨੀਥਿੰਗ ਰਾਈਟ, ਬਟ ਵੈਨ ਯੂ ਆਰ ਐ ਆਰਟਿਸਟ ਯੂ ਹੈਵ ਟੂ ਲੁੱਕ ਅਰਾਊਂਡ ਐਂਡ ਤੁਹਾਨੂੰ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਸੋ ਯਾਰ ਹਰ ਚੀਜ਼ ਦੇ ਵਿੱਚ ਕੁਝ ਡਰਾਬੈਕਸ ਤਾਂ ਆਉਂਦੇ ਹੀ ਆ ਨਾ। ਤੇ ਬਟ ਮੈਂ ਹੁਣ ਇਹ ਵੀ ਗੱਲ ਦੱਸਾਂ, ਜੇ ਬਾਈ ਚਾਂਸ ਮੈਂ ਕਿਤੇ ਜਾਵਾਂ ਮੈਨੂੰ ਕੋਈ ਆ ਕੇ ਪੁੱਛਦਾ ਨਹੀਂ ਹੈਗਾ ਸਮਟਾਈਮਸ ਕਿ ਏਦਾਂ ਹੋ ਜਾਵੇ, ਆਊਟ ਆਫ ਇੰਡੀਆ ਜਾਂਦੇ ਆ ਤਾਂ ਉੱਥੇ ਬਹੁਤ ਲੋਕ ਘੱਟ ਮਿਲਦੇ ਆਪਾਂ ਨੂੰ ਹਨਾ, ਜਿਹੜੇ ਆਪਣੇ ਕੋਲ ਆਉਂਦੇ ਆ ਫੋਟੋ, ਫਿਰ ਸਾਨੂੰ ਫੀਲ ਵੀ ਹੁੰਦਾ ਯਾਰ ਹੁਣ ਕੋਈ ਆ ਨਹੀਂ ਰਿਹਾ ਹੈਗਾ, ਉਹ ਫਿਰ ਇੱਕ ਆਦਤ ਹੋ ਜਾਂਦੀ ਹੈ ਨਾ। ਸੋ ਬਿਕੋਜ਼ ਇਹ ਚੀਜ਼ਾਂ ਲਈ ਤਾਂ ਮਿਹਨਤ ਕੀਤੀ ਆ, ਬਟ ਯਾਰ ਕਦੀ ਕਦੀ ਲੱਗਦਾ ਹੈ ਨਾ ਕਿ ਇੱਕ ਸੋਸ਼ਲ ਲਾਈਫ ਆ ਨਾ ਜਿਹੜੀ, ਚਲੋ ਇਸ ਵੇਲੇ ਤਾਂ ਯੂ ਨੋ ਸਾਰਿਆਂ ਦੀ ਸੋਸ਼ਲ ਲਾਈਫ ਫੱਕਡ ਅਪ ਆ, ਸੋ ਥੋੜਾ ਜਿਹਾ ਡਰਾਬੈਕ ਆ, ਹੋਰ ਕੁਝ ਨਹੀਂ। ਗੱਲ ਦੱਸੋ ਹੁਣ ਤੁਸੀਂ 12 ਸਾਲ ਹੋ ਗਏ ਤੁਹਾਨੂੰ 뮤직 ਬਣਾਉਂਦੇ ਹੋਏ, ਲੈਟਸ ਸੀ ਤੁਸੀਂ 2014-15 ਦੇ ਵਿੱਚ ਫੇਮ ਹਿੱਟ ਕਰ ਲਿਆ, ਨਾਓ ਉਸ ਉਮਰ ਤੁਹਾਡੀ ਉਮਰ ਕੀ ਮਿਡ 20s ਦੇ ਵਿੱਚ ਹੋਊਗੇ ਤੁਸੀਂ ਹੈ ਨਾ, ਤੇ ਮਿਡ 20 ਹਾਂ ਤਾਂ ਬੰਦਾ ਆਪਣਾ ਮਾਈਂਡ ਸਪੀਕ ਕਰਦਾ ਹੈ ਨਾ। 27 ਸਾਲ ਦਾ ਬੰਦਾ ਤਾਂ ਗਲਤੀਆਂ ਕਰੇਗਾ, ਪੋਲੀਟੀਕਲ ਵਿਊਜ਼ ਦੇ ਵਿੱਚ ਕਰੇਗਾ, ਆਪਣਾ ਪੁਆਇੰਟ ਆਫ ਵਿਊ ਰੱਖਣ ਦੇ ਵਿੱਚ ਕਰੇਗਾ, ਤੇ ਜੇ ਤੁਸੀਂ ਨਾਰਮਲ ਹੋ ਕੇ ਕੋਈ ਸਟੇਟਮੈਂਟ ਦੋ, ਯੂ ਜਸਟ ਸਪੀਕ ਯੋਰ ਹੈਡ ਐਂਡ ਹਾਰਟ ਕਿ ਮੇਰੇ ਹਿਸਾਬ ਨਾਲ ਇਹ ਹੈ, ਉਹ ਲੋਕੀ ਆਪਣੇ ਹਿਸਾਬ ਨਾਲ ਲੈ ਕੇ ਫਿਰ ਇਲਜ਼ਾਮ ਲਾ ਦਿੰਦੇ, ਸੁੱਖੀ ਆਹ ਕਹਿਤਾ ਉਹਨੇ ਆਹ ਕਹਿਤਾ ਉਹਨੇ, ਹਾਂ ਲੱਗਦਾ ਨਹੀਂ ਕਈ ਵਾਰੀ ਕਿ
ਤੁਸੀਂ ਵਾਪਸ ਆ ਕੇ ਦੁਨੀਆ ਨੂੰ ਦੱਸੋ ਕਿ ਯਾਰ ਮੈਂ ਵੀ ਨਾਰਮਲ ਹੈਗਾ, ਆ ਮੇਰਾ ਪੁਆਇੰਟ ਵੀ ਹੈ, ਤੁਸੀਂ ਅਗਰੀ ਕਰੋ ਨਾ ਕਰੋ, ਆ ਮੇਰਾ ਪੁਆਇੰਟ ਵੀ, ਮੈਨੂੰ ਰੱਖਣ ਤਾਂ ਦੋ ਪੁਆਇੰਟ ਵੀ ਘੱਟੋ ਘੱਟ। ਫਰਸਟ੍ਰੇਟਿੰਗ ਨਹੀਂ ਹੁੰਦਾ ਕਈ ਜ਼ੋਨ। ਮੈਂ ਐਗਜ਼ਾਮਪਲ ਦੇ ਦੇਣਾ, ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇ ਦਿੰਦਾ। ਜਿੱਦਾਂ ਆਪਾਂ ਰੀਸੈਂਟਲੀ ਗਾਣਾ ਆਇਆ ਵਾ ਬਾਵੇ ਭਾਜੀ ਦਾ, ਰਣਜੀਤ ਭਾਜੀ ਨੇ ਗਾਣਾ ਕੱਢਿਆ, ਉਹ ਗਾਣੇ ਕਰਕੇ ਬਹੁਤ ਜ਼ਿਆਦਾ ਇਸ਼ੂਜ਼ ਹੋਏ ਆ ਨਾ, ਬਹੁਤ ਜ਼ਿਆਦਾ ਇਸ਼ੂਜ਼ ਹੋਏ। ਤਾਂ ਆਈ ਸਟੈਂਡ ਵਿਦ ਬਾਵਾ, ਮੈਨੂੰ ਨਹੀਂ ਲੱਗਦਾ ਕੁਝ ਗਲਤ ਕਿਹਾ, ਠੀਕ ਹੈ, ਬਿਕੋਜ਼ ਇਟਸ ਨਾਟ ਅਬਾਊਟ ਐਵਰੀਵਨ, ਬਟ ਜਿੱਥੇ ਜਿੱਥੇ ਉਹ ਚੀਜ਼ਾਂ ਕੀਤੀਆਂ ਜਾਂਦੀਆਂ, ਜਿਹੜੇ ਜਿਹੜੇ ਲੋਕ ਹੈਗੇ ਨੇ ਤਾਂ ਹੈਗੇ ਨੇ ਨਾ, ਤੇ ਉਹੀ ਗੱਲ ਨਾ ਕਿਸੇ ਨਾਰਮਲ ਬੰਦੇ ਨੇ ਕਹੀ ਹੁੰਦੀ, ਕੋਈ ਚੱਕਰ ਨਹੀਂ ਸੀਗਾ, ਬਟ ਵੈਨ ਯੂ ਆਰ ਆਰਟਿਸਟ, ਜੇ ਤੁਸੀਂ ਕਹਿੰਦੇ ਹੋ ਉਸ ਚੀਜ਼ ਦਾ ਇੰਪੈਕਟ ਜ਼ਿਆਦਾ ਪੈਂਦਾ ਨਾ। ਤੇ ਆਈ ਥਿੰਕ ਕਿ ਨਾ ਤੁਸੀਂ ਏਦਾਂ ਕੰਮ ਕਰੋ, ਇੰਨੀ ਮਿਹਨਤ ਕਰੋ, ਤੁਹਾਡੇ ਅਗਰ ਚਾਹੇ ਤੁਹਾਨੂੰ ਗਲਤ ਮੰਨਣ ਵਾਲੇ 20 ਲੋਕ ਹੋਣ ਜਾਂ 30 ਲੋਕ ਹੋਣ ਨਾ, ਬਟ ਅਗਰ ਤੁਹਾਡੇ ਲੋਕਾਂ ਨੂੰ ਪਤਾ ਨਾ ਤੁਹਾਡੇ ਆਰਟਿਸਟ ਤੁਹਾਡੇ ਨਾਲ ਦਿਲੋਂ ਕਨੈਕਟ ਕਰਦੇ ਆ, ਤੇ ਉਹਨਾਂ ਨੂੰ ਪਤਾ ਕਿ ਬੰਦੇ ਦਾ ਕਹਿਣ ਦਾ ਮਤਲਬ ਕੀ ਹੈ ਨਾ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੈਗੀ ਆ ਕੇ ਕਿ ਮੈਂ ਆਹ ਕਹਿਣਾ ਚਾਹੁੰਦਾ ਸੀ ਜਾਂ ਮੈਂ ਇਹ ਬੋਲਣਾ ਚਾਹੁੰਦਾ ਸੀਗਾ। ਇਹ ਤੁਹਾਡੇ ਟਰੂ ਫੈਨਸ ਆ, ਉਹ ਸਾਰੇ ਆਪ ਤੁਹਾਡੇ ਨਾਲ, ਹੁਣ ਭਾਈ ਨਾਲ ਸਾਰੇ ਖੜੇ ਹੋਏ ਆ, ਸਾਰਾ ਪੰਜਾਬ ਖੜਾ ਹੋਇਆ ਵਾ ਨਾ, ਤੇ ਹਰ ਇੱਕ ਆਰਟਿਸਟ ਖੜਾ ਹੋਇਆ ਵਾ ਨਾ, ਨੋ ਮੈਟਰ ਵਟ, ਕੋਈ ਨਹੀਂ ਪਰਵਾਹ ਕਰ ਰਿਹਾ ਕਿਸੇ ਨੇ ਕੱਲ ਉਹਨਾਂ ਦੇ ਨਾਲ ਕੀ ਕਰਨਾ ਜਾਂ ਮੈਨੂੰ ਅੱਗੇ ਕੌਣ ਕੀ ਬੋਲੂਗਾ ਨਾ, ਤੇ ਕੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਸੋ ਉਹੀ ਮੈਂ ਗੱਲ ਕਰਦਾ ਕਿ ਇੱਕ ਤੁਹਾਡਾ ਮੈਸੇਜ ਕਿਸੇ ਤੱਕ ਤਾਂ ਹੀ ਪਹੁੰਚ ਸਕਦਾ ਜੇ ਤੁਸੀਂ ਆਪਣੇ ਦਿਲੋਂ ਨਾ ਕੋਈ ਗੱਲ ਕਹਿੰਦੇ ਆ ਤੇ ਤੁਹਾਡੇ ਜਿਹੜੇ ਦਿਲੋਂ ਸਭ ਕੁਝ ਨਿਕਲਿਆ ਹੋਵੇ। ਸੋ ਉਹ ਜ਼ਿਆਦਾ ਜ਼ਰੂਰੀ ਹੈ, ਆਪਣੇ ਫੈਨਸ ਨਾਲ ਕਨੈਕਟ ਕਰਨਾ। ਲੋਕੀ ਤੁਹਾਨੂੰ ਆਪਣੇ ਪਛਾਣ ਲੈਂਦੇ ਕਿਹੋ ਜਿਹਾ ਬੰਦਾ ਹੈਗਾ, ਕਿਹੋ ਜਿਹਾ ਨਹੀਂ ਹੈਗਾ। ਅੱਜ ਮੈਂ ਬੋਲੀ ਜਾਵਾਂ ਸਾਰਿਆਂ ਕੋਲ ਜਾ ਕੇ ਕਿ ਮੈਂ ਬਹੁਤ ਚੰਗਾ ਬੰਦਾ, ਮੈਂ ਬਹੁਤ ਚੰਗਾ ਬੰਦਾ ਨਾ, ਬਟ ਅੰਦਰੋਂ ਸਾਰਿਆਂ ਨੂੰ ਪਤਾ ਹੋਵੇ ਬਾਹਰ ਕਿ ਨਹੀਂ ਹੈਗਾ, ਹਨਾ, ਕਿ ਉਹਨੂੰ ਫੀਲ ਹੀ ਨਹੀਂ ਹੋਇਆ ਹੈਗਾ ਕਿ ਆਏ ਨੇ ਏਦਾਂ ਦਾ ਕੀਤਾ ਚੰਗਾ ਕਿ ਸਾਨੂੰ ਪਤਾ ਲੱਗੇ ਚੰਗਾ ਕੀਤਾ ਹੈ। ਸੋ ਇਟਸ ਆਲ ਅਬਾਊਟ ਯੂਰ ਵਰਕ, ਯੂਰ ਵਾਈਬਸ, ਤੇ ਤੁਹਾਡਾ ਕਨੈਕਸ਼ਨ ਕੀ ਹੈ ਲੋਕਾਂ ਦੇ ਨਾਲ। ਪਰ ਭਈਆ ਤੁਸੀਂ ਬਾਬਾ ਭਾਈ ਦੀ ਗੱਲ ਕੀਤੀ, ਮੈਂ ਤੁਹਾਡੇ ਤੋਂ ਪੁੱਛ ਰਿਹਾ, ਤੁਹਾਡੀ ਲਾਈਫ ਦੇ ਵਿੱਚ ਕੋਈ ਪਰਸਨਲ ਇਦਾਂ ਦਾ ਕੋਈ ਸਪੇਸ, ਕੋਈ ਕੰਟਰੋਵਰਸੀ, ਕੋਈ ਗੱਲ ਆਈ ਸੀ ਜੋ ਤੁਹਾਨੂੰ ਲੱਗਿਆ ਸੁਣਦੇ ਹੋਏ ਨਾ ਬਹੁਤ, ਕਿਉਂਕਿ ਆਰਟਿਸਟ ਬਹੁਤ ਦਿਲ ਤੇ ਲੈ ਲੈਂਦਾ, ਛੋਟੀ ਜੀ ਗੱਲ ਨੂੰ ਵੀ ਕਈ ਵਾਰੀ ਬਹੁਤ ਦਿਲ ਤੇ ਲੈ ਲੈਂਦਾ, ਮਤਲਬ ਛੋਟੀ ਜੀ ਗੱਲ ਨੂੰ ਬਹੁਤ ਵੱਡਾ ਬਣਾ ਦਿੰਦਾ। ਤੁਹਾਡੇ ਨਾਲ ਕੋਈ ਇਦਾਂ ਦਾ ਜ਼ੋਨ ਹੋਇਆ ਤੁਸੀਂ ਮਤਲਬ ਵਿੱਚ ਨੀਂਦ ਦੇ ਵਿੱਚ ਉੱਠ ਕੇ ਬੈਠ ਗਏ, ਯਾਰ ਮੇਰਾ ਉਹ ਮਤਲਬ ਨਹੀਂ ਸੀਗਾ, ਯਾਰ ਆਈ ਮਿਸਅੰਡਰਸਟੂਡ, ਇਹ ਨਹੀਂ ਸੀਗਾ ਮੇਰਾ ਪੁਆਇੰਟ ਆਫ ਵਿਊ, ਕਦੇ ਕੋਈ ਵੀ? ਸੀਰੀਅਸਲੀ ਮੇਰਾ ਅਜੇ ਅੱਜ ਤੱਕ ਨਹੀਂ ਇਦਾਂ ਦਾ ਕੋਈ ਇਦਾਂ ਦਾ ਸੀਨ ਨਹੀਂ ਆਇਆ ਹੈਗਾ, ਜਾਂ ਮੇਰੀ ਕੋਈ ਇਦਾਂ ਦੀ ਸਟੇਟਮੈਂਟ ਆਈ ਹੋਊਗੀ ਹਨਾ ਜਿਹਦੇ ਵਿੱਚ ਮੈਂ ਇਦਾਂ ਦਾ ਕੁਝ ਬੋਲਿਆ ਹੋਵੇ ਤੇ ਉਹ ਕੱਲ ਗਲਤ ਲੈ ਲਿਆ ਹੋਵੇ ਜਾਂ ਕਿਸੇ ਨੇ ਹਨਾ ਜਾਂ ਕੁਛ ਹੈ ਨਾ, ਆਈ ਡੋਨਟ ਨੋ। ਤੇ ਬਟ ਅੱਜ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿ ਮੈਨੂੰ ਜੇ ਕੁਝ ਮੈਂ ਬੋਲਿਆ ਹੋਵੇ ਤੇ ਮੈਨੂੰ ਮੁੜ ਕੇ ਬੈਠ ਕੇ ਸੋਚਣਾ ਪਵੇ ਮੈਂ ਕੀ ਬੋਲਦਾ। ਸੋ ਕਰੋਨਾ ਫ੍ਰੀ ਖੰਘ ਗਿਆ, ਟੈਨਸ਼ਨ ਨਾ ਲਿਓ। ਮੈਂ ਜਾਣ ਕੇ ਵੀ ਖੰਘਦਾ ਨਾ ਕਈ ਵਾਰੀ ਇੰਟਰਵਿਊ ਦੇ ਵਿੱਚ ਅੱਜ ਕੱਲ, ਕੀ ਪਤਾ ਹਨਾ ਉਹ ਜ਼ਿਆਦਾ ਟ੍ਰੈਂਡ ਕਰ ਦੇਵੇ ਜੀ। ਸੋ ਮੇਰਾ ਨਹੀਂ ਬ్రో, ਮੇਰੇ ਸੀਰੀਅਸਲੀ ਮੈਂ ਬਹੁਤ ਤੋਲ ਕੇ ਬੋਲਦਾ, ਬਹੁਤ ਸੋਚ ਕੇ ਬੋਲਦਾ, ਤੇ ਅਜੇ ਤੱਕ ਏਦਾਂ ਦਾ ਕੁਝ ਨਹੀਂ ਹੋਇਆ। ਬਟ ਜੇ ਖੁਦਾ ਨਾ ਕਰਤਾ ਨਾ ਗਲਤੀ ਨਾਲ ਕਦੀ ਏਦਾਂ ਦੀ ਕੋਈ ਚੀਜ਼ ਵੀ ਹੋਊਗੀ ਤੇ ਮੈਂ ਅੱਗੇ ਆ ਕੇ ਹਨਾ, ਜੇ ਮੈਨੂੰ ਲੱਗਿਆ ਮੈਂ ਗਲਤ ਆ ਹਨਾ ਉਸ ਚੀਜ਼ ਕਰਕੇ ਮੈਨੂੰ ਨਹੀਂ ਬੋਲਣੀ ਚਾਹੀਦੀ ਸੀ ਉਹ ਚੀਜ਼, ਮੈਂ ਮਾਫੀ ਮੰਗਣ ਦੇ ਵਿੱਚ ਵੀ ਘਬਰਾਊਂਗਾ ਨਹੀਂ। ਜੇ ਮੈਂ ਗਲਤ ਹੋਊਂਗਾ ਤਾਂ ਮੈਂ ਮੰਨੂਗਾ, ਤੇ ਜੇ ਮੈਂ ਗਲਤ ਨਹੀਂ ਹੈਗਾ ਫਿਰ ਕੋਈ ਦੁਨੀਆ ਦੀ ਕੋਈ ਤਾਕਤ ਆ ਕੇ ਮੈਨੂੰ ਕਹਿ ਦੇਵੇ ਕਿ ਤੂੰ ਬੋਲ, ਤੂੰ ਗਲਤ ਹੈ, ਚਾਹੇ ਮੇਰੇ ਕਰੀਅਰ ਦੀ ਗੱਲ ਹੋਵੇ, ਚਾਹੇ ਉਹ ਕਿਸੇ ਚੀਜ਼ ਦੀ ਗੱਲ ਹੋਵੇ, ਮੈਂ ਜਿਹੜੀ ਚੀਜ਼ ਮੇਰੇ ਬਾਲਾਂ ਵਾਂਗੂ ਮੇਰੀ ਜ਼ੁਬਾਨ ਖੜੀ ਮੈਂ ਆਪਣੀ ਜ਼ੁਬਾਨ ਤੋਂ ਬਦਲੂੰਗਾ ਨਹੀਂ, ਮੇਰਾ ਉਹੀ ਆਨਸਰ ਹੋਊਗਾ ਨਾ ਹਮੇਸ਼ਾ। ਭਾਈ ਅੱਛਾ ਗੱਲ ਦੱਸੋ, ਮੈਂ ਜੇ ਪਿਛਲੇ 4 ਸਾਲ ਚੱਕ ਕੇ ਦੇਖਾਂ ਨਾ, ਜਿੰਨੀ ਸੁੱਖੀ ਨੇ ਕੋਲੈਬੋਰੇਸ਼ਨਸ ਕੀਤੀਆਂ, ਸੁੱਖੀ ਨੇ ਜਿੰਨੀ ਕੋਲੈਬੋਰੇਸ਼ਨ ਕੀਤੀਆਂ ਉਹ ਕਿਸੇ ਹੋਰ ਐਟਲੀਸਟ ਨਾਰਥ ਇੰਡੀਆ ਦੇ ਆਰਟਿਸਟ ਨੇ ਨਹੀਂ ਕੀਤੀ। ਹੁਣ ਰੀਜ਼ਨ ਕੀ ਹੈ? ਤੁਸੀਂ ਜੈਨੂਇਨਲੀ ਸੁੱਖੀ ਇਸ ਯਾਰਾਂ ਦਾ ਯਾਰ, ਜਾਂ ਫਿਰ ਸੁੱਖੀ ਨੂੰ ਲੱਗਦਾ ਚੱਲ ਯਾਰ ਕਿਸੇ ਦਾ ਭਲਾ ਹੋ ਜਾਏਗਾ, ਗਰੀਬ ਦਾ ਚੱਕ ਲਿਆ? ਨਹੀਂ ਯਾਰ, ਮੈਂ ਤਾਂ ਕਹਿੰਦਾ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਹ ਇਹ ਸੋਚ ਕੇ ਕਰਨ ਕਿ ਇਹਦਾ ਭਲਾ ਹੋ ਜਾਏਗਾ ਵਿਚਾਰੇ ਦਾ ਨਾ। ਤੇ ਮੈਂ ਆਮ ਥੈਂਕਫੁਲ ਟੂ ਐਵਰੀਵਨ ਜਿਹਨਾਂ ਨੇ ਮੇਰੇ ਨਾਲ ਕੰਮ ਕੀਤਾ, ਚਾਹੇ ਉਹ ਨਿਊ ਕਮਰ ਸੀ, ਚਾਹੇ ਉਹ ਰਫਤਾਰ, ਚਾਹੇ ਬਾਦਸ਼ਾਹ ਭਾਜੀ ਹੈ ਨਾ, ਚਾਹੇ ਬੋਹੀਮੀਆ ਭਾਜੀ ਹੈ, ਚਾਹੇ ਨੇਹਾ ਕੱਕਰ ਰਹਿਮਾ ਨਾ, ਤੇ ਚਾਹੇ ਆਸਤਾ ਹੈ, ਅਸੀਂ ਰੀਸੈਂਟ ਗਾਣਾ ਕੀਤਾ ਦੋਨਾਂ ਨੇ ਹਨਾ ਵੀਡੀਓ ਬਣਾਈ ਤੇ ਮਤਲਬ ਮੇਰੇ ਵੱਲੋਂ ਇਹ ਹੈ ਕਿ ਮੈਂ ਇੱਕ ਸਿੰਗਰ ਦੇ ਨਾਲ ਆਈ ਐਮ ਏ ਮਿਊਜ਼ਿਕ ਡਾਇਰੈਕਟਰ ਐਜ਼ ਵੈਲ। ਸੋ ਮੈਂ ਸ਼ੁਰੂ ਤੋਂ ਪਹਿਲਾਂ ਮੈਂ ਆਪਣੇ ਗਾਣੇ ਨਹੀਂ ਕੀਤੇ, ਪਹਿਲਾਂ ਅਸੀਂ ਬਾਕੀ ਗਾਣੇ, ਸੋ ਜਿੱਦਾਂ ਆਪਾਂ ਗੱਲ ਕਰੀਏ ਇਹ ਕਿਹਦੇ ਗਾਣੇ ਆਏ ਸੀ ਹਨਾ, ਮੁੰਡਾ ਆਈਫੋਨ ਵਰਗਾ ਜਾਂ ਉਹ ਸਾਰੇ ਗਾਣੇ ਆਏ ਸੀਗੇ। ਤੇ ਉਸ ਤੋਂ ਬਾਅਦ ਇੱਕ ਐਲਬਮ ਕੀਤੀ ਸੀ ਆਪਾਂ ਜਿਹਦੇ ਵਿੱਚ ਬਾਵੇ ਭਾਈ ਦਾ ਗਾਣਾ ਸੀਗਾ ਜੱਟ ਦੀ ਅਕਲ, ਤੇ ਮਨਿੰਦਰ ਦਾ ਗਾਣਾ ਸੀਗਾ ਯਾਰੀ ਬੜੀ ਸੌਖੀ ਤੋੜ ਗਈ, ਤੇ ਫਿਰ ਇੱਕ ਅਸੀਂ ਗਾਣਾ ਕੀਤਾ ਸੀ ਸ਼ਹਿਰੀ ਭਾਜੀ ਦਾ ਹਨਾ, ਸਾਨੂੰ ਗੁਲਾਬ ਅੱਜ ਤਾਈਂ ਮਿਲਿਆ ਨਾ ਕਿਸੇ ਹਨਾ। ਤੇ ਆਪਾਂ ਮੈਂ ਸ਼ੁਰੂ ਤੋਂ ਅਸੀਂ ਏਦਾਂ ਕੰਮ ਕੀਤਾ ਕਿ ਅਸੀਂ ਕੋਲੈਬੋਰੇਸ਼ਨ ਕੀਤੀਆਂ। ਸੋ ਇੱਕ ਉਹ ਤੁਸੀਂ ਇਹ ਕਹਿ ਲਓ ਕਿ ਸਾਨੂੰ ਮਜ਼ਾ ਆਉਂਦਾ ਆ ਟੂ ਵਰਕ ਵਿਦ ਸਮਵਨ ਐਲਸ ਹੈ ਨਾ, ਤੁਹਾਨੂੰ ਇਹ ਨਵੀਆਂ ਚੀਜ਼ਾਂ ਪਤਾ ਲੱਗਦੀਆਂ, ਨਵਾਂ ਐਕਸਪੀਰੀਅੰਸ ਹੁੰਦਾ। ਸੋ ਅਜੇ ਤਾਂ ਬਹੁਤ ਕੋਲੈਬੋਰੇਸ਼ਨ ਆਨ ਦਾ ਵੇ ਆ। ਅੱਛਾ ਭਾਜੀ, ਪਰ ਕੋਈ ਜਿੱਦਾਂ ਤੁਸੀਂ ਗਾਣਾ ਬਣਾ ਕੇ ਐਜ਼ ਅ ਮਿਊਜ਼ਿਕ ਪ੍ਰੋਡਿਊਸਰ ਕਿਸੇ ਨੂੰ ਦੇਤਾ ਹੈ ਨਾ, ਤੇ ਹੁਣ ਤੁਸੀਂ ਗਾਣੇ ਵੀ ਕਰ ਰਹੇ ਹੋ, ਕੋਈ ਇਦਾਂ ਦਾ ਗਾਣਾ ਤੁਸੀਂ ਅੱਜ ਲੱਗਦਾ ਤੁਹਾਨੂੰ ਕਿ ਯਾਰ ਮੈਂ ਹੀ ਕਰਨਾ ਸੀ ਯਾਰ, ਉਹ ਹਿੱਟ ਸੀਗਾ,
ਮੈਂ ਕਰਨਾ ਚਾਹੀਦਾ ਸੀ, ਮੈਂ ਕਿਸੇ ਨੂੰ ਕਿਉਂ ਦੇਤਾ। 100% ਹੋਣੇ ਏਦਾਂ ਦੇ ਗਾਣੇ, ਮੈਂ ਕਹਿ ਰਿਹਾ 100%। ਦੇਖੋ ਮੈਂ ਤਾਂ ਆਪਣੇ ਗਾਣੇ ਦੀ ਗੱਲ ਨਹੀਂ, ਮੈਂ ਤਾਂ ਬਾਕੀਆਂ ਦੇ ਵੀ ਜਿੱਦਾਂ ਕੋਈ ਆਉਂਦੇ ਮੈਂ ਉਹ ਵੀ ਸੋਚ ਲੈਣਾ ਕਾਸ਼ ਮੈਂ ਕੀਤਾ ਹੁੰਦਾ। ਸੋ ਇੰਨੀ ਕੋਈ ਟੈਨਸ਼ਨ ਨਹੀਂ ਹੈਗੀ। ਬਹੁਤ ਗਾਣੇ ਨੇ ਏਦਾਂ ਦੇ ਜਿਹੜੇ ਮੈਨੂੰ ਲੱਗਦਾ ਸੀ ਮੈਂ ਵੀ ਕਰ ਸਕਦਾ ਸੀਗਾ, ਬਟ ਆਪਾਂ ਜਦ ਵੀ ਬੈਠਦੇ ਨਾ, ਦੇਖੋ ਮੈਂ ਜਾਨੀ ਅਸੀਂ ਸਟੂਡੀਓ ਬੈਠਦੇ ਨਾ ਸਾਰੇ, ਅਸੀਂ ਜੇ ਜੱਸੀ ਭਾਜੀ ਲਈ ਬੈਠਦੇ ਆ ਨਾ, ਆਪਾਂ ਜੱਸੀ ਭਾਜੀ ਲਈ ਬੈਠਦੇ ਆ ਕਿ ਅੱਜ ਜੋ ਗਾਣਾ ਬਣਨਾ ਜੱਸੀ ਭਾਜੀ ਦਾ। ਸੋ ਮੋਸਟਲੀ ਉਹ ਆਰਟਿਸਟ ਵੀ ਸਾਡੇ ਕੋਲ ਅਵੇਲੇਬਲ ਹੀ ਹੁੰਦਾ, ਉਹਨਾਂ ਨੂੰ ਪਤਾ ਹੈ ਇਹ ਬੰਦੇ ਬੜੇ ਖਰਾਬ ਆ, ਜਿਹਨਾਂ ਤੋਂ ਜ਼ਿਆਦਾ ਵਧੀਆ ਬਣਿਆ ਇਹਨਾਂ ਨੇ ਰੱਖ ਲੈਣਾ, ਇਹਨਾਂ ਨੇ ਦੇਣਾ ਨਹੀਂ ਹੈਗਾ, ਤਾਂ ਹਮੇਸ਼ਾ ਆਰਟਿਸਟ ਸਾਡੇ ਕੋਲ ਅਵੇਲੇਬਲ ਹੀ ਹੁੰਦਾ ਹੈ ਨਾ। ਪਰ ਭਾਜੀ ਆਰਟਿਸਟ ਨਾ ਸੈਲਫਿਸ਼ ਤਾਂ ਹੁੰਦਾ ਹੈ, ਮਤਲਬ ਅੱਛੇ ਤਰੀਕੇ ਨਾਲ ਸੈਲਫਿਸ਼ ਹੁੰਦਾ ਹੈ, ਪਰ ਕਈ ਵਾਰ ਇਦਾਂ ਗਾਣਾ ਜਿਸ ਤਰ੍ਹਾਂ ਕੋਕਾ ਗਾਣਾ ਹੈ, ਮੈਂ ਕਹਿ ਰਿਹਾ ਇਨਮੈਂ ਲਵ ਜਿੰਨੇ ਉਸ ਤੇ ਟਿਕਟੌਕ ਬਣੀ ਹੈ, ਵੀਡੀਓਜ਼ ਬਣੀਆਂ ਹੈ, ਉਹ ਮੈਨੂੰ ਲੱਗਦਾ ਕਿਸੇ ਹੋਰ ਗਾਣੇ ਤੋਂ ਬਣੀਆਂ ਹੋਣਗੀਆਂ। ਬਿਲਕੁਲ ਜੀ। ਜੇ ਹੁਣ ਤੁਸੀਂ ਕੋਕਾ ਗਾਣਾ ਕਿਸੇ ਨੇ ਬਣਾ ਰਹੇ ਹੁੰਦੇ, ਐਨੀ ABCD ਆਰਟਿਸਟ ਕੋਈ ਵੀ, ਔਰ ਉਹ ਗਾਣਾ ਇੰਨਾ ਵਧੀਆ ਬਣ ਜਾਂਦਾ, ਸਾਰੀ ਮਿਹਨਤ ਤੁਸੀਂ ਕੀਤੀ ਹੈ, ਠੀਕ ਹੈ, ਇੱਕ ਵਾਰੀ ਤਾਂ ਅੰਦਰੋਂ ਜ਼ਰੂਰ ਆਇਆ ਹੋਣਾ ਕੀ ਕਰਤਾ ਯਾਰ ਮੈਂ ਕਰਨਾ ਸੀਗਾ ਯਾਰ। ਬਰੋ ਆਬਵੀਅਸਲੀ ਦੇਖੋ ਥੋੜਾ ਸੈਲਫਿਸ਼ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਵੱਲ ਦੇਖਣਾ, ਆਪਣੇ ਕਰੀਅਰ ਲਈ ਦੇਖਣਾ। ਐਟ ਦਾ ਐਂਡ ਆਪਾਂ ਸਾਰਿਆਂ ਲਈ ਕੰਮ ਕਰ ਰਹੇ ਹਾਂ, ਬਟ ਸਭ ਤੋਂ ਜ਼ਿਆਦਾ ਬੰਦਾ ਜੇ ਉਹ ਇਨਸਾਨ ਕੰਮ ਕਰਦਾ ਜਾਂ ਮਿਹਨਤ ਕਰਦਾ ਉਹ ਆਪਣੇ ਆਪ ਲਈ ਕਰਦਾ, ਤੇ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਕਹਿਣ ਦੇ ਵਿੱਚ। ਤੇ ਆਬਵੀਅਸਲੀ ਮੈਨੂੰ ਦੁੱਖ ਹੁੰਦਾ, ਬਟ ਦੇਖੋ ਫਿਰ ਐਟ ਦਾ ਐਂਡ ਸੀ, ਜੇ ਤਾਂ ਨਿਕਲੇ ਕਰੰਟ ਦਾ ਐਗਜ਼ਾਮਪਲ ਲੈ ਲੈਣਾ, ਨਿਕਲੇ ਕਰੰਟ ਆਇਆ ਇੰਨਾ ਹਿੱਟ ਹੋਇਆ, ਤੇ ਮੈਨੂੰ ਜੱਸੀ ਭਾਜੀ ਨੂੰ ਮਤਲਬ ਜਾਨੀ ਤੱਕ ਨੂੰ ਸਾਨੂੰ ਸਾਰਿਆਂ ਨੂੰ ਇੰਨਾ ਨਹੀਂ ਪਤਾ ਸੀ ਕਿ ਇੰਨਾ ਵੱਡਾ ਗਾਣਾ ਆਜੂਗਾ। ਇਹ ਸੋਚਦੇ ਕੋਈ 40 ਮਿਲੀਅਨ 50 ਮਿਲੀਅਨ ਨਾ, ਆਪਾਂ ਇਹ ਸੋਚਿਆ ਯਾਰ ਜਦੋਂ ਗਾਣਾ ਇੰਨਾ ਵੱਡਾ ਬਣ ਗਿਆ ਨਾ, ਮੁੜ ਕੇ ਅਸੀਂ ਸੋਚਿਆ ਯਾਰ ਕਾਸ਼ ਆ ਨਾ ਮੈਂ ਕਰਾਂ ਦਾ। ਬਟ ਉਹੀ ਗੱਲ ਦੇਖੋ ਉਹ ਉਹਨਾਂ ਦੇ ਕਰਮਾਂ ਦਾ, ਉਹਨਾਂ ਦਾ ਗਾਣਾ ਸੀਗਾ, ਉਹਨਾਂ ਨੂੰ ਮਿਲਿਆ। ਉਸ ਤੋਂ ਬਾਅਦ ਜਿਹੜਾ ਮੇਰਾ ਗਾਣਾ ਆ ਕੋਕਾ ਬਣ ਗਿਆ, ਉਹ ਮੈਨੂੰ ਮਿਲ ਗਿਆ ਨਾ, ਤੇ ਉਹ ਮੇਰੇ ਵੱਲੇ ਆ ਗਿਆ। ਸੋ ਜਿਹਦਾ ਜਿੱਥੇ ਲਿਖਿਆ ਹੋਇਆ ਵਾ ਨਾ ਦਾਣਾ ਪਾਣੀ ਜਿਹੜੇ ਗਾਣੇ ਨਾਲ, ਉਹਦੇ ਕੋਲ ਮਿਲ ਜਾਂਦਾ ਜਾ। ਨਿਕਲੇ ਕਰੰਟ ਤੋਂ ਤਾਂ ਮੈਨੂੰ ਲੱਗਦਾ ਸਾਲ ਪਹਿਲਾਂ ਬਣਿਆ ਸੀ, ਆਇਆ ਵੀ ਸਾਲ ਬਾਅਦ ਹੀ ਹੈ ਨਿਕਲੇ ਕਰੰਟ। ਸ਼ੂਟ ਸ਼ਾਟ ਤਾਂ ਇੱਕ ਸਵਾ ਸਾਲ ਪਹਿਲਾਂ। ਕਈ ਗਾਣੇ ਦੇ ਨਾ ਬਹੁਤ ਟਰਬਲ ਹੁੰਦੇ ਆ ਜਿਆਦਾ ਨਾ। ਉਹ ਗਾਣਾ ਕੀਤਾ ਆਪਾਂ, ਉਹ ਭਾਜੀ ਨੂੰ ਸ਼ੂਟ ਕਰਨ ਗਏ ਥਾਈਲੈਂਡ, ਉੱਥੇ ਜਾ ਕੇ ਤੂਫਾਨ ਆ ਗਿਆ, ਉਹ ਸ਼ੂਟ ਨਹੀਂ ਪੂਰਾ ਹੋਇਆ, ਨੁਕਸਾਨ ਹੋ ਗਿਆ, ਵਾਪਸ ਆਣਾ ਪਿਆ। ਫਿਰ ਲਟਕੀ ਗਿਆ ਗਾਣਾ, ਫਿਰ ਭਾਜੀ ਉਹਨੇ ਆਪਣੇ ਆਪ ਇਨਵੈਸਟ ਕਰਕੇ ਇੱਥੋਂ ਵੀਡੀਓ ਕੀਤੀ ਹਨਾ, ਅੱਧੀ ਜਿਹੜੀ ਵੀਡੀਓ ਰਹਿ ਗਈ ਸੀ ਥੋੜੀ ਬਹੁਤ ਨਾ, ਫਿਰ ਉਹਨੇ ਬਾਅਦ ਕੀਤੀ। ਉਹ ਕਹਿੰਦੇ ਨਾ ਕਿ ਕਈ ਵਾਰੀ ਜੇ ਚੀਜ਼ ਬਹੁਤ ਜ਼ਿਆਦਾ ਡਿਲੇ ਹੁੰਦੀ ਨਾ, ਸਮਟਾਈਮਸ ਉਹ ਨਾ ਜਿਨ੍ਹਾਂ ਨੇ ਬਣਾਈ ਹੁੰਦੀ ਉਹ ਚੀਜ਼, ਉਹਨਾਂ ਨੂੰ ਚੀਜ਼ ਉਹਨਾਂ ਲਈ ਕਿਉਂਕਿ ਫਰੈਸ਼ ਨਹੀਂ ਰਹਿੰਦੀ ਹੈ, ਕਿ ਉਹਨਾਂ ਨੂੰ ਲੱਗਣ ਲੱਗ ਪੈਂਦਾ ਕਿ ਬਸ ਚੱਲ ਨਾਰਮਲ ਹੀ ਆ ਨਾ, ਪਰ ਉਹ ਜੇ ਲੋਕਾਂ ਲਈ ਆਉਂਦੀ ਹੈ, ਲੋਕਾਂ ਲਈ ਸਟਿਲ ਫਰੈਸ਼ ਹੁੰਦੀ ਹੈ। ਸੋ ਸਾਡੇ ਨਾਲ ਉਹ ਗਾਣੇ ਦਾ ਉਹ ਐਕਸਪੀਰੀਅੰਸ ਹੈਗਾ ਭਾਈ। ਅੱਛਾ ਥੱਲੇ ਨਾ ਬਹੁਤ ਸਾਰੇ ਸਵਾਲ ਆ ਰਹੇ ਕੋਲੈਬੋਰੇਸ਼ਨ ਦੀ, ਆਪਾਂ ਗੱਲ ਕੀਤੀ ਲੋਕਾਂ ਨੇ ਚੱਕ ਲਈ। 2 ਕੋਲੈਬੋਰੇਸ਼ਨ ਰਹਿ ਗਈਆਂ, ਤੁਸੀਂ ਸਾਰਿਆਂ ਨਾਲ ਕੀਤੀਆਂ ਕੋਲੈਬੋਰੇਸ਼ਨ, ਬਾਦਸ਼ਾਹ, ਨੇਹਾ ਕੱਕੜ, ਰਫਤਾਰ ਸਭ। ਇੱਕ ਹਨੀ ਸਿੰਘ ਭਾਜੀ ਰਹਿ ਗਏ, ਮੈਂ ਤੁਹਾਨੂੰ ਦੇਖਿਆ ਸੀ ਬਰਥਡੇ ਪਾਰਟੀ ਤੇ ਵੀ ਗਏ ਸੀਗੇ ਤੁਸੀਂ, ਤੇ ਇੱਕ ਰਹਿ ਗਿਆ ਜੀ ਸਿੱਧੂ ਮੂਸੇਵਾਲਾ। ਹਾਂਜੀ, ਆ ਕੀ ਸਟੇਟਸ ਕੀ ਹੈ, ਚੱਲ ਰਹੀ ਹੈ ਗੱਲਬਾਤ, ਗੱਲ ਚੱਕੋਗੇ ਹਜੇ ਕੀ ਹੈ? ਨਹੀਂ ਸੀ ਆਲਰੇਡੀ ਸਿੱਧੂ ਵੀਰੇ ਨਾਲ ਤਾਂ ਮੈਂ ਲਾਸਟ ਟਾਈਮ ਵੀ ਅਸੀਂ ਸਟੂਡੀਓ ਬੈਠੇ ਸੀ, ਅਸੀਂ 1-2 ਗਾਣੇ ਆਈਡੀਆ ਤੇ ਕੰਮ ਕੀਤਾ ਸੀਗਾ ਹਨਾ, ਤੇ ਬਸ ਅਜੇ ਵੀ ਆਪਾਂ ਉਹ ਚੀਜ਼ਾਂ ਤੇ ਵਰਕ ਕਰਦੇ ਪਏ ਸੀ। ਫਿਰ ਮੈਂ ਵੀ ਸਟਕ ਹੋ ਗਿਆ, ਬਿਜ਼ੀ ਹੋ ਗਿਆ, ਵੀਰਾ ਬਾਹਰ ਚਲਾ ਗਿਆ, ਤੇ ਸ਼ੋਜ਼ ਦੇ ਵਿੱਚ ਕਦੀ ਉਹ ਆਉਂਦੇ ਆ, ਉਹ ਫਸੇ ਹੁੰਦੇ ਆ ਯਾਰ, ਕਦੀ ਅਸੀਂ ਫਸੇ ਹੁੰਦੇ ਆ, ਟਾਈਮ ਹੁੰਦਾ ਹੀ ਨਹੀਂ ਹੈਗਾ ਹਨਾ। ਤੇ ਹੁਣ ਵੀ ਮੈਂ ਰੀਸੈਂਟਲੀ ਬੀਟ ਭੇਜੀ ਵੀਰੇ ਨੂੰ, ਕਹਿੰਦੇ ਕਿ ਮੈਂ ਉਹਦੇ ਪਰ ਕਰ ਰਿਹਾ ਕੰਮ ਹਨਾ। ਤੇ ਬਰੋ ਦੇਖੋ ਮੈਂ ਆਈ ਐਮ ਅ ਕਾਈਂਡ ਆਫ ਪਰਸਨ, ਮੈਂ ਤਾਂ ਸਾਰਿਆਂ ਨਾਲ ਕੰਮ ਕਰ ਰਿਹਾ ਹਨਾ, ਤੇ ਮੇਰਾ ਨਾਲੇ ਮੈਨੂੰ ਅਗਰ ਮੈਂ ਦਿਲੋਂ ਕਿਸੇ ਨਾਲ ਚਾਹਨਾ ਹੋਵੇ ਤਾਂ ਮੈਨੂੰ ਇਹ ਚੀਜ਼ ਕੋਈ ਸ਼ਰਮ ਨਹੀਂ ਹੈਗੀ ਟੂ ਆਸਕ ਸਮਵਨ, ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ। ਟੂ ਆਰਟਿਸਟ ਇਹ ਟਾਕ ਹੁੰਦੀ ਹੈ, ਰਿਸਪੈਕਟ ਹੁੰਦੀ ਹੈ ਇੱਕ ਦੂਸਰੇ ਦੀ, ਤੇ ਜਿਹੜੇ ਬੰਦੇ ਕਾਮਯਾਬ ਜਾਣਦੇ ਆ ਚੀਜ਼ ਨੂੰ। ਤੇ ਹਨੀ ਭਾਜੀ ਦੇਖੋ, ਹਨੀ ਭਾਜੀ ਨੂੰ ਆਪਾਂ ਸ਼ੁਰੂ ਤੋਂ ਦੇਖਦੇ ਆ ਹਨਾ, ਤੇ ਕਾਫੀ ਇੰਸਪਾਇਰਡ ਵੀ ਰਹੇ ਉਹਨਾਂ ਦੇ ਕੰਮ ਤੋਂ ਨਾ। ਤੇ ਮੈਂ ਮਿਲਿਆ ਭਾਜੀ ਨੂੰ ਹਨਾ, ਭਾਜੀ ਨੇ ਵੀ ਮੈਨੂੰ ਕਿਹਾ ਕਿ ਤੂੰ ਭਾਜੀ ਨੇ ਇੰਟਰੋਡਿਊਸ ਆਪਣੇ ਮਮ ਨਾਲ ਮੈਨੂੰ ਏਦਾਂ ਕਰਾਇਆ ਕਿ ਇਹ ਸਾਡਾ ਸੁਪਰਸਟਾਰ ਹੈ। ਮੈਨੂੰ ਬੜਾ ਵਧੀਆ ਲੱਗਿਆ ਨਾ ਕਿ ਯਾਰ ਇੱਕ ਬੰਦਾ ਜਿਹਨੂੰ ਅਸੀਂ ਦੇਖ ਕੇ ਹਨਾ ਗਰੋ ਅਪ ਕੀਤਾ ਹੈ ਜੀ, ਉਹਨੂੰ ਉਤੋਂ ਇੰਸਪਾਇਰਡ ਆ ਨਾ। ਤੇ ਕਰੋਨਾ ਫ੍ਰੀ ਫਨ, ਮੈਂ ਤਾਂ ਲਿਫਟ ਚੋਂ ਪੈਰ ਵੀ ਨਹੀਂ ਥੱਲੇ ਪਾਇਆ, 2 ਮਹੀਨੇ ਹੋ ਗਏ, ਮੇਰੇ ਤੇ ਸ਼ੱਕ ਨਾ ਕਰੋ। ਭਾਜੀ ਮੈਂ ਅਜੇ ਕਦੀ ਗਾਣੇ ਦੀ ਗੱਲ ਨਹੀਂ ਕੀਤੀ ਹਨਾ ਭਾਜੀ ਦੇ ਨਾਲ, ਜਿੰਨੇ ਚਿਰ ਮੇਰੇ ਕੋਲ ਕਦੀ ਕੋਈ ਏਦਾਂ ਦਾ ਗਾਣਾ ਨਹੀਂ ਬਣਿਆ ਜਦ ਤੱਕ ਹਨਾ ਮੈਨੂੰ ਲੱਗਦਾ ਕਿ ਉਹ ਭਾਜੀ ਹਨਾ ਇਹ ਭਾਜੀ ਦੇ ਲਈ ਗਾਣਾ ਹੈਗਾ, ਤੇ ਭਾਜੀ ਇਹਦੇ ਵਿੱਚ ਰੈਪ ਕਰਨ, ਉਨੇ ਚਿਰ ਮੈਂ ਕਦੀ ਪੁੱਛ ਵੀ ਨਹੀਂ ਕਰੂੰਗਾ। ਸੋ ਆਈ ਵਿਲ ਵਰਕ ਔਨ ਸਮਥਿੰਗ। ਜਦ ਵੀ ਮੈਨੂੰ ਲੱਗਾ ਕਿ ਆਹ ਚੀਜ਼ ਬਣ ਗਈ ਹੈ ਫਾਈਨਲੀ ਹਨਾ, ਮੈਂ ਭਾਈ ਨਾਲ ਜਾ ਗੱਲ ਕਰਾਂ, ਤੇ ਮੈਂ ਜ਼ਰੂਰ ਕਰੂੰਗਾ। ਥੱਲੇ ਕਮੈਂਟ ਕੀਤਾ ਕਿਸੇ ਨੇ ਗੁਰੂ ਨਾਲ, ਮੈਂ ਗੁਰੂ ਦਾ ਜਿਹੜੇ ਪਹਿਲੇ ਗਾਣਾ ਸੀਗਾ ਸਾਨੂੰ ਛੱਡ ਗਈ ਤੂੰ ਅੱਧ ਵਿਚਕਾਰ, ਉਹ ਵੀ ਗੁਰੂ ਗੜਸ਼ੰਕਰ ਆਇਆ ਸੀਗਾ ਦਿੱਲੀ ਤੋਂ ਹਨਾ, ਮੈਨੂੰ ਯਾਦ ਆ। ਤੇ ਗੜਸ਼ੰਕਰ ਮੈਂ ਉਹਨੂੰ ਲੈਣ ਗਿਆ ਸੀ ਨਵਾਂ ਸ਼ਹਿਰ ਤੋਂ, ਫਿਰ ਗੜਸ਼ੰਕਰ ਸੀ ਗਾਣਾ ਬਣਾਇਆ ਸੀਗਾ ਉਹ। ਫਿਰ ਗਾਣਾ ਮਿਕਸ ਮਾਸਟਰ ਕਰਾਉਣ ਲਈ ਮੈਂ ਦਿੱਲੀ ਆਇਆ ਸੀਗਾ, ਅਸੀਂ ਆਟੋ 'ਚ ਟਰੈਵਲ ਕੀਤਾ ਸੀਗਾ। ਉਹ ਯੈਸ ਆ ਸਟੋਰੀ ਪਤਾ ਹਾਂ, ਇੱਕ ਜਗ੍ਹਾ ਤੋਂ ਅਸੀਂ ਦੂਸਰੀ ਜਗ੍ਹਾ ਜਾਣਾ ਸੀ ਗਾਣਾ ਮਿਕਸ ਕਰਾਉਣ, ਤੇ ਅਸੀਂ ਆਟੋ ਦੇ ਵਿੱਚ ਗਏ ਸੀ। ਮੈਂ ਉਹ ਗੱਲਾਂ ਯਾਦ ਕਰਦਾ ਹੁੰਦਾ ਕਿ
ਉਹ ਬੰਦੇ ਨੇ ਵੀ ਕਿੰਨੀ ਮਿਹਨਤ ਕੀਤੀ, ਕੁਝ ਮੈਨੂੰ ਪਤਾ ਵਾ ਉਹਨੇ ਕਿੰਨੀ ਮਿਹਨਤ ਕੀਤੀ, ਕਿੰਨਾ ਹਾਰਡ ਵਰਕ ਕੀਤਾ ਹੈ ਨਾ। ਮੈਂ ਤਾਂ ਜਸਟ ਐਜ਼ ਅ ਮਿਊਜ਼ਿਕ ਡਾਇਰੈਕਟਰ ਕੰਮ ਕਰਦਾ ਸੀ, ਬਟ ਗੁਰੂ ਉਸ ਟਾਈਮ ਜਾ ਕੇ ਸ਼ੋਜ਼ ਵੀ ਕਰਦਾ ਸੀਗਾ ਤੇ ਹਨਾ ਇਹਨਾਂ ਚੀਜ਼ਾਂ ਨੂੰ ਵੀ ਮੈਨੇਜ ਕਰਦਾ ਸੀ, ਆਪਣਾ ਦਿੱਲੀ ਰਹਿਣਾ ਵੀ ਮੈਨੇਜ ਕਰਦਾ ਸੀਗਾ ਹਨਾ। ਸੋ ਤੇ ਉਹਦੇ ਨਾਲ ਵੀ ਹੁਣ ਕਾਫੀ ਮੁਲਾਕਾਤ ਕਿੱਦਾਂ ਹੋਈ ਸੀ ਗੁਰੂ ਭਾਜੀ ਨਾਲ? ਮੁਲਾਕਾਤ ਕਿੱਦਾਂ ਹੋਈ ਸੀ? ਮੈਂ ਗਾਣਾ ਬਣਾਇਆ ਸੀਗਾ, ਮੈਨੂੰ ਹੁਣ ਗਾਣਾ ਵੀ ਨਹੀਂ ਯਾਦ, ਉਹਦਾ ਨਾਮ ਨਹੀਂ ਹੈਗਾ ਯਾਦ ਗਾਣੇ ਦਾ, ਪੰਜਾਬੀ ਗਾਣਾ ਸੀ, ਬਟ ਨਾ ਉਹਦੀ ਪ੍ਰੋਡਕਸ਼ਨ ਬਹੁਤ ਪਸੰਦ ਆਈ ਸੀ ਗੁਰੂ ਨੂੰ ਹਨਾ। ਗਾਣਾ ਇੰਨਾ ਚੱਲਿਆ ਨਹੀਂ ਸੀਗਾ, ਉਹ ਅਸੀਂ ਆਡੀਓ ਕੀਤੀ ਸੀ, ਬਟ ਉਹਨੂੰ ਨਾ ਪ੍ਰੋਡਕਸ਼ਨ ਬਹੁਤ ਪਸੰਦ ਆਈ ਤੇ ਫਿਰ ਗੁਰੂ ਦਾ ਫੋਨ ਆਇਆ ਸੀਗਾ ਕਿ ਮੈਂ ਗਾਣਾ ਕਰਨਾ ਹਨਾ। ਤੇ ਫਿਰ ਅਸੀਂ ਕਿਹਾ ਵੀਰੇ ਆ ਜਾਓ ਹਨਾ, ਕੋਈ ਚੱਕਰ ਹੀ ਨਹੀਂ ਆਇਆ। ਤੇ ਗੁਰੂ ਆਇਆ ਤੇ ਹੀ ਇਜ਼ ਅ ਵੈਰੀ ਟੈਲੈਂਟਡ ਪਰਸਨ ਹਨਾ। ਮੈਂ ਦੇਖਿਆ ਉਹਨੂੰ ਹਨਾ, ਮੈਂ ਤਾਂ ਜਦੋਂ ਉਹਨੂੰ ਮਿਲਿਆ ਉਹ ਤੋਂ 1 ਸਾਲ ਪਹਿਲਾਂ 2 ਸਾਲ ਪਹਿਲਾਂ ਤਾਂ ਸਟਰਗਲ ਕਰ ਰਿਹਾ ਸੀਗਾ ਨਾ। ਸੋ ਮੈਂ ਤਾਂ ਦੇਖਿਆ ਕਿ ਉਹਨੇ ਕਿੰਨੀ ਮਿਹਨਤ ਕੀਤੀ। ਐਂਡ ਸੀ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਹੈ ਨਾ ਉਹੀ ਕਿਸੇ ਇੰਨੇ ਵੱਡੇ ਮੁਕਾਮ ਤੇ ਜਾ ਕੇ ਬੈਠ ਸਕਦਾ ਹੈ। ਜਿਹੜੇ ਬੰਦੇ ਤੁੱਕੇ ਵਾਲੇ ਹੁੰਦੇ ਆ ਕੁਛ ਹੁੰਦੇ, ਉਹ 1 ਗਾਣਾ 2 ਗਾਣਾ ਫਿਰ ਉਸ ਤੋਂ ਬਾਅਦ ਗਾਇਬ ਹੋ ਜਾਂਦੇ, ਨਹੀਂ ਦੇਖਦੇ ਹੈਗੇ। ਬਟ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਤੇ ਬਹੁਤ ਮਿਹਨਤ ਕੰਟੀਨਿਊ ਕਰਨੀ ਪੈਂਦੀ ਹੈ। ਰਾਈਟ ਸੁਪਰ ਭਾਈ। ਅੱਛਾ ਇੱਕ ਹੋਰ ਗੱਲ ਦੱਸੋ, 2019 ਜਿਹੜਾ ਨਿਕਲਿਆ ਹੈ, ਕਿਉਂਕਿ 2020 ਤੱਕ ਕੰਮ ਹੀ ਬਹੁਤ ਘੱਟ ਹੋਇਆ, 2 ਮਹੀਨੇ ਕਮਾਇਆ ਸੀ ਫਿਰ ਸਭ ਬੰਦ हो गया। 2019 में साल ऑफ इट वाज अ ईयर ऑफ रीमेक्स, सिर्फ रीमेक बने उस साल में पूरे के पूरे। अच्छा लोग कोई कुछ कह रहे हैं हिंदी में भी बात करो, अच्छा ठीक है, अच्छा हिंदी में बात करते हैं यार, मेरी हिंदी अच्छी तो 2019 में रीमेक बहुत बने बॉलीवुड में। हमने सारे पंजाबी आर्टिस्ट को देख लिया, सबने बॉम्बे में घर घुर देखने शुरू कर दिए, 3 BHK 2 BHK ले भी लिया एक दो ने, सिर्फ एक सुखी रह गया। और मेरे को अफसोस है क्योंकि मैं आपको 5 साल से जानता हूँ, इतने बड़े बड़े हिट गाने दिए हैं वो बॉलीवुड में होने चाहिए थे। आज क्या स्टेटस है, जैगुआर है, आई नीड या है, इतने गाने हैं। ਇਹਦਾ ਮੈਂ ਸਿੰਪਲ ਜਿਹਾ ਆਨਸਰ ਦਿੰਦਾ ਬਿਲਕੁਲ ਬਿਲਕੁਲ ਆਉਣਗੇ, ਠੀਕ ਹੈ। ਅਜੇ ਤੇ ਤੁਸੀਂ ਕਿਹਾ ਨਾ 2019 ਸਾਰਿਆਂ ਦੇ ਆ ਗਏ, ਹੁਣ ਭੀੜ ਦੇ ਆ ਗਏ, ਸਾਰੀ ਭੀੜ ਨੇ ਕਰ ਲਏ ਆ। ਹੁਣ ਜਦ ਭੀੜ ਹਟ ਜੂਗੀ ਫਿਰ ਮੈਂ ਉਦੋਂ ਕੱਢੂਗਾ। ਦੇਖੋ ਕੋਈ ਕਾਲੀ ਨਹੀਂ ਆ, ਦੇਖੋ ਮੈਂ ਨਾ ਕੋਈ ਕਾਲੀ ਨਹੀਂ ਹੈਗੀ ਮੈਨੂੰ। ਦੇਖੋ ਮੈਨੂੰ ਪਤਾ ਅੱਜ ਮੇਰੇ ਕੋਲ ਬਹੁਤ ਲੰਬਾ ਕਰੀਅਰ ਪਿਆ ਆ, ਠੀਕ ਹੈ। ਅਜੇ ਮੈਨੂੰ ਲੱਗਦਾ ਮੇਰਾ 10 ਸਾਲ ਦਾ ਕਰੀਅਰ ਦਾ ਬਹੁਤ ਛੋਟਾ ਟਾਈਮ ਹੈ, ਅਜੇ ਬਹੁਤ ਲੰਬਾ ਕਰੀਅਰ ਪਿਆ ਆ ਹਨਾ। ਤੇ ਅਜੇ ਬਹੁਤ ਕੁਝ ਕਰਨਾ ਤੇ ਬਟ ਆਈ ਐਮ ਮੋਰ, ਮੈਨੂੰ ਏਦਾਂ ਲੱਗਦਾ ਕਿ ਮੈਨੂੰ ਰੀਮਿਕਸ ਤੋਂ ਜ਼ਿਆਦਾ ਆਈ ਵਾਂਟ ਕਿ ਮੇਰੇ ਨਾਲ ਕੁਝ ਫਰੈਸ਼ ਚੀਜ਼ਾਂ ਆਵੇ। ਆਈ ਡੋਂਟ ਵਾਂਟ ਟੂ ਡੂ ਦ ਰੀਮਿਕਸਿਸ ਐਂਡ ਮੇਰੀ ਪ੍ਰਾਇੋਰਟੀ ਨਹੀਂ ਹੈਗੀ ਹੈ ਨਾ। ਤੇ ਮੈਨੂੰ ਕਾਫੀ ਗਾਣੇ ਆਏ ਆ, ਓਨੈਸਟਲੀ ਆਏ ਆ, ਸਾਰਿਆਂ ਨੂੰ ਪਤਾ ਆ, ਅਸੀਂ ਸ਼ੇਅਰ ਕਰਦੇ ਰਹਿੰਦੇ ਆ ਗੱਲਾਂ ਨਾ। ਤੇ ਓਬਵੀਅਸਲੀ ਤੁਸੀਂ ਵੀ ਇੰਨਾ ਸਮਝਦੇ ਹੋ ਕਿ ਮੈਨੂੰ ਓਬਵੀਅਸਲੀ ਅਪਰੋਚ ਆਈ, ਮੈਂ ਟੀ ਸੀਰੀਜ਼ ਨਾਲ ਕੰਮ ਕਰਦਾ, ਮੈਂ ਸੋਨੀ ਨਾਲ ਕੰਮ ਕਰਦਾ, ਤੇ ਮੈਨੂੰ ਉਹਨਾਂ ਨੇ ਪੁੱਛਿਆ ਨਹੀਂ ਹੋਊਗਾ ਰੀਮਿਕਸ ਬਣਾਉਣ ਨੂੰ ਜਾਂ ਕੋਈ ਮੈਨੂੰ ਗਾਣਾ ਨਹੀਂ ਆਇਆ ਹੋਊਗਾ। ਬਟ ਕਹਿੰਦੇ ਨਾ ਜਿੰਨੇ ਸਾਡੇ ਦਿਲੋਂ ਨਹੀਂ ਆਵਾਜ਼ ਆਉਂਦੀ ਤੁਸੀਂ ਇਹ ਚੀਜ਼ ਪਸੰਦ ਨਹੀਂ ਕਰ ਰਹੇ ਆ ਜਾਂ ਐਵੇਂ ਕਾਈਂਡ ਆਫ ਪਰਸਨ ਮੈਂ ਨਹੀਂ ਕਰਦਾ ਉਹਨੇ ਟਾਈਮ। ਮੈਨੂੰ ਅਜੇ ਤੱਕ ਉਹ ਆਵਾਜ਼ ਹੀ ਨਹੀਂ ਆਈ, ਮੈਨੂੰ ਲੱਗਿਆ ਨਹੀਂ ਕਿ ਮੇਰੇ ਮਤਲਬ ਦੀ ਚੀਜ਼ ਨਹੀਂ। ਮੈਂ ਉਹਨੇ ਚਿਰ ਗਾਣਾ ਨਹੀਂ ਕੱਢਿਆ ਸੀਗਾ ਐਜ਼ ਅ ਸਿੰਗਰ ਜਿੰਨੇ ਚਿਰ ਨਾ ਮੈਨੂੰ ਲੱਗਿਆ ਨਹੀਂ ਕਿ ਆ ਕੱਢਣਾ ਚਾਹੀਦਾ ਆ ਨਾ, ਜਾਂ ਵੀ ਇਹ ਚੀਜ਼ ਹੈਗੀ ਹੈ ਕੱਢਣ ਵਾਲੀ। ਸੋ ਤੁਹਾਡੇ ਇਸ ਜਵਾਬ ਲਈ ਰਿਸਪੈਕਟ ਬ੍ਰੋ, ਥੈਂਕ ਯੂ। ਕਿਉਂਕਿ ਹਾਲ ਹੀ ਦੇ ਵਿੱਚ ਇੱਕ ਰੀਮੇਕ ਆਇਆ, ਬਿਲਕੁਲ ਮਤਲਬ ਨया 15 ਦਿਨ ਹੋਇਆ, 20 ਦਿਨ। ਮੈਂ ਕਿਹਾ ਹੱਥ ਜੋੜਦੇ, ਬਾਲੀਵੁੱਡ ਦਾ ਗਾਣਾ ਜਿਹੜਾ ਤੁਸੀਂ ਸਮਝ ਗਏ, ਆਪਾਂ ਨਾਂ ਨਹੀਂ ਲੈਣਾ, ਬੜੇ ਮੀਮ ਬਣ ਰਹੇ। ਅੱਛਾ ਭਾਜੀ ਆਲਸੋ ਤੁਸੀਂ ਮੈਂਸ਼ਨ ਕੀਤਾ ਗੱਲਬਾਤ ਕਰਦੇ ਹੋਏ ਕਿ ਯੂ ਨੋ ਤੁਸੀਂ ਜਦ ਸੌਂਗ ਬਣਾਉਂਦੇ ਹੋ, ਤੁਹਾਡੇ ਮਾਈਂਡ ਦੇ ਵਿੱਚ ਸੌਂਗ ਬਣਨ ਟਾਈਮ ਹੀ ਨਾ ਦਿਮਾਗ ਵਿੱਚ ਚੱਲਦਾ ਕਿ ਆ 40 ਮਿਲੀਅਨ ਵਾਲਾ ਹੈਗਾ ਕਿ 80 ਮਿਲੀਅਨ ਹੈ ਕਿ 200 ਮਿਲੀਅਨ ਹੈ। ਐਂਡ ਬਹੁਤ ਵਾਰ ਹੋਏਗਾ ਤੁਹਾਡੇ ਗਾਣੇ ਸਰਪ੍ਰਾਈਜ਼ ਕਰ ਜਾਂਦੇ ਹੋਣਗੇ ਤੁਹਾਨੂੰ ਕਿ ਯਾਰ ਮੈਂ ਸੋਚਿਆ ਸੀ 50-60 ਮਿਲੀਅਨ ਆਣਗੇ, ਇਹ ਤਾਂ 200 ਮਿਲੀਅਨ ਹੋ ਗਏ ਐਕਸੈਟਰਾ। ਉਹ ਟਾਰਗੇਟ ਸੀਰੀਅਸਲੀ ਤੁਸੀਂ ਲੈਂਦੇ ਹੋ, ਡਿਸਅਪਾਇੰਟ ਹੁੰਦੇ ਹੋ, ਐਕਸਟਰਾ ਖੁਸ਼ ਹੁੰਦੇ ਹੋ? ਮਤਲਬ ਕਿੰਨੇ ਇੰਪੋਰਟੈਂਟ ਹੈ ਲਾਈਕਸ ਔਰ ਵਿਊਜ਼, ਕਿੰਨੇ ਇੰਪੋਰਟੈਂਟ? ਸੀ ਦੇਖੋ ਮੈਂ ਅਗਰ ਨਾ ਇਹ ਸਾਰਿਆਂ ਦੇ ਸਾਹਮਣੇ ਆਏ ਗੱਲ, ਮੇਰੇ ਕੋਈ 15 ਗਾਣੇ ਨਹੀਂ ਆ ਗਏ, ਮੇਰੇ ਕੋਈ 20 ਗਾਣੇ ਨਹੀਂ ਆ ਗਏ। ਮੇਰਾ ਅਰਾਊਂਡ ਜੇਕਰ ਮੈਂ 2014 ਐਂਡ ਵਿੱਚ ਸ਼ੁਰੂ ਕੀਤਾ, ਮੇਰਾ ਅਰਾਊਂਡ 5 ਸਾਲ ਦਾ ਕਰੀਅਰ ਹੋ ਗਿਆ ਐਜ਼ ਅ ਸਿੰਗਰ ਹੈ ਨਾ। ਤੇ ਤੁਸੀਂ ਮੇਰੇ ਗਿਣੋਗੇ ਮੇਰੇ 9 ਜਾਂ 10 ਗਾਣੇ ਆਏ ਨਾ, ਇਹ ਤੋਂ ਜ਼ਿਆਦਾ ਗਾਣਾ ਨਹੀਂ ਆਏਗਾ ਨਾ। ਸੋ ਤੁਸੀਂ ਸੋਚੋ ਜਿਹੜੇ ਬੰਦੇ ਨੇ 5 ਸਾਲ ਦੇ ਕਰੀਅਰ ਦੇ ਵਿੱਚ ਸਿਰਫ ਹਰ ਸਾਲ 2-2 ਗਾਣੇ ਕੱਢੇ ਆ ਨਾ, ਤੇ ਉਹਨੂੰ ਨਾ ਕੋਈ ਕਾਹਲ ਹੈ ਜ਼ਿਆਦਾ ਗਾਣੇ ਕੱਢਣ ਦੀ, ਨਾ ਉਹਨੂੰ ਇਸ ਚੀਜ਼ ਦਾ ਕੋਈ ਲਾਲਚ ਹੈ ਨਾ ਕਿ ਮੇਰੇ ਜ਼ਿਆਦਾ ਗਾਣੇ ਆਣ, ਮੇਰੇ ਜ਼ਿਆਦਾ ਵਿਊਜ਼ ਹੋਣ, ਮੇਰੇ ਜ਼ਿਆਦਾ ਫੋਲੋਅਰਸ ਹੋਣ ਇੰਸਟਾਗ੍ਰਾਮ ਤੇ। ਸੀ ਐਟ ਦ ਐਂਡ it doesn't matter how many followers you have on your Instagram, what matters how much amount of money you have in your bank, ਉਹ ਤੁਹਾਡੇ ਕੀ ਨੰਬਰ ਹੈ ਨਾ। ਉਹ ਤਾਂ ਬਹੁਤ ਹੈ, 3 ਗਾਣੇ ਬਾਅਦ ਜੈਗੁਆਰ ਲੈ ਆਏ ਸੀ ਤੁਸੀਂ ਆਫਿਸ, ਮੈਨੂੰ ਯਾਦ ਹੈ। ਤਾਂ ਮੈਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਨੂੰ ਉਸ ਚੀਜ਼ ਦੀ ਕੋਈ ਲਾਲਚ ਨਹੀਂ ਹੈਗੀ। ਤੇ ਹੌਲੀ ਹੌਲੀ ਸੋ ਜਦ ਆਪਾਂ ਗਾਣਾ ਬਣਾਉਂਦੇ ਆ ਨਾ ਬ్రో, ਫ੍ਰੈਂਕਲੀ ਆਪਾਂ ਇਹ ਨਹੀਂ ਸੋਚਦੇ ਕਿੰਨੇ ਵਿਊ ਹੋਣੇ, ਕਿਆ ਹੋਣੇ ਆ। ਆਪਾਂ ਇਹ ਸੋਚਦੇ ਹਾਂ ਕਿ ਇਹ ਗਾਣਾ ਹਿੱਟ ਹੈਗਾ, ਸੁਪਰ ਹਿੱਟ ਤੁਹਾਨੂੰ ਨਹੀਂ ਪਤਾ, ਤੁਸੀਂ ਨਹੀਂ ਜੱਜ ਕਰ ਸਕਦੇ ਆ ਨਾ।
ਕੁਝ ਨਹੀਂ ਪਤਾ, ਬਟ ਤੁਹਾਨੂੰ ਇੰਨਾ ਪਤਾ ਹੁੰਦਾ ਕਿ ਆਹ ਗਾਣਾ ਐਵਰੇਜ ਆ ਜਾਂ ਗਾਣਾ ਹਿੱਟ ਆ, ਕਿ ਸਾਨੂੰ ਸਾਰਿਆਂ ਨੂੰ ਪਸੰਦ ਆਊਗਾ। ਸੋ ਮੇਰਾ ਹਮੇਸ਼ਾ ਉਹੀ ਟਾਰਗੇਟ ਹੁੰਦਾ ਕਿ ਆਈ ਸ਼ੁਡ ਮੇਕ ਸਮ ਹਿੱਟ ਸੌਂਗਸ ਤੇ ਸੁਪਰ ਹਿੱਟ ਹੋਣੇ ਹੋਗੇ, ਰੱਬ ਨੇ ਵਜੂਗੇ। सुपर भाई, कुछ कमेंट ले लेने हैं क्योंकि एक बंदा ना बुरा मन गया सी, कह रहे थे आप आपस में वीडियो वो व्हाट्सएप कॉल ही कर लेते। ਗਾਲਾਂ ਵੀ ਆ ਜਾਂਦੀਆਂ ਭਰਾਵਾ ਥੱਲੇ, ਗਾਲਾਂ ਤਾਂ ਭਾਈ ਲੋਕੀ ਬੈਠੇ ਆ ਫ੍ਰੀ ਇੰਟਰਨੈਟ ਹੈ ਯਾਰ, ਕੱਢ ਲੋਕੀ ਚੱਕਰ ਆ, ਗਾਲਾਂ ਵੀ ਪੈਣੀਆਂ ਚਾਹੀਦੀਆਂ, ਫੇਰ ਲੱਗਦਾ ਫੇਰ ਚੱਲ ਰਿਹਾ ਸਭ ਕੁਝ। ਅੱਛਾ ਪੈਰੀ ਪਾਉਣਾ ਹੋ ਰਿਹਾ ਭਾਜੀ ਨੂੰ, ਗਾਣਾ ਸੁਣਾ ਦਿਓ ਕੋਈ ਭਾਜੀ, ਕੋਈ ਗਾਣਾ ਹੈ ਜਾਂ ਕੋਈ ਇੱਕ ਗਾਣਾ ਦਾ ਕੋਈ ਤੁਹਾਡੇ ਆਪਣੇ ਗਾਣੇ ਦਾ ਕੋਈ ਇਦਾਂ ਦਾ ਵਰਜ਼ਨ ਹੈ ਜੀ ਤੁਸੀਂ ਫਸਟ ਰਫ ਬਣਾਇਆ ਸੀ ਤੇ ਰਿਲੀਜ਼ ਬਿਲਕੁਲ ਡਿਫਰੈਂਟ ਕੀਤਾ, ਕੋਈ ਉਹ ਸੁਣਾ ਸਕਦੇ ਆਪਾਂ? ਜਸਟ ਆਸਕਿੰਗ ਯੂ। ਕਿਤੇ ਮੈਨੂੰ ਦੁਬਾਰਾ ਦੱਸੋ ਕੀ ਕਹਿ ਰਹੇ ਹੋ? मतलब ਤੁਸੀਂ ਗਾਣਾ ਬਣਾਉਂਦੇ ਹੋ, ਜੋ ਉਹਦੀ ਫਸਟ ਕਾਪੀ ਬਣਦੀ ਹੈ वर्सेस जो फाइनली रिलीज होता है, जमीन आसमान का फर्क होता है। कभी ना बीट्स चेंज होगी, लिरिक एक दो लिरिक्स इधर उधर चले गए, तो कोई फर्स्ट वर्जन है जो थोड़ा पसंदीदा सीगा कि यार वो भी वधिया सीगा? नहीं मेरा सी मैं ਤਾਂ ਦੱਸਦਾ ਗਾਣੇ ਦਾ 뮤직 ਬਹੁਤ ਵਾਰ ਚੇਂਜ ਹੁੰਦਾ ਹੈ, ਬਹੁਤ ਵਾਰ ਚੇਂਜ ਹੁੰਦਾ ਹੈ। ਕਈ ਵਾਰੀ ਮੇਰਾ ਇੱਕ ਗਾਣਾ ਸੀਗਾ ਬੰਬ ਆਇਆ ਸੀਗਾ ਨਾ, ਬੰਬ ਦਾ 뮤직 4-5 ਵਾਰ ਚੇਂਜ ਕੀਤਾ ਨਾ, ਸਾਡੀ ਜਿੰਨੇ ਚਿਰ ਤਸੱਲੀ ਨਹੀਂ ਹੋਈ। ਬਟ ਇਫ ਆਈ ਕਮ ਟੂ ਸਨਾਈਪਰ, ਅਗਰ ਮੈਂ ਜੈਗਵਾਰ ਦੀ ਗੱਲ ਕਰਾਂ, ਮੈਂ ਆਲ ਬਲੈਕ ਦੀ ਗੱਲ ਕਰਾਂ, ਉਹ ਇਦਾਂ ਦੇ ਗਾਣੇ ਜਿਹੜੇ ਸੀਰੀਅਸਲੀ ਕਈ ਲੋਕਾਂ ਨੂੰ ਲੱਗੂਗਾ ਗੱਪ ਮਾਰ ਰਹੇ ਆ ਨਾ, ਐਵੇਂ ਬੋਲ ਰਹੇ ਆ। ਅਸੀਂ 10-10 15-15 ਮਿੰਟ ਦੇ ਵਿੱਚ ਉਹ ਗਾਣਾ ਕੰਪੋਜ਼ ਨਾਲੇ 뮤직 ਕੀਤਾ, 27 ਅੰਤਰਾਂ ਨਾਲ ਬਣਾ ਲਿਆ, 15 ਮਿੰਟ ਦੇ ਵਿੱਚ 뮤직 ਤਿਆਰ, ਤੇ ਉਹੀ 뮤직 ਫਾਈਨਲ ਤੇ ਆ। ਅਗਰ ਆਪਾਂ ਆਲ ਬਲੈਕ ਸੌਰੀ ਮੇਰਾ ਗਲਾ ਸੋ ਗਿਆ, ਪਾਣੀ ਲੈ ਦੋ। ਤੇ ਉਹ ਅਗਰ ਆਪਾਂ ਗੱਲ ਕਰੀਏ ਸੀ ਜੈਗਵਾਰ ਦੀ ਗੱਲ ਕਰੀਏ ਜਾਂ ਆਲ ਬਲੈਕ ਦੇ ਵਿੱਚ, ਆਲ ਬਲੈਕ ਦੇ ਵਿੱਚ ਜਿਹੜੀ ਮੇਰੀ ਵੋਕਲ ਵੀ ਹੈ ਨਾ, ਉਹ ਜਦ ਮੈਨੂੰ ਜਿੱਦਾਂ ਜਾਨੀ ਨੇ ਗਾਣਾ ਲਿਖ ਕੇ ਭੇਜਿਆ ਸੀ, ਫੋਨ ਦੇ ਵਿੱਚ ਮੈਸੇਜ ਭੇਜਿਆ ਸੀਗਾ ਨਾ, ਉਹ ਟਾਈਮ ਜਾਨੀ ਕਿਤੇ ਸੀਗਾ, ਮੈਂ ਕਿਤੇ ਸੀਗਾ। ਹੁਣ ਤਾਂ ਆਪਾਂ ਮੋਸਟਲੀ ਇਕੱਠੇ ਹੀ ਬੈਠੇ ਹੁੰਦੇ ਆ ਨਾ, ਤੇ ਜਾਨੀ ਨੇ ਮੈਨੂੰ ਭੇਜਿਆ ਤੇ ਨਾ ਮੈਂ ਇਹਦੀ ਸਟੂਡੀਓ ਵਿੱਚ ਗਿਆ, ਇੱਕ ਲੂਪ ਲਾਇਆ, ਹੈਡਫੋਨ ਲਾਏ, ਅੰਦਰ ਗਿਆ, ਜਿਹੜਾ ਮੇਰੇ ਦਿਮਾਗ ਦੇ ਵਿੱਚ ਸਿੱਧੀ ਕੰਪੋਜੀਸ਼ਨ ਆਈ ਹੈ ਨਾ, 27 ਅੰਤਰਾ ਪੂਰੀ, ਬੜੇ ਰਿਪੀਟ ਨਹੀਂ ਕਰ ਸਾਰੇ, ਉਹ ਇੱਕੋ ਵਾਰੀ ਵਿੱਚ ਆ ਗਈ ਹੈ ਨਾ, ਉਹੀ ਕੰਪੋਜੀਸ਼ਨ ਦਿਮਾਗ ਚੋਂ ਆਪਣੇ ਆਪ ਹੀ ਨਿਕਲੀ ਹੈ ਨਾ, ਮੂੰਹ ਚ ਮੈਂ ਕੱਢਦੀ, ਤੇ ਉਹੀ ਵੋਕਲਸ ਵੀ ਅੱਜ ਤੱਕ ਉਹੀ ਲੱਗੀਆਂ ਹੋਈਆਂ। ਮੈਂ ਕੋਈ ਫਾਈਨਲ ਵੋਕਲ ਨਹੀਂ ਕੀਤੀ ਉਹਦੀ ਦੁਬਾਰਾ ਜਾਂ ਕੁਝ, ਉਹੀ ਲਾਤੀ ਤੇ ਉਹੀ ਦੇ ਲੋ ਸਿੱਧੀ ਰਿਲੀਜ਼ ਕਰਤਾ। ਸੋ ਜਿਹੜੀ ਚੀਜ਼ ਚੱਲਣੀ ਆ ਨਾ, ਉਹ ਚੱਲਣੀ ਆ, ਉਹਦੇ ਵਿੱਚ ਤੁਹਾਨੂੰ ਮਤਲਬ ਤੁਸੀਂ 15-15 ਮਿੰਟ ਦੇ ਵਿੱਚ ਵੀ ਗਾਣੇ ਬਣਾਏ ਆ ਪੂਰੇ ਟੋਟਲ? ਅਸੀਂ 15-20 ਮਿੰਟ ਚ ਵੀ ਗਾਣੇ ਬਣਾਏ ਆ। ਚਲੋ ਬਾਕੀ ਪ੍ਰੋਸੀਜਰ ਅਲੱਗ ਹੁੰਦਾ ਕਿ ਤੁਸੀਂ ਫਾਈਨਲ ਉਹਦਾ ਮਿਕਸ ਕਰਦੇ ਆ ਜਾਂ ਮਾਸਟਰ ਕਰਦੇ ਆ, ਬਟ ਤੁਹਾਨੂੰ ਪਤਾ ਹੈ ਕਿ ਆਪ ਬਣਾਣਾ। ਕੀ ਬਾਤ ਹੈ, ਕੀ ਬਾਤ ਹੈ ਭਾਜੀ। ਆਲਸੋ ਇੱਕ ਮੈਂ ਕੁਐਸਚਨ ਪੁੱਛਣਾ ਸੀਗਾ, ਮੈਂ ਤੁਹਾਡੀ ਬਹੁਤ ਇੰਟਰਵਿਊ ਦੇਖੀ, ਆਪਾਂ ਗੱਲਬਾਤ ਕੀਤੀ, हर आर्टिस्ट की तरह यू आर ऑल्सो वेरी फैमिली मैन, यू नो ऑलवेज ओबलाइज के पेरेंट्स ही सब कुछ है, उन्होंने खुश रखना है। जे मैनू जेन्युइनली मौका मिलेगा मैं उन्होंने दुनिया घुमाऊंगा, उन्होंने नाल टाइम स्पेंड करूंगा, हाँ थोड़ा हमेशा विजन रहा है। एक सवाल मैं पूछांगा, उस तो बाद विल सिंग अ सॉन्ग, बहुत रिक्वेस्ट आ रही है गाने दी जी। तुहानू याद है आखिरी टाइम तुसी घरदियां तो पैसे कदों लेते सी, लाइक अ गुड अमाउंट? ਆਖਰੀ ਟਾਈਮ ਮੈਨੂੰ ਵਧੀਆ ਲੱਗਦਾ ਨਾ, ਮੈਨੂੰ ਅਜੇ ਵੀ ਵਧੀਆ ਲੱਗਦਾ, ਮੰਮੀ ਮੈਨੂੰ ਦੇ ਦਿਓ 500 ਰੁਪਏ, ਚਾਹੇ ਮੇਰੇ ਕੋਲ ਪੈਸੇ ਹੈਗੇ ਆ ਚਾਹੇ ਕੁਛ ਹੈ ਨਾ, ਬਟ ਆਈ ਸਟਿਲ ਗੋਇੰਗ ਆਸਕ ਮੰਮੀ ਮੈਨੂੰ 500 ਰੁਪਏ ਦੇ ਦਿਓ ਨਾ, ਜਾਂ ਕੁਛ ਹੈ ਨਾ ਏਦਾਂ। ਬਟ ਜੇ ਮੈਂ ਪ੍ਰੋਪਰ ਵੇਜ ਮੈਂ ਜਦ ਲਾਸਟ ਟਾਈਮ ਵਾਲੇ ਪੈਸੇ ਲਏ ਸੀਗੇ, ਮੈਂ ਤੁਹਾਨੂੰ 2-3 ਇੰਸੀਡੈਂਟਸ ਆਪਣੀ ਲਾਈਫ ਤੇ ਸ਼ੇਅਰ ਕਰਦਾ ਹਾਂ ਜਿੱਥੋਂ ਮੈਨੂੰ ਅਕਲ ਆਈ ਆ। ਸੋ ਮੈਂ ਸੀਗਾ ਆਈ ਥਿੰਕ ਮੈਂ 9ਵੀਂ ਦੇ ਵਿੱਚ ਸੀਗਾ ਜਾਂ 10ਵੀਂ ਦੇ ਵਿੱਚ ਸੀਗਾ ਨਾ, ਤੇ ਨਾ ਮੈਂ ਨਾ ਮਮ ਮੇਰੇ ਗਵਰਨਮੈਂਟ ਟੀਚਰ, ਠੀਕ ਹੈ ਜੀ, ਤੇ ਹਨਾ ਡੈਡ ਦਾ ਸਾਡਾ ਫਾਈਨਾਂਸ ਦਾ ਕੰਮ ਹੈ। ਸੋ ਸਮ ਪ੍ਰੋਬਲਮਸ, ਮੇਰੇ ਡੈਡ ਬਹੁਤ ਹੀ ਹੀ ਨਾਈਸ ਗਾਏ, ਬਹੁਤ ਇੱਕ ਟਾਈਮ ਉਹਨਾਂ ਦੇ ਸਾਡੇ ਸ਼ਾਪ ਸੀਗੀ, ਉੱਥੇ ਕੋਈ ਚੋਰੀ ਵੀ ਕਰਦਾ ਸੀ, ਕਹਿੰਦੇ ਕੋਈ ਚੱਕਰ ਨਹੀਂ, ਚਲੋ ਉਹਨੇ ਆਪਣੇ ਨਿਆਣਿਆਂ ਲਈ ਕੀਤੀ ਨਹੀਂ ਕੁਝ। ਸੋ ਮੈਂ ਹੀ ਤੇ ਦੈਟ ਕਾਈਂਡ ਆਫ ਗਾਇਆ ਨਾ, ਸੋ ਬਹੁਤ ਸਿੱਧੇ ਨੇ। ਸੋ ਫਾਈਨਾਂਸ ਸੀਗੀ, ਕਈ ਵਾਰੀ ਸਾਡੀ ਪ੍ਰੋਬਲਮਸ ਹੋਈਆਂ ਹੈ ਨਾ, ਅਪ ਐਂਡ ਡਾਊਨ ਪਾਪਾ ਦੇ ਬਿਜ਼ਨਸ ਚ ਚੱਲਦੇ ਰਹੇ ਆ। ਸੋ ਇਹ ਕਹਿੰਦੇ ਕੌਨਸਟੈਂਟ ਅਰਨਿੰਗ ਸੀਗੀ ਮੇਰੀ ਮਮ ਦੀ ਹੈ ਨਾ, ਜਿਹੜੀ ਸਾਡੀ ਫੈਮਿਲੀ ਦੇ ਵਿੱਚ ਹੈ ਨਾ। ਸੋ ਮਾਈ ਮਮ ਇਜ਼ ਅ ਵੈਰੀ ਹਾਰਡ ਵਰਕਿੰਗ ਲੇਡੀ, ਤੇ ਮੈਂ ਨਾ ਮੇਰੇ ਨਾ ਗਰਾਰੀ ਫਸ ਗਈ। ਨਵਾਂ ਫੋਨ ਆਇਆ ਸੀ 6600 ਨਾ, 6600 ਫੋਨ ਆਇਆ ਸੀਗਾ, ਮੇਰੀ ਗਰਾਰੀ ਫਸ ਗਈ। ਮੈਂ ਕਿਹਾ ਮੈਂ ਤਾਂ ਲੈਣਾ ਹੀ ਉਹ ਆ ਹਨਾ, ਜਿੱਦਾਂ ਨਿਆਣੇ ਕਰਦੇ ਆ ਨਾ, ਮੈਂ ਕਿਹਾ ਮੈਨੂੰ ਤਾਂ ਉਹੀ ਫੋਨ ਚਾਹੀਦਾ, ਕਿਉਂਕਿ ਮੇਰੇ ਦੋਸਤ ਸੀਗੇ, ਉਹਨਾਂ ਦੇ ਕਦੇ ਕੋਈ ਬਾਹਰੋਂ ਆਇਆ ਰਿਸ਼ਤੇਦਾਰ ਹੈ ਨਾ, ਜਾਂ ਕੁਛ ਕੋਈ ਨਾ ਕੋਈ ਫੋਨ ਲਿਆਂਦਾ ਜਾਂ ਕੁਛ, ਤਾਂ ਮੈਨੂੰ ਵੀ ਹੁੰਦਾ ਸੀਗਾ ਕਿ ਯਾਰ ਮੈਨੂੰ ਵੀ ਚਾਹੀਦਾ। ਤਾਂ ਮੇਰੀ ਮਮ ਨੇ ਨਾ ਮੈਨੂੰ ਫੋਨ ਲੈ ਕੇ ਦਿੱਤਾ 6600, ਤੇ ਮੈਨੂੰ ਯਾਦ ਆ ਉਹ ਸ਼ਾਮ ਨੂੰ 6600 ਮੈਨੂੰ ਫੋਨ ਲੈ ਕੇ ਦਿੱਤਾ। ਸ਼ਾਮ ਨੂੰ ਨਾ ਫੋਨ ਜਦ ਨਾ ਮੈਂ ਘਰੇ ਜਾ ਰਿਹਾ ਸੀ ਸ਼ਾਪ ਤੋਂ ਮੰਮੀ ਦੇ ਨਾਲ, ਤੇ ਮੇਰੀ ਮੰਮੀ ਨੇ ਮੈਨੂੰ ਕਿਹਾ, ਮੇਰੀ ਮੰਮੀ ਕਹਿੰਦੇ ਮੇਰੀ ਤਨਖਾਹ 12000 ਆ, ਠੀਕ ਹੈ, ਮੈਂ ਤੈਨੂੰ 10000 ਦਾ ਫੋਨ ਲੈ ਕੇ ਦਿੱਤਾ ਹੈ ਅੱਜ। ਬਰੋ ਉਹ ਇੱਕ ਏਦਾਂ ਦੀ ਗੱਲ ਸੀਗੀ ਨਾ, ਜਿਹੜੀ ਨੇ ਮੈਨੂੰ ਏਦਾਂ ਫੀਲ ਕਰਾਤਾ।
ਕਿ ਮੈਂ ਗਲਤੀ ਕਰ ਲਈ ਏਡੀ ਵੱਡੀ ਕਿ ਮੈਂ ਕਿਉਂ ਲਿਆ। ਮੈਂ ਸੌਣ ਲੱਗੇ ਮੈਂ ਨਾ ਉਹ ਫੋਨ ਕਦੀ ਦਿਲੋਂ ਖੁਸ਼ ਹੋ ਕੇ ਚਲਾਇਆ ਹੀ ਨਹੀਂ। ਐਟ ਦਾ ਐਂਡ ਮੈਂ ਵੇਚਤਾ ਹਨਾ, ਉਹ ਪੈਸੇ ਲੈ ਲਏ ਵਾਪਸ ਹਨਾ, ਅੱਗੇ ਕਿਸੇ ਨੂੰ ਵੇਚਤਾ, ਥੋੜੇ ਜਿਹੇ ਨੁਕਸਾਨ ਚ ਵੇਚਿਆ, ਮੇ ਵੀ ਥੋੜਾ ਟਾਈਮ ਚਲਾਇਆ, ਬਟ ਨਾ ਮੈਨੂੰ ਕਦੀ ਵਾਈਬ ਹੀ ਨਹੀਂ ਆਈ ਫੋਨ ਨੂੰ ਦੇਖ ਕੇ। ਮੈਨੂੰ ਤਾਂ ਲੱਗਿਆ ਕਿ ਮੈਂ ਗਲਤੀ ਕਰ ਲਈ ਯਾਰ। ਇੰਨੀ 12,000 ਮੇਰੀ ਮਾਂ ਕਮਾਉਂਦੀ ਹੈ, ਉਹਦੇ ਨਾਲ ਹੀ ਸਾਰਾ ਘਰ ਚਲਾਈਦਾ, ਤੇ ਉਹਦੇ ਵਿੱਚ ਮੈਂ 10,000 ਦਾ ਫੋਨ ਹੀ ਲਿਆ ਆ। ਸੋ ਉਹ ਇੱਕ ਏਦਾਂ ਦਾ ਇੰਸੀਡੈਂਟ ਸੀਗਾ ਬ్రో ਮੇਰੀ ਲਾਈਫ ਦੇ ਵਿੱਚ, ਜਦੋਂ ਮੈਨੂੰ ਅਕਲ ਆ ਗਈ ਕਿ ਮੈਂ ਇਹ ਸੋਚਿਆ ਕਿ ਮੈਂ ਕੁਝ ਬਣਨਾ ਆ ਤੇ ਮੈਂ ਕੁਝ ਕਰਨਾ ਆ, ਤੇ ਮੈਂ ਆਪਣੇ ਮਾਪੇ ਨੂੰ ਕਦੀ ਤੰਗ ਨਹੀਂ ਕਰਨਾ ਹੈਗਾ ਪੈਸਿਆਂ ਦੇ ਲਈ ਕਿ ਮੈਨੂੰ ਪੈਸੇ ਦਿਓ, ਮੇਰੀਆਂ ਐਕਸਟਰਾ ਨੀਡਸ ਆ। ਤੇ ਮੈਂ ਸੀਰੀਅਸਲੀ ਦੱਸਾਂ, ਜੇ ਮੇਰੀ ਕੋਈ ਐਕਸਟਰਾ ਨੀਡ ਵੀ ਸੀ ਨਾ, ਮੈਂ ਆਪਣੇ ਪੂਰੀ ਕੀਤੀ। ਮੈਂ ਆਪਣੇ ਘਰਦਿਆਂ ਨੂੰ ਕਦੀ ਤੰਗ ਨਹੀਂ ਕੀਤਾ। ਅੱਜ ਮੈਂ ਆਪਣੇ ਘਰਦਿਆਂ ਨੂੰ, ਤੁਸੀਂ ਵੀ ਕਦੀ ਮੇਰੇ ਘਰਦਿਆਂ ਕੋਲ ਜਾ ਕੇ ਸਵਾਲ ਪੁੱਛ ਸਕਦੇ ਆ, ਮੈਂ ਆਪਣੇ ਜਵਾਬ ਦੇ ਦੂੰਗੀ। ਬਿਲਕੁਲ। ਸੋ ਇਹ ਮੇਰਾ ਇੱਕ ਏਦਾਂ ਟਾਈਮ ਸੀਗਾ ਜਿੱਥੋਂ ਮੈਨੂੰ ਪਤਾ ਲੱਗਿਆ ਕਿ ਕੀ ਅਹਿਮੀਅਤ ਆ ਹਨਾ ਇਸ ਚੀਜ਼ ਦੀ, ਸਾਡੇ ਘਰਦਿਆਂ ਦੀ ਮਿਹਨਤ ਆ ਕਿੰਨੀ ਹੈ ਨਾ। ਤੇ ਅਸੀਂ 1 ਮਿੰਟ ਦੇ ਵਿੱਚ ਕਹਿ ਦਿੰਦੇ ਆ ਮੈਨੂੰ ਆਹ ਚੀਜ਼ ਲੈ ਦੋ, ਕਦੀ ਸੋਚੀਦਾ ਨਹੀਂ। ਉਹ ਵਿਚਾਰੇ ਦਿਨ ਰਾਤ ਸਵੇਰੇ ਉੱਠਦੇ ਆ, ਮੰਮੀ ਪਹਿਲਾਂ ਘਰ ਦਾ ਕੰਮ ਕਰਦੇ ਆ, ਫਿਰ ਸਕੂਲ ਜਾਂਦੇ ਆ, ਨਿਆਣਿਆਂ ਨੂੰ ਪੜ੍ਹਾਉਂਦੇ ਆ, ਫਿਰ 3:30 ਵਜੇ ਛੁੱਟੀ ਹੁੰਦੀ, 4 ਵਜੇ ਆ ਕੇ ਫਿਰ ਸਬਜ਼ੀ ਧਰ ਦੇਣੀ ਆ ਨਾ ਕਿ ਸ਼ਾਮ ਲਈ ਕੀ ਬਣਾਉਣਾ ਆ। ਸੋ ਆ ਇੱਕ ਲਾਈਫ ਜੀ ਜਾ ਰਹੇ ਆ। ਤੇ ਫਿਰ ਹਰ ਬੰਦੇ ਦੀ ਲਾਈਫ ਦੇ ਵਿੱਚ ਇੱਕ ਟਾਈਮ ਹੁੰਦਾ ਜਦ ਬੰਦੇ ਨੂੰ ਅਕਲ ਆਉਂਦੀ ਨਹੀਂ। ਮੈਨੂੰ ਸੋ ਉਦੋਂ ਅਕਲ ਆ ਗਈ ਸੀ ਭਾਜੀ। ਮੈਂ ਨਾ ਇੱਕ ਕਿਉਂ ਇਸ ਇਨਸੀਡੈਂਟ ਤੋਂ ਮੈਨੂੰ ਗੱਲ ਯਾਦ ਆਈ, ਜਿੱਦਾਂ ਗੁਰੂ ਭਾਜੀ ਹੋ ਗਏ। ਥੈਂਕ ਯੂ ਬ్రో, ਥੈਂਕ ਯੂ ਸੋ ਮਚ। ਅੱਛਾ, ਕੋਈ ਭਾਜੀ ਹੈਗੇ ਸੁਪਰ। ਤਾਂ ਮੈਨੂੰ ਨਾ ਭਾਜੀ ਬਹੁਤ ਸਾਰੇ ਇਦਾਂ ਦੇ ਲੋਕੀ ਯਾਦ ਆ ਰਹੇ ਹੈ। ਗੁਰੂ ਭਾਜੀ ਹੋ ਗਏ, ਮੈਨੂੰ ਸਡਨਲੀ ਯਾਦ ਆਇਆ। ਤੁਸੀਂ ਨਾ ਸਾਰੇ ਬਹੁਤ ਹੰਬਲ ਬੈਕਗ੍ਰਾਉਂਡਸ ਤੋਂ ਭਾਜੀ, ਮਤਲਬ ਬਹੁਤ ਹੰਬਲ ਬੈਕਗ੍ਰਾਉਂਡ, ਜਿਨ੍ਹਾਂ ਦਾ ਨਾਰਮਲ ਮਿਡਲ ਕਲਾਸ ਫੈਮਿਲੀ, ਰੋਟੀ ਚੱਲਦੀ ਹੈ, ਬਟ ਯੂ ਐਸ ਕਿਡਸ ਹੈਡ ਪੈਸ਼ਨ ਐਂਡ ਸਮਥਿੰਗ, ਤੇ ਤੁਸੀਂ ਉਹਨੂੰ ਫੋਲੋ ਕੀਤਾ ਹਮੇਸ਼ਾ। ਬਹੁਤ ਸਾਰੇ ਲੋਕੀ ਹੈਗੇ। ਤੇ ਹੁਣ ਸਡਨਲੀ ਨਾ ਪੰਜਾਬੀ ਇੰਡਸਟਰੀ ਨੂੰ ਪਿਛਲੇ 5-6 ਸਾਲ ਦੇ ਵਿੱਚ ਬਹੁਤ ਰਿਸਪੈਕਟ ਮਿਲ ਰਹੀ ਹੈ ਬੰਬੇ ਦੀ। ਜੇ ਮੈਂ ਕੱਢਾਂ ਤੇ ਆਖਰੀ 3-4 ਸਾਲਾਂ ਦੇ ਵਿੱਚ, ਐਂਡ ਆਫ ਕੋਰਸ ਆਲ ਆਫ ਅਸ ਨੋ ਕਿ ਪੈਸਾ ਵੀ 3-4-5 ਸਾਲਾਂ ਦੇ ਵਿੱਚ ਬਹੁਤ ਆਇਆ। ਮਤਲਬ ਯੂ ਨੋ, ਤੁਸੀਂ ਫਰਮ ਹੰਬਲ ਬੈਕਗ੍ਰਾਉਂਡ ਨੋ ਓਨਿੰਗ ਬਿਗ ਕਾਰਸ, ਵੱਡੇ ਵੱਡੇ ਕਾਰ, ਵੱਡੇ ਵੱਡੇ ਸ਼ੋਜ਼ ਲੱਗਦੇ ਆ, ਫੈਨ ਫੋਲੋਇੰਗ ਹੈ, ਵੱਡੇ ਬ੍ਰਾਂਡਸ ਆ ਗਏ, ਸਭ ਕੁਝ। ਇਹਨਾਂ ਸਭ ਦੇ ਵਿੱਚ ਹਜੇ ਵੀ ਡੂ ਯੋਰ ਪੇਰੈਂਟਸ ਮਤਲਬ ਕੰਨ ਖਿੱਚਦੇ ਆ ਕਿ ਖੜ ਜਾ, ਮਤਲਬ ਹਵਾ ਚ ਨਾ ਜਾ, ਏਦਾਂ ਕੁਝ ਹੁੰਦਾ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ? ਬਿਲਕੁਲ ਬਿਲਕੁਲ ਕਰਦੇ ਆ। ਅੱਜ ਵੀ ਮੇਰੀ ਮਾਂ ਮੈਨੂੰ ਇਹ ਕਹਿੰਦੀ ਆ ਕਿ ਤੂੰ ਸੈੱਟ ਆ, ਤੂੰ ਠੀਕ ਆ, ਤੇਰਾ ਕੰਮ ਚੱਲਦਾ ਪਿਆ। ਜੇ ਨਹੀਂ ਚੱਲਦਾ ਪਿਆ ਕਿ ਮੈਂ ਹੁਣ ਰਿਟਾਇਰ ਹੋਈ ਆ, ਮੈਨੂੰ ਪੈਸੇ ਮਿਲੇ ਜਾਂਦੇ, ਤੂੰ ਕੋਈ ਕੰਮ ਖੋਲਣਾ, ਕੰਮ ਖੋਲ ਲਾ। ਮਾਪੇ ਦਾ ਬਰੋ ਇੱਕ ਨਿਆਣੇ ਲਈ ਸਾਰੀ ਜ਼ਿੰਦਗੀ ਕੰਸਰਨ ਹੁੰਦੇ ਆ। ਮੈਂ ਅੱਜ ਚਾਹੇ ਦੁਨੀਆ ਦਾ ਨੰਬਰ 1 ਆਰਟਿਸਟ ਬਣ ਜਾਵਾਂ ਨਾ, ਬਟ ਸਟਿਲ ਮੇਰੇ ਪੇਰੈਂਟਸ ਹਮੇਸ਼ਾ ਮੇਰੇ ਲਈ ਕੰਸਰਨ ਹੋਊਗੇ ਕਿ ਸਭ ਕੁਝ ਠੀਕ ਕਰ ਰਿਹਾ, ਕੁਛ ਗਲਤ ਨਹੀਂ ਕਰ ਰਿਹਾ। ਅਜੇ ਵੀ ਪੁੱਛਦੇ ਤੇਰੀ ਕੰਪਨੀ ਗਲਤ ਤਾਂ ਨਹੀਂ ਹੋਊਗੀ। ਮੈਨੂੰ ਅਜੇ ਵੀ ਕਹਿੰਦੇ ਕਿ ਤੂੰ ਆਹ ਕਰਨਾ, ਏਦਾਂ ਕਰਨਾ, ਜਾ ਕੇ ਮੱਥਾ ਟੇਕਿਆ, ਕਿੰਨਾ ਟਾਈਮ ਹੋ ਗਿਆ ਤੂੰ ਗੁਰਦੁਆਰੇ ਨਹੀਂ ਗਿਆ ਹੈਗਾ। ਸਾਰੀਆਂ ਚੀਜ਼ਾਂ ਕਹਿੰਦੇ ਆ ਪੇਰੈਂਟਸ। ਤੇ ਮੈਂ ਕਹਿੰਦਾ ਜ਼ਿੰਦਗੀ ਭਰ ਮੈਨੂੰ ਕਹਿੰਦੇ ਰਹਿਣ, ਮੈਂ ਇਹ ਤੋਂ ਲੱਕੀ ਚੀਜ਼ ਹੀ ਨਹੀਂ ਹੈਗੀ ਸਾਡੇ ਲਈ ਕਿ ਜਿੰਨੇ ਚ ਸਾਡੇ ਪੇਰੈਂਟਸ ਅੱਜ ਵੀ ਸਾਡਾ ਕੰਨ ਖਿੱਚਦੇ ਨੇ ਜਾਂ ਸਾਨੂੰ ਕੁਝ ਬੋਲਦੇ ਨਾ। ਕਈ ਵਾਰੀ ਗੁੱਸਾ ਵੀ ਹੋ ਜਾਣਾ, ਮੈਨੂੰ ਹਾਸਾ ਆਉਂਦਾ ਕਿ ਖੁਸ਼ੀ ਹੁੰਦੀ ਆ ਹਨਾ ਕਿ ਕਹਿ ਰਹੇ ਨੇ, ਤਾਂ ਉਹ ਵਧੀਆ ਲੱਗਦਾ ਬਰੋ ਅਜੇ ਵੀ। ਤੇ ਕਹਿੰਦੇ ਨੇ ਅਜੇ, ਤੇ ਮੈਂ ਬਲੈਸਡ ਹਾਂ, ਤੇ ਕਹਿ ਰਹੇ ਹਮੇਸ਼ਾ ਹੀ ਕਹਿਣ। ਭਾਈ ਕੋਈ ਆਪਣੀ ਕਮਾਈ ਤੋਂ ਪਹਿਲੀ ਕਿਹੜੀ ਚੀਜ਼ ਵੱਡੀ ਸੀਗੀ ਜਿਹੜੀ ਤੁਸੀਂ ਲੈ ਕੇ ਦਿੱਤੀ ਘਰਦਿਆਂ ਨੂੰ? ਬਿਕਾਜ਼ ਦੈਟ ਵੁੱਡ ਬੀ ਸਪੈਸ਼ਲ, ਯੂ ਨੋ, ਬਹੁਤ ਸਪੈਸ਼ਲ। ਪਹਿਲੀ ਚੀਜ਼ ਮੇਰੀ ਕਮਾਈ ਦੀ, ਮੈਂ ਤੁਹਾਨੂੰ ਦੱਸਦਾ ਗੱਲ, ਮੇਰੇ ਕੋਲ ਕਹਾਣੀਆਂ ਬਹੁਤ ਹੈ ਬਰੋ। ਮੇਰਾ ਸਾਰਾ ਕਰੀਅਰ ਹੀ ਹੈ ਨਾ ਕਹਾਣੀਆਂ ਤੇ ਹੀ ਜੁੜਿਆ ਆਇਆ ਵਾ। ਆਪਾਂ ਹਰ ਰੋਜ਼ ਕਰ ਲੈਂਦੇ ਇੰਸਟਾ ਲਾਈਵ ਇੱਕ ਹਫਤਾ ਪੂਰਾ। ਮੈਂ ਤੁਹਾਨੂੰ ਦੱਸਦਾ ਕੀ ਕਹਾਣੀ ਆ। ਸੋ ਅਸੀਂ ਪਹਿਲਾ ਗਾਣਾ ਕੀਤਾ ਸੀ, ਕਿਸੇ ਦਾ ਬੰਦਾ ਸੀਗਾ ਮਲੇਸ਼ੀਆ ਦਾ ਨਾ, ਮੈਨੂੰ ਮੈਂਬਰ ਦਾ ਨੇਮ, ਬਟ ਮੈਨੂੰ ਉਹ ਬੰਦੇ ਨੇ ਸਾਨੂੰ ਅਪਰੋਚ ਕੀਤਾ ਕਿ ਉਹਨਾਂ ਗੱਲ ਗੁੱਲ ਕੀਤੀ ਹੈ ਨਾ ਕਿ ਸਾਡਾ ਉਦੋਂ ਕੋਈ ਗਾਣਾ ਨਹੀਂ ਆਇਆ ਸੀਗਾ, ਬਟ ਉਹਨੂੰ ਏਦਾਂ ਸੀ ਕਿ ਨਵੇਂ ਮੁੰਡੇ ਆ ਤੇ ਮੈਂ ਇਹਨਾਂ ਨਾਲ ਪੈਸੇ ਦੀ ਗੱਲ ਕਰ ਲੈਣਾ ਕਿ ਗਾਣਾ ਬਣਾ ਦੂਗੇ ਨਾ, ਬੀਟਾ ਬੂਟਾ ਵਧੀਆ ਬਣਾਉਂਦੇ ਆ। ਤੇ ਬੰਦੇ ਨੇ ਮੈਨੂੰ ਐਡਵਾਂਸ ਭੇਜਿਆ ਅਰਾਊਂਡ ਹਨਾ 17,500 ਰੁਪਇਆ। ਤੇ ਅਸੀਂ ਜਾ ਕੇ ਦੇਤਾ, ਆਪਣੀ ਮਮ ਨੂੰ ਦੇਤਾ। ਮੈਂ ਕਿਹਾ ਮੰਮੀ ਐਡਵਾਂਸ ਆਇਆ ਵਾ। ਮੰਮੀ ਕਹਿੰਦੇ, ਮੈਂ ਕਿਹਾ ਤੁਸੀਂ ਹੁਣ ਗੁਰਦੁਆਰੇ ਹਨਾ ਪ੍ਰਸ਼ਾਦ ਚੜਾ ਦੋ, ਮੁੰਡੇ ਪਹਿਲੀ ਕਮਾਈ ਆ। ਸੋ ਤੋਂ ਪਹਿਲਾਂ ਵੀ ਬੀਟਾ ਬੂਟਾ 5-6 ਹਜ਼ਾਰ ਦੀਆਂ ਬਹੁਤ ਵੇਚੀਆਂ, ਬਟ ਉਹ ਆਪਾਂ ਸਿਰਫ ਕਹਿੰਦੇ ਖਰਚਾ ਪਾਣੀ, ਬਟ ਕਹਿੰਦੇ ਨਾ ਇੱਕ ਪ੍ਰੋਫੈਸ਼ਨਲੀ ਕੰਮ ਕਰਨ ਲੱਗੇ ਆ। ਜਾਂ ਉਦੋਂ ਮੇਰੇ ਕੋਲ ਸਟੂਡੀਓ ਨਹੀਂ ਹੁੰਦਾ ਸੀ, ਉਦੋਂ ਮੇਰਾ ਸਟੂਡੀਓ ਬਣ ਗਿਆ ਸੀ ਥੋੜੀਆਂ ਬਹੁਤੀਆਂ ਸੇਵਿੰਗਸ ਨਾਲ ਜਿਹੜਾ ਬਣਾਇਆ ਨਾ। ਤੇ ਫਿਰ ਮੇਰੇ ਕੋਲ ਪੈਸੇ ਆਏ ਤਾਂ ਇਟ ਵਾਜ਼ ਟਾਈਮ ਕਿ ਮੈਂ ਆਪਣੇ ਘਰ ਦੇ ਨੂੰ ਪੈਸੇ ਵਾਪਸ ਦੇਵਾਂ। ਮੈਨੂੰ ਲੱਗਿਆ ਕਿ ਹਨਾ ਦੋਸਤੋ ਮੇਰੇ ਲਈ ਉਦੋਂ 17,500 ਰੁਪਏ ਬਹੁਤ ਵੱਡਾ ਅਮਾਊਂਟ ਸੀਗਾ ਹਨਾ। ਮੈਂ ਦੱਸਦਾ, ਮੰਮੀ ਨੂੰ ਦਿੱਤਾ ਤੇ ਮੰਮੀ ਨੇ ਹਨਾ ਗੁਰਦੁਆਰੇ ਤੇ ਹਨਾ ਪੈਸੇ ਚੜਾਤੇ ਸਾਰੇ ਹਨਾ ਕਿ ਮੁੰਡੇ ਦੀ ਪਹਿਲੀ ਕਮਾਈ ਐਂਡ ਆਲ। ਬਰੋ ਦੂਜੇ ਤੀਜੇ ਦਿਨ ਬੰਦੇ ਨੂੰ ਸਾਡਾ ਕੰਮ ਨਹੀਂ ਪਸੰਦ ਆਇਆ, ਉਹਨੇ ਧਮਕੀਆਂ ਦੇਣੀਆਂ ਸ਼ੁਰੂ। ਅਸੀਂ ਹੈਗੇ ਨਿਆਣੇ ਸੀਗੇ ਹੁਣ ਹਨਾ, ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ, ਅਸੀਂ ਪੁਲਿਸ 'ਚ ਮੈਂ ਕਰ ਦੂੰਗਾ। ਸੋ ਯਾਰ ਸਾਡਾ ਕਰੀਅਰ ਸਟਾਰਟ ਹੋਇਆ, ਅਸੀਂ ਉਹੀ ਸ਼ੁਰੂਆਤ ਦੇ ਵਿੱਚ ਸਾਡੇ ਲਈ ਉਹ ਬਹੁਤ ਵੱਡੀ ਗੱਲ ਆ, ਅਸੀਂ ਡਰ ਗਏ। ਤੇ ਮੈਂ ਕਿਹਾ ਯਾਰ, ਫਿਰ ਮੇਰੇ ਲਈ ਉਹ ਇੱਕ ਐਡੀ ਐम्बैरेसिंग ਮੂਮੈਂਟ ਸੀ। ਮੈਂ ਆਪਣੀ ਮੰਮੀ ਕੋਲ ਵਾਪਸ ਗਿਆ, ਮੈਂ ਮੰਮੀ ਮੈਨੂੰ ਪੈਸੇ ਚਾਹੀਦੇ ਵਾਪਸ, ਮੇਰਾ ਏਦਾਂ ਸੀਨ ਹੋ ਗਿਆ। ਮੰਮੀ ਨੇ ਆਪਣੇ ਵਿਚਾਰਿਆਂ ਨੇ ਆਪਣੇ ਕੋਲੋਂ ਪੈਸੇ ਦਿੱਤੇ, ਜਿਹੜਾ ਉਹਨਾਂ ਕੋਲ ਪੈਸੇ ਸੀਗੇ
ਉਹਨਾਂ ਨੇ ਉਹ ਮੈਨੂੰ ਪੈਸੇ ਦਿੱਤੇ ਵਾਪਸ ਹਨਾ, ਮੇਰੇ ਵਾਲੇ ਤਾਂ ਚੜਾਤੇ ਬਾਬਾ ਜੀ ਨੂੰ, ਮੇ ਵੀ ਸ਼ਾਇਦ ਉਹ ਚੜਾਇਆ ਨਹੀਂ ਅੱਜ ਆ ਮੁਕਾਮ ਤੇ ਬਿਠਾਇਆ ਵਾ। ਸੋ ਮੈਂ ਲੈਣੇ ਦਾ ਕੀ ਸੀਗੇ, ਪਹਿਲੀ ਕਮਾਈ ਦੇ ਵਾਪਸ ਲੈ। अरे यार भाजी, what a story यार। ਮੇਰੀ ਮਾਂ ਨੇ ਬਹੁਤ ਮਿਹਨਤ ਕੀਤੀ ਹੈ, ਮੇਰੇ ਮਮ ਰਿਟਾਇਰ ਹੋਏ ਆ ਹੁਣੇ ਜਨਵਰੀ ਐਂਡ ਦੇ ਵਿੱਚ। ਤੇ ਮੇਰਾ ਹਮੇਸ਼ਾ ਫੈਮਿਲੀ ਦੇ ਵਿੱਚ ਇੱਕ ਸੀਗੀ ਮੇਰੀ ਡ੍ਰੀਮ ਸੀ ਕਿ ਜਦ ਮੇਰੀ ਭੈਣ ਦਾ ਵਿਆਹ ਹੋਊਗਾ ਮੈਂ ਇੰਨਾ ਵੱਡਾ ਇੰਨਾ ਵਧੀਆ ਤਰੀਕੇ ਨਾਲ ਵਿਆਹ ਕਰਾਉਂਗਾ ਆਪਣੀ ਸਿਸਟਰ ਦਾ ਕਿ ਮੇਰੇ ਪੇਰੈਂਟਸ ਪ੍ਰਾਊਡ ਕਰੂਗੇ, ਸਾਰੇ ਪ੍ਰਾਊਡ ਫੀਲ ਕਰੂਗੇ। ਐਂਡ ਸੋ ਮੇਰੀ ਇੱਕ ਕਮਾਈ ਮੇਰੀ ਮਿਹਨਤ ਦਾ ਮੈਂ ਆਪਣੇ ਘਰਦਿਆਂ ਨੂੰ ਕੁਝ ਦਿੱਤਾ ਤੇ ਮੈਂ ਆਪਣੀ ਸਿਸਟਰ ਦਾ ਬਹੁਤ ਵਧੀਆ ਤਰੀਕੇ ਨਾਲ ਵਿਆਹ ਕਰਾਇਆ। ਮੈਨੂੰ ਬਹੁਤ ਖੁਸ਼ੀ ਹੋਈ। ਮੇਰੀ ਮਮ ਦੀ ਰਿਟਾਇਰਮੈਂਟ ਸੀਗੀ, ਮੈਂ ਰਿਟਾਇਰਮੈਂਟ ਪ੍ਰੋਪਰ ਵਧੀਆ ਪਾਰਟੀ ਕੀਤੀ ਆ, ਮੰਮੀ ਨੂੰ ਰਾਣੀ ਹਾਰ ਪਵਾਇਆ ਗਲੇ ਦੇ ਵਿੱਚ ਹਨਾ। ਤੇ ਦੋ ਉਹਨਾਂ ਨੂੰ ਇਦਾਂ ਦੇ ਕੋਈ ਸ਼ੌਂਕ ਨਹੀਂ ਹੈਗੇ ਹਨਾ ਜਾਂ ਕੁਝ, ਬਟ ਉਹ ਮੇਰਾ ਇੱਕ ਸ਼ੌਂਕ ਬੇਟੇ ਨੂੰ ਤਾਂ ਹੁੰਦਾ ਹੈ ਆਪਣੀ ਮਾਂ ਲਈ, ਕਮਾਲ ਹੈ ਹਨਾ, ਚਾਹੇ ਕਿਸੇ ਲਈ ਥੋੜਾ ਬਹੁਤ ਹੁੰਦਾ ਹੀ ਹੈ ਨਾ। क्या बात है, क्या बात है। ਇਹ ਮੈਂ ਆਪਣੀ ਮਮ ਆਪਣੇ ਪੇਰੈਂਟਸ ਲਈ ਇਹਨਾਂ ਲਈ ਕੀਤਾ ਤੇ ਮੈਂ ਸਾਰੀ ਉਮਰ ਕਰਦਾ ਰਹੂੰਗਾ। राइट भाजी, आ स्टोरीज ना, दिस इज व्हाट आर्टिस्ट आर मेड ऑफ। गाने हिट, ऑडियंस लाइक्स, वो तो सब प्लस माइनस चलते रहेंगे भाजी। एक तो ਲੋਕ ਕਹਿੰਦੇ ਆ ਕਿ ਇੱਕ ਰਾਤ ਚ ਹਿੱਟ ਹੋ ਗਿਆ, ਇਹਦਾ ਇੱਕ ਗਾਣਾ ਆਇਆ ਹਿੱਟ ਹੋ ਗਿਆ। ਉਹਨਾਂ ਨੂੰ ਇਹ ਨਹੀਂ ਪਤਾ ਉਹਦੇ ਪਿੱਛੇ ਕਿੰਨੀਆਂ ਰਾਤਾਂ ਹੁੰਦੀਆਂ ਸਾਡੀਆਂ, ਅਸੀਂ ਗਾਲੀਆਂ, ਕਿੰਨੀ ਮਿਹਨਤ ਹੁੰਦੀ ਆ, ਸਾਡੇ ਘਰਦਿਆਂ ਦੇ ਕਿੰਨੇ ਕੰਪਰੋਮਾਈਜ਼ਸ ਹੁੰਦੇ ਆ। ਇਹ ਆਰਟਿਸਟ ਬਣਨਾ ਨਹੀਂ ਹੈਗਾ ਸੌਖਾ, ਆਰਟਿਸਟ ਬਣਨਾ ਬਹੁਤ ਔਖਾ ਆ। ਤੇ ਮੈਂ ਇਹੀ ਕਹੂੰਗਾ ਕਿ ਲੋਕਾਂ ਨੂੰ ਲੱਗਦਾ ਕਿ ਇਹ ਆਰਟਿਸਟ ਆ, ਇਹ ਤਾਂ ਇਹਦੀ ਆਹ ਲਾਈਫ ਆ, ਇਹ ਡਰੱਗਸ ਕਰਦੇ ਹੋਣੇ ਆ, ਇਹ ਫਲਾਨਾ ਕਰਦੇ ਹੋਣੇ, ਇਹ ਧਮਕਾਨਾ ਕਰਦੇ ਹੋਣੇ ਆ। ਮੈਂ ਯਾਰ ਇੰਡਸਟਰੀ ਵਿੱਚ ਇੰਨੇ ਲੋਕਾਂ ਨੂੰ ਜਾਂਦਾ, ਇੰਨੇ ਆਰਟਿਸਟਾਂ ਨੂੰ ਜਾਂਦਾ, ਮੈਂ ਤਾਂ ਦੇਖਿਆ ਨਹੀਂ ਕਿਸੇ ਨੂੰ ਹਨਾ ਡਰੱਗ ਕਰਦੇ ਹੋਏ। ਮੈਂ ਤਾਂ ਨਹੀਂ ਦੇਖਿਆ ਹੈਗਾ ਕੋਈ ਜਾ ਕੇ ਹਨਾ। ਉਹਦੇ ਤੋਂ ਜ਼ਿਆਦਾ ਮੈਂ ਇੰਨੇ ਲੋਕ ਦੇਖੇ ਆ ਨਾ ਆਪਣੇ ਸਰਕਲ ਦੇ ਵਿੱਚ, ਮੈਂ ਕਿਤੇ ਜਾਣਾ ਹੈ ਨਾ ਡਰੱਗਸ ਕਰਦੇ ਆ ਕੁਝ ਕਰਦੇ ਆ ਨਾ। ਇਹ ਗੱਲਾਂ ਨੇ ਬਣਾਈਆਂ ਹੋਈਆਂ ਆ। ਤੇ ਆਈ ਡੋਂਟ ਥਿੰਕ ਸੋ ਕਿ ਲੋਕਾਂ ਨੂੰ ਇਹ ਚੀਜ਼ਾਂ ਦੇ ਉੱਪਰ ਸਾਨੂੰ ਜੱਜ ਕਰਨਾ ਚਾਹੀਦਾ। ਲੋਕਾਂ ਨੂੰ ਇਹ ਚੀਜ਼ਾਂ ਦੇ ਜੱਜ ਕਰਨਾ ਚਾਹੀਦਾ ਅਸੀਂ ਗਾਣੇ ਵਧੀਆ ਬਣਾ ਰਹੇ ਹਾਂ, ਕੋਈ ਉਹਨੂੰ ਨਹੀਂ ਪਸੰਦ ਆਇਆ ਦੈਟਸ ਵਾਈ। ਬਟ ਜਦ ਸਾਡੇ ਪਰਸਨਲ ਚੀਜ਼ਾਂ ਦੇ ਉੱਤੇ ਜਾ ਕੇ ਜੱਜ ਕਰਨ ਲੱਗ ਪੈਂਦੇ, ਉਹ ਚੀਜ਼ ਸਹੀ ਨਹੀਂ ਹੈਗੀ। ਭਾਜੀ ਰਿਸਪੈਕਟ, ਅੱਜ ਤੁਸੀਂ ਨਾ, ਮੈਂ ਪਹਿਲਾਂ ਫੈਨ ਤਾਂ ਸੀਗਾ, ਹੁਣ ਤੁਸੀਂ ਪੱਕੇ ਵਾਲਾ ਫੈਨ, ਦਾ ਪੱਕਾ ਲੱਗਦਾ, ਪੱਕਾ ਫੈਨ ਕਰਤਾ। ਬਿਲਕੁਲ ਆ ਸਟੋਰੀਜ਼ ਨਾ ਭਾਜੀ ਮੇਕ ਯੂ ਰਿਚ। ਹੁਣ ਮੈਨੂੰ ਜੈਨੂਇਨਲੀ ਅੱਜ ਤੁਹਾਡੇ ਗਾਣਿਆਂ ਦੇ ਇਲਾਵਾ ਮੈਨੂੰ ਪਤਾ ਲੱਗਿਆ ਕਿ ਸੁੱਖੀ ਕਿੰਨਾ ਰਿਚ ਹੈ ਫਰਮ ਦੀ ਹਾਰਟ। ਆਈ ਮੀਨ ਆਈ ਕੈਨ ਰਿਲੇਟ ਟੂ ਦਿਸ। ਆਪਾਂ ਸਾਰੇ ਜਿੰਨੇ ਵੀ ਲੋਕੀ ਪੰਜਾਬ ਤੋਂ ਦਿੱਲੀ ਬੰਬੇ ਜਾਂਦੇ ਆ, ਵੀ ਆਲ ਆਫ ਅਸ ਹੈਵ ਅ ਲਿਟਲ ਸਟੋਰੀ ਬਿਹਾਈਂਡ, ਜੋ ਕੋਈ ਕੁਝ ਲੋਕ ਸੁਣਦੇ, ਕੋਈ ਨਹੀਂ ਸੁਣਦੇ। ਭਾਈ ਮੇਰਾ ਨਾ ਕੁਟਾਪਾ ਹੋ ਜਾਏਗਾ, ਲੋਕੀ ਮੈਨੂੰ ਅਨਫੋਲੋ ਕਰ ਦੇਣਗੇ ਜੇ ਤੁਸੀਂ ਗਾਣਾ ਨਾ ਸੁਣਾਇਆ ਹੁਣ। ਪਲੀਜ਼ ਸੁਣਾ ਦਿਓ ਪਲੀਜ਼। ਕੋਕੇ ਤੋਂ ਸ਼ੁਰੂ ਕਰਦੇ ਆ। ਕੋਕਾ ਇਜ਼ एवरीवनस ਫੇਵਰਿਟ। ਹੋ ਮਿੱਤਰਾਂ ਨੂੰ ਮਾਰ ਮੁਕਾਵੇ, ਹੋ ਦਿਲ ਵਿੱਚ ਵੜਦਾ ਜਾਵੇ, ਹੋ ਨਖਰਾ ਫੁੱਲ ਵਿਖਾਵੇ, ਹਾਏ ਨੀ ਤੇਰਾ ਕੋਕਾ 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 ਕੋਕਾ, ਬਿਲੋ ਨੀ ਤੇਰਾ ਕੋਕਾ ਕੋਕਾ, ਸਿਰ ਮੇਰਾ ਫੜਿਆ ਏ ਨਸ਼ਾ ਮੈਨੂੰ ਚੜਿਆ ਏ, ਨਸ਼ਾ ਮੈਨੂੰ ਚੜਿਆ, ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਬੜਿਆ ਏ, ਚੰਨ ਘਰੇ ਬੜਿਆ, ਨੀ ਸੁਪਨਾ ਸੱਚ ਕਰਨ ਦੇ, ਨੀ ਟੂ ਮੱਚ ਕਰਨ ਦੇ, ਜਾਨੀ ਨੂੰ ਟੱਚ ਕਰਨ ਦੇ, ਹਾਏ ਨੀ ਤੇਰਾ ਕੋਕਾ 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 ਕੋਕਾ। ਭਾਜੀ ਅੱਛਾ, ਇਸ ਗਾਣੇ ਦੀ ਸਟੋਰੀ ਆ ਦੋ ਹਿੱਸਿਆਂ ਚ ਬਣਿਆ ਸੀਗਾ ਨਾ ਗਾਣਾ। ਫਸਟ ਪਾਰਟ ਤੁਸੀਂ ਆਪਣੇ ਕਮਰੇ ਦੇ ਵਿੱਚ ਰਿਕਾਰਡ ਕੀਤਾ ਹੈ। ਆਈ ਸਟੂਡੀਓ ਬ్రో, ਆ ਸੇਮ ਸਟੂਡੀਓ ਆ ਇੱਥੇ ਹੀ। ਅੱਛਾ ਬਿਲਕੁਲ, ਇਹ ਛੋਟਾ ਜਿਹਾ ਸਟੂਡੀਓ ਆ ਮੇਰਾ, ਬਸ ਏਦਾਂ ਕਹਿ ਲਓ ਕਿ ਗੁਜ਼ਾਰਿਸ਼ ਹੋਊਗਾ, ਬਟ ਉਹ ਕਹਿਣ ਦੀਆਂ ਗੱਲਾਂ ਬਹੁਤ ਵੱਡੇ ਸਟੂਡੀਓ ਚਾਹੀਦੇ ਆ ਯਾਰ। ਅਸੀਂ ਤਾਂ ਛੋਟੇ ਛੋਟੇ ਕਮਰਿਆਂ 'ਚ ਗਾਣੇ ਬਣਾਏ ਆ ਸਾਡੇ, ਅਸੀਂ ਤਾਂ ਛੋਟੇ ਛੋਟੇ ਲੈਪਟਾਪ ਦੇ ਉੱਤੇ ਹੀ ਗਾਣੇ ਬਣਾ ਲਏ ਆ, ਹੈਡਫੋਨਸ ਲਾ ਕੇ ਉਹ ਮਾਈਕ ਵਾਲੀਆਂ ਰਿਕਾਰਡਿੰਗਾਂ ਕਰਕੇ ਸਾਡਾ ਕਰੀਅਰ ਸ਼ੁਰੂ ਹੋਇਆ। ਤੇ ਠੀਕ ਹੈ, ਗਰੋ ਕਰਨਾ ਚਾਹੀਦਾ ਹੌਲੀ ਹੌਲੀ ਸਾਨੂੰ ਸਾਰੀਆਂ ਚੀਜ਼ਾਂ, ਬਟ ਜੇ ਤੁਸੀਂ ਕੰਮ ਕਰਨਾ, ਤੁਹਾਨੂੰ ਕੰਮ ਕਰਨਾ ਆਉਣਾ ਚਾਹੀਦਾ। ਇਟ ਡਜ਼ਨਟ ਮੈਟਰ ਕਿ ਬਹੁਤ ਵੱਡਾ ਸਟੂਡੀਓ ਹੈ, ਇੱਕ ਲੈਪਟਾਪ ਹੈ, ਕੀ ਹੈ। ਭਾਜੀ ਇਸ ਤੋਂ ਪਹਿਲਾਂ ਮੈਂ ਭੁੱਲ ਜਾ, ਮਨ ਮਰਜ਼ੀਆਂ ਫਿਲਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵਿੱਕੀ ਕੌਸ਼ਲ ਨੇ ਤੁਹਾਡਾ ਹੇਅਰ ਸਟਾਈਲ ਲਿੱਤਾ ਸੀਗਾ, ਨਾਂ ਵੀ ਆਇਆ ਸੀਗਾ ਤੁਹਾਡਾ ਵਿੱਚ ਮੈਂਸ਼ਨ ਸੀਗਾ। ਤੁਹਾਨੂੰ ਪਤਾ ਸੀਗਾ ਉਸ ਚੀਜ਼ ਪਹਿਲੇ ਬਾਰੇ? ਕਿਸਨੇ ਦੱਸਿਆ? ਤੁਸੀਂ ਆਪ ਫਿਲਮ ਦੇਖੀ, ਕੀ ਸੀਗਾ? ਯਾਰ ਕੁਛ ਨਹੀਂ ਸੀਗਾ, ਮੈਨੂੰ ਕੁਛ ਨਹੀਂ ਪਤਾ ਸੀਗਾ। ਮੈਂ ਸਵੇਰੇ ਉੱਠਿਆ, ਜਿੱਦਾਂ ਹੁੰਦਾ ਨਾ, ਉੱਠ ਕੇ ਸਭ ਤੋਂ ਪਹਿਲਾਂ ਬੰਦਾ ਖੋਲਦਾ ਇੰਸਟਾਗ੍ਰਾਮ, ਸਾਰਾ ਕੁਝ ਚੱਕਦਾ ਕਰਦਾ ਅਪਡੇਟਸ, ਕੁਛ ਅੱਜ ਨਵੀਂ ਖਬਰ ਤਾਂ ਨਹੀਂ ਛਪ ਗਈ ਸਾਡੇ ਬਾਰੇ। ਸਰ ਮੈਂ ਖੋਲਿਆ ਤਾਂ ਮੈਨੂੰ ਟੈਗਸ ਆਏ ਹੋਏ ਆ, ਮੈਨੂੰ ਮੈਸੇਜ ਆਇਆ, ਉਹ ਅਨੁਰਾਗ ਸਰ ਨੇ ਨਾ ਪੋਸਟ ਡਾਲੀ ਪਾਈ ਸੀ, ਤੇ ਉਹਦੇ ਵਿੱਚ ਲਿਖਿਆ ਸੀਗਾ ਕਿ ਇਟਸ ਇੰਸਪਾਇਰਡ ਫਰੋਮ ਪੰਜਾਬੀ ਸਿੰਗਰ ਸੁੱਖੀ, ਤੇ ਏਦਾਂ ਦੇ ਕਰਕੇ ਨਾ, ਤੇ ਵਿੱਕੀ ਭਾਈ ਨੇ ਵੀ ਰੀਪੋਸਟ ਕੀਤੀ। ਤਾਂ ਮੈਂ ਉਦੋਂ ਦੇਖਿਆ, ਤਾਂ ਉਦੋਂ ਮੈਂ ਦੇਖਿਆ ਯਾਰ, ਮੈਂ ਕਿਹਾ ਹਾਂ ਹਨਾ। ਤੇ ਮੇਰੀ ਵਿੱਕੀ ਭਾਈ ਨਾਲ ਵੀ ਗੱਲ ਹੁੰਦੀ ਰਹਿੰਦੀ ਆ, ਮੈਂ ਤੇ ਬਹੁਤ ਵੱਡੀ ਗੱਲ ਲੱਗੀ ਸੀ, ਕਿਉਂਕਿ ਉਹੀ ਚੀਜ਼ ਦਾ ਲੋਕੀ ਮਜ਼ਾਕ ਵੀ, ਕਈ ਲੋਕਾਂ ਨੂੰ ਪਸੰਦ ਵੀ ਹੈ ਸੀ। ਮੈਂ ਨਾਰਮਲ ਲਾਈਫ ਦੇ ਵਿੱਚ ਮੈਂ ਵੀ ਏਦਾਂ ਬਾਲ ਤਿੱਖੇ ਖੜੇ ਕਰਕੇ ਘਰੇ ਜਾਂ ਨਹੀਂ ਰਹਿੰਦਾ ਹੈਗਾ। ਸੋ ਬਟ ਉਹ ਮੇਰਾ ਨਾ, ਦਿਸ ਇਜ਼ ਦਾ ਵੇ ਹਾਊ ਆਈ
represent myself है ना, जिदा मैं अपने present किदा करदा सारे सामने. So this is how I am on screen, right? तो जद ਉਹ ਚੀਜ਼ ਉਹ ਇਦਾਂ ਦਾ ਹੇਅਰ ਸਟਾਈਲ ਮੇਰਾ ਸ਼ੁਰੂ ਤੋਂ ਇਦਾਂ ਰਿਹਾ ਕਿ ਆਪਾਂ ਕੋਈ ਵੀ ਇੰਟਰਵਿਊ ਕਰਦੇ ਉਹਦੇ ਬਾਰੇ ਸਵਾਲ ਕੀਤਾ ਜਾਂਦਾ ਹੈ ਕਿ ਕਿੱਥੋਂ ਕਿੱਦਾਂ ਬਣਦਾ, ਕੀ ਕੀਤਾ, ਕਿੱਦਾਂ ਹਨਾ, ਇਹਦੀ ਕੀ ਸਟੋਰੀ ਆ. ਬਟ ਉਹੀ ਚੀਜ਼ ਜਦ ਹਨਾ ਬਾਲੀਵੁੱਡ ਦੇ ਵਿੱਚ ਯੂਜ਼ ਕੀਤੀ ਗਈ ਹੈ ਤਾਂ ਮੈਨੂੰ ਵੀ ਲੱਗਿਆ ਕਿ ਚੱਲ ਠੀਕ ਹੈ. ਵਿੱਕੀ ਬਾਜੀ ਨੇ ਕੀ ਕਿਹਾ ਸੀ ਪਹਿਲੀ ਵਾਰ ਗੱਲ ਹੋਈ ਸੀ ਜਦ ਵਿੱਕੀ ਬਾਜੀ ਨੇ ਪਹਿਲੀ ਵਾਰ ਕੁਝ ਕਿਹਾ ਸੀਗਾ ਕਿ ਸਪੈਸ਼ਲੀ ਤੇਰੀ ਗੱਲ ਕੀਤੀ ਹੈ, ਕਿਹਨੇ ਰੈਫਰ ਕੀਤਾ, ਸਕ੍ਰਿਪਟ ਦੇ ਵਿੱਚ ਐਡ ਕਰਵਾਇਆ ਕਿਸੇ ਨੇ ਸੀਗਾ ਏਦਾਂ ਕੁਝ? ਨਹੀਂ, ਮੈਂ ਕਦੀ ਨਹੀਂ ਪੁੱਛਿਆ ਹੈਗਾ, ਮੈਂ ਸੀਰੀਅਸਲੀ ਕਦੀ ਨਹੀਂ ਪੁੱਛਿਆ. ਮੈਨੂੰ ਏਦਾਂ ਲੱਗਿਆ ਕਿ ਬਸ ਉਹਨਾਂ ਨੇ ਕੀਤਾ ਹੈ ਯੂਜ਼, ਮੈਨੂੰ ਲੱਗਿਆ ਬਹੁਤ ਵਧੀਆ. ਬਟ ਮੈਂ ਜ਼ਰੂਰ ਇਹ ਕਦਮ ਮੈਂ ਜਦ ਉਹਨਾਂ ਨੂੰ ਭਾਈ ਨੂੰ ਪਰਸਨਲੀ ਬੈਠ ਕੇ, ਮੇਰੀ ਅਜੇ ਵੀ ਫੋਨ ਤੇ ਗੱਲ ਹੋ ਜਾਂਦੀ ਹੈ ਨਾ, ਕਦੀ ਇੰਸਟਾ ਦੀ ਗੱਲ ਹੋ ਜਾਂਦੀ, ਬਟ ਮੈਂ ਪਰਸਨਲੀ ਜਦ ਵੀ ਬੈਠੂੰਗਾ ਮੈਂ ਹਮੇਸ਼ਾ ਜਾ ਕੇ ਪੁੱਛੂੰਗਾ ਕਿ ਉਹ ਕੀ ਰੀਜ਼ਨ ਸੀਗਾ, ਕਿ ਕਿੱਦਾਂ ਆਇਆ ਦਿਮਾਗ ਦੇ ਵਿੱਚ ਹੈ ਨਾ ਕਿ ਉਹ ਹੇਅਰ ਸਟਾਈਲ ਰੱਖਣਾ. ਅੱਛਾ, ਸਹੀ ਹੈ, ਸਹੀ ਭਾਈ. ਭਾਈ ਇੱਕ ਗਾਣਾ ਹੋਰ, ਅੱਛਾ ਕਿਸੇ ਨੂੰ ਮੇਰੀ ਕੈਪ ਵੀ ਚਾਹੀਦੀ ਹੈ, ਉਹ ਲੱਗੇ ਤੇਰੀ ਗਾਣਾ ਸੁਣਾਓ ਤੁਹਾਨੂੰ. ਗਾਣੇ ਤੋਂ ਪਹਿਲਾਂ ਇੱਕ ਜਲਦੀ ਤੁਹਾਨੂੰ ਇੱਕ ਚੀਜ਼ ਕਰਨੀ ਹੈ, ਜਾਂ ਤੁਸੀਂ ਵਾਲ ਮੁੰਡਾ ਲਓ ਪੂਰੇ, ਜਾਂ ਤੁਸੀਂ ਕਲੀਨ ਸ਼ੇਵ ਹੋ ਜਾਓ, ਕੀ ਕਰੋਗੇ? ਮੈਂ ਬਾਲ ਮੁੰਡਾ ਲੂੰਗਾ. ਕੀ ਬਾਤ ਕਰ ਰਹੇ ਹੋ? ਨਹੀਂ, ਮੈਂ ਕਲੀਨ ਸ਼ੇਵ ਤਾਂ ਬਹੁਤ ਵਾਰ ਕੀਤੀ ਹੈ ਮੈਂ, ਠੀਕ ਹੈ, ਮੈਂ ਚਾਹੇ ਉਹ ਇਟਸ ਅ ਡਿਫਰੈਂਟ ਥਿੰਗ, ਮੈਂ ਫੋਟੋ ਨਹੀਂ ਪਾਉਂਦਾ ਜਾਂ ਕੁਝ, ਬਾਲ ਹੀ ਮੈਂ, ਕਿਉਂਕਿ ਬਾਲ ਜਿਵੇਂ ਬਣਾ ਲੈਣਾ ਮੈਂ ਕੈਪ ਪਾ ਸਕਦਾ ਮਰੂ. ਅੱਛਾ, ਨਹੀਂ ਮਤਲਬ ਮੇਰਾ ਮਤਲਬ ਸੀਗਾ ਯੂ ਹੈਵ ਟੂ ਕਮ ਆਊਟ ਵਿਦਆਊਟ ਦ ਕੈਪ. ਅੱਛਾ ਉਦਾਂ ਆਈ ਕੈਨ ਡੂ ਐਨੀਥਿੰਗ ਬ్రో. ਜੇ ਮੈਂ ਕਲੀਨ ਸ਼ੇਵ ਵੀ ਕਰ ਲਈ, ਹੁਣ ਅੱਜ ਕੱਲ ਤਾਂ ਮਾਸਕ ਪਾ ਕੇ ਘੁੰਮਣਾ ਪੈਂਦਾ, ਸੋ ਇਟ ਡਸਨਟ ਮੈਟਰ ਕਿ ਹੈ ਨਾ. ਅੱਛਾ ਉੱਪਰ ਟੋਪੀ ਹੋ ਗਿਆ ਕੰਮ ਯਾ ਬ్రో, ਸੋ ਕੁਝ ਵੀ ਕਰ. ਇੱਕ ਗਾਣਾ ਜੈਗਵਾਰ ਤਾਂ ਸੁਣਾਓ ਪਲੀਜ਼, एवरीवन ਵਾਂਟਸ ਟੂ ਸੀ. ਹਾਂ ਓਕੇ. ਕੁੜੀ ਕਹਿੰਦੀ ਬੇਬੀ ਪਹਿਲਾਂ ਜੈਗਵਾਰ ਲੈ ਲਵੋ, ਫੇਰ ਜਿੰਨਾ ਮਰਜ਼ੀ ਪਿਆਰ ਲੈ ਲਵੋ, ਕਹਿੰਦੀ ਵਾਲੀ ਮੈਂ ਸ਼ਕੀਨ ਇੱਕ ਵੀਕ ਇੱਕ ਜੀਨ, ਸੂਟ ਪੱਟੇ ਵਾਲਾ ਸ਼ਾਹੀ ਚਾਹ ਲੈ ਲਵੋ. ਕੁੜੀ ਕਹਿੰਦੀ ਉਹਨਾਂ ਚਿਰ ਮੈਂ ਵੀ ਹਾਂ ਨਹੀਂ ਕਰਨੀ, ਜਿੰਨਾ ਚਿਰ ਤੁਸੀਂ ਡਾਲਰਾਂ ਦੀ ਸ਼ਾਨੀ ਕਰਨੀ, ਆਕੇ ਅੱਧ ਵਿੱਚ ਘਰ ਤੈਨੂੰ ਛੱਡ ਜਾਊਂਗੀ, ਮੈਨੂੰ ਕਿਸੇ ਚੀਜ਼ ਤੋਂ ਵੀ ਨਾ ਨਹੀਂ ਕਰਨੀ, ਮੇਰੇ ਨਖਰਿਆਂ ਵਾਲਾ ਸਿਰ ਭਾਰ ਲੈ ਲਵੋ, ਫੇਰ ਜਿੰਨਾ ਮਰਜ਼ੀ ਪਿਆਰ ਲੈ ਲਵੋ. ਕੁੜੀ ਕਹਿੰਦੀ. ਭਾਜੀ ਗਾਣੇ ਤੋਂ ਬਾਅਦ ਕੁੜੀਆਂ ਨੇ ਇਨਬਾਕਸ ਨਹੀਂ ਆਏ, तेरे को शर्म नहीं आती, तो हमारे बारे में ऐसा बोलता है? देखो कुड़ियां ਦੇ ਨਹੀਂ ਆਏ, ਬਟ ਜ਼ਿਆਦਾ ਆਏ ਮੈਨੂੰ ਜਿੱਦਾਂ ਇੰਟਰਵਿਊ ਵਾਲਿਆਂ ਦੇ ਨਾ, ਨਿਊਜ਼ਪੇਪਰ ਵਾਲੇ ਜਾਂ ਫਿਰ ਕਿਸੇ ਨੇ ਇੰਟਰਵਿਊ ਲੈਣਾ ਜਾਂ ਕਿਸੇ ਨੇ ਬੋਲਿਆ, ਬਟ ਮੇਰਾ ਹਮੇਸ਼ਾ ਇੱਕ ਆਨਸਰ ਹੁੰਦਾ ਸੀਗਾ, ਮੈਂ ਤੁਹਾਨੂੰ ਵੀ ਪਹਿਲਾਂ ਦੱਸਿਆ, ਇਟਸ ਨਾਟ ਫॉर ਆਲ ਦ ਕਮਿਊਨਿਟੀ, ਇਟਸ ਨਾਟ ਫॉर ਆਲ ਦ ਗਰਲਸ. 100% ਦੇ ਵਿੱਚ 1% ਤਾਂ ਕੁੜੀ ਮਾੜੀ ਹੋ ਸਕਦੀ ਨਾ, ਸੋ ਇਟਸ ਅਬਾਊਟ ਹਰ. ਪਰ ਮੁੰਡਿਆਂ ਦੀ ਤਾਂ ਫੁੱਲ ਸਪੋਰਟ ਹੋਣੀ ਹੈ, ਤੁਸੀਂ ਇਲੈਕਸ਼ਨ ਜਿੱਤ ਸਕਦੇ ਸੀ ਜੇ ਮੁੰਡੇ ਵੋਟ ਕਰਦੇ ਤਾਂ. ਬ్రో ਗਾਣਾ ਮੈਨੂੰ ਗਾਣੇ ਵੇਲੇ ਬਹੁਤ ਸਪੋਰਟ ਮਿਲੀ ਆ, ਉਹ ਗਾਣੇ ਨੇ ਮੇਰਾ ਕਰੀਅਰ, ਮੇਰੀ ਪਹਿਚਾਨ ਬਣਾਈ ਆ ਨਾ. ਅਗਰ ਮੈਨੂੰ ਪੰਜਾਬ ਚ ਪਛਾਣਦੇ ਸੀ ਲੋਕ, ਉਹ ਗਾਣੇ ਤੋਂ ਬਾਅਦ ਮੈਨੂੰ ਦਿੱਲੀ ਜਾਂ ਦਿੱਲੀ ਤੋਂ ਬਾਹਰ ਜਾ ਕੇ ਪਛਾਣ ਲੱਗ ਪਏ ਲੋਕ, ਹੈ ਨਾ. ਸੋ ਦੇਖੋ ਹਮੇਸ਼ਾ ਮੇਰੀ ਤਾਂ ਇਹੀ ਟਰਾਈ ਹੁੰਦੀ ਹੈ, ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਬਸ ਵਧੀਆ ਗਾਣਾ ਬਣਾਈਏ, ਆਪਣਾ ਏਦਾਂ ਨਾ ਕੋਈ ਹਰਟ ਨਾ ਹੋਵੇ, ਕਿਸੇ ਦੀ ਫੀਲਿੰਗ ਨਾ ਹੋਵੇ. ਪਰ ਮੇਰੀ ਕੋਈ ਇਹਦੀ ਐਕਸਪਲੇਨੇਸ਼ਨ ਵੀ ਸੀਗੀ, ਜਿੱਦਾਂ ਸੁਸਾਈਡ ਗਾਣਾ ਆਇਆ ਤਾਂ ਉਹ ਸਾਰੇ ਕਹਿਣ ਲੱਗ ਪਏ ਗਲਤ ਕਹਿ ਰਹੇ ਆ ਸੁਸਾਈਡ, ਬਟ ਉਹ ਗਾਣੇ ਦੇ ਐਂਡ ਵਿੱਚ ਆਪਾਂ ਮੈਸੇਜ ਪਾਤਾ ਸੀਗਾ ਕਿ ਕੁੜੀਆਂ ਨਾ ਪਿੱਛੇ ਨਾ ਮਰੋ, ਕੁੜੀਆਂ ਉੱਤੇ ਮਰੋ. ਰਾਈਟ ਆਈ ਰਿਮੈਂਬਰ. ਲਾਈਫ ਇਟਸ ਅ ਵੰਡਰਫੁਲ ਥਿੰਗ ਹੈ ਨਾ, ਕਿਉਂ ਆਪਣੀ ਖਰਾਬ ਥੋੜ੍ਹਾ ਕਰਨੀ ਹੈ ਜ਼ਿੰਦਗੀ, ਹੈ ਨਾ, ਤੇ ਤੁਹਾਡੀ ਲਾਈਫ ਦੇ ਨਾਲ ਕਿੰਨੇ ਲੋਕੀ ਕਨੈਕਟਡ ਆ ਤੁਹਾਡੇ ਨਾਲ. ਸੋ ਮੇਰਾ ਹਮੇਸ਼ਾ ਹੀ ਮੈਸੇਜ ਹੁੰਦਾ ਕਿ ਇਟਸ ਜਸਟ ਫॉर ਐਂਟਰਟੇਨਮੈਂਟ ਪਰਪਸ, ਬਟ ਇਹਦਾ ਮਤਲਬ ਇਹ ਨਹੀਂ ਕਿ ਅੱਜ ਆਪਾਂ ਜੇ ਹੁਣ ਸਿੱਧੂ ਬਾਈ ਬੰਦੂਕ ਗੋਲੀਆਂ ਚਲਾਉਣ ਦੀ ਗੱਲ ਕਰਦਾ ਤਾਂ ਇਹ ਮਤਲਬ ਥੋੜਾ ਕਿ ਆਪਾਂ ਸਾਰੇ ਜਾ ਕੇ ਗੋਲੀਆਂ ਚਲਾਉਣ ਲੱਪਾਂਗੇ. ਆਪਾਂ ਨੂੰ ਪਸੰਦ ਹੈ ਗਾਣੇ, ਆਪਾਂ ਉਹ ਚੀਜ਼ ਨੂੰ ਪਸੰਦ ਕਰਦੇ ਆ ਨਾ, ਸੇ ਉਹ ਇੱਕ ਜਨਰੇ ਆ ਨਾ, ਇਟਸ ਅ ਕਾਈਂਡ ਆਫ ਜਨਰੇ, ਬਸ ਉਹ ਇੱਕ ਐਂਟਰਟੇਨਮੈਂਟ ਲਈ ਉਹ ਚੀਜ਼ ਲੋ, ਹੈ ਨਾ. ਤੇ ਜਿਹੜੇ ਲੋਕੀ ਸਵਾਲ ਕਰਨ ਲੱਗ ਪੈਂਦੇ, ਐ ਕਰ ਰਹੇ ਆ, ਇਹ ਆਹ ਕਰਨ ਲੱਗ ਪਏ ਆ, ਇਹਨਾਂ ਨੇ ਆਹ ਖਰਾਬ ਕਰਤਾ ਯਾਰ. ਉਹ ਅਸੀਂ ਛੋਟੇ ਹੁੰਦੇ ਤੋਂ ਯਾਰ ਅਸੀਂ ਬਾਲੀਵੁੱਡ ਦੀਆਂ ਮੂਵੀਜ਼ ਦੇਖਦੇ ਆ, ਉਹਦੇ ਵਿੱਚ ਇੰਨੀਆਂ ਗੋਲੀਆਂ ਚੱਲਦੀਆਂ, ਇੰਨੇ ਕੁਛ ਇੰਨੇ ਹਨਾ ਅਡਲਟ ਸੀਨਸ ਹੁੰਦੇ ਆ. ਮੈਂ ਨਹੀਂ ਜਾ ਕੇ ਹਨਾ ਉਹ ਚੀਜ਼ਾਂ ਕਰਨ ਲੱਗ ਪਿਆ, ਜਾਂ ਮੈਂ ਨਹੀਂ ਕੁਛ ਕਰ ਲਿਆ, ਕਿਹਨੇ ਕਰ ਲਿਆ ਉਹ ਚੀਜ਼ਾਂ ਦੇਖ ਕੇ, ਕਿਹਨੂੰ ਇੰਪੈਕਟ ਪੈ ਗਿਆ. ਇਹ ਸਾਡੇ ਪੇਰੈਂਟਸ ਨੇ ਆਪਾਂ ਨੂੰ ਚੰਗੀ ਤਰ੍ਹਾਂ ਸਾਨੂੰ ਵਧੀਆ ਤਰੀਕੇ ਨਾਲ ਰਿਜ਼ਰਵ ਕੀਤਾ ਹੁੰਦਾ, ਤਾਂ ਸਾਨੂੰ ਪਤਾ ਹੁੰਦਾ ਵਾ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਕਿੱਦਾਂ ਦੀ ਸਾਡੀ ਅਕਲ ਹੈਗੀ ਆ, ਸਾਨੂੰ ਨਹੀਂ ਹੈਗੀ ਆ, ਕਿੱਦਾਂ ਦੇ ਗਾਣੇ ਸੁਣ ਕੇ ਆਪਾਂ ਕਿੱਦਾਂ ਰਿਐਕਟ ਕਰਨਾ. ਸੋ ਇਹ ਗੱਲਾਂ ਹੀ ਨੇ ਬ్రో. ਭਾਜੀ ਇੱਕ ਲਾਈਨ ਮਤਲਬ ਗਾਣੇ ਦੀ ਰਿਕੁਐਸਟ ਨਹੀਂ ਆ ਰਹੀ ਹੈ ਨਾ, ਨੋਬਡੀ ਵਾਂਟਸ ਟੂ ਲਿਸਨ, ਦੇ ਵਾਂਟ ਕਿ ਮੈਨੂੰ ਗਾਣਾ ਸਨਾਈਪਰ ਜਦੋਂ ਪਹਿਲੀ ਵਾਰੀ ਦੇਖਿਆ ਤੂੰ ਕਰ ਗਈ ਬਲਸ਼, ਦੇਖਦੇ ਹੀ ਤੈਨੂੰ ਸਾਨੂੰ ਹੋ ਗਿਆ ਗਰਸ਼, ਨੀ ਤੂੰ ਵਾਂਗ ਹਥਿਆਰ ਮੁੰਡੇ ਮਾਰੀ ਫਿਰਦੀਆਂ, ਮੈਂ ਵੀ ਟਾਰਗੇਟ ਤੇਰਾ ਬਣਨਾ, ਤੂੰ ਸਨਾਈਪਰ ਸਦਾ ਸੀਨੇ ਵੱਜਦੀ, ਮੇਰੀ ਗੱਡੀ ਹਾਈਵੇ ਤੇ ਬਸ ਤੈਨੂੰ ਲੱਭਦੀ ਜੀ. ਇਹ ਕੈਮਰੇ ਵਾਲਾ ਵੀ ਇਹ ਤਾਂ ਹੈ ਕਿ ਤੁਸੀਂ ਡੀਜੇ ਵਾਲੀ ਕੁੜੀ ਨੂੰ ਕੈਮਰੇ ਵਾਲੇ ਤੇ ਵੀ ਡਟਾਤਾ, ਆਪਣੀਆਂ ਲਾਈਨਾਂ ਗਾਣਾ ਹਾਂਜੀ ਨੀ ਤੂੰ ਇੰਨੀ ਜ਼ਿਆਦਾ ਫੀਲ ਨਾ ਲੈ ਗੋਰੀਏ,
ਐਡੀ ਵੀ ਤੇਰੇ ਚ ਗੱਲ ਬਾਤ ਨਹੀਂ, ਤੇਰੇ ਨਾਲੋਂ ਜ਼ਿਆਦਾ ਸੋਹਣੀ ਛੱਡੀ ਮੈਂ, ਕੁੜੀ ਇੱਕ ਪਰਸੋਂ ਦੀ ਰਾਤ ਨੀ ਤੂੰ ਇੰਨੀ ਜ਼ਿਆਦਾ ਫੀਲ ਨਾ ਲੈ ਗੋਰੀਏ, ਤੇ ਐਡੀ ਵੀ ਤੇਰੇ ਚ ਗੱਲ ਬਾਤ ਨਹੀਂ, ਤੇਰੇ ਨਾਲੋਂ ਜ਼ਿਆਦਾ ਸੋਹਣੀ ਛੱਡੀ ਮੈਂ, ਕੁੜੀ ਇੱਕ ਪਰਸੋਂ ਦੀ ਰਾਤ ਨੀ। ਫਿਰ ਕੁੜੀ ਦੀ ਲਾਈਨਾਂ ਆਉਂਦੀਆਂ, ਫਿਰ ਹੁੱਕ ਲਾਈਨ ਆਉਂਦੀ ਆ, ਕੈਮਰੇ ਵਾਲੇ ਆ ਵੀਡੀਓ ਬਣਾ ਦੇਵੇ, ਮੈਂ ਲੱਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ ਜੀ। Super. I will take quick questions. Sonam ਹੈਗੀ ਹੈ and she wants ਕਿ ਤੁਸੀਂ ਮੈਸੇਜ ਦਿਓ for all the corona warriors, ਜਿਹੜੇ ਵੀ ਡਾਕਟਰਸ ਹੈਗੇ one and I think the survivors ਜੋ corona ਤੋਂ ਰਿਕਵਰ ਕਰ ਰਹੇ, ਉਹਨਾਂ ਲਈ ਮੈਸੇਜ for them। ਬਿਲਕੁਲ ਮੇਰੇ ਵੱਲੋਂ ਇਹੀ ਮੈਸੇਜ ਹੈ। ਦੇਖੋ ਯਾਰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਮੈਸੇਜ ਨਾਰਮਲ ਲੋਕਾਂ ਨੂੰ ਆ, ਸਾਰਿਆਂ ਨੂੰ, ਜਿਹੜੇ ਆਪਾਂ ਘਰ ਬੈਠੇ ਹੋਏ ਆ, ਆਪਾਂ ਸਾਰੇ ਆਪਾਂ ਫੋਲੋ ਕਰ ਰਹੇ ਹਾਂ ਚੀਜ਼ ਨੂੰ, ਆਪਾਂ ਨੂੰ ਘਰ ਰਹਿਣਾ ਚਾਹੀਦਾ ਫॉर देयर ਸੇਕ। ਜਿਹੜੇ ਆਪਣੇ ਫੈਮਲੀਜ਼ ਨੂੰ ਛੱਡ ਕੇ ਡਾਕਟਰ ਸਾਰੇ ਪੁਲਿਸ ਵਾਲੇ ਸਾਰੇ ਹਨਾ ਕੰਮ ਕਰ ਰਹੇ ਆ ਸਾਡੇ ਲਈ, ਇਹ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਾਂ ਟ੍ਰੀਟ ਕਰ ਰਹੇ ਆ ਫॉर देयर ਰਿਸਪੈਕਟ, ਫॉर ਉਹਨਾਂ ਦੀ ਫੈਮਲੀ ਦੀ ਰਿਸਪੈਕਟ ਲਈ ਤੇ ਆਪਣੀ ਫੈਮਲੀ ਦੀ ਸੇਫਟੀ ਦੇ ਲਈ ਸਾਨੂੰ ਘਰੇ ਰਹਿਣਾ ਚਾਹੀਦਾ। ਐਂਡ ਜਿਹੜੀ ਵੀ ਸੋਸ਼ਲ ਡਿਸਟੈਂਸਿੰਗ ਪ੍ਰੈਕਟਿਸ ਕਰਨੀ ਆ ਉਹ ਸਾਨੂੰ ਕਰਨੀ ਚਾਹੀਦੀ ਆ, ਤਾਂ ਹੀ ਆਪਾਂ ਸਾਰੇ ਬੈਕ ਔਨ ਦਾ ਟਰੈਕ ਆ ਪਾਵਾਂਗੇ, ਨਹੀਂ ਤਾਂ ਆਪਣੇ ਲਈ ਇਹ ਸਾਰੀ ਜ਼ਿੰਦਗੀ ਕੈਦ ਬਣ ਕੇ ਰਹਿ ਜਾਣੀ ਆ। ਹਮੇਸ਼ਾ ਡਰ ਦੇ ਨਾਲ ਰਹਿਣ ਨਾਲੋਂ ਚੰਗਾ ਹੈ ਕਿ ਥੋੜਾ ਟਾਈਮ ਡਰ ਨਾਲ ਰਹਿ ਲਓ। ਡਰਨ ਕਹਿੰਦੇ ਉਹ ਗੱਲ ਨਹੀਂ ਹੈਗੀ ਡਰ ਕੇ ਆਗੇ ਜੀਤ ਹੈ, ਇਹ ਇੱਥੇ ਆ ਕੇ ਮੈਂ ਤਾਂ ਇੱਕ ਡਾਲਾ ਮਾਊਂਟੇਨ ਡਿਊ ਤੇ ਲਿਆ ਕੇ ਰੱਖ ਲਿਆ ਜਾਂਦਾ, ਮੈਂ ਕਿਹਾ ਇਹਨਾਂ ਨੇ ਗੱਲ ਸਹੀ ਕੀਤੀ, ਡਰ ਕੇ ਸੁਪਰ। ਪਰ ਇਹ ਕੁਇਕ ਆਨਸਰ ਦੇ ਦਿਓ, who's ਰਫਤਾਰ ਨਾਲ ਅਗਲਾ ਗਾਣਾ ਕਦੋਂ? ਬਹੁਤ ਸੂਨ ਆਲਰੇਡੀ ਵੀ ਆਪਾਂ ਗੱਲ ਕਰਦੇ ਪਏ ਇਸ ਚੀਜ਼ ਦੇ ਬਾਰੇ। ਹਨੀ ਬਾਜੀ ਨਾਲ ਮਿਲਣ ਦਾ ਐਕਸਪੀਰੀਅੰਸ ਕੋਲੈਬ ਦਾ I always wanted to, ਮੈਂ ਪਹਿਲੀ ਵਾਰ ਮਿਲਿਆ ਦੋ ਭਾਜੀ ਨੂੰ, I always wanted to meet him and ਬਹੁਤ ਵਧੀਆ ਤਰੀਕੇ ਨਾਲ ਭਾਈ ਨੇ ਮਿਲਾਇਆ ਤੇ ਬਹੁਤ ਵਧੀਆ ਲੱਗਿਆ। ਅੱਛਾ, ਜਦ ਤੱਕ ਹੋਰ ਸਵਾਲ ਆ ਰਹੇ ਹੈ ਮੈਂ ਨਾ ਲਊਂਗਾ ਤੁਹਾਡਾ ਫਰਸਟ ਰਿਐਕਸ਼ਨ ਅਬਾਊਟ ਦੀ ਆਰਟਿਸਟ। ਹਾਂ ਠੀਕ ਹੈ, ਸਭ ਤੋਂ ਪਹਿਲਾਂ ਮੂਸੇ ਵਾਲਾ ਦਾ ਯਾਰ ਮੈਂ ਕਿਆ ਰਿਐਕਸ਼ਨ ਦੇਣਾ, ਥੱਲੇ ਕਮੈਂਟ ਆ ਜਾਣੇ ਸਾਰਿਆਂ ਦੇ। ਇਹ ਵੀ ਗੱਲ ਹੈ, ਮੂਸੇ ਵਾਲਾ is a trend setter, trend ਚੇਂਜ ਕੀਤਾ ਉਹਨੇ, ਸੋ ਟ੍ਰੈਂਡ ਸੈਟਰ। ਸੁਪਰ। ਗੁਰੂ ਰੰਧਾਵਾ ਹਾਰਡ ਵਰਕਿੰਗ ਪਰਸਨ, ਆਈ ਨੋ। ਕਿਸ ਨੂੰ ਸੁਖੀ ਆਪਣਾ ਬ੍ਰੋ ਮੰਨਦਾ ਹੈ, ਲਾਈਕ ਬ੍ਰੋ ਇਨ ਦੀ ਇੰਡਸਟਰੀ? ਬ੍ਰੋ ਤੂੰ ਮੇਰਾ ਭਰਾ ਆ, ਮੇਰੇ ਬਹੁਤ ਭਰਾ ਨੇ ਏਦਾਂ ਦੇ ਯਾਰ, ਮੇਰੇ ਜਾਨੀ ਮੇਰਾ ਭਰਾ ਆ, ਗਿਤਾਜ ਬਿੰਦ ਰੱਖਿਆ ਮੇਰਾ ਬ੍ਰੋ ਆ, ਕੈਂਬੀ ਮੇਰਾ ਭਰਾ ਆ, ਤੇ ਏਦਾਂ ਬਹੁਤ ਮੇਰੇ ਭਰਾ ਨੇ ਹਨਾ, ਤੇ not one person but ਕਾਫੀ ਲੋਕ। ਅੱਛਾ, ਪੁਰਾਣੇ ਲੈਜੈਂਡਸ ਜਦ ਗੱਲ ਕਰਦੇ ਆਪਾਂ, ਦ ਮਾਨਸ ਜਾਂ ਜਦ 90s ਦਾ 뮤직 ਹੁੰਦਾ ਸੀਗਾ ਬਾਲੀਵੁੱਡ ਦਾ, ਉਦਿਤ ਨਾਰਾਇਣ, who was your then favorite singer growing up, late 90s early 2000s? ਜੈਜ਼ਬੀ। ਅੱਛਾ, ਜੈਜ਼ਬੀ ਭਾਈ ਨਾਲ ਤਾਂ ਆਪਾਂ ਕੰਮ ਵੀ ਕਰ ਲਿਆ। ਹੁਣ ਭਾਈ ਇੰਨੀ ਤਾਂ ਤੁਹਾਡੀ ਉਮਰ ਹੋਣੀ ਜਿੰਨਾ ਜੈਜ਼ਬੀ ਭਾਈ ਦਾ ਕਰੀਅਰ ਹੈ, ਲਗਭਗ ਆਇਆ ਅਰਾਊਂਡ ਆਈ ਭਾਈ, ਅਰਾਊਂਡ 90s ਹੈ ਨਾ, 91 ਭਾਈ ਨੇ 91 ਸ਼ੁਰੂ ਕੀਤਾ ਸੀਗਾ ਭਾਈ ਨੇ, ਮੈਨੂੰ ਯਾਦ ਹੈ ਯਾਰ। ਤਾਂ ਬਸ ਉਹੀ ਸਮਝ ਲਓ, ਉਹੀ ਟਾਈਮ ਸੀਗਾ। ਸੋ ਜਦ ਅਸੀਂ ਗਰੋ ਕੀਤਾ, ਜਦ ਬਰਥ ਹੋਇਆ, ਉਹ ਤਾਂ ਭਾਜੀ ਨੂੰ ਹੀ ਦੇਖਦੇ ਪਏ ਆ, ਤੇ ਕਾਫੀ ਇੰਸਪਾਇਰਡ ਰਿਹਾ ਮੈਂ ਭਾਈ ਤੋਂ, ਕਿਉਂਕਿ ਉਹ ਜੈਜ਼ੀ ਭਾਜੀ ਉਹ ਆਰਟਿਸਟ ਨੇ ਜਿਹਨੇ ਇੰਡੀਆ ਦੇ ਵਿੱਚ ਹਿਪ ਹੌਪ ਹਨਾ ਇੰਨੀਆਂ ਕੈਂਡ ਵੀਡੀਓਜ਼, ਇਹਨੇ ਆ ਹੇਅਰ ਕਟਸ, ਇੱਕ ਫੈਸ਼ਨ ਸਟੇਟਮੈਂਟ ਐਡ ਹਾਰਡੀ ਪਾਉਣਾ ਉਸ ਟਾਈਮ ਤੇ ਬਹੁਤ ਵੱਡੀ ਗੱਲ ਹੁੰਦੀ ਸੀ। ਕੋਈ 100 ਦੇ ਵਿੱਚ ਇੱਕ ਬੰਦਾ ਪਾ ਦਿੰਦਾ, ਉਹ ਚੀਜ਼ਾਂ ਭਾਜੀ ਨੇ ਉਸ ਟਾਈਮ ਦੇ ਵਿੱਚ ਹਮਰ ਰੱਖੀ ਹੁੰਦੀ ਸੀਗੀ ਨਾ। ਸੋ ਉਹ ਉਹਨਾਂ ਨੂੰ ਦੇਖਦੇ ਸੀਗੇ ਯਾਰ ਹਨਾ, ਐਂਡ ਆ ਕੰਮ। ਸੋ ਭਾਜੀ ਹਮੇਸ਼ਾ ਤੋਂ ਸੁਪਰ। ਭਾਜੀ ਮੈਨੂੰ ਲੱਗਦਾ ਮੇਰੇ ਕੋਲ ਨਾ ਇੰਨੇ ਸਵਾਲ ਸੀਗੇ, 1 ਘੰਟਾ ਖਤਮ ਹੋਣ ਵਾਲਾ ਹੈ, ਲਾਈਵ ਬਿਲਕੁਲ ਬੰਦ ਹੋ ਜਾਏਗਾ। ਮੈਂ ਇੰਨਾ ਲੰਬਾ ਲਾਈਵ ਨਹੀਂ, ਸੋ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾਂ ਐਡਾ ਲੰਬਾ ਲਾਈਵ ਆ, ਮੈਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਕੀਤੀ ਐਡਾ ਲੰਬਾ ਲਾਈਵ ਆ। ਇਟਸ ਆਲਮੋਸਟ 1 ਘੰਟਾ ਹੋ ਗਿਆ। ਮੈਲੋਡੀ ਬ్రో WhatsApp, ਇਹ ਵੀ ਬਹੁਤ ਟੈਲੈਂਟਡ ਆ ਸਾਡਾ ਮੁੰਡਾ ਮੈਲੋ। ਸੁਪਰ ਭਾਜੀ, ਇੱਕ ਵਾਰੀ ਜਾਂਦੇ ਆਪਣਾ ਟੈਟੂ ਦਿਖਾ ਦਿਓ, ਪਰ ਟਾਈਮਰ ਆ ਗਿਆ, 20 ਸੈਕਿੰਡ ਰਹਿ ਗਏ। ਦ ਬੋਹੀਮੀਆ ਟੈਟੂ, ਦ ਫੈਨ ਟੈਟੂ ਦੈਟ ਸੁਖੀ ਭਾਜੀ ਹੈਜ਼। ਦ ਬੋਹੀਮੀਆ ਟੈਟੂ। Super. Hi. Paji, 10 seconds more. Thank you so much, lively. And thank you bro, thank you so much. Follow kar leo jinnu karna hai, all the people